ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਅੱਜ ਤਾਰੀਖ 9 ਮਾਰਚ ਸਨ 2021, ਸ਼ਾਮ ਦਾ ਵਕਤ ਹੈ ਤੇ ਸ਼ਾਮ ਦੇ 7:13 ਹੋ ਚੁੱਕੇ ਨੇ ਤੇ ਆਪ ਸਭ ਸੱਜਣਾਂ ਦਾ ਆਵਾਜ਼ ਦੀਆਂ ਤਰੰਗਾਂ ਤੇ ਇਸ ਮੰਗਲਵਾਰ ਦੀ ਸ਼ਾਮ ਨੂੰ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਤੇ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਵਾਸਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਉਸ ਦੇ ਵਾਸਤੇ ਕਾਲ ਕਰਨੀ ਹੈ, ਜਿਹੜਾ ਵਟਸਐਪ ਕਾਲ ਵੀ ਹੋ ਸਕਦੀ ਹੈ, ਸਿੰਪਲ ਕਾਲ ਵੀ ਹੋ ਸਕਦੀ ਹੈ। ਸਾਡੇ ਸਟੂਡੀਓ ਦਾ ਫ਼ੋਨ ਨੰਬਰ ਹੈ 98 763 09655 9876309655 'ਤੇ ਕਾਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਤੇ ਥੋੜ੍ਹੀ ਦੇਰ ਨੂੰ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਾਹਿਬ ਸੁਰਿੰਦਰ ਸਿੰਘ ਕੁਝ ਮਿੰਟਾਂ ਬਾਅਦ ਹੀ ਆਪਣੇ ਨਾਲ ਜੁੜਨਗੇ। ਕੁਝ ਖਬਰਾਂ ਨੇ ਕਿ ਪਿਛਲੇ ਸਮੇਂ ਦੇ ਵਿੱਚ ਦੀਪ ਸਿੱਧੂ ਦੀ ਵਕਾਲਤ ਕਰਨ ਵਾਲਾ ਇੱਕ ਸ਼ਖਸ ਜਿਹੜਾ ਆਪਣੇ ਆਪ ਨੂੰ ਰਾਜੇਵਾਲ ਯੂਨੀਅਨ ਦਾ ਕਾਰਕੁਨ ਦੱਸਦਾ ਸੀ, ਤਲਵਾੜਾ ਪਲਵਿੰਦਰ ਸਿੰਘ ਸ਼ਾਇਦ ਉਹਦਾ ਨਾਮ ਹੈ, ਉਸ ਨੂੰ ਇੱਕ ਕੇਸ ਦੇ ਵਿੱਚ 5 ਸਾਲ ਦੀ ਜੇਲ੍ਹ ਭੇਜ ਦਿੱਤਾ ਗਿਆ। ਤੇ ਕੇਸ ਕੋਈ ਪੁਰਾਣਾ ਆ, ਇਸ ਅੰਦੋਲਨ ਦੇ ਨਾਲ ਉਸ ਦਾ ਕੋਈ ਰਾਬਤਾ ਨਹੀਂ ਹੈ। ਉਸ ਦੇ ਬਾਰੇ ਖਾਸ ਅਪਡੇਟ ਹੋਏਗੀ ਕਿ ਕੀ ਕਾਰਨ ਹੈ, ਕਿਉਂ ਇਸ ਪਲਵਿੰਦਰ ਸਿੰਘ ਤਲਵਾੜਾ ਨੂੰ ਜੇਲ੍ਹ ਭੇਜਿਆ ਗਿਆ। ਤੇ ਇਸ ਦੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਸਿਆਸਤ ਦੇ ਚਰਚਾਵਾਂ ਦੇ ਨਾਲ ਨਾਲ ਵਿਰਾਸਤ ਦੀ ਵੀ ਗੱਲ ਹੋਏਗੀ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵਿਰਾਸਤ ਦੀ ਗੱਲ ਕਰਾਂਗੇ ਤੇ ਸਾਡੇ ਸੱਭਿਆਚਾਰ ਵਿਰਾਸਤ ਦੇ ਵਿੱਚ ਕੀ ਕੀ ਪਿਛੋਕੜ ਸਾਡਾ ਰਿਹਾ, ਉਸ 'ਤੇ ਗੱਲਬਾਤ ਹੋਵੇਗੀ। ਤੇ ਤੁਸੀਂ ਵੀ ਇਸ ਪ੍ਰੋਗਰਾਮ ਨਾਲ ਜੁੜਨਾ ਤਾਂ 98 763 09655 'ਤੇ ਕਾਲ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਤੇ ਇਸ ਦੇ ਨਾਲ ਨਾਲ ਕੁਝ ਤਾਜ਼ਾ ਤਰੀਨ ਖਬਰਾਂ 'ਤੇ ਅਪਡੇਟ ਕਿ ਅੱਜ ਕੀ ਕੁਛ ਵਾਪਰਿਆ, ਪਾਰਲੀਮੈਂਟ ਦਾ ਸੈਸ਼ਨ ਕੀ ਕੁਛ ਪਾਰਲੀਮੈਂਟ ਦੇ ਵਿੱਚ ਰਿਹਾ। ਤੇ ਉਧਰ ਬਠਿੰਡਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਪ੍ਰਦਰਸ਼ਨ ਕਰਨ ਆਈਆਂ ਜਿਹੜੀਆਂ ਆਂਗਨਵਾੜੀ ਵਰਕਰਾਂ ਨੇ, ਉਹਨਾਂ ਨੇ ਦੋਸ਼ ਲਾਏ ਨੇ ਕਿ ਪੁਲਿਸ ਨੇ ਉਹਨਾਂ ਦੇ ਨਾਲ ਛੇੜਖਾਨੀ ਕੀਤੀ ਹੈ। ਤੇ ਇਸ ਸੰਬੰਧੀ ਇਹਨਾਂ ਆਂਗਨਵਾੜੀ ਵਰਕਰਾਂ ਵੱਲੋਂ SSP ਦਫ਼ਤਰ ਦਾ ਘਿਰਾਓ ਕੀਤਾ ਜਾ ਰਿਹਾ ਹੈ 10 ਤਾਰੀਖ ਨੂੰ। ਤੇ ਕਿਉਂਕਿ ਜਿਹੜਾ ਬਠਿੰਡਾ ਇਲਾਕਾ ਖਾਸ ਕਰਕੇ ਮਨਪ੍ਰੀਤ ਬਾਦਲ ਤੇ ਉਸ ਦੀ ਭਾਬੋ ਰਾਣੀ ਹਰਸਿਮਰਤ ਕੌਰ ਬਾਦਲ ਆਪਸੀ ਖਿੱਚੋਤਾਣ ਦਾ ਇਲਾਕਾ ਹੈ ਇਹ। ਇੱਥੇ ਕਾਫੀ ਇਸ ਤਰ੍ਹਾਂ ਦੇ ਮਸਲੇ ਹੁੰਦੇ ਨੇ ਇੱਕ ਦੂਸਰੇ ਦੇ ਖਿਲਾਫ। ਬਾਦਲਾਂ ਦੀ ਜਿਹੜੀ ਆਪਸ ਦੇ ਵਿੱਚ ਬਰਬਰੀ ਹੈ, ਇਸ ਦੇ ਮੱਦੇਨਜ਼ਰ ਕਾਫੀ ਕੁਛ ਵਾਪਰਦਾ। ਉਧਰ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਸਿਰਫ ਭਾਰਤ ਵਿੱਚ ਹੀ ਨਹੀਂ, ਜਿਸ ਤਰ੍ਹਾਂ ਵੱਖ-ਵੱਖ ਮੁਲਕਾਂ ਦੀਆਂ ਜਿਹੜੀਆਂ ਪਾਰਲੀਮੈਂਟਸ ਨੇ, ਖਾਸ ਕਰਕੇ ਬਰਤਾਨੀਆ ਦੀ ਸੰਸਦ ਦੇ ਵਿੱਚ ਵੀ ਇਸ ਦਾ ਚਰਚਾ ਹੋਇਆ ਕਿ ਭਾਰਤ ਦੇ ਅੰਦਰ ਪ੍ਰੈਸ ਦੀ ਆਜ਼ਾਦੀ ਨੂੰ ਜੋ ਕੋਈ ਖਤਰਾ, ਸੋ ਇਸ ਸੰਬੰਧੀ ਇਹ ਜਮਹੂਰੀਅਤ ਮੁਲਕਾਂ ਦੇ ਵਿੱਚ ਸਭ ਅੱਛਾ ਨਹੀਂ ਹੈ। ਸੋ ਇੰਗਲੈਂਡ ਦੀ ਸੰਸਦ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਕੁਝ ਮੈਂਬਰਾਂ ਨੇ ਬੜੀ ਗੰਭੀਰਤਾ ਨਾਲ ਇਹ ਮੁੱਦਾ ਉਠਾਇਆ। ਤੇ ਜਲੰਧਰ ਤੋਂ ਜਿਹੜੇ ਇਸ ਇਲਾਕੇ ਦੇ ਆਗੂ ਨੇ, ਤਾਲੁਕ ਤੇ ਭਾਵੇਂ ਉਹਨਾਂ ਦਾ ਅਕਾਲੀ ਦਲ ਦੇ ਨਾਲ ਉਹਨਾਂ ਦੇ ਫਾਦਰ ਦਾ, ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਨੇ ਬ੍ਰਿਟਿਸ਼, ਤੇ ਵਰਿੰਦਰ ਸ਼ਰਮਾ ਤੇ ਪ੍ਰੀਤ ਕੌਰ ਗਿੱਲ ਤੇ ਨਾਲ ਖਾਲਦ ਮਹਿਮੂਦ ਨੇ, ਇਹ ਚਾਰੋਂ ਮੈਂਬਰ ਪਾਰਲੀਮੈਂਟ ਨੇ ਜਿਹੜੇ ਬਰਤਾਨੀਆ ਦੀ ਸੰਸਦ ਦੇ ਵਿੱਚ, ਇਹਨਾਂ ਨੇ ਉਹ ਮੁੱਦਾ ਉਠਾਇਆ। ਹਲਕਾ ਜਿਹੜਾ ਸਲੋ ਹੈ ਉਸ ਤੋਂ ਮੈਂਬਰ ਪਾਰਲੀਮੈਂਟ, ਬ੍ਰਿਟਿਸ਼ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਖਿਆ ਕਿ ਹਰ ਕਿਸੇ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ। ਹਾਲਾਂਕਿ 250-300 ਕਿਸਾਨ ਜਾਨ ਗੁਆ ਚੁੱਕੇ ਨੇ ਇਸ ਅੰਦੋਲਨ ਦੇ ਵਿੱਚ, ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹਰ ਇੱਕ ਨੂੰ ਸੰਵਿਧਾਨ ਦੇ ਵਿੱਚ ਹਕੂਕ ਹੈ। ਤੇ ਇਸ ਸੰਬੰਧੀ ਜਿਹੜਾ ਖਾਸ ਕਰਕੇ ਸਿੱਖ ਅੰਦੋਲਨ ਨਾਲ ਜਿਹੜੇ ਜੁੜੇ ਲੋਕ ਨੇ, ਉਹਨਾਂ ਨੂੰ ਵੱਖਵਾਦੀ ਵਜੋਂ ਪੇਸ਼ ਕੀਤਾ ਜਾਂਦਾ, ਇਹ ਮੁੱਦਾ ਉਹਨਾਂ ਨੇ ਉਠਾਇਆ। ਤੇ ਇਸ ਸੰਸਦ ਮੈਂਬਰ ਨੇ ਇਹ ਵੀ ਆਖਿਆ ਕਿ ਅਸੀਂ ਹਿੰਸਾ ਦੀ ਵਕਾਲਤ ਨਹੀਂ ਕਰਦੇ, ਮਸਲੇ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ। ਤੇ ਇਸ ਕਰਕੇ ਪ੍ਰੈਸ ਦੀ ਆਜ਼ਾਦੀ 'ਤੇ ਵੀ ਉਹਨਾਂ ਨੇ ਸਵਾਲ ਉਠਾਇਆ। ਪਰ ਜੇ ਦੇਖਿਆ ਜਾਵੇ ਪ੍ਰੈਸ ਦੀ ਆਜ਼ਾਦੀ ਹੈ ਕਿੱਥੇ? ਜਿਹੜਾ ਸਿੱਖ ਮੀਡੀਆ ਉਹ ਸਿੱਖਾਂ ਦੇ ਜਿਹੜੀ ਆਲੋਚਨਾ ਨਹੀਂ ਦੇਖਣਾ ਚਾਹੁੰਦਾ, ਹਿੰਦੂ ਮੀਡੀਆ ਹਿੰਦੂ ਦੀ ਨਹੀਂ ਵੇਖਣਾ ਚਾਹੁੰਦਾ, ਮੁਸਲਿਮ ਮੀਡੀਆ ਮੁਸਲਿਮ ਦੀ ਨਹੀਂ ਵੇਖਣਾ ਚਾਹੁੰਦਾ। ਹਰ ਧਰਮਾਂ ਦੇ ਬੁਲਾਰੇ ਬਣ ਚੁੱਕੇ ਨੇ ਮੀਡੀਆ ਵਾਲੇ। ਖਾਸ ਕਰਕੇ NRI ਚੈਨਲਾਂ ਦੇ ਵਿੱਚ ਵੀ ਬਦਕਿਸਮਤੀ ਹੈ ਕਿ ਉੱਥੇ ਵੀ ਜਿਹੜਾ ਮੀਡੀਆ ਭਾਰੂ ਹੈ। ਜੇ ਅਸੀਂ ਮੋਦੀ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਸਿੱਖ ਮੀਡੀਆ ਦੇ ਵਿੱਚ ਵੀ ਕੁਝ ਇੱਕ ਅਜਿਹਾ ਮੀਡੀਆ ਜਿਹੜਾ ਸਿੱਖਾਂ ਦੀ ਗੱਲ ਨੂੰ ਉਭਾਰਨ ਦੀ ਤਾਂ ਕੋਸ਼ਿਸ਼ ਕਰਦਾ, ਪਰ ਜਿਹੜਾ ਉਹਨਾਂ ਦੇ ਵਿੱਚ ਕੁਝ ਕਮੀਆਂ ਖਾਮੀਆਂ ਨੇ, ਉਹਨਾਂ ਦੀ ਆਲੋਚਨਾ ਜਾਂ ਉਹਨਾਂ ਦੇ ਬਾਰੇ ਉਹ ਬੋਲਣ ਤੋਂ ਚੁੱਪ ਵੱਟ ਲੈਂਦਾ। ਤੇ ਇਸ ਕਰਕੇ ਉਹ ਵੀ ਉਹੀ ਚੀਜ਼ ਹੈ ਜਿਸ ਤਰ੍ਹਾਂ ਮੁਸਲਿਮ ਮੀਡੀਆ ਦੇ ਵਿੱਚ ਮੁਸਲਿਮ ਧਰਮ ਦੀ
ਜਿਹੜੀ ਆਲੋਚਨਾ ਨਹੀਂ ਬਰਦਾਸ਼ਤ ਕੀਤੀ ਜਾਂਦੀ, ਨਾ ਕਰਨ ਦਿੱਤੀ ਜਾਂਦੀ ਹੈ। ਜੇ ਉਹ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਕਾਫਰ। ਇਸੇ ਤਰ੍ਹਾਂ ਸਿੱਖ ਕਹਾਉਂਦੇ ਮੀਡੀਆ ਦੇ ਵਿੱਚ ਵੀ ਇਹ ਚੀਜ਼ਾਂ ਹੋ ਰਹੀਆਂ ਨੇ। ਉਹ ਵੀ ਸਿੱਖ ਸਮਾਜ ਦੇ ਵਿੱਚ ਜੋ ਕੋਈ ਗਲਤ ਹੋ ਰਿਹਾ ਤਾਂ ਉਸ ਦੀ ਕੋਈ ਜੇ ਆਲੋਚਨਾ ਵੀ ਕਰਦਾ ਤਾਂ ਫਿਰ ਕਹਿਣਗੇ ਨਹੀਂ, ਸਾਡੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਮੀਡੀਆ ਦਾ ਮੀਡੀਆ ਰਹਿਣਾ ਜ਼ਰੂਰੀ ਹੈ। ਜੇ ਗੋਦੀ ਮੀਡੀਆ ਦੇ ਵਿੱਚ ਇਹ ਚੀਜ਼ਾਂ ਨੇ ਤਾਂ ਬੋਦੀ ਮੀਡੀਆ ਦੇ ਵਿੱਚ ਵੀ ਇਹ ਚੀਜ਼ਾਂ ਨੇ। ਸੋ ਇਸ ਕਰਕੇ ਜਿਹੜਾ ਧਰਮਾਂ ਮਜ਼ਹਬਾਂ ਦੇ ਆਧਾਰਿਤ ਮੀਡੀਆ, ਉਹਦੀ ਇਹ ਬਦਕਿਸਮਤੀ ਹੈ। ਕੋਈ ਮੀਡੀਆ ਨਹੀਂ, ਉਹ ਬੁਲਾਰੇ ਕਹੇ ਜਾ ਸਕਦੇ ਨੇ। ਖੈਰ, ਇਹ ਚੀਜ਼ ਠੀਕ ਹੈ ਕਿ ਜਿਹੜਾ ਮਸਲਾ ਹੈ ਉਸ ਦੇ ਵਿੱਚ ਇਸ ਮਸਲੇ ਨੂੰ ਉਭਾਰਿਆ ਗਿਆ। ਇਸ ਮਸਲੇ ਦੇ ਵਿੱਚੋਂ ਕੁਝ ਇੱਕ ਲੋਕਾਂ ਨੇ ਜਿਸ ਤਰ੍ਹਾਂ ਖਾਲਿਸਤਾਨ ਦੀ ਗੱਲ ਉਭਾਰੀ ਹੈ, ਉਸ ਨੂੰ ਲੈ ਕੇ ਮੁੱਦਾ ਠੀਕ ਆ ਗਿਆ। ਕਿਉਂਕਿ ਜਦੋਂ ਤੁਸੀਂ ਇੱਕ ਧਰਮ ਵਿਸ਼ੇਸ਼ ਦਾ ਝੰਡਾ ਲਹਿਰਾਉਂਦੇ ਹੋ ਅਤੇ ਉੱਥੇ ਫਿਰ ਸਵਾਲ ਜਿਹੜੇ ਨੇ ਉਹ ਸੁਖਾਲੇ ਹੋ ਜਾਂਦੇ ਨੇ ਕਰਨ ਦੇ ਵਾਸਤੇ ਉਹਨਾਂ ਲੋਕਾਂ ਨੂੰ। ਸੋ ਇਸ ਕਰਕੇ ਇਹ ਚੀਜ਼ ਸਮਝਣੀ ਚਾਹੀਦੀ ਹੈ। ਕਿਸਾਨ ਅੰਦੋਲਨ ਸੀ, ਕਿਸਾਨ ਅੰਦੋਲਨ ਰਹਿਣ ਦਿੱਤਾ ਜਾਵੇ। ਪਰ ਜਦੋਂ ਤੁਸੀਂ ਕਿਸਾਨ ਅੰਦੋਲਨ ਨੂੰ ਸਿੱਖ ਅੰਦੋਲਨ ਬਣਾਓਗੇ ਅਤੇ ਫਿਰ ਉਸ ਅੰਦੋਲਨ ਦੇ ਵਿੱਚ ਇਹ ਦਿੱਕਤਾਂ ਤਾਂ ਆਉਣਗੀਆਂ। ਇਹ ਠੀਕ ਹੈ ਕਿ ਸਿੱਖ ਧਰਮ ਦਾ ਸਤਿਕਾਰਤ ਨਿਸ਼ਾਨ ਹੈ, ਪਰ ਨਿਸ਼ਾਨ ਸਾਹਿਬ ਚਲਾਉਣਾ ਇਸ ਅੰਦੋਲਨ ਦੇ ਵਿੱਚ ਖਾਸ ਕਰਕੇ ਕੋਈ ਗੁਨਾਹ ਨਹੀਂ ਹੈ। ਪਰ ਜਦੋਂ ਉਹ ਲਾਲ ਕਿਤੇ ਲਹਿਰਾ ਦਿੱਤਾ, ਲਾਲ ਕਿਲੇ 'ਤੇ ਦਿੱਕਤ ਉੱਥੇ ਆਉਂਦੀ ਹੈ। ਅੰਦੋਲਨ ਦੇ ਵਿੱਚ ਤੁਸੀਂ ਜੀ ਸਦਕੇ ਨਿਸ਼ਾਨ ਸਾਹਿਬ ਲਿਜਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਅਤੇ ਇਸ਼ੂ ਜਿਹੜਾ ਹੈਗਾ, ਜਿਹੜਾ ਡੈਂਟ ਪਿਆ ਅੰਦੋਲਨ ਨੂੰ, ਉਹ ਲਾਲ ਕਿਲੇ ਦੀ ਘਟਨਾ ਤੋਂ ਪਿਆ ਕਿ ਜਿਸ ਜਗ੍ਹਾ 'ਤੇ ਦੇਸ਼ ਦਾ ਕੌਮੀ ਝੰਡਾ ਲਹਿਰਾਇਆ ਜਾਂਦਾ, ਉਸ ਪੋਲ 'ਤੇ ਧਰਮ ਵਿਸ਼ੇਸ਼ ਦਾ ਝੰਡਾ ਲਹਿਰਾਉਣਾ ਪ੍ਰੋਬਲਮ ਇਸ ਤੋਂ ਆਈ ਹੈ। ਅਤੇ ਉਸ ਨੂੰ ਭਾਰਤੀ ਮੀਡੀਆ ਨੇ, ਮੋਦੀ ਗੋਦੀ ਮੀਡੀਆ ਨੇ ਬੁਰੀ ਤਰ੍ਹਾਂ ਕੈਸ਼ ਕੀਤਾ। ਅਤੇ ਆਮ ਜਿਹੜੇ ਹਿੰਦੂ ਲੋਕ ਨੇ ਉਹਨਾਂ ਦੇ ਮਨ 'ਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਵੱਖਰਾ ਮੁਲਕ ਚਾਹੁੰਦੇ ਨੇ, ਇਹ ਵੱਖਰਾ ਰਾਜ ਮੰਗ ਰਹੇ ਨੇ, ਅਤੇ ਇਹ ਚੀਜ਼ਾਂ ਨੂੰ ਉਭਾਰਿਆ ਗਿਆ। ਹਾਲਾਂਕਿ ਇਹ ਸਿੱਖ ਅਰਦਾਸ ਦਾ ਹਿੱਸਾ, ਰਾਜ ਕਰੇਗਾ ਖਾਲਸਾ, ਪਰ ਉੱਥੇ ਇਹ ਗੱਲ ਦਾ ਕਹਿਣਾ ਕਿ ਇਹ ਦੇਖੋ ਇਹ ਵੱਖਰੇ ਰਾਜ ਦੀ ਮੰਗ ਕਰ ਰਹੇ ਨੇ, ਹੈ ਨਾ। ਹਾਲਾਂਕਿ ਇਹ ਸਿੱਖ ਸਲੋਗਨ ਦਾ ਹਿੱਸਾ, ਪਰ ਇਹ ਦਰਬਾਰ ਸਾਹਿਬ ਦੇ ਵਿੱਚ ਨਹੀਂ ਬੋਲਿਆ ਜਾਂਦਾ। ਇਹ ਸਿਰਫ ਬਾਹਰ ਜਿਹੜੀਆਂ ਆਮ ਸਿੱਖ ਅਰਦਾਸਾਂ ਕਰਦੇ ਨੇ ਉਹਨਾਂ ਤੱਕ ਇਹ ਸੀਮਤ ਹੈ। ਪਰ ਇਸ ਦੌਰਾਨ ਕੀ ਅਗਰ ਲਾਲ ਕਿਲੇ 'ਤੇ ਕੋਈ ਹਿੰਦੂ ਆਪਣੇ ਧਰਮ ਦਾ ਝੰਡਾ ਲਹਿਰਾ ਦਿੰਦਾ ਅਤੇ ਫਿਰ ਕੀ ਸਿੱਖ ਪ੍ਰਵਾਨ ਕਰਦੇ? ਨਹੀਂ ਕਰਦੇ ਕਿ ਲਾਲ ਕਿਲੇ 'ਤੇ ਹਿੰਦੂਆਂ ਦਾ ਝੰਡਾ ਕਿਉਂ ਝੁੱਲੇ। ਜੇ ਕੋਈ ਦੂਸਰਾ ਵਿਅਕਤੀ ਇਸ 'ਤੇ ਮੁਸਲਮਾਨ ਧਰਮ ਦਾ ਜਿਹੜਾ ਚਿੰਨ੍ਹ ਹੈ, ਹੈਦਰੀ ਝੰਡਾ ਲਹਿਰਾ ਦਿੰਦਾ, ਕੀ ਫਿਰ ਹਿੰਦੂ ਜਾਂ ਸਿੱਖ ਬਰਦਾਸ਼ਤ ਕਰ ਲੈਂਦੇ? ਨਹੀਂ ਕਰਦੇ, ਕਿਉਂਕਿ ਇਹ ਕੌਮੀ ਵਿਰਾਸਤ ਹੈ ਅਤੇ ਕੌਮੀ ਝੰਡਾ ਹੀ ਇੱਥੇ ਲੱਗਣਾ ਚਾਹੀਦਾ। ਮੁਲਕ ਜਿੰਨੀ ਦੇਰ ਬ੍ਰਿਟਿਸ਼ ਦੇ ਅਧੀਨ ਸੀ, ਬ੍ਰਿਟਿਸ਼ ਝੰਡਾ ਰਿਹਾ, ਜਿੰਨੀ ਦੇਰ ਮੁਗਲਾਂ ਦੇ ਅਧੀਨ ਸੀ, ਮੁਗਲਾਂ ਦਾ ਝੰਡਾ ਰਿਹਾ। ਕੁਝ ਸਮਾਂ ਬਾਬਾ ਬਘੇਲ ਸਿੰਘ ਹੋਰਾਂ ਨੇ ਵੀ ਝੰਡਾ ਲਹਿਰਾਇਆ। ਅਤੇ ਉਸ ਦੌਰਾਨ ਜਿਹੜਾ ਹੈਗਾ, ਬਾਅਦ ਦੇ ਵਿੱਚ ਜਿਹੜਾ ਆਜ਼ਾਦ ਭਾਰਤ ਜਦੋਂ ਹੁੰਦਾ, ਬ੍ਰਿਟਿਸ਼ ਤੋਂ ਆਜ਼ਾਦ ਹੁੰਦਾ, ਤਾਂ ਫਿਰ ਬ੍ਰਿਟਿਸ਼ ਭਾਰਤ ਦੀ ਬਜਾਏ ਆਜ਼ਾਦ ਭਾਰਤ ਦਾ ਤਿਰੰਗਾ ਉੱਥੇ ਲਹਿਰਦਾ ਰਿਹਾ। ਖੈਰ, ਇਸ ਦੌਰਾਨ ਭਾਰਤੀ ਹਾਈ ਕਮਿਸ਼ਨ ਨੇ ਇਸ ਅੰਦੋਲਨ ਨਾਲ ਜੁੜੇ ਮੁੱਦੇ 'ਤੇ ਯੂਕੇ ਵੱਲੋਂ ਚਲਾਈ ਗਈ ਈ ਪਟੀਸ਼ਨ ਮੁਹਿੰਮ ਦੇ ਜਵਾਬ ਦੇ ਵਿੱਚ ਆਖਿਆ ਕਿ ਯੂਕੇ ਦੀ ਸੰਸਦ ਦੇ ਵਿੱਚ ਜਿਹੜੀ ਚਰਚਾ ਇਹ ਇੱਕ ਪਾਸੜ ਹੈ। ਇਸ ਗੱਲ 'ਤੇ ਸਾਨੂੰ ਅਫਸੋਸ ਹੈ। ਸੰਤੁਲਨ ਦੀ ਬਜਾਏ ਝੂਠੇ ਦਾਅਵੇ, ਬਿਨਾਂ ਪੁਸ਼ਟੀ ਵਾਲੇ ਤੱਥਾਂ ਨੂੰ ਆਧਾਰ ਬਣਾ ਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੂੰ ਢਾਹ ਲਾਈ ਗਈ ਹੈ। ਇਹ ਜਿਹੜੀ ਇੰਡੀਅਨ ਅੰਬੈਸੀ ਉਸ ਨੇ ਇਹ ਚੀਜ਼ਾਂ ਕਹੀਆਂ ਨੇ। ਕਿਉਂਕਿ ਹਰ ਇੱਕ ਮੁਲਕ ਦਾ ਜਦੋਂ ਮਸਲਾ ਹੁੰਦਾ, ਕਿਉਂਕਿ ਜਦੋਂ 84 ਦਾ ਮਸਲਾ ਤੁਸੀਂ ਆਖਿਆ, ਉਸ ਵਕਤ ਮਾਰਗਰੇਟ ਥੈਚਰ ਦਾ ਵੀ ਇਹ ਚਰਚਾ ਹੁੰਦੀ ਰਹੀ ਕਿ ਜਿਹੜੀਆਂ ਬ੍ਰਿਟਿਸ਼ ਆਰਮੀ ਹੈ, ਕਿਉਂਕਿ ਇੰਦਰਾ ਗਾਂਧੀ ਦੀ ਉਹ ਫਰੈਂਡ ਸੀ, ਉਸ ਨੇ ਆਖੇ ਬਲੂ ਸਟਾਰ ਆਪਰੇਸ਼ਨ ਕਰਨ ਦੇ ਵਾਸਤੇ ਖਾਕਾ ਤਿਆਰ ਕਰਵਾਇਆ। ਪਰ ਦੂਸਰੇ ਪਾਸੇ ਬ੍ਰਿਟਿਸ਼ ਨੇ, ਬਰਤਾਨੀਆ ਨੇ ਸਿੱਖਾਂ ਨੂੰ ਜਿਹੜੀਆਂ ਪੋਲੀਟੀਕਲ ਅਸਾਈਲਮ ਵੀ ਦਿੱਤੀਆਂ। ਮਤਲਬ ਇਹ ਮੁਲਕ ਜਿਹੜੇ ਨੇ ਇਹ ਡਬਲ ਗੇਮ ਖੇਡਦੇ ਨੇ। ਕੋਈ ਵੀ ਖੇਡਦਾ, ਭਾਰਤ ਨੇ ਵੀ ਖੇਡੀ ਹੈ। ਜਦੋਂ ਬੰਗਲਾਦੇਸ਼ ਅਲੱਗ ਕਰਾਇਆ, ਪੂਰਬੀ ਪਾਕਿਸਤਾਨ ਤੋਂ ਜਦੋਂ ਬੰਗਲਾਦੇਸ਼ ਬਣਿਆ, ਤਾਂ ਭਾਰਤ ਨੇ ਆਪਣੇ ਜਹਾਜ਼ ਆਪ ਅਗਵਾ ਕਰਾਏ। ਇਹ ਸਾਰਾ ਉਹ ਇਸ ਦੁਲਟ ਦੀ ਕਿਤਾਬ ਦੇ ਵਿੱਚ ਹਵਾਲਾ ਮਿਲਦਾ ਹੈ ਕਿ ਕਿਸ ਤਰ੍ਹਾਂ ਭਾਰਤ ਦਾ ਪਹਿਲਾ ਜਿਹੜਾ ਗੰਗਾ ਜਹਾਜ਼ ਸੀਗਾ ਉਹ ਅਗਵਾ ਕਰਾਇਆ ਗਿਆ, ਛਡਵਾਇਆ ਗਿਆ ਉਹਨਾਂ ਲੋਕਾਂ ਤੋਂ ਹੀ ਜਿਹੜੇ ਖੁਦ ਭਰਤੀ ਕੀਤੇ ਸੀ ਏਜੰਸੀਆਂ ਨੇ। ਸੋ ਇਹ ਹਰ ਮੁਲਕ ਕਰਦਾ ਹੈ। ਇਹ ਅੰਤਰਰਾਸ਼ਟਰੀ ਪੋਲੀਟਿਕਸ ਦਾ ਹਿੱਸਾ ਨੇ ਇਹ ਚੀਜ਼ਾਂ। ਪਰ ਬਾਅਦ ਦੇ ਵਿੱਚ ਜਦੋਂ ਇਹ ਹੈ ਕਿ ਭਾਰਤ ਬ੍ਰਿਟੇਨ ਕੋਲੋਂ ਕੋਈ ਸੌਦਾ ਖਰੀਦ ਲੇਗਾ ਜਾਂ ਉਹ ਕਰ ਲੇਗਾ ਤਾਂ ਫਿਰ ਗੱਲ ਠੰਡੀ ਪੈ ਜਾਵੇਗੀ। ਖੈਰ, ਅਤੇ ਇਸੇ ਦੌਰਾਨ ਦੇਸ਼ ਦੇ ਵਿੱਚ ਕਰੋਨਾ ਦੇ ਨਾਲ 77 ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਨੇ। ਅਤੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੇ ਅੱਜ ਦੀਆਂ ਖਬਰਾਂ ਨੇ ਕਿ 14 ਜਾਨਾਂ ਕਰੋਨਾ ਦੇ ਨਾਲ ਗਈਆਂ ਨੇ, ਜਿਹੜੀ ਅੱਜ ਦੀ ਅਪਡੇਟ ਆਈ ਹੈ। ਇਸ ਸੰਬੰਧੀ ਭਾਰਤ ਭਰ ਦੇ ਵਿੱਚ 77 ਮੌਤਾਂ ਜਿਹੜੀਆਂ ਨੇ ਅੱਜ ਹੋਈਆਂ ਦੱਸੀਆਂ ਗਈਆਂ ਨੇ। ਅਤੇ ਹੁਣ ਤੱਕ ਕਰੋਨਾ ਨਾਲ ਭਾਰਤ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ 1,57,930 ਹੈ। ਪੰਜਾਬ ਦੇ ਵਿੱਚ ਵੀ 4 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਗਾ ਦਿੱਤਾ ਗਿਆ।
ਤੇ 24 ਘੰਟਿਆਂ 'ਚ ਪੰਜਾਬ ਦੇ ਅੰਦਰ 14 ਜਾਨਾਂ ਇਸ ਕਰੋਨਾ ਦੇ ਨਾਲ ਗਈਆਂ ਨੇ, ਜੋ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਸਵੇਰੇ ਅੰਕੜੇ ਜਾਰੀ ਕੀਤੇ ਨੇ ਸਵੇਰੇ 8 ਵਜੇ। ਇਹਨਾਂ ਮੁਤਾਬਕ ਕਿ ਬੀਤੇ 24 ਘੰਟਿਆਂ ਦੇ ਵਿੱਚ ਭਾਰਤ ਦੇ ਵਿੱਚ 77 ਤੇ ਪੰਜਾਬ ਦੇ ਵਿੱਚ 14 ਮੌਤਾਂ ਕਰੋਨਾ ਦੇ ਕਾਰਨ ਹੋਈਆਂ ਨੇ। ਤੇ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਦੀ ਰਿਹਾਇਸ਼ ਦੇ ਅੱਗੇ ਜਿਹੜਾ ਹਾਲਾਤ ਇਹ ਨੇ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵਾਰ-ਵਾਰ ਜਿਹੜਾ ਉਸ ਦੇ ਛਾਪੇ ਵੱਜ ਰਹੇ ਨੇ, ਖੰਗਾਲਿਆ ਜਾ ਰਿਹਾ ਸੁਖਪਾਲ ਸਿੰਘ ਖਹਿਰਾ ਦਾ ਸਾਰਾ ਰਿਕਾਰਡ, ਕਿਉਂਕਿ ਕਾਰਨ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਤੋਂ ਇਸ ਅੰਦੋਲਨ ਨੂੰ ਜਿਸ ਤਰ੍ਹਾਂ ਕਈ ਗੱਲਾਂ 'ਚ ਸਪੋਰਟ ਵੀ ਕੀਤੀ ਹੈ ਤੇ ਇੱਕ ਆਗੂ ਦੇ ਤੌਰ ਤੇ ਉੱਭਰੇ ਨੇ। ਖਾਸ ਕਰਕੇ ਹਰਦੀਪ ਸਿੰਘ ਡਿਵੜਵਾ ਦੇ ਜਿਹੜੇ ਪੋਤਰੇ ਦਾ ਕਤਲ ਹੋਇਆ ਨਵਰੀਤ ਸਿੰਘ ਡਿਵੜਵਾ ਦਾ, ਉਸ ਕੇਸ ਨੂੰ ਉਚੇਚਾ ਚੱਕਿਆ। ਇਹ ਵੀ ਇੱਕ ਕਾਰਨ ਹੈ ਸੁਖਪਾਲ ਸਿੰਘ ਦੇ ਘਰੇ ਈਡੀ ਦੇ ਪੈ ਡਾਕੇ ਜਿਹੜੇ ਛਾਪਿਆਂ ਡਾਕੇ ਨਹੀਂ, ਇੱਥੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਦਾ ਜਿਹੜੇ ਜਵਾਈ ਨੇ ਉਹਨਾਂ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਵੀ ਛਾਪੇ ਮਾਰੇ ਗਏ ਨੇ। ਲਓ, ਰਾਜਨੀਤਿਕ ਮਾਮਲਿਆਂ ਦੇ ਮਾਹਰ ਸੁਰਿੰਦਰ ਸਿੰਘ ਜੁੜ ਚੁੱਕੇ ਨੇ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਮਿਹਰਬਾਨੀ ਜੀ। ਕੁਛ ਅਪਡੇਟਸ ਨੇ ਪਲਵਿੰਦਰ ਸਿੰਘ ਤਲਵਾੜਾ ਦੀਆਂ ਤੇ ਕੁਛ ਸੁਖਪਾਲ ਸਿੰਘ ਖਹਿਰਾ ਦੇ ਛਾਪਿਆਂ ਦੀਆਂ। ਸ਼ੁਰੂਆਤ ਕਰਦੇ ਹਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਛਾਪਿਆਂ ਦੀ ਕੀ ਸਥਿਤੀ ਹੈ ਤੇ ਜਿਹੜਾ ਪਲਵਿੰਦਰ ਤਲਵਾੜਾ ਉਹਦੀ ਅਰੈਸਟ ਦਾ ਕੀ ਕਾਰਨ ਹੈ ਜਿਹੜਾ ਉਹ ਜੇਲ੍ਹ ਭੇਜਿਆ ਗਿਆ 5 ਸਾਲ ਦੇ ਲਈ। ਟਵਾਣਾ ਸਾਹਿਬ, ਪਹਿਲਾਂ ਪਲਵਿੰਦਰ ਸਿੰਘ ਤਲਵਾੜਾ ਤੋਂ ਹੀ ਕਰ ਲਈਏ। ਦੇਖੋ, ਜਿਹੜਾ ਪਲਵਿੰਦਰ ਸਿੰਘ ਤਲਵਾੜਾ ਹੈ ਟਵਾਣਾ ਸਾਹਿਬ, ਬੇਸਿਕਲੀ ਤਾਂ ਉਹ ਪਿੱਛੇ ਜਦੋਂ ਮਾਰਕੀਟ ਕਮੇਟੀਆਂ ਬਣੀਆਂ ਨੇ, ਮਾਰਕੀਟ ਕਮੇਟੀ ਅਮਲੋਹ ਦਾ ਮੈਂਬਰ ਵੀ ਲਾਇਆ ਗਿਆ। ਜੇ ਮੈਂਬਰ ਲਾਇਆ ਗਿਆ ਤੇ ਰੂਲਿੰਗ ਪਾਰਟੀ ਵੱਲੋਂ ਲਾਇਆ ਗਿਆ ਤੇ ਕਨਫਰਮ ਕਲੀਅਰ ਹੋ ਜਾਂਦਾ ਕਿ ਉਹ ਕਿਸ ਪਾਰਟੀ ਨਾਲ ਸੰਬੰਧਿਤ ਸੀਗਾ। ਹੁਣ ਟਵਾਣਾ ਸਾਹਿਬ, ਇਸ ਤੋਂ ਅਗਲੀ ਗੱਲ, ਉਹਦੇ ਬਾਅਦ ਦੀਪ ਸਿੱਧੂ ਦਾ ਸਪੋਰਟਰ ਰਿਹਾ। ਉਹ ਚਾਹੇ ਸ਼ੰਭੂ ਉਹਨਾਂ ਨੇ ਧਰਨਾ ਲਾਇਆ ਸੀ ਤੇ ਚਾਹੇ ਦਿੱਲੀ ਜਾ ਕੇ ਲਾਇਆ ਸੀ, ਉਹ ਸਾਰਾ ਕੁਝ ਕਲੀਅਰ ਸੀਗਾ। ਉਹਦੇ ਬਾਅਦ ਕਿਸ ਤਰ੍ਹਾਂ ਕਿਸਾਨ ਆਗੂਆਂ ਦੇ ਲਈ ਜੋ ਕੁਝ ਵੀ ਉਗਲਿਆ ਗਿਆ ਉਹ ਸਾਰਾ ਕੁਝ ਸਾਹਮਣੇ ਸੀ, ਉਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਹੁਣ ਟਵਾਣਾ ਸਾਹਿਬ, ਗੱਲ ਇਹ ਆ ਕਿ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਵੀਡੀਓ ਹੁਣੇ ਆਈ ਆ ਕਿ ਉਹਦੇ ਤੇ ਦਿੱਤਾ ਗਿਆ ਕਿ ਦੇਖੋ ਜੀ, ਦੀਪ ਸਿੱਧੂ ਦੇ ਵਕੀਲ ਨੂੰ 5 ਸਾਲ ਦੀ ਸਜ਼ਾ। ਮੈਂ ਹੈਰਾਨ ਵੀ ਦੀਪ ਸਿੱਧੂ ਦੇ ਕਿਹੜੇ ਵਕੀਲ ਨੂੰ 5 ਸਾਲ ਦੀ ਸਜ਼ਾ ਹੋ ਗਈ, ਏਡੀ ਕਿਹੜੀ ਫਾਸਟ ਕੋਰਟ ਹੋ ਗਈ। ਟਵਾਣਾ ਸਾਹਿਬ, ਗੱਲ ਇਹ ਆ ਕਿ ਜਦੋਂ ਵੀ ਇਹਦੀ ਪਲਵਿੰਦਰ ਸਿੰਘ ਤਲਵਾੜਾ ਦੀ ਵੀਡੀਓ ਪਾਈ ਜਾਂਦੀ ਸੀ, ਉਹ 'ਚ ਇੱਕ ਸ਼ੋਅ ਕੀਤਾ ਜਾਂਦਾ ਸੀ, ਦੇਖੋ ਜੀ ਇਹ ਦੀਪ ਸਿੱਧੂ ਦਾ ਵਕੀਲ ਆ, ਉਹ ਵਕਾਲਤ ਨਾਲ ਤਾਂ ਨੇੜੇ ਤੇੜੇ ਦਾ ਤੇਰਾ ਵਾਸਤਾ ਨਹੀਂ, ਵਕੀਲ ਤੂੰ ਕਿੱਥੋਂ ਹੋ ਗਿਆ। ਹੁਣ ਟਵਾਣਾ ਸਾਹਿਬ, ਅਗਲੀ ਗੱਲ, ਜਿੱਥੋਂ ਤੱਕ ਸਵਾਲ ਇਹਦਾ ਸੀ, ਇਹ ਜਿਹੜੇ ਕੇਸ ਦੇ ਵਿੱਚ ਇਹਨੂੰ ਸਜ਼ਾ ਹੋਈ ਆ, ਉਹ ਇਹਦਾ ਕੋਈ ਬਹੁਤ ਲੰਬੇ ਸਮੇਂ ਦਾ ਪੁਰਾਣਾ ਕੇਸ ਪਿਆ ਸੀ। ਉਸ ਕੇਸ ਦਾ ਘਰੇਲੂ ਕੇਸ ਸੀ, ਘਰੇਲੂ ਲੜਾਈ ਦਾ ਕੇਸ ਸੀਗਾ, ਆਪਸੀ ਰਿਸ਼ਤੇਦਾਰੀਆਂ 'ਚ ਲਾ ਲਓ, ਉਹਦੇ ਵਿੱਚ ਇਹ ਕੇਸ ਸੀ ਜਿਹਦੇ ਵਿੱਚ ਇਹਨੂੰ 5 ਸਾਲ ਦੀ ਸਜ਼ਾ ਹੋਈ ਆ ਤੇ ਇਹਦੀ ਪਤਨੀ ਜਿਹੜੀ ਆ ਉਹਨੂੰ ਬਰੀ ਕਰ ਦਿੱਤਾ ਗਿਆ। ਹੁਣ ਟਵਾਣਾ ਸਾਹਿਬ, ਗੱਲ ਤਾਂ ਇਹ ਆ ਕਿ ਤੁਹਾਡਾ ਘਰੇਲੂ ਕੇਸ ਆ, ਇਹਦਾ ਨਾ ਦੀਪ ਸਿੱਧੂ ਵਾਲੇ ਕੇਸ ਨਾਲ, ਨਾ ਤੁਹਾਡੀ ਕਿਸਾਨੀ ਐਜੀਟੇਸ਼ਨ ਨਾਲ, ਕਿਸੇ ਨਾਲ ਇਸ ਕੇਸ ਦਾ ਕੋਈ ਸਬੰਧ ਨਹੀਂ ਹੈ, ਕਿਉਂਕਿ ਇਹ ਪੁਰਾਣਾ ਕੇਸ ਆ ਤੇ ਤੁਹਾਡਾ ਆਪਸੀ ਘਰੇਲੂ ਕੇਸ ਆ ਤੇ ਘਰੇਲੂ ਕੇਸ ਦੇ ਵਿੱਚ ਸਜ਼ਾ ਹੋ ਗਈ ਹੈ। ਟਵਾਣਾ ਸਾਹਿਬ, ਲੰਬੇ ਸਮੇਂ ਦਾ ਕੇਸ ਚੱਲਦਾ ਸੀ, ਹੁਣ ਆ ਕੇ ਕੋਰਟ ਨੇ ਫੈਸਲਾ ਦੇ ਦਿੱਤਾ। ਦੱਸੋ, ਉਹਦੇ 'ਚ ਜਿਹੜਾ ਵੀਡੀਓ ਪਾਉਣ ਵਾਲਾ ਉਹ ਕਹਿ ਰਿਹਾ ਕਿ ਦੇਖੋ ਜੀ, ਕਿ ਸਰਕਾਰ ਨੇ ਜਦੋਂ ਦੀਪ ਸਿੱਧੂ ਦੇ ਲਈ ਉਹ ਸੰਘਰਸ਼ ਕਰ ਰਿਹਾ ਸੀ, ਜਿਹੜੇ ਨੌਜਵਾਨ ਜੇਲ੍ਹਾਂ 'ਚ ਉਹਨਾਂ ਨੂੰ ਰਿਹਾ ਕਰਨ ਦੇ ਲਈ ਸੰਘਰਸ਼ ਕਰ ਰਿਹਾ ਸੀ, ਤਾਂ ਉਹਨੂੰ ਸਜ਼ਾ ਕਰਤੀ। ਵੀ ਦੇਖੋ, ਕੋਰਟ ਨੂੰ ਸੁਪਨਾ ਆਇਆ, ਕੋਰਟ ਨੇ ਰਾਤੋਂ ਰਾਤ ਸਜ਼ਾ ਕਰ ਦੇਣੀ ਸੀਗੀ। ਟਵਾਣਾ ਸਾਹਿਬ, ਪੁਰਾਣਾ ਕੇਸ ਸੀ, ਪੁਰਾਣੇ ਕੇਸ ਦੇ ਵਿੱਚ ਸਜ਼ਾ ਹੋਈ ਆ, ਕੋਈ ਦੀਪ ਸਿੱਧੂ ਵਾਲੇ ਕੇਸ ਨਾਲ ਕੋਈ ਨੌਜਵਾਨਾਂ ਨਹੀਂ। ਟਵਾਣਾ ਸਾਹਿਬ, ਜਿੱਥੋਂ ਤੱਕ ਨੌਜਵਾਨਾਂ ਦਾ ਕੇਸ ਆ, ਟਵਾਣਾ ਸਾਹਿਬ, 152 ਚੋਂ 135 ਨੌਜਵਾਨ ਜੇਲ੍ਹ ਤੋਂ ਬਾਹਰ ਆ ਚੁੱਕੇ ਆ, ਕੇਵਲ 17 ਨੇ ਜਿਨ੍ਹਾਂ ਦੀ ਅੱਜ ਤੇ ਕੱਲ ਦੇ ਵਿੱਚ ਜਿਹੜੀਆਂ ਉਹ ਜ਼ਮਾਨਤਾਂ ਹੋ ਜਾਣੀਆਂ ਤੇ ਉਹ ਤਕਰੀਬਨ ਸਾਰੇ ਜਿਹੜੇ ਉਹ ਬਾਹਰ ਆ ਜਾਣੇ ਆ। ਹੁਣ ਟਵਾਣਾ ਸਾਹਿਬ, ਇਹ ਜਾਣ ਕੇ ਜੋੜਿਆ ਜਾ ਰਿਹਾ ਕਿ 200 ਨੌਜਵਾਨ ਜੇਲ੍ਹ 'ਚ ਬੈਠਾ ਜੀ, ਉਹਨਾਂ ਦੇ ਲਈ ਉਹ ਸੰਘਰਸ਼ ਕਰ ਰਿਹਾ ਸੀ, ਉਹਦਾ ਕਰਕੇ ਸਜ਼ਾ ਹੋ ਗਈ। ਟਵਾਣਾ ਸਾਹਿਬ, ਇੱਕ ਘਰੇਲੂ ਕੇਸ ਤੇ ਘਰੇਲੂ ਕੇਸ ਨੂੰ ਇੱਕ ਮੂਵਮੈਂਟ ਦੇ ਨਾਲ ਜੋੜ ਦੇਣਾ, ਜਿਹੜਾ ਕੁਝ ਪਹਿਲਾਂ ਹੁੰਦਾ ਆ ਰਿਹਾ। ਕਈ ਖੌਤੀ ਪੱਤਰਕਾਰ ਸੀ, ਉਹ ਆਪਦੇ ਜਦੋਂ ਘਰੇਲੂ ਕੇਸਾਂ 'ਚ ਜੇਲ੍ਹ ਗਏ ਤੇ ਉਹਨਾਂ ਨੂੰ ਕਹਿ ਦੇਣਾ ਜੀ ਇਹ ਮੂਵਮੈਂਟ ਦੇ ਨਾਲ ਸੰਬੰਧਿਤ ਆ। ਇਹ ਕੁਝ ਟਵਾਣਾ ਸਾਹਿਬ, ਹਰ ਜਗ੍ਹਾ ਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਇੱਥੇ ਵੀ ਉਹੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਗਈ। ਹਮੇਸ਼ਾ ਟਵਾਣਾ ਸਾਹਿਬ, ਪਲਵਿੰਦਰ ਸਿੰਘ ਤਲਵਾੜਾ ਜਿਹੜੀ ਸਟੇਜ ਤੋਂ ਬੋਲਦਾ ਸੀ, ਇੱਕੋ ਕਹਿੰਦਾ ਸੀ, ਮੈਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਅਮਲੋਹ ਬਲਾਕ ਦਾ ਪ੍ਰਧਾਨ ਆ, ਇਹ ਗੱਲ ਕਹਿ ਕੇ ਸੰਬੋਧਨ ਕਰਦਾ ਸੀ, ਪਰ ਮੈਂ ਉੱਥੇ ਵੱਖਰੀ ਰਾਏ ਰੱਖਦਾ। ਟਵਾਣਾ ਸਾਹਿਬ, ਜਦੋਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਸਾਡਾ ਤਾਂ ਮੈਂਬਰ ਵੀ ਨਹੀਂ, ਸਾਡਾ ਤੇ ਇਹ ਪ੍ਰਧਾਨ ਹੋਣਾ ਤਾਂ ਦੂਰ ਦੀ ਗੱਲ ਆ। ਟਵਾਣਾ ਸਾਹਿਬ, ਜਥੇਬੰਦੀਆਂ ਇਹ ਤੋਂ ਪੱਲਾ ਝਾੜ ਗਈਆਂ, ਬਾਕੀ ਸਭ ਨੇ ਪੱਲਾ ਝਾੜਿਆ।
ਈਵਨ ਕਿ ਮਾਰਕੀਟ ਕਮੇਟੀ ਦਾ ਭਾਈ ਤੂੰ ਮੈਂਬਰ ਲੱਗਾ ਹੋਇਆ, ਇਹ ਵੀ ਸੋਚਣਾ ਚਾਹੀਦਾ। ਤੇ ਜੇ ਮਾਰਕੀਟ ਕਮੇਟੀ ਦਾ ਮੈਂਬਰ ਆ ਤੇ ਕਿਹੜੀ ਸਰਕਾਰ ਨੇ ਲਾਇਆ ਤੇ ਕੀ ਕੁਝ ਹੋਇਆ ਸਾਰੇ ਦੇ ਸਾਹਮਣੇ ਆ। ਟਵਾਣਾ ਸਾਹਿਬ ਉਹਨੂੰ ਸਜ਼ਾ ਹੋਈ ਆ, ਪੁਰਾਣੇ ਕੇਸ 'ਚ ਹੋਈ ਆ, ਉਹਨੂੰ ਤੁਸੀਂ ਮੂਵਮੈਂਟ ਨਾਲ ਜੋੜਨੇ, ਕਿਤੇ ਨਾ ਕਿਤੇ ਜਾਣ ਬੁੱਝ ਕੇ ਜਿਹੜਾ ਉਹ ਬੇਵਕੂਫ ਬਣਾਇਆ ਜਾ ਰਿਹਾ। ਕੋਈ ਨਹੀਂ, ਆਪਾਂ ਗੱਲਬਾਤ ਕੰਟੀਨਿਊ ਕਰਦੇ ਹਾਂ। ਇਸ ਵਕਤ ਆਪਣਾ ਬਾਈ ਜੀ ਬੱਬੀ ਸਮਰਾਲਾ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ। ਟਵਾਣਾ ਵੀਰ ਜੀ, ਤੁਹਾਨੂੰ ਤੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਜੀ ਟਵਾਣਾ ਰੇਡੀਓ ਦੀ ਟੋਨ ਤੇ ਜੁੜੇ ਹੋਏ ਨੇ, ਬਲਵੀਰ ਸਿੰਘ ਬੱਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਜੁੜਿਆ ਪ੍ਰੋਗਰਾਮ ਦੇ ਨਾਲ ਤੇ ਗੱਲਾਂ ਬਾਤਾਂ ਤੁਹਾਡੀਆਂ ਸਾਰੀਆਂ ਸੁਣ ਰਹੇ ਹਾਂ ਜੀ। ਜਾਣਕਾਰੀ ਵਿੱਚ ਵਾਧਾ ਹੋ ਰਿਹਾ ਹੈ। ਇੱਕ ਤਾਂ ਜਿਹੜੀ ਤੁਸੀਂ ਕੁੱਤਿਆਂ ਵਾਲੀ ਗੱਲਬਾਤ ਕੀਤੀ ਹੈ ਜੀ, ਇਹ ਵੀ ਅੱਜ ਦਾ ਬਹੁਤ ਮੁੱਖ ਮੁੱਦਾ ਹੈ। ਬੜੀ ਸਮੱਸਿਆ। ਤੁਹਾਡੇ ਇਲਾਕੇ ਚੋਂ 12 ਵਰਿਆਂ ਦੀ ਬੱਚੀ ਨਾ ਪਿਛਲੇ ਸਾਲ ਆਲੂ ਪੱਟਣ ਗਈ, ਨੋਚ ਕੇ ਖਾ ਲਈ ਸੀਗੀ। ਹਾਂਜੀ ਹਾਂ ਬਿਲਕੁਲ, ਹੋਰ ਵੀ ਬਹੁਤ ਘਟਨਾਵਾਂ ਵਾਪਰ ਰਹੀਆਂ ਨੇ ਜੀ, ਪਰ ਜਿਹੜੀ ਤੁਸੀਂ ਮੇਨ ਕਾਰਨ ਦੀ ਇਹ ਗੱਲ ਕੀਤੀ ਹੈ, ਇਹਦੇ ਵੱਲ ਨੂੰ ਕੌਣ ਧਿਆਨ ਦਊਗਾ ਜੀ, ਇਹ ਵੀ ਵੱਡੀ ਸਮੱਸਿਆ। ਬਹੁਤ ਵੱਡੀ ਸਮੱਸਿਆ ਬਾਈ ਜੀ। ਤੇ ਉਸ ਤੋਂ ਬਿਨਾਂ ਜੀ ਗੱਲਾਂ ਬਾਤਾਂ ਤੈਅ ਹੁੰਦੀਆਂ ਵੀ ਤੁਹਾਡੇ ਜੇ ਵਿਦਵਾਨ ਸੱਜਣ ਲਾਈਨ ਤੇ ਆਉਂਦੇ ਨੇ, ਸਿਆਸੀ ਵਿਸ਼ਲੇਸ਼ਣ ਸਾਰਾ ਹੁੰਦਾ, ਸੁਣਦੇ ਰਹੀਏ, ਪਰ ਫਿਰ ਵੀ ਹੁੰਦਾ ਵੀ ਚਲੋ ਕੋਈ ਗੱਲ ਸਾਂਝੀ ਕਰੀਏ। ਜਿਵੇਂ ਹੁਣ ਤੁਸੀਂ ਪੁਸ਼ਪਾਲ ਸਿੰਘ ਤਲਵਾੜਾ ਜਿਹੜੇ ਘੁੰਮਣ ਭਰਾਵਾਂ ਨੂੰ ਲੈ ਕੇ ਦੀਪ ਸਿੱਧੂ ਦੀ ਕਾਨੂੰਨੀ ਲੜਾਈ ਲੜਨ ਦਾ ਦਾਅਵਾ ਕਰਦੇ ਸੀ, ਉਹਨਾਂ ਬਾਰੇ ਵੀ ਸੁਣਿਆ ਵੀ ਆਹ ਕੇਸ ਹੋਇਆ। ਤੇ ਉਸ ਤੋਂ ਬਾਅਦ ਤੁਸੀਂ ਗੱਲ ਅੱਗੇ ਸ਼ੁਰੂ ਕਰੇ ਲਈ ਤੇ ਮੈਂ ਕਹਿੰਦਾ ਸੀ ਚਲੋ ਵੀ ਇਹ ਦੇਖੋ ਜਿਹੜੀ ਹੁਣ ਟਵਾਣਾ ਜੀ ਸੁਖਪਾਲ ਸਿੰਘ ਖਹਿਰਾ ਵਾਲਾ ਕੇਸ ਅੱਜ ਹੋਇਆ ਜੀ, ਇੱਕਦਮ ਬੜੀ ਸਾਜ਼ਿਸ਼ ਅਧੀਨ ਰਲੀ ਮਿਲੀ ਗੱਲਬਾਤ ਨਾਲ ਪਹਿਲਾਂ ਉਹਨਾਂ ਦੇ ਪਿੰਡ ਭਲੱਥ ਦੇ ਕੋਲ, ਉਸ ਤੋਂ ਬਾਅਦ ਫਿਰ ਚੰਡੀਗੜ੍ਹ, ਉਸ ਤੋਂ ਬਾਅਦ ਫਿਰ ਉਹਨਾਂ ਦੇ ਜਵਾਈ ਰਾਜਾ ਜੀ ਦਿੱਲੀ ਦੇ ਵਿੱਚ ਵੀ ਜਾ ਕੇ ਘੇਰਾ ਪਾਇਆ। ਤੇ ਇਹ ਗੱਲਾਂ ਨੇ ਜਿਹੜੀਆਂ ਇਹ ਹੁਣ ਤੁਸੀਂ ਵੀ ਅੱਗੇ ਵਧੀਆ ਤਰੀਕੇ ਨਾਲ ਗੱਲ ਕਰਨੀ ਹੈ, ਵਿਸ਼ਲੇਸ਼ਣ ਵੀ ਆਪਾਂ ਨੇ ਸੁਣਨਾ, ਪਰ ਇਹ ਸਾਰਾ ਕੁਛ ਐਂ ਹੋ ਰਿਹਾ ਵੀ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਵੀ ਮਾਰਦਾ, ਉਹਨੂੰ ਕਿਵੇਂ ਜਲੀਲ ਕੀਤਾ ਜਾ ਰਿਹਾ। ਜੀ 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 ਬਿਲਕੁਲ ਬਿਲਕੁਲ। ਹਾਂ ਬਹੁਤ ਮੰਦਭਾਗੀਆਂ ਘਟਨਾ ਨੇ ਜੀ। ਚਲੋ ਖੈਰ ਜਿਵੇਂ ਕਹਿੰਦੇ ਵੀ ਜਿਹੜੇ ਜ਼ੁਲਮ ਦੇ ਰਾਹ ਪਏ ਨੇ ਜੀ, ਉਹਨਾਂ ਤੋਂ ਆਪਾਂ ਹੋਰ ਚੰਗੀ ਆਸ ਰੱਖ ਵੀ ਕੀ ਸਕਦੇ ਹਾਂ। ਜੀ 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 ਥੈਂਕ ਯੂ। ਗੱਲਬਾਤ ਆਈ ਤੁਹਾਡੀ ਪੂਰੀ ਸੁਣੀਏ। ਥੈਂਕ ਯੂ ਮਿਹਰਬਾਨੀ ਬਾਈ ਬਲਵੀਰ ਸਿੰਘ ਜੀ, ਥੈਂਕ ਯੂ। ਦੇਖੋ ਇਹ ਤਾਂ ਚਲੋ ਪੋਲੀਟੀਕਲ ਵਿਅਕਤੀ ਹੈ, ਹੁਣ ਤਾਪਸੀ ਪੰਨੂ ਦਾ ਕੀ ਦੋਸ਼ ਹੈ ਨਾ? ਉਹਦੇ ਨਾਂ 'ਤੇ ਫਰਾਂਸ ਦੇ ਵਿੱਚ ਮਹਿਲ ਬਣਾਤੇ, ਫਲਾਮ ਬਣਾਤਾ, ਢਮਕਾਮ ਬਣਾ ਦਿੱਤਾ। ਅਤੇ ਇੱਥੋਂ ਤੱਕ ਸਰਕਾਰ ਹੈ ਜਿਹੜੀ ਕਹਿੰਦੇ ਆ ਨਾ ਕਿ ਬੁਰੇ ਦੇ ਘਰ ਤੋਂ ਵੀ ਕਹਿੰਦੇ ਆ ਵੀ ਬੁਰੇ ਦੇ ਘਰ ਪੁੱਜਣ ਵਾਲੀ ਗੱਲ ਹੈ। ਇਹ ਤਾਂ ਚੰਗਿਆਂ ਭਲਿਆਂ ਨੂੰ, ਚੰਗੇ ਬੰਦਿਆਂ ਨੂੰ। ਇੱਕ ਹੁਣ ਤਾਪਸੀ ਪੰਨੂ ਨੇ ਕਿਹੜੀ ਇਲੈਕਸ਼ਨ ਲੜਨ ਜਾ ਰਹੀ ਹੈ, ਉਹਨੇ ਇੱਕ ਟਵੀਟ ਕੀਤਾ, ਫਾਰਮਰ, ਕਿਉਂਕਿ ਬੈਕਗਰਾਊਂਡ ਪੰਜਾਬ ਹੈ, ਕਿਸਾਨੀ ਹੈ, ਕੀ ਕਿਸਾਨੀ ਦੀ ਗੱਲ ਕਰਨਾ ਗੁਨਾਹ ਹੋ ਗਿਆ? ਅਨੁਰਾਗ ਕਸ਼ਯਪ, ਉਹਦਾ ਕਿਹੜਾ ਦੱਸੋ ਖਾਲਿਸਤਾਨ ਨਾਲ ਜਾਂ ਪੰਜਾਬ ਨਾਲ ਤਾਲੁਕ ਹੈ? ਅਤੇ ਉਹਨਾਂ ਦੇ ਘਰੇ ਫਿਰ ਈਡੀ ਦੇ ਛਾਪੇ ਵੱਜਣੇ। ਮਤਲਬ ਉਹੀ ਕੁਛ ਆ ਜੋ ਇੰਦਰਾ ਕਰਦੀ ਰਹੀ, ਉਹ ਕੁਛ ਮੋਦੀ ਕਰ ਰਹੇ ਨੇ। ਬਾਈ ਜੀ ਜੋਸਨ ਸਾਹਿਬ ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਟਵਾਣਾ ਜੀ। ਇੱਕ ਸੁਖਪਾਲ ਖਹਿਰਾ ਦੇ ਮੁੱਦੇ ਤੇ ਗੱਲ ਕਰਨਾ ਚਾਹਾਂਗੇ, 2 ਪੁਆਇੰਟ ਹੈ। ਇੱਕ ਤੇ ਚਲੋ ਆਪਾਂ ਟਵਾਣਾ ਸਾਹਿਬ ਜੀ ਕਿਸੇ ਦੇ ਆਪਾਂ ਸਪੋਰਟਰ ਨਹੀਂ ਆ, ਚਲੋ ਜਿਹੜਾ ਵਧੀਆ ਗੱਲ ਕਰਦਾ ਉਹਦੀ ਸਿਫਤ ਕਰਨੀ ਬਣਦੀ ਆ। ਸੁਖਪਾਲ ਖਹਿਰਾ ਜਦੋਂ ਵੀ ਗੱਲ ਕਰਦੇ ਆ ਫੈਕਟ ਦੇ ਆਧਾਰ ਤੇ ਗੱਲ ਕਰਦੇ ਆ। ਚਲੋ ਵੈਲ ਐਜੂਕੇਟਡ ਬਹੁਤ ਵਧੀਆ ਲੀਡਰ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ LOP ਦਾ ਰੋਲ ਜਿੰਨਾ ਵਧੀਆ ਉਹਨਾਂ ਨੇ ਨਿਭਾਇਆ, ਮੇਰੇ ਨਹੀਂ ਖਿਆਲ ਕਿ ਅੱਜ ਤੱਕ ਕਿਸੇ ਨੇ ਨਿਭਾਇਆ ਹੋਊਗਾ। ਮਤਲਬ ਉਹਨਾਂ ਨੇ ਇਹ ਦੱਸ ਦਿੱਤਾ ਸੀ ਕਿ LOP ਦਾ ਉਹਦਾ ਅਸਲ ਦੇ ਵਿੱਚ ਹੁੰਦਾ ਕੀ ਹੈ। ਹੁਣ ਆਪਾਂ ਆਉਂਦੇ ਆ ਜਿਹੜਾ ਉਹਨਾਂ ਤੇ ਕਾਰਵਾਈ ਹੋਈ ਆ, ਉਹਦੇ ਵਿੱਚ ਇੱਕ ਇਹ ਆ ਵੀ ਜਿਹੜਾ ਪਿੱਛੇ ਜੇ ਜਵਾਪਾ ਦੇ ਤਹਿਤ ਮੁੰਡੇ ਫਸਾਏ ਗਏ ਸੀ, ਉਹਦੇ ਵਿੱਚ ਉਹਨਾਂ ਨੂੰ ਬਹੁਤ ਕਾਮਯਾਬੀ ਮਿਲੀ ਸੀ, ਉਹਨਾਂ ਨੇ ਮੁੰਡੇ ਰਿਹਾ ਵੀ ਕਰਾਏ ਸੀ। ਇੱਕ ਤਾਂ ਉਹ ਹੈ। ਦੂਜਾ ਜਿਹੜਾ ਇਹ ਹੁਣ ਦਿੱਲੀ ਕਿਸਾਨ ਅੰਦੋਲਨ 'ਚ ਵੀ 26 ਤੋਂ ਪਹਿਲਾਂ 25 ਨੂੰ ਜਿਹੜਾ ਉੱਥੇ ਗੁਰੂ ਤੇਗ ਬਹਾਦਰ ਮੈਮੋਰੀਅਲ ਨਹੀਂ ਸੀ, ਉਹ ਅਸੀਂ ਉਸ ਦਿਨ ਉੱਥੇ ਮੌਜੂਦ ਸੀ। ਉਸ ਦਿਨ ਇਹ ਖਹਿਰਾ ਸਾਹਿਬ, ਡਾਕਟਰ ਗਾਂਧੀ, ਮੇਧਾ ਪਾਟੇਕਰ, ਪ੍ਰਸ਼ਾਂਤ ਭੂਸ਼ਣ, ਇਹ ਸਾਰੇ ਉੱਥੇ ਸੀ। ਮਤਲਬ ਇਹ ਕਿਤੇ ਨਾ ਕਿਤੇ ਸੈਂਟਰ ਨੂੰ ਇਹ ਵੀ ਚੁੱਭ ਰਿਹਾ ਕਿ ਖਹਿਰਾ ਸਾਹਿਬ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਰਗਰਮ ਨੇ, ਤੇ ਜਿਹੜੇ ਨਵਰੀਤ ਦੀ ਜੋ ਮੌਤ ਹੋਈ ਹੈ ਉਹਦੇ ਵਿੱਚ ਮਤਲਬ ਪੂਰਾ ਇਹ ਐਕਟਿਵ ਨੇ, ਜੋ ਵੀ ਕੋਰਟ ਦੇ ਵਿੱਚ ਲੈ ਕੇ ਗਏ। ਇਹਦਾ ਤਾਂ ਫਿਰ ਇਹ ਮਤਲਬ ਹੋ ਗਿਆ ਸੈਂਟਰ ਦੇ ਖਿਲਾਫ ਜਿਹੜਾ ਵੀ ਬੋਲੇਗਾ ਉਹਦੇ ਖਿਲਾਫ ਆਪਾਂ ਚੁੱਕ ਕੇ, ਖਾਸ ਕਰਕੇ ਮੇਰੇ ਖਿਆਲ ਖਹਿਰਾ ਦਾ ਤਾਂ ਨਵਰੀਤ ਸਿੰਘ ਦਾ ਕੇਸ ਚੁੱਕਣ ਕਰਕੇ ਵੀ ਰੜਕ ਹੈਗੀ, ਕਿਉਂਕਿ ਦੇਖੋ ਮੇਨ ਇਹੀ ਆ ਨਵਰੀਤ ਰਾਜਦੀਪ ਸਰਦਸਾਈ ਨੇ ਕੋਰਟ ਦੇ ਵਿੱਚ ਲੈ ਕੇ ਜਾਣਾ, ਉਹਦੇ ਵਿੱਚ ਸੈਂਟਰ ਸਰਕਾਰ ਦੀ ਬਹੁਤ ਜ਼ਿਆਦਾ ਮਤਲਬ ਹੋਈ ਹੈ ਜੋ ਵੀ ਉਹਨਾਂ ਨੇ ਕੀਤਾ ਹੈ। ਜੀ 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 ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਜੋਸਨ ਸਾਹਿਬ, ਥੈਂਕ ਯੂ। ਬਿਲਕੁਲ। ਅਤੇ ਸੁਰਿੰਦਰ ਬਾਈ ਜੀ, ਹੁਣ ਕੀ ਇੱਦਾਂ ਕੋਈ ਪਰਸਨਲ ਕੇਸ ਹੋਵੇ
ਉਹਨੂੰ ਅੰਦੋਲਨ ਦੇ ਲੇਖੇ ਲਾਉਣਾ ਕੀ ਤੁਸੀਂ, ਕਿਉਂਕਿ ਦੇਖੋ ਜੇ ਤਾਂ ਕੋਈ ਛਾਪਾ ਪੈਂਦਾ ਜਾਂ ਨਵਾਂ ਕੇਸ ਰਜਿਸਟਰਡ ਹੁੰਦਾ ਫਿਰ ਤੇ ਮੰਨਿਆ ਜਾ ਸਕਦਾ ਹੈ। ਜੇ ਪਲਵਿੰਦਰ ਤਲਵਾੜਾ ਦਾ ਕੇਸ ਦੀ ਕੋਈ ਬਹੁਤੀ ਡਿਟੇਲ ਜੇ ਸਾਹਮਣੇ ਨਹੀਂ ਆਈ ਕਿ ਕੇਸ ਕੀ ਸੀ, ਕਿਹਦੇ ਨਾਲ ਸੀਗਾ, ਉਹਦੇ ਉੱਤੇ ਪਹਿਲਾਂ ਚਾਰਜ ਸ਼ੀਟ ਦਾਖਲ ਹੁੰਦੀ ਹੈ, ਫਿਰ ਗਵਾਹੀਆਂ ਹੁੰਦੀਆਂ ਨੇ, 2-4 ਸਾਲ 5 ਸਾਲ ਪੁਰਾਣਾ ਕੇਸ ਹੁੰਦਾ। ਅੰਦੋਲਨ ਤੇ ਹੁਣ 4 ਮਹੀਨੇ ਦਾ ਚੱਲਿਆ ਤੇ ਉਹਨੂੰ ਅੰਦੋਲਨ ਦੇ ਲੇਖੇ ਲਾਉਣਾ ਮਤਲਬ ਇਹ ਕੋਈ ਵਾਜਬ ਜਿਹਾ ਨਹੀਂ ਗੱਲ। ਜੇ ਕੋਈ ਪੁਲਿਸ ਕੇਸ ਨਵਾਂ ਰਜਿਸਟਰਡ ਹੁੰਦਾ ਫਿਰ ਮੰਨਿਆ ਜਾ ਸਕਦਾ ਸੀ ਕਿ ਪੋਲੀਟੀਕਲ ਵੈਂਡੇਟਾ ਇਹਦੇ 'ਚ ਹੋ ਗਿਆ। ਜੀ ਕੰਟੀਨਿਊ, ਕੇਸ ਕੀ ਅਸਲ ਡਿਟੇਲ ਜੇ ਕੋਈ ਅਪਡੇਟ ਹੋ ਰਹੀ ਹੈ ਤਾਂ ਜੀ। ਟਵਾਣਾ ਸਾਹਿਬ ਹੋਰ ਅਪਡੇਟ ਨਹੀਂ ਆਈ, ਇੰਨਾ ਪਤਾ ਲੱਗਿਆ ਕਿ ਘਰੇਲੂ ਕੇਸ ਆ। ਘਰੇਲੂ ਦਾ ਮਤਲਬ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਝਗੜਾ ਵਾ, ਠੀਕ ਆ। ਉਹ ਪ੍ਰਾਪਰਟੀ ਦਾ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ, ਮਤਲਬ ਇਹੋ ਜਿਹਾ ਕੋਈ ਰਲਿਆ ਮਿਲਿਆ ਜਾਂ, ਕਿਉਂਕਿ ਆਪਣੇ ਕੋਲ ਹੁਣੇ ਅਪਡੇਟ ਆਈ ਹੈ, ਬਹੁਤ ਹੀ ਜ਼ਿਆਦਾ ਹੈ ਨਹੀਂ ਗੀ। ਇੰਨਾ ਹੀ ਆ ਕਿ ਕੋਈ ਘਰੇਲੂ ਕੇਸ ਆ, ਇਹ ਕਨਫਰਮ ਹੋ ਰਿਹਾ ਕਿ ਘਰੇਲੂ ਕੇਸ ਆ। ਘਰੇਲੂ ਕੇਸ ਦੇ ਵਿੱਚ ਮਤਲਬ ਉਹਨੂੰ 5 ਸਾਲ ਦੀ ਸਜ਼ਾ ਹੋਈ ਤੇ ਉਹਦੀ ਪਤਨੀ ਜਿਹੜੀ ਆ ਉਹਨੂੰ ਬਰੀ ਕਰ ਦਿੱਤਾ ਗਿਆ। ਟਵਾਣਾ ਸਾਹਿਬ ਗੱਲ ਤਾਂ ਬੜੀ ਸਪਸ਼ਟ ਆ। ਜਾਂ ਘਰੇਲੂ ਮਤਲਬ ਜਿੱਦਾਂ ਆਪਾਂ ਕਹਿੰਦੇ ਗਵਾਂਢੀਆਂ ਨਾਲ ਕੋਈ ਝਗੜਾ ਹੋਏਗਾ ਤੇ ਜਾਂ ਰਿਸ਼ਤੇਦਾਰੀ 'ਚ ਕੋਈ ਹੋਏਗਾ, ਕਿਉਂਕਿ ਆਪਾਂ ਨੂੰ ਪਤਾ ਰਿਸ਼ਤੇਦਾਰੀਆਂ 'ਚ ਵੀ ਪ੍ਰਾਪਰਟੀ ਦੇ ਝਗੜੇ ਹੁੰਦੇ, ਕਈ ਕੁਝ ਹੁੰਦਾ, ਉਹੋ ਜਿਹਾ ਕੇਸ ਹੋਏਗਾ। ਕੋਈ ਨਾ ਕੋਈ ਕੇਸ ਤਾਂ ਹੈਗਾ, ਕਿਉਂਕਿ ਆਪਾਂ ਨੂੰ ਪਤਾ ਨਹੀਂ ਸੀ ਇਸ ਕੇਸ ਦਾ। ਉਹ ਤਾਂ ਜਿੰਨੀ ਕੋ ਅਪਡੇਟ ਆਈ ਉਹ ਤੋਂ ਪਤਾ ਲੱਗਿਆ ਕਿ ਨਹੀਂ, ਇਹ ਤਾਂ ਘਰੇਲੂ ਕੇਸ ਸੀਗਾ, ਇਹਦਾ ਇਸ ਪੂਰੀ ਮੂਵਮੈਂਟ ਨਾਲ ਕੋਈ ਸੰਬੰਧ ਨਹੀਂ। ਪਰ ਗੱਲ ਤਾਂ ਉਹੀ ਆ ਟਵਾਣਾ ਸਾਹਿਬ, ਹਰ ਵਿਅਕਤੀ ਇਸ ਮੂਵਮੈਂਟ 'ਚੋਂ ਕੁਛ ਨਾ ਕੁਛ ਕੱਢਣਾ ਚਾਹੁੰਦਾ। ਹਰ ਬੰਦਾ, ਦੇਖੋ ਇਹ ਉਹ ਵਿਅਕਤੀ ਆ ਜਿਹਨੇ ਤਲਵੰਡੀ ਆਪਣੇ ਉਦਣ ਮਹਿਰਾਜ ਵਾਲੀ ਰੈਲੀ 'ਚ ਕਹਿਤਾ ਸੀ ਵੀ ਸਾਡੀ ਪਾਰਟੀ ਜਿੱਤੇ ਨਾ ਜਿੱਤੇ, ਇਹਨੂੰ ਇਹ ਵੀ ਨਹੀਂ ਪਤਾ ਜੇ ਤੇਰੀ ਪਾਰਟੀ ਵੀ ਨਹੀਂ ਬਣੀ, ਤੇਰੀ ਪਾਰਟੀ ਕਿਹਨੇ ਬਣਾਉਣੀ, ਕੀ ਕਰਨਾ, ਉਹ ਪਾਰਟੀ ਦਾ ਪ੍ਰਧਾਨ ਕੌਣ ਹੋਊ ਕੌਣ ਨਹੀਂ। ਟਵਾਣਾ ਸਾਹਿਬ ਕੁਛ ਨਹੀਂ, ਕੋਈ ਗਰਾਊਂਡ ਤੇ ਕੁਛ ਹੈ ਹੀ ਨਹੀਂ, ਪਰ ਕਹਿਤਾ ਸਾਡੀ ਪਾਰਟੀ ਜਿੱਤੇ ਨਾ ਜਿੱਤੇ। ਮਤਲਬ ਭਲੇ ਮਾਨਸਾ ਬਣਾ ਲਾ, ਜੇਲ੍ਹ 'ਚ ਬਹਿ ਕੇ ਪਾਰਟੀ ਬਣਾ ਲਾ। ਮਤਲਬ ਟਵਾਣਾ ਸਾਹਿਬ ਗੱਲ ਤਾਂ ਇਹ ਆ ਵੀ ਅਸੀਂ ਹਮੇਸ਼ਾ ਹੀ ਬਗੈਰ ਗੱਲ ਤੋਂ ਹਰ ਮਸਲਾ ਜਿਹੜਾ ਉਹਨੂੰ ਕਿਤੇ ਨਾ ਕਿਤੇ ਧਰਮ ਦੇ ਵਿੱਚ ਲਿਆ ਕੇ ਅੜਾਉਨੇ ਆ, ਉਹਦਾ ਟਵਾਣਾ ਸਾਹਿਬ ਹਮੇਸ਼ਾ ਜਿਹੜਾ ਉਹ ਨੁਕਸਾਨ ਹੋਇਆ ਕਰਦਾ। ਔਰ ਇੱਥੇ ਵੀ ਹੁਣ ਕੀ ਆ, ਇਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਆ ਵੀ ਉਹ ਇੱਕ ਸਿੰਪਲ ਵਿਅਕਤੀ ਜਿਹਦਾ ਵਕਾਲਤ ਨਾ ਕੋਈ ਲੈਣ ਨਹੀਂ ਦੇਣ ਨਹੀਂ ਆ। ਪਹਿਲੀ ਗੱਲ ਤਾਂ ਵੀਡੀਓ ਪਾਉਣ ਵਾਲੇ ਤੇ ਹੀ ਟਵਾਣਾ ਸਾਹਿਬ ਕੇਸ ਦਰਜ ਹੋਣਾ ਚਾਹੀਦਾ, ਜਿਹੜਾ ਕਹਿ ਰਿਹਾ ਕਿ ਦੇਖੋ ਜੀ ਦੀਪ ਸਿੱਧੂ ਦੇ ਵਕੀਲ ਨੂੰ 5 ਸਾਲ ਦੀ ਸਜ਼ਾ। ਉਹ ਭਾਈ ਇਹ ਪਲਵਿੰਦਰ ਸਿੰਘ ਤਲਵਾੜਾ ਵਕੀਲ ਕਿੱਥੋਂ ਬਣ ਗਿਆ, ਇਹ ਤਾਂ ਦੱਸ ਦਿਓ ਪਹਿਲਾਂ। ਮੈਂ ਤਾਂ ਕਹਿੰਦਾ ਬਾਰ ਕੌਂਸਲ ਆਫ ਇੰਡੀਆ ਨੂੰ ਘੱਟੋ ਘੱਟ ਇਹ ਆ ਵੀ ਇੱਥੇ ਐਕਸ਼ਨ ਲੈਣਾ ਚਾਹੀਦਾ ਕਿ ਭਾਈ ਇਹ ਵਕੀਲ ਕਿੱਧਰੋਂ ਆ, ਦੱਸੋ ਇਹਦੇ ਕੋਲ ਲਾਇਸੈਂਸ ਕਿੱਥੇ ਆ, ਇਹ ਤਾਂ ਕਲੀਅਰ ਕਰ ਦਿਓ। ਮਤਲਬ ਤੁਸੀਂ ਸੋਸ਼ਲ ਮੀਡੀਆ ਤੇ ਜੋ ਕੁਝ ਮਰਜ਼ੀ ਆ ਗਿਆ ਉਹਦੇ ਤੇ ਆ ਕੇ ਤੁਸੀਂ ਸ਼ੋਸ਼ਣ ਕਰੋ, ਜਿਹਦਾ ਮਰਜ਼ੀ ਕਰ ਦਿਓ ਤੇ ਜਿਹਨੂੰ ਮਰਜ਼ੀ ਹਾਈਲਾਈਟ ਕਰਨ ਤੁਰ ਪਓ। ਟਵਾਣਾ ਸਾਹਿਬ ਪਹਿਲੇ ਦਿਨੋਂ ਕਹਿ ਰਹੇ ਸੀ ਕਿ ਵਿਅਕਤੀ ਗਲਤ ਦਿਸ਼ਾ 'ਚ ਜਾ ਰਿਹਾ ਤੇ ਗਲਤ ਹਮੇਸ਼ਾ ਗਲਤ ਹੁੰਦੀ ਹੈ। ਟਵਾਣਾ ਸਾਹਿਬ ਸੱਚਾ ਆਦਮੀ ਜਿਹੜਾ ਉਹਨੂੰ ਜਦੋਂ ਤੁਸੀਂ ਹਮੇਸ਼ਾ ਟੌਟ ਦੇ ਵਿੱਚ ਗੱਲ ਕਰੋਗੇ, ਜਦੋਂ ਉਹਨਾਂ ਦਾ ਨੁਕਸਾਨ ਕਰਨ ਦੀ, ਉਹਨਾਂ ਦੀ ਮੂਵਮੈਂਟ ਨੂੰ ਸੁੱਟਣ ਦੀ ਗੱਲ ਕਰੋਗੇ ਤੇ ਪ੍ਰਮਾਤਮਾ ਕਿਤੇ ਨਾ ਕਿਤੇ ਉਹਨੂੰ ਤੁਹਾਨੂੰ ਸਜ਼ਾ ਉਹਦੀ ਜਿਹੜੀ ਉਹ ਦਿੰਦਾ। ਤੇ ਇੱਥੇ ਆ ਕੇ ਵੀ ਉਹੀ ਕੁਝ ਹੋਇਆ ਕਿ ਜੋ ਕੁਝ ਟਵਾਣਾ ਸਾਹਿਬ ਸਾਰੀਆਂ ਸਟੇਜਾਂ ਤੋਂ ਅੱਜ ਤੱਕ ਉਹਨਾਂ ਕਿਸਾਨ ਆਗੂਆਂ ਦੇ ਵਿਰੁੱਧ ਜ਼ਹਿਰ ਉਗਲੀ ਗਈ ਸੀ, ਉਹ ਸਾਰਾ ਕੁਝ ਗਲਤ ਸੀ। ਔਰ ਇਹ ਕੇਸ ਜਿਹੜਾ ਟਵਾਣਾ ਸਾਹਿਬ ਮੈਂ ਦਾਅਵੇ ਨਾਲ ਕਹਿ ਰਿਹਾ ਘਰੇਲੂ ਕੇਸ ਸੀ। ਜਿਹੜਾ ਮਰਜੀ ਇਸ ਚੈਨਲ ਤੇ ਆ ਕੇ ਆਪਣੇ ਵਾਲੇ ਰੇਡੀਓ ਤੇ ਇਹਦੇ ਤੇ ਹੁਣ ਕਾਲ ਕਰਕੇ ਦੱਸ ਦੇਵੇ ਕਿ ਕੀ ਇਹ ਕੇਸ ਘਰੇਲੂ ਆ ਜਾਂ ਨਹੀਂ ਹੈ। ਜਿਹੜਾ ਵੀਡੀਓ ਪਾਉਣ ਵਾਲਾ ਉਹੀ ਕਲੀਅਰ ਕਰੇ ਕਿ ਘਰੇਲੂ ਕੇਸ ਹੈ ਕਿ ਜਾਂ ਇਹਦਾ ਕੁਝ ਲੈਣ ਦੇਣ। ਕਹਿੰਦੇ ਜੀ ਦੇਖੋ ਰਿਸ਼ਤੇਦਾਰੀਆਂ 'ਚ ਸੁਰਿੰਦਰ ਵੀਰ ਕਈ ਗੱਲਾਂ ਹੁੰਦੀਆਂ ਨੇ ਰਿਸ਼ਤੇਦਾਰੀਆਂ 'ਚ। ਹੁਣ ਦੇਖੋ ਕੈਪਟਨ ਸਾਹਿਬ 135 ਕਿਸਾਨ ਤੇ ਨੌਜਵਾਨ ਜਿਹੜੇ ਦਿੱਲੀ ਦੀਆਂ ਅਲੱਗ-ਅਲੱਗ ਜੇਲ੍ਹਾਂ 'ਚ ਸੀ ਉਹ ਬਾਹਰ ਆ ਚੁੱਕੇ ਆ। ਹਾਂਜੀ, ਮੈਂ ਕਿਹਾ ਵੀ ਰਿਸ਼ਤੇਦਾਰੀਆਂ 'ਚ ਕਾਫੀ ਕੁਛ ਹੁੰਦਾ। ਦੇਖੋ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਸਿਮਰਜੀਤ ਸਿੰਘ ਮਾਨ ਸਾਂਢੂ ਨੇ, ਤੇ ਉਹ ਜਿਹੜੀਆਂ ਭੈਣਾਂ ਨੇ ਪ੍ਰਨੀਤ ਕੌਰ ਤੇ ਮਾਨ ਸਾਹਿਬ ਦੇ ਘਰੋਂ ਵਧੀਆ ਵਰਤਦੀਆਂ, ਪਰ ਸਾਂਢੂਆਂ ਦੀ ਬਣੀ ਕਦੇ ਨਹੀਂ। ਉਹ ਕਹਿੰਦੇ ਆ ਨਾ ਕਿ ਭੈਣਾਂ ਕਦੇ ਨਾ ਲੜੀਆਂ, ਸਾਂਢੂ ਮਰ ਗਏ ਖਹਿ ਕੇ, ਕੋਇਲਾਂ ਬੋਲਦੀਆਂ ਵਿੱਚ ਬਾਗਾਂ ਦੇ ਬਹਿ ਕੇ। ਸੋ ਇਹ ਪਲਵਿੰਦਰ ਤਲਵਾੜਾ ਦਾ ਵੀ ਕੋਈ ਇੱਦਾਂ ਦਾ ਮਸਲਾ ਪਰਿਵਾਰਕ ਹੋ ਸਕਦਾ ਹੈ। ਸੋ ਇਹ ਕਾਰਨ ਸਾਂਢੂਆਂ ਦੇ ਆਪਸੀ ਜਿੱਦ ਬਹਿਸ ਹੋ ਜਾਂਦੀ ਹੈ। ਸੋ ਇੱਦਾਂ ਦਾ ਕੋਈ ਮਸਲਾ ਪਰਿਵਾਰਕ ਹੈ, ਇਹਨੂੰ ਅੰਦੋਲਨ ਦੇ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ, ਹੈ ਨਾ ਜੀ ਸੁਰਿੰਦਰ। ਟਵਾਣਾ ਸਾਹਿਬ ਨਹੀਂ, ਦੇਖੋ ਮੈਨੂੰ ਇਹ ਨਹੀਂ ਪਤਾ ਵੀ ਸਾਂਢੂਆਂ ਦਾ ਜਾਂ ਕੀ ਆ, ਪਰ ਮੈਂ ਇੰਨਾ ਕਿਹਾ ਕਿ ਜਾਂ ਰਿਸ਼ਤੇਦਾਰੀ 'ਚ ਆ ਜਾਂ ਆਂਡੀਆਂ ਗੁਆਂਢੀਆਂ ਦੇ ਨਾਲ ਆ ਕੋਈ, ਇੰਨਾ ਮੈਨੂੰ ਪਤਾ ਵੀ ਘਰੇਲੂ ਝਗੜਾ ਵਾ। ਹੁਣ ਘਰੇਲੂ ਟਵਾਣਾ ਸਾਹਿਬ ਹਮੇਸ਼ਾ ਹੁੰਦਾ, ਹਾਂ ਹੋ ਜਾਂਦੀਆਂ ਕਈ ਗੱਲਾਂ ਪਰਿਵਾਰਾਂ 'ਚ ਹੋ ਜਾਂਦੀਆਂ ਜੀ, ਬੈਠੇ ਉਹਦੇ 'ਚ ਆ
ਕੋਈ ਨੇੜੇ ਦੀ ਰਿਸ਼ਤੇਦਾਰੀ ਉਹਦੇ 'ਚ ਜਾਂ ਕੋਈ ਨਾ ਕੋਈ ਹੇਠਾਂ ਉੱਤਾ ਵੈਸੇ ਹੋਇਆ ਉਹਦੇ ਜਿਹੜੀ ਵਿੱਚ ਇਹ ਕੇਸ। ਜਿਸ ਤਰ੍ਹਾਂ 3 ਸਾਲ ਤੋਂ ਘੱਟ ਕਿਸੇ ਵੀ ਕੇਸ 'ਚ ਸਜ਼ਾ ਹੁੰਦੀ ਹੈ, ਕੋਰਟ 'ਚ ਇਹਦਾ ਕੀ ਪੱਖ ਹੈ? ਕਿਉਂਕਿ 3 ਸਾਲ ਤੋਂ ਘੱਟ ਤਾਂ ਸਜ਼ਾ ਜ਼ਮਾਨਤ ਉਦੋਂ ਹੀ ਲੈ ਲੈਂਦੇ ਨੇ ਜੇ 3 ਸਾਲ ਤੋਂ ਘੱਟ ਹੈ। ਜੇ ਜ਼ਿਆਦੇ ਆ 5 ਸਾਲ ਆ ਫਿਰ ਤਾਂ ਮੇਰੇ ਖਿਆਲ ਹੈ ਜ਼ਮਾਨਤ ਨੂੰ ਵੀ 2-4 ਮਹੀਨੇ ਲੱਗਦੇ ਆ ਨਾ ਇਸ ਤਰ੍ਹਾਂ ਦੇ ਕੇਸਾਂ 'ਚ, ਹੈ ਨਾ? ਕੀ ਸਟੇਟਸ ਹੁੰਦਾ ਇਸ ਤਰ੍ਹਾਂ ਦੇ ਕੇਸਾਂ ਦਾ 5 ਸਾਲ ਦੀ ਸਜ਼ਾ ਦਾ? ਟਵਾਣਾ ਸਾਹਿਬ ਹੁਣ ਦੇਖਣ ਵਾਲੀ ਗੱਲ ਤੇ ਅਜੇ ਤੱਕ ਆਪਾਂ ਨੂੰ ਇਹ ਕਲੀਅਰ ਨਹੀਂ। ਦੇਖੋ ਜਿਹੜੀ 3 ਸਾਲ ਦੀ ਸਜ਼ਾ ਉਹ ਕਿਸੇ ਵੀ ਕੋਰਟ ਵੱਲੋਂ ਸੁਣਾਈ ਗਈ, ਉਹਦੀ ਮੌਕੇ ਤੇ ਜ਼ਮਾਨਤ ਆ, ਉਹਨੂੰ ਜੇਲ੍ਹ 'ਚ ਨਹੀਂ ਭੇਜਿਆ ਜਾਂਦਾ, ਇਹ ਸਪਸ਼ਟ ਆ। ਠੀਕ ਹੈ ਜੀ, ਕਿਉਂਕਿ ਜਿੱਥੇ ਕਾਨੂੰਨ ਜਿੱਥੇ ਰਿਲੀਫ ਦਿੰਦਾ ਉੱਥੇ ਰਿਲੀਫ ਦਿੰਦਾ। ਠੀਕ ਹੈ, ਉਹ ਮੌਕੇ ਤੇ ਤੁਸੀਂ ਜ਼ਮਾਨਤ ਭਰੋ ਤੇ ਅਗਲੇ 2 ਜਾਂ 4 ਜਾਂ ਮਹੀਨਾ ਤੁਹਾਨੂੰ ਦਿੱਤਾ ਜਾਂਦਾ, ਉਹਦੇ 'ਚ ਆ ਕੇ ਪੱਕੀ ਜ਼ਮਾਨਤ ਭਰ ਦਿਓ, ਤੁਹਾਨੂੰ ਛੱਡ ਦਿੱਤਾ ਜਾਂਦਾ। ਉਹਦੇ ਨਾਲ ਕੋਈ ਉਹਦੇ 'ਚ ਕੋਈ ਮਤਲਬ ਲੈਣ ਦੇਣ ਨਹੀਂ ਹੁੰਦਾ। ਹੁਣ ਟਵਾਣਾ ਸਾਹਿਬ ਇਹ 5 ਸਾਲ ਦੀ ਸਜ਼ਾ ਦੇਖਣਾ ਇਹ ਪਏਗਾ ਲੋਅਰ ਕੋਰਟ ਨੇ ਕੀਤੀ ਆ ਜਾਂ ਸੈਸ਼ਨ ਕੋਰਟ ਨੇ ਕੀਤੀ ਆ। ਜੇ ਤੇ ਸੈਸ਼ਨ ਕੋਰਟ ਨੇ ਕੀਤੀ ਆ ਤੇ ਫਿਰ ਟਵਾਣਾ ਸਾਹਿਬ ਇਹਦੇ ਲਈ ਹਾਈ ਕੋਰਟ ਜਾਣਾ ਪਏਗਾ। ਠੀਕ ਹੈ, ਜੇ ਲੋਅਰ ਕੋਰਟ ਦੀ ਆ ਤੇ ਫਿਰ ਸੈਸ਼ਨ ਕੋਰਟ 'ਚ ਜਾਣਾ ਪਏਗਾ। ਇਹ ਦੇਖਣਾ ਪਊਗਾ ਕੋਰਟ ਕਿਹੜੀ ਦੀ ਸਜ਼ਾ ਵਾ। ਠੀਕ ਹੈ, ਜੇ ਤੇ ਸੈਸ਼ਨ ਕੋਰਟ ਦੀ ਆ, ਕਿਉਂਕਿ ਕਿਸੇ ਵੀ ਐਡੀਸ਼ਨਲ ਸੈਸ਼ਨ ਜੱਜ ਤੋਂ ਜਿਹੜੀ ਆ ਉਹਨੂੰ ਹਮੇਸ਼ਾ ਸੈਸ਼ਨ ਕੋਰਟ ਗਿਣਿਆ ਜਾਂਦਾ ਕਿ ਉਹਨਾਂ ਵੱਲੋਂ ਆ, ਤੇ ਉਹਦੀ ਅਪੀਲ ਜਿਹੜੀ ਆ ਉਹ ਟਵਾਣਾ ਸਾਹਿਬ ਸਿੱਧੀ ਹਾਈ ਕੋਰਟ ਪੈਣੀ ਆ ਤੇ ਫਿਰ ਹਾਈ ਕੋਰਟ ਜਾਣੀ ਆ ਤੇ ਫਿਰ ਕੁਝ ਸਮਾਂ ਜੇਲ੍ਹ 'ਚ ਰਹਿਣਾ ਪੈਣਾ। ਏਡੀ ਜਲਦੀ ਉੱਥੋਂ ਰਿਲੀਫ ਨਹੀਂ ਮਿਲਣੀ। ਜੇ ਕਹੋਗੇ ਜਾਂਦਿਆਂ ਦੀ ਜ਼ਮਾਨਤ ਹੋ ਜਾ, ਜਾਂਦਿਆਂ ਦੀ ਜ਼ਮਾਨਤ ਨਹੀਂ ਹੋਣੀ, ਕਿਉਂਕਿ ਉੱਥੇ ਅਪੀਲ ਪੈਣੀ ਆ ਤੇ ਅਪੀਲ ਤੋਂ ਪਹਿਲਾਂ ਤੁਹਾਨੂੰ ਜ਼ਮਾਨਤ ਲੈਂਦਿਆਂ ਨੂੰ ਸਮਾਂ ਲੱਗਣਾ ਵਾ। ਠੀਕ ਹੈ, ਏਡੀ ਜਲਦੀ ਇਹਦੇ 'ਚੋਂ ਨਹੀਂ ਮਿਲਦੀ। ਹਾਂ 3 ਸਾਲ ਤੱਕ ਦੀ ਜਿਹੜੀ ਉਹ ਮਿਲ ਜਾਂਦੀ। ਪਰ ਟਵਾਣਾ ਸਾਹਿਬ ਮੈਂ ਫੇਰ ਕਹਾਂਗਾ ਕਿ ਅਸੀਂ ਆਪਣੇ ਸੋਰਸਾਂ ਤੋਂ ਜਿੰਨੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਬਿਲਕੁਲ ਕਰੈਕਟ ਆ। ਜੋ ਕੁਝ ਇਹਨੂੰ ਮੂਵਮੈਂਟ ਨਾਲ ਜੋੜਿਆ ਜਾ ਰਿਹਾ ਉਹ ਬਿਲਕੁਲ ਗਲਤ ਆ। ਜੇ ਕਿਸੇ ਨੂੰ ਡਾਊਟ ਆ ਤਾਂ ਉਹ ਇਸੇ ਟਵਾਣਾ ਰੇਡੀਓ ਤੇ ਆ ਕੇ ਸਪਸ਼ਟ ਕਰ ਸਕਦਾ ਕਿ ਦੱਸੋ ਕਿਹੜੀ ਮੂਵਮੈਂਟ ਦੇ ਵਿੱਚ ਇਹ ਕੇਸ ਜਿਹੜਾ ਰਾਤੋਂ ਰਾਤ ਦਰਜ ਹੋ। ਉਹ ਤਾਂ ਕਈ ਵਾਰੀ ਕੋਈ ਕਿਸੇ ਨੇ ਫੈਨ ਨੇ ਪਾਤਾ ਹੋਣਾ, ਵੈਸੇ ਉਹ ਇਮੋਸ਼ਨਲ ਹੋ ਕੇ ਲੋਕ ਪਾ ਦਿੰਦੇ ਆ ਕਿਉਂਕਿ ਇੱਦਾਂ ਦੇ ਉਹਦੀ ਕੋਈ ਅਥੈਂਟਿਸਿਟੀ ਵੀ ਨਹੀਂ ਹੈ। ਜੇ ਤਾਂ ਉਹਨਾਂ ਨੇ ਆਪ ਪੋਸਟ ਪਾਈ ਹੋਵੇ ਫਿਰ ਗੱਲ ਵੱਖਰੀ ਹੈ। ਮੇਰੇ ਖਿਆਲ ਆਪਣੇ ਵੱਲੋਂ ਤਾਂ ਕੋਈ ਉਹਨਾਂ ਨੇ ਇਸ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਹੈ ਕਿ ਮੈਨੂੰ ਇਸ ਤਰ੍ਹਾਂ ਕੇਸ ਵਿੱਚ ਫਸਾਇਆ ਗਿਆ। ਜੇ ਉਹਨਾਂ ਵੱਲੋਂ ਹੁੰਦਾ ਤਾਂ ਮੰਨਿਆ ਜਾ ਸਕਦਾ ਸੀਗਾ। ਬਾਕੀ ਉਹ ਫੈਨ ਤਾਂ ਕਿਸੇ ਦਾ ਵੀ ਕੁਛ ਵੀ ਪਾ ਦਿੰਦਾ, ਉਹ ਗੱਲ ਵੱਖਰੀ ਹੈ। ਖੈਰ, ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਬੜਾ ਹੈਰਾਨੀਜਨਕ ਹੈ। ਮੈਂ ਸਵੇਰੇ ਵੀ ਆਖਿਆ ਸੀ ਕਿ ਜਿਵੇਂ ਧੜਾ-ਧੜ ਛਾਪੇ ਪੈ ਰਹੇ ਨੇ, ਇਹ ਤਾਂ ਮਤਲਬ ਐਂ ਲੱਗਦਾ ਜਿਵੇਂ ਵਿਜੇ ਮਾਲਿਆ ਦਾ ਕੋਈ ਖਾਸ ਹੋਵੇ ਖਹਿਰਾ। ਇਹਦਾ ਵੀ ਕਾਰਨ ਉਹੀ ਹੈ ਕਿਉਂਕਿ ਭਾਰਤ ਸਰਕਾਰ ਨੂੰ ਜਿਹੜੀ ਗੱਲ ਚੁੱਭਦੀ ਹੈ, ਨਵਰੀਤ ਸਿੰਘ ਡਿਬਡਵਾ ਦਾ ਜਿਹੜਾ ਕਤਲ ਹੈ ਇਹ ਪੁਲਸੀਆ ਕਤਲ ਹੈ, ਕਿਉਂ ਨਹੀਂ 174 ਦੇ ਅਧੀਨ ਕਾਰਵਾਈ ਹੋਈ? ਸੋ ਇਹ ਮੁੱਦਾ ਖਹਿਰੇ ਨੇ ਚੱਕਿਆ, ਇਹਦੇ 'ਚ ਕੋਈ ਦੋਰਾਵਾ ਨਹੀਂ। SAF ਨੇ ਜਾਂ ਹੋਰਾਂ ਨੇ ਜੋ ਕੁਛ ਕੀਤਾ ਇਹ ਮੁੱਦਾ ਹਾਈਲਾਈਟ ਹੋਇਆ, ਭਾਵੇਂ ਕਿ ਪਰਿਵਾਰ ਨੇ ਪੈਰਲਰ ਉਹ ਚੀਜ਼ਾਂ ਕੀਤੀਆਂ। ਇੱਥੇ ਤਾਂ ਕਿਤੇ ਨਾ ਕਿਤੇ ਪੋਲੀਟੀਕਲ ਵੈਂਡੇਟਾ ਲੱਗਦਾ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਐਡਾ ਕਿਹੜਾ ਖਹਿਰਾ ਕੋਈ ਸਮਗਲਰ ਹੈ, ਇੱਕ ਵਿਧਾਨਕਾਰ ਹੈ। ਐਡੇ ਐਡੇ ਛਾਪੇ ਪੈਣੇ, ਕੋਈ ਉਹਦੀ ਰੇਤੇ ਦੀ ਖੱਡ ਨਹੀਂ, ਕੋਈ ਉਹਦੀ ਸ਼ਰਾਬ ਦੀ ਠੇਕੇਦਾਰੀ ਨਹੀਂ। ਅਤੇ ਗੱਲ ਇਹ ਆ ਕਿ ਖਹਿਰਾ ਸਾਹਿਬ ਵੀ ਪੰਗਾ ਲੈਣ ਲੱਗਿਆ ਮਿੰਟ ਲਾਉਂਦੇ, ਘਬਰਾਉਂਦੇ ਉਹ ਨਹੀਂ। ਪਹਿਲਾਂ ਬਾਦਲ ਵਜ਼ਾਰਤ ਵਕਤ ਵੀ ਉਹਨਾਂ 'ਤੇ ਨਸ਼ੇ ਦੇ ਤਸਕਰਾਂ ਦੇ ਨਾਲ ਕੋਈ ਮਿਲਾਪ ਦਾ ਇਸ਼ੂ ਹੋਇਆ ਸੀਗਾ। ਇੱਕ DSP ਨੇ ਕੇਸ ਪਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਇੱਧਰ ਬੁਢਲਾਡੇ ਵੱਲ। ਅਤੇ ਇਹ ਮਤਲਬ ਅਕਸਰ ਉਹਦੇ ਨਾਲ ਇਹ ਚੀਜ਼ਾਂ 2-4 ਹੁੰਦੀਆਂ। ਅਤੇ ਇਹ ਕੀ ਸਮਝਦੇ ਹੋ? ਮੈਨੂੰ ਤਾਂ ਇਹੀ ਲੱਗਦਾ ਕਿ ਉਹ ਨਵਰੀਤ ਦੇ ਮਾਮਲੇ ਦਾ ਹੀ ਖਮਿਆਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ, ਜਿਹੜਾ ਕਿ ਮੰਦਭਾਗਾ। ਸਰਕਾਰਾਂ ਨੂੰ ਇੱਥੇ ਤੱਕ ਨਹੀਂ ਡਿੱਗਣਾ ਚਾਹੀਦਾ। ਇਹਦੇ ਨਾਲ ਲੋਕ ਹੋਰ ਹਾਈਪਰ ਹੋਣਗੇ ਬਲਕਿ। ਜੀ ਕੰਟੀਨਿਊ ਪਲੀਜ਼। ਹਾਂ ਟਵਾਣਾ ਸਾਹਿਬ, ਇਹਨੂੰ 2 ਪੱਖਾਂ ਤੋਂ ਲਵਾਂਗਾ। ਜੋ ਕੋਈ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹਨੂੰ ਵੀ ਲਵਾਂਗਾ ਤੇ ਜੋ ਕੋਈ ਅਸਲੀਅਤ। ਇੱਕ ਕਾਲ ਲੈ ਲਈਏ ਸੁਰਿੰਦਰ ਵੀਰ, ਇਸ ਤੋਂ ਪਹਿਲਾਂ ਹੋਲਡ ਰੱਖਣਾ ਪਲੀਜ਼। ਇੱਕ ਕਾਲ ਲੈ ਲਈਏ। ਸਵਾਗਤ ਹੈ ਬਾਈ ਬਲਵੀਰ ਸਿੰਘ ਜੀ ਤੁਹਾਡਾ, ਵੈਲਕਮ। ਹਾਂਜੀ ਸਤਿ ਸ੍ਰੀ ਅਕਾਲ ਜੀ ਟਵਾਣਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਬਹੁਤ ਇੰਜੋਏ ਕਰ ਰਹੇ ਆ, ਤੁਸੀਂ ਕਰ ਰਹੇ ਸੁਰਿੰਦਰਪਾਲ ਸਿੰਘ ਹੋਣੀ। ਤੇ ਇੱਕ ਮੈਂ ਪੁੱਛਣਾ ਸੀਗਾ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦਾਂ ਜਿਹੜੇ ਆਪਣੇ ਕਿਹੜਾ ਉਹ ਹਰਮਨਵੀਰ SSP ਵਾਲੀ ਹੈ ਜਿਹੜੀ? ਹਾਂਜੀ ਹਾਂਜੀ, ਉਹ ਵੀ ਦੱਸਿਓ ਕਿ ਕਈ ਮੈਨੂੰ ਆ ਗਈਆਂ ਵੀਡੀਓ ਵੀ ਦੱਸਿਓ ਕੀ ਹੈਗਾ। SSP ਜਿਹੜਾ ਮੋਗਾ ਦੀ ਹੈ ਨਾ, SSP ਮੋਗਾ ਵਾਲੀ ਵੀਡੀਓ। ਓਕੇ, ਗਾਲੀ ਗਲੋਚ ਵਾਲੀ। ਕੋਈ ਨਹੀਂ, ਗੱਲ ਕਰ ਲਾਂਗੇ। ਹਾਂ ਕੱਲ ਪਰਸੋਂ ਦੀ ਘੁੰਮਦੀ ਫਿਰਦੀ ਹੈ। ਤੁਹਾਡੀ ਆਵਾਜ਼ ਘੱਟ ਰਹੀ ਹੈ, ਹੋਰ ਕੀ ਕਹਿਣਾ ਚਾਹੁੰਦੇ ਹੋ? ਕੀ ਹੈਗਾ? ਥੈਂਕ ਯੂ। ਨਹੀਂ ਇਹੋ ਮੈਂ ਕਹਿਣਾ ਸੀ, ਬਾਕੀ ਸੁਣ ਰਹੇ ਤੁਹਾਡਾ ਪ੍ਰੋਗਰਾਮ। ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਸੁਰਿੰਦਰ ਜੀ ਬਾਈ ਜੀ ਉਸੇ ਵੀਡੀਓ ਬਾਰੇ ਜ਼ਿਕਰ ਕਰਦੇ ਆ ਜਿਹੜੀ ਕੱਲ ਪਰਸੋਂ ਦੀ ਘੁੰਮਦੀ ਹੈ ਨਾ, ਉਹ ਹਰਮਨਵੀਰ ਸਿੰਘ ਜਿਹੜੇ ਨੇ ਗਿੱਲ, ਮੇਰੇ ਖਿਆਲ ਹੈ ਉਹ ਸਿਆਸਤਦਾਨ ਦੇ ਭਰਾ ਨੇ ਮਾਝੇ ਵਾਲੇ ਦੇ ਜੀ। ਉਹ ਵੀਡੀਓ ਦੇ ਬਾਰੇ ਗੱਲ ਕਰ ਰਹੇ। ਨਹੀਂ ਮੈਂ ਕਰ ਦਿੰਦਾ, ਪਹਿਲਾਂ ਉਹ ਕਲੀਅਰ ਕਰ ਦਿੰਦਾ। ਸਿਆਸਤਦਾਨ ਦੇ ਭਰਾ ਨਹੀਂ, ਸਿਆਸਤਦਾਨ ਦੇ ਪੁੱਤ ਵੀ ਆ। ਠੀਕ ਹੈ ਟਵਾਣਾ ਸਾਹਿਬ,
ਜਸਵੀਰ ਸਿੰਘ ਡਿੰਪਾ ਜਿਹੜੇ ਇਸ ਵਕਤ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ, ਉਹਦੇ ਉਹ ਭਰਾ ਨੇ। ਇਹਨਾਂ ਦੇ ਪਿਓ ਜਿਹੜੇ ਸੀ 1985 ਚ ਬਿਆਸ ਹਲਕੇ ਤੋਂ ਐਮਐਲਏ ਬਣੇ ਸੀ ਸੰਤ ਸਿੰਘ ਗਿੱਲ, ਤੇ ਉਹਨਾਂ ਦੇ ਵਿਰੁੱਧ ਹਾਰਿਆ ਸੀਗਾ ਸੁਖਦੇਵ ਸਿੰਘ ਉਮਰਾ ਨੰਗਲ, ਜੀਵਨ ਸਿੰਘ ਉਮਰਾ ਨੰਗਲ ਦਾ ਮੁੰਡਾ ਤੇ ਪਰਮਰਾਜ ਸਿੰਘ ਆਈਜੇ ਉਮਰਾ ਨੰਗਲ ਦਾ ਪਿਓ। ਠੀਕ ਹੈ ਜੀ। ਤੇ ਬਾਅਦ ਦੇ ਵਿੱਚ ਟਵਾਣਾ ਸਾਹਿਬ ਕੀ ਹੋਇਆ ਕਿ ਹਾਲਾਤ ਐਸੇ ਬਣੇ, ਉਸ ਵੇਲੇ ਖਾੜਕੂ ਮੂਵਮੈਂਟ ਦੇ ਵਿੱਚ ਦੋਨਾਂ ਦੀ ਡੈਥ ਹੋ ਜਾਂਦੀ ਆ, ਸੁਖਦੇਵ ਸਿੰਘ ਉਮਰਾ ਨੰਗਲ ਦੀ ਵੀ ਔਰ ਸੰਤ ਸਿੰਘ ਗਿੱਲ ਦੀ ਵੀ, ਜਿਹੜਾ ਜਸਵੀਰ ਸਿੰਘ ਡਿੰਪੇ ਦਾ ਹਰਮਨਜੀਤ ਸਿੰਘ ਗਿੱਲ ਦਾ ਫਾਦਰ ਹੈ। ਤੇ ਉਹਦੀ ਬਦੌਲਤ ਪਰਮਰਾਜ ਉਮਰਾ ਨੰਗਲ ਵੀ ਉਹ ਚ ਡੀਐਸਪੀ ਆਉਂਦਾ ਤੇ ਇਹ ਵੀ ਉਸੇ ਚ ਕੈਟਾਗਰੀ ਚ ਭਰਤੀ ਹੁੰਦੇ ਆ, ਸ਼ਾਇਦ ਇੰਸਪੈਕਟਰ ਹੋਇਆ ਜਾਂ ਕੀ ਹੋਏ ਮੈਨੂੰ ਨਹੀਂ ਪਤਾ ਇਹ, ਪਰ ਇਹ ਉਸੇ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਭਰਤੀ ਜਿਹੜਾ ਉਹ ਕੀਤਾ ਗਿਆ। ਹੁਣ ਟਵਾਣਾ ਸਾਹਿਬ ਜੋ ਕੁਝ ਵੀ ਹੋਇਆ, ਜੇ ਉਹ ਸਹੀ ਆ ਤੇ ਮੰਦਭਾਗਾ, ਇਹ ਗਾਲੀ ਗਲੋਚ ਨਹੀਂ ਹੋਣਾ ਚਾਹੀਦਾ। ਠੀਕ ਹੈ। ਜੇ ਗਾਲੀ ਗਲੋਚ ਆ ਮਤਲਬ ਆਪਾਂ ਹੁਣ ਇਹ ਤਾਂ ਨਹੀਂ ਕਲੀਅਰ ਕਰ ਸਕਦੇ, ਉਹ ਤਾਂ ਹੁਣ ਨਾਮ ਲੈ ਰਿਹਾ ਕਿ ਭਾਈ ਉਹੀ ਆ, ਪਰ ਹੁਣ ਜੇ ਉਹ ਹੈ ਆ ਤੇ ਕੁੱਲ ਮਿਲਾ ਕੇ ਮਾੜਾ ਇਮੇਜ ਬਹੁਤ ਮਾੜਾ ਜਾ ਰਿਹਾ। ਠੀਕ ਆ, ਤੁਸੀਂ ਪਰਦੇ ਦੇ ਪਿੱਛੇ ਬਹੁਤ ਕੁਝ ਕਰਦੇ ਹੋ, ਦਫ਼ਤਰਾਂ 'ਚ ਘਰਾਂ 'ਚ ਕੀ ਹੁੰਦਾ ਤੁਹਾਡੇ, ਤੇ ਤੁਸੀਂ ਜਿਹੜੇ ਪੁਲਿਸ ਸਟੇਸ਼ਨ ਉਹਦੇ 'ਚ ਕੀ ਕਰਦੇ ਹੋ। ਆਪਾਂ ਕੱਲ ਵੀ ਜਿਹੜਾ ਔਰਤ ਦਿਵਸ ਤੇ ਬੀਬੀਆਂ ਨੇ ਜੋ ਜਬਰ ਜਨਾਹ ਦੀ ਜਾ ਰਹੀਆਂ ਸੀ ਰਿੰਕੂ ਨੂੰ, ਉਹ ਵੀ ਮੇਰੇ ਖਿਆਲ ਐਮਐਲਏ ਦਾ ਭਰਾ ਆ ਨਾ, ਕੋਈ ਆਪਸੀ ਕੋਈ ਮਸਲਾ ਸਮਝ ਨਹੀਂ ਇਹਨਾਂ ਦਾ ਕੀ ਸੀਗਾ, ਵਿਗੜਿਆ ਹੋਇਆ ਸੀ ਕਾਫੀ, ਹਨਾ। ਪਰ ਉਹ ਗਾਲੀ ਗਲੋਚ ਤੁਸੀਂ ਵੇਖੋ ਕਿ ਪਬਲਿਕਲੀ ਕੀ ਚੀਜ਼ਾਂ। ਹੁਣ ਮੈਨੂੰ ਇਹ ਨਹੀਂ ਪਤਾ ਉਹ ਕਿਹੜੇ ਐਮਐਲਏ ਦਾ ਭਰਾ ਵਾ, ਕਿਉਂਕਿ ਐਮਐਲਏ ਜਿਹੜਾ ਮੋਗਾ ਵਾ ਉਹਦਾ ਭਰਾ ਰਿੰਕੂ ਤਾਂ ਹੈ ਨਹੀਂਗਾ। ਨਹੀਂ ਰਵਿੰਦਰ ਆਮਲਾ ਸ਼ਾਇਦ ਉਧਰੋਂ ਹੈ ਕੋਈ, ਮੇਰੇ ਖਿਆਲ ਆਮਲੇ ਦਾ ਭਰਾ ਆ, ਆਈ ਥਿੰਕ, ਸ਼ਾਇਦ ਉਹ ਕਹਿ ਰਿਹਾ ਮੇਰੇ ਵੱਡੇ ਭਰਾ। ਫਿਰ ਇਹ ਟਵਾਣਾ ਸਾਹਿਬ ਜਿਹੜੇ ਉੱਥੋਂ ਬਣੇ ਨੇ ਜਲਾਲਾਬਾਦ ਤੋਂ, ਜਿਹੜਾ ਐਮਐਲਏ ਬਣਿਆ ਅਰਮਿੰਦਰ ਆਵਲਾ, ਫਿਰ ਉਹਦਾ ਭਰਾ ਹੋਏਗਾ, ਕਿਉਂਕਿ ਮੋਗੇ ਦਾ ਨਹੀਂ ਕੇਸ, ਫਿਰ ਇਹ ਅਰਮਿੰਦਰ ਆਵਲੇ ਦਾ ਭਰਾ ਵਾ। ਪਰ ਟਵਾਣਾ ਸਾਹਿਬ ਮੈਂ ਇੱਕੋ ਹੀ ਗੱਲ ਹੁੰਦੀ ਕਿ ਦੇਖੋ ਕੁੱਲ ਮਿਲਾ ਕੇ ਜੇ ਉਹ ਆਵਾਜ਼ ਐਸਐਸਪੀ ਹਰਮਨਵੀਰ ਸਿੰਘ ਗਿੱਲ ਮੋਗੇ ਦੀ ਆ ਤਾਂ ਫਿਰ ਗਲਤ ਆ, ਇਹ ਕੁਛ ਨਹੀਂ ਹੋਣਾ ਚਾਹੀਦਾ। ਕਿਉਂਕਿ ਕੱਲ ਬੀਬੀਆਂ ਨੇ ਜਿੱਦਾਂ ਜਬਰ ਜਨਾਹ ਥਾਣਿਆਂ ਦੀ ਗੱਲ ਕੀਤੀ ਸੀ, ਆਪਾਂ ਜਿਹੜੇ ਮੁਹਾਵਰੇ ਉੱਥੇ ਵਰਤੇ ਗਏ ਸੀ, ਉਹ ਐਕਚੁਅਲੀ ਜੋ ਕੁਛ ਇਸ ਸਮਾਜ ਦੇ ਵਿੱਚ ਹੋ ਰਿਹਾ ਉਹ ਸਾਰਾ ਕੁਛ ਬੀਬੀਆਂ ਨੇ ਕੱਲ ਉੱਥੇ ਜਿਹੜਾ ਸਿੰਘੂ ਤੇ ਟਿਕਰੀ ਬਾਰਡਰ ਦੇ ਉੱਤੇ ਜਿਹੜੀ ਗਾਥਾ ਗਾਈ ਆ ਉਹ ਸੱਚਾਈ ਆ। ਤੇ ਜਿਹੜਾ ਕੁਛ ਇਹ ਵੀਡੀਓ ਵਾਇਰਲ ਹੋ ਰਹੀ ਆ ਟਵਾਣਾ ਸਾਹਿਬ, ਅਗਰ ਉਹ ਸੱਚੀ ਆ ਤਾਂ ਫਿਰ ਬਹੁਤ ਗਲਤ ਆ, ਉਹਦੀ ਜਿੰਨਾ ਨਿੰਦਿਆ ਕੀਤੀ ਜਾਵੇ ਓਨੀ ਹੀ ਥੋੜੀ ਆ। ਠੀਕ ਹੈ। ਹੁਣ ਟਵਾਣਾ ਸਾਹਿਬ ਆ ਜਾਈਏ ਅੱਗੇ ਕਿ ਦੇਖੋ ਗੱਲ ਸੁਖਪਾਲ ਖਹਿਰੇ ਦੀ ਆਈ, ਮੈਂ ਕਿਹਾ ਸੀ ਦੋ ਪੱਖਾਂ ਤੋਂ ਇਹਦੀ ਗੱਲ ਕਰਾਂਗਾ, ਇੱਕ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਤੇ ਇੱਕ ਅਸਲੀਅਤ ਕੀ ਹੈ। ਟਵਾਣਾ ਸਾਹਿਬ ਜਿਹੜੇ ਖਹਿਰਾ ਸਾਹਿਬ ਦੇ ਵਿਰੋਧੀ ਆ, ਠੀਕ ਹੈ, ਜੇ ਖਹਿਰਾ ਸਾਹਿਬ ਨੇ ਨਵਰੀਤ ਸਿੰਘ ਦੀ ਜਿਹੜੀ ਜੁਡੀਸ਼ੀਅਲੀ ਮੰਗ ਕੀਤੀ ਸੀ ਉਹਦੀ ਡੈਥ ਦੀ, ਵੀ ਉਹਦੀ ਗੋਲੀ ਲੱਗਣ ਨਾਲ ਮੌਤ ਹੋਈ, ਆਪਾਂ ਉਹਦਾ ਸਮਰਥਨ ਕੀਤਾ ਸੀ। ਜਦੋਂ ਉਹ ਕਿਸਾਨ ਜਥੇਬੰਦੀਆਂ ਦੇ ਵਿੱਚ ਜਾ ਕੇ ਉੱਥੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਟਵਾਣਾ ਸਾਹਿਬ ਆਪਾਂ ਐਸੇ ਪਲੇਟਫਾਰਮ ਤੋਂ ਉਹਦੀ ਵਿਰੋਧਤਾ ਵੀ ਕੀਤੀ ਸੀ ਕਿ ਖਹਿਰਾ ਸਾਹਿਬ ਨੂੰ ਉੱਥੇ ਜਾ ਕੇ ਸਿਆਸਤ ਨਹੀਂ ਕਰਨੀ ਚਾਹੀਦੀ। ਕਿਸਾਨ ਜਥੇਬੰਦੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੂੰ ਆਪਣੀ ਐਜੀਟੇਸ਼ਨ ਚਲਾਉਣ ਦੇਣੀ ਚਾਹੀਦੀ ਆ, ਉਹ 'ਚ ਦਖਲਅੰਦਾਜ਼ੀ ਜਿਹੜੀ ਆ ਉਹ ਚੰਗੀ ਨਹੀਂ ਹੈ। ਪਰ ਟਵਾਣਾ ਸਾਹਿਬ ਜੋ ਸੋਸ਼ਲ ਮੀਡੀਆ ਤੇ ਇਸ ਵਕਤ ਚੱਲ ਰਿਹਾ, ਪਹਿਲਾਂ ਉਹਦੀ ਗੱਲ ਕਰਾਂਗਾ, ਫਿਰ ਖਹਿਰਾ ਸਾਹਿਬ ਦੀ ਲੈ ਕੇ ਆਵਾਂਗਾ ਜੋ ਕੁਝ ਈਡੀ ਨੇ ਕੀਤਾ। ਟਵਾਣਾ ਸਾਹਿਬ ਦੇਖੋ ਸੋਸ਼ਲ ਮੀਡੀਆ ਤੇ ਜਿਹੜੇ ਉਹਨਾਂ ਦੇ ਵਿਰੋਧੀ ਆ ਉਹ ਕੀ ਕਹਿ ਰਿਹਾ ਕਿ ਦੇਖੋ ਜੀ ਇਹ ਢੀਂਡਸਾ ਸਾਹਿਬ ਦੇ ਨਾਲ ਇਹਨੇ ਅਗਲੀ ਇਲੈਕਸ਼ਨ ਲੜਨੀ ਆ, ਕਾਂਗਰਸ ਦਾ ਇਹਦੇ ਲਈ ਦਰਵਾਜ਼ਾ ਬੰਦ ਆ, ਆਮ ਆਦਮੀ ਪਾਰਟੀ ਦਾ ਬੰਦ ਆ, ਅਕਾਲੀ ਦਲ ਦਾ ਬੰਦ ਆ। ਇਹਨੂੰ ਹਾਈਲਾਈਟ ਕਰਨ ਦੇ ਲਈ, ਕਿਉਂਕਿ ਬੀਜੇਪੀ ਪੰਜਾਬ 'ਚ ਉਹਦੇ ਪੱਲੇ ਕੁਛ ਨਹੀਂ ਤੇ ਬੀਜੇਪੀ ਦੀ ਕੇਂਦਰ 'ਚ ਸਰਕਾਰ ਆ, ਤੇ ਉਹਨਾਂ ਨੇ ਇਹਨੂੰ ਹਾਈਲਾਈਟ ਕਰਨ ਲਈ ਇਹਦੇ ਘਰੇ ਰੇਡ ਕੀਤੀ ਕਿ ਇਹਨੂੰ ਸਮਰਥਨ ਮਿਲੇ ਤੇ ਕੱਲ ਨੂੰ ਇਹਦੀ ਡੈਮੋਕ੍ਰੈਟਿਕ ਅਕਾਲੀ ਦਲ 'ਚ ਐਂਟਰੀ ਕਰਾ ਕੇ ਇਹਨਾਂ ਦੇ ਥਰੂ ਜਿਹੜਾ ਉਹ ਪੰਜਾਬ ਦੇ ਉੱਤੇ ਉਹਨਾਂ ਨੇ ਆਪਣਾ ਰਾਜ ਕਰਨਾ। ਮਤਲਬ ਸੋਸ਼ਲ ਮੀਡੀਆ ਤੇ ਬਹੁਤ ਕੁਝ ਜਿਹੜਾ ਉਹ ਚੱਲਣ ਡਿਆ, ਪਰ ਮੈਂ ਟਵਾਣਾ ਸਾਹਿਬ ਉਹਦੇ ਪੱਖ 'ਚ ਨਹੀਂ ਜਾਂਦਾ। ਮੈਂ ਸਿਰਫ ਇੱਕ ਗੱਲ ਤੇ ਆਉਣਾ ਕਿ ਦੇਖੋ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਗਲਤ ਕੀਤਾ ਅਸੀਂ ਉਹਦੀ ਵਿਰੋਧਤਾ ਡਟ ਕੇ ਕੀਤੀ, ਪਰ ਇੱਕ ਗੱਲ ਤਾਂ ਇਹ ਆ ਜਿਸ ਵੇਲੇ ਹਰਦੀਪ ਸਿੰਘ ਡਿਬੜਬਾ ਨਾਲ ਕੋਈ ਨਹੀਂ ਸੀ ਖੜਿਆ, ਉਸ ਵੇਲੇ ਸੁਖਪਾਲ ਸਿੰਘ ਖਹਿਰਾ ਖੜਾ ਹੋਇਆ ਸੀ। ਠੀਕ ਹੈ। ਜੋ ਵੀ ਉਹਦੇ ਬਾਅਦ ਹੁਣ ਜਿਸ ਤਰ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆ ਕੇ ਇੱਥੇ ਜਿਸ ਤਰ੍ਹਾਂ ਉਹਦੇ ਘਰ ਦੇ ਵਿੱਚ ਚੰਡੀਗੜ੍ਹ, ਉਹਦੇ ਪਿੰਡ ਵਾਲੇ 'ਚ, ਇੱਥੋਂ ਤੱਕ ਕਿ ਜਿਹੜੇ ਉਹਦੇ ਪੀਏ ਸੀ ਉਹਦੇ ਘਰ ਵੀ ਈਡੀ ਦੀ ਜਿਹੜੀ ਰੇਡ ਹੋਈ। ਇੱਥੋਂ ਤੱਕ ਟਵਾਣਾ ਸਾਹਿਬ ਸੁਖਪਾਲ ਖਹਿਰਾ ਦੀ ਬੇਟੀ ਜਿਹੜੀ ਆ ਉਹ ਦਿੱਲੀ ਮੈਰਿਡ ਆ। ਠੀਕ ਹੈ। ਜਿਹੜਾ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਹੁੰਦਾ ਸੀ, ਉਹਨਾਂ ਦੇ ਪੋਤੇ ਨੂੰ ਵਿਆਹੀ ਹੋਈ ਆ। ਉਸੇ ਘਰ 'ਚ ਜਗਮੀਤ ਸਿੰਘ ਬਰਾੜ ਦੀ ਵੀ ਬੇਟੀ ਵਿਆਹੀ ਹੋਈ। ਮਤਲਬ ਸੁਖਪਾਲ ਖਹਿਰੇ ਦੀ, ਜਗਮੀਤ ਸਿੰਘ ਬਰਾੜ ਦੀਆਂ ਦੋਨਾਂ ਦੀਆਂ ਬੇਟੀਆਂ ਇੱਕੋ ਪਰਿਵਾਰ 'ਚ ਵਿਆਹੀਆਂ ਹੋਈਆਂ ਦਿੱਲੀ। ਠੀਕ ਹੈ।
ਟਵਾਣਾ ਸਾਹਿਬ ਗੱਲ ਇਹ ਆ, ਉਹਨਾਂ ਦੇ ਘਰ ਦੇ ਉੱਤੇ ਵੀ ਰੇਡ ਕਰਨੀ। ਔਰ ਅਗਲੀ ਗੱਲ, ਉਹਨਾਂ ਆਉਂਦਿਆਂ ਜਿਹੜੇ ਸੰਮਣ ਦਿੱਤੇ ਉਹ ਦਿੱਤੇ ਆ ਮਨੀ ਲਾਂਡਰਿੰਗ ਦੇ। ਟਵਾਣਾ ਸਾਹਿਬ ਇੱਥੇ ਇੱਕ ਚੀਜ਼ ਆ, ਜਦੋਂ ਮਨੀ ਲਾਂਡਰਿੰਗ ਦੇ ਜਿਹੜੇ ਸੰਮਣ ਦਿੱਤੇ ਜਾਂਦੇ ਆ ਉਹਦੇ 'ਚ ਕਾਨੂੰਨੀ ਪੱਖ ਤੋਂ ਦੇਖੀਏ ਤਾਂ ਉਹਦੇ 'ਚ 2-3 ਪੱਖ ਹੁੰਦੇ ਆ ਕਿ ਤੁਹਾਡੇ ਕੋਲ ਬਾਹਰ ਤੋਂ ਜਿਹੜਾ ਪੈਸਾ ਆਇਆ 2 ਨੰਬਰ ਦਾ, ਉਹ ਕਿਤੇ ਪੈਸੇ ਤੁਸੀਂ ਸ਼ੋਅ ਨਹੀਂ ਕੀਤਾ ਹੋਇਆ, 1 ਨੰਬਰ। ਨੰਬਰ 2 ਤੇ ਤੁਹਾਡੇ ਕੋਲ ਜਿਹੜੀ ਜਵੈਲਰੀ ਆ ਉਹ ਲੋੜ ਤੋਂ ਵੱਧ ਪਈ ਆ, ਉਹ ਕਿੱਥੋਂ ਆਈ ਉਹਦੇ ਨਾਲ ਸੰਬੰਧਿਤ ਹੋ ਸਕਦਾ। ਤੁਹਾਡੇ ਕੋਲ ਪ੍ਰਾਪਰਟੀ ਆ ਉਹ ਕਿੱਦਾਂ ਬਣੀ ਉਹਦੇ ਨਾਲ ਸੰਬੰਧਿਤ ਹੋ ਸਕਦਾ। ਇਹ ਜਿਹੜੇ ਸਾਰੇ ਪੱਖ ਹੁੰਦੇ ਆ ਟਵਾਣਾ ਸਾਹਿਬ, ਇਹਨਾਂ ਨੂੰ ਵਾਚਣ ਲਈ ਤੁਹਾਨੂੰ ਮਨੀ ਲਾਂਡਰਿੰਗ 'ਚ ਜਿਹੜਾ ਉਹ ਇਨਵੋਲਵ ਕੀਤਾ ਜਾ ਸਕਦਾ। ਪਰ ਟਵਾਣਾ ਸਾਹਿਬ ਉਹਦੇ ਨਾਲ ਇੱਕ ਕੰਡੀਸ਼ਨ ਹੁੰਦੀ ਆ ਕਿ ਤੁਹਾਨੂੰ ਉੱਥੇ ਤੁਹਾਡੇ ਜਿਹੜੇ ਗਵਾਂਢੀ ਆ, ਕੋਈ 2 ਤੁਹਾਡੇ ਪਰਸਨਲ ਜਿਹੜੇ ਹਾਂਜੀ 1 ਮਿੰਟ ਟਵਾਣਾ ਸਾਹਿਬ, ਹੁਣੇ ਮੈਂ ਇੱਥੇ ਵਿਰਾਮ ਲੈਣਾ, ਕਿ 2 ਤੁਹਾਡੇ ਗਵਾਹ ਜਿਹੜੇ ਆ ਉਹ ਤੁਹਾਡੇ ਵੱਲੋਂ ਚਾਹੀਦੇ ਆ ਕਿ ਉਹਨਾਂ ਦੀ ਹਾਜ਼ਰੀ 'ਚ ਈਡੀ ਜਿਹੜੀ ਆ ਉਹ ਸਾਰੇ ਘਰ ਦੀ ਛਾਣਬੀਣ ਕਰੇਗੀ। ਪਰ ਟਵਾਣਾ ਸਾਹਿਬ ਇੱਥੇ ਕੀ ਹੋਇਆ, ਈਡੀ ਨੇ ਪਹਿਲਾਂ ਜਿਹੜੇ 2 ਗਵਾਹ ਲਿਆਂਦੇ ਉਹ ਆਪਣੀ ਮਰਜ਼ੀ ਦੇ ਸੀ, ਬਾਅਦ 'ਚ ਜਦੋਂ ਵਿਰੋਧ ਹੋਇਆ ਫਿਰ ਜਦੋਂ ਬਹਿਸ ਐਡਵੋਕੇਟ ਬਹਿਸ ਆਏ, ਕਿਉਂਕਿ ਜਿਹੜਾ ਸੁਖਪਾਲ ਖਹਿਰਾ ਇਹਨਾਂ ਦਾ ਬੇਟਾ ਵੀ ਐਡਵੋਕੇਟ ਆ, ਤੇ ਉਹ ਜਦੋਂ ਆਏ ਉਹਨਾਂ ਨੇ ਆ ਕੇ ਜਦੋਂ ਵਾਵੇਲਾ ਕੀਤਾ ਤਾਂ ਫਿਰ ਇਹਨਾਂ ਦੀ ਸਹਿਮਤੀ ਦੇ 2 ਜਿਹੜੇ ਸੀਗੇ ਉਹ ਗਵਾਹ ਜਿਹੜੇ ਉਹ ਨਾਲ ਲਾਏ ਗਏ। ਫਿਰ ਉਹਨਾਂ ਦੇ ਘਰ ਦੀ ਛਾਣਬੀਣ ਹੋਈ, ਈਵਨ ਕਿ ਉਹਨਾਂ ਦੇ ਮੋਬਾਈਲ ਵਗੈਰਾ, ਉਹਨਾਂ ਦੇ ਲੈਪਟਾਪ, ਜੋ ਰਿਕਾਰਡ ਸੀ ਉਹ ਸਾਰਾ ਕੁਝ ਜਿਹੜਾ ਉਹ ਨਾਲ ਟਵਾਣਾ ਸਾਹਿਬ ਲੈ ਕੇ ਗਏ ਨੇ। ਆਪਣੇ ਨਾਲ ਇਸ ਵਕਤ ਮਨਦੀਪ ਸਿੰਘ ਪਿੰਡ ਸੁਖਚੈਨ ਤੋਂ ਜੁੜੇ ਨੇ। ਮਨਦੀਪ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਤੁਸੀਂ ਔਨ 에ਅਰ ਕੀ ਕਹਿਣਾ ਚਾਹੁੰਦੇ ਹੋ ਮਨਦੀਪ ਜੀ? ਹਾਂਜੀ ਭਾਈ, ਆਪਾਂ ਐਂ ਕਹਿਣਾ ਵੀ ਜਿਹੜਾ ਤਲਵਾੜਾ ਫੜਿਆ ਗਿਆ ਤੇ ਜਿਹੜੇ ਉਹਦੇ ਨਾਲ ਦੇ ਸੀ ਕਿਹੜੇ ਗੁਰੂ ਘਰ 'ਚ ਬੈਠੇ ਜੀ, ਉਹ ਬੈਠੇ ਮਸਤੂਆਣੇ ਦਾ ਪ੍ਰਧਾਨ ਕੌਣ ਆ? ਢੀਂਡਸਾ। ਢੀਂਡਸੇ ਤੋਂ ਦੇ ਨਾਲ ਕੌਣ ਰਲ ਕੇ ਚੱਲਦਾ ਸੀ? ਸੁਖਪਾਲ ਸਿੰਘ ਖਹਿਰਾ। ਖਹਿਰੇ ਦੇ ਘਰੇ ਈਡੀ ਪੈ ਗਈ, ਉਧਰੋਂ ਤਲਵਾੜਾ ਚੱਕਿਆ ਗਿਆ ਤੇ ਕਿਤੇ ਨਾ ਕਿਤੇ ਸੁਖਪਾਲ ਸਿੰਘ ਖਹਿਰੇ ਨੂੰ ਡੱਕਾ ਨਹੀਂ ਹੁੰਦਾ ਤੇ ਇਹ ਹੁਣ ਆਜੂ ਛੁੱਟ ਕੇ। ਚੰਗਾ ਜੀ ਬਾਈ ਜੀ, ਥੈਂਕ ਯੂ। ਨਹੀਂ ਦੇਖੋ, ਜਿਹੜਾ ਤਲਵਾੜੇ ਵਾਲਾ ਮਾਮਲਾ ਇਹ ਤਾਂ ਕਈ ਸਾਲ ਪੁਰਾਣਾ ਮਾਮਲਾ ਹੈ। ਬਾਕੀ ਸੁਖਪਾਲ ਖਹਿਰਾ ਦਾ ਤਾਂ ਮਸਲਾ ਇਹ ਸੀਗਾ ਕਿ ਪ੍ਰੈਸ਼ਰ ਬਣਾਇਆ ਜਾ ਰਿਹਾ ਈਡੀ ਨੇ। ਉਹਦੇ 'ਚ ਕੀ ਹੋਣਾ, ਕਿਉਂਕਿ ਮਨੀ ਲਾਂਡਰਿੰਗ ਜਾਂ ਪੈਸਾ ਬਾਹਰੋਂ ਮੰਗਾਇਆ, ਉਹਦੇ 'ਚ ਕੀ ਬਿਜ਼ਨਸ ਹੈ ਕੋਈ, ਉਹਦੇ 'ਚ ਵੱਧ ਤੋਂ ਵੱਧ ਫਾਈਨ ਹੋ ਸਕਦਾ ਜੇ ਕੋਈ ਰਿਟਰਨਾਂ ਦੇ ਵਿੱਚ, ਕਿਉਂਕਿ ਇੱਦਾਂ ਦੀ ਕੋਈ ਗੱਲਬਾਤ ਹੁੰਦੀ ਹੈ। ਪਰ ਇਹਦੇ 'ਚ ਕਿਤੇ ਨਾ ਕਿਤੇ ਪਰੇਸ਼ਾਨ ਕਰਨ ਵਾਲੀ ਗੱਲ ਹੈ ਸਰਕਾਰਾਂ ਵੱਲੋਂ। ਸੈਂਟਰ ਦੀਆਂ ਏਜੰਸੀਆਂ ਇੱਦਾਂ ਹੀ ਕਰਦੀਆਂ ਹੁੰਦੀਆਂ, ਇੱਦੋਂ ਬਾਅਦ ਹੋਰ ਕੀ ਹੋ ਸਕਦਾ। ਆਪ ਦਾ ਸਵਾਗਤ ਸਰ। ਸੁਰਿੰਦਰ ਜੀ ਕੰਟੀਨਿਊ ਪਲੀਜ਼, ਕੰਟੀਨਿਊ। ਟਵਾਣਾ ਸਾਹਿਬ ਬਿਲਕੁਲ ਦੇਖੋ, ਹੁਣ ਗੱਲ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਜਿਸ ਤਰੀਕੇ ਨਾਲ ਨਵਰੀਤ ਸਿੰਘ ਦਾ ਕੇਸ ਜਿਹੜਾ ਉਹ ਚੱਕਿਆ ਸੀ, ਟਵਾਣਾ ਸਾਹਿਬ ਇਹ ਵੀ ਸਪਸ਼ਟ ਸੀ ਕਿ ਨਵਰੀਤ ਸਿੰਘ ਦਾ ਕੇਸ ਜਿਹੜਾ ਉਹਨੂੰ ਦਿੱਲੀ ਹਾਈ ਕੋਰਟ ਤੱਕ ਲੈ ਕੇ ਜਾਣ 'ਚ ਸੁਖਪਾਲ ਸਿੰਘ ਖਹਿਰੇ ਦਾ ਬਹੁਤ ਵੱਡਾ ਹੱਥ ਸੀ। ਤੇ ਅਸੀਂ ਸੋਸ਼ਲ ਮੀਡੀਆ ਨੂੰ ਬਾਕੀ ਸਾਰਾ ਕੁਝ ਨੂੰ ਛੱਡ ਦਈਏ, ਸੋਸ਼ਲ ਮੀਡੀਆ ਸਾਨੂੰ ਪਤਾ ਉਹਨਾਂ ਸ਼ੋਸ਼ਣ ਕਰਨਾ ਹੁੰਦਾ, ਹਰ ਗੱਲ ਨੂੰ ਪੋਜ਼ਿਟਿਵ ਲੈਣ ਦੀ ਜਗ੍ਹਾ ਉਹਨਾਂ ਨੈਗੇਟਿਵ ਪਹਿਲਾਂ ਲੈ ਕੇ ਚੱਲ ਪੈਣਾ ਹੁੰਦਾ, ਕਿਉਂਕਿ ਉੱਥੇ IT ਸੈੱਲ ਬੈਠੇ, ਉਹਨਾਂ ਨੇ ਪਤਾ ਨਹੀਂ ਕੀ ਕੁਝ ਕਰਨਾ, ਕੀ ਕੁਝ ਚਲਾਉਣਾ। ਅਸੀਂ ਉਹਨੂੰ ਛੱਡ ਦਈਏ। ਗੱਲ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਜੇ ਨਵਰੀਤ ਸਿੰਘ ਦਾ ਮਸਲਾ ਉਹਨਾਂ ਦੀ ਮੌਤ ਵਾਲਾ ਚੱਕਿਆ ਸੀ ਕਿ ਪੁਲਿਸ ਗੋਲੀ ਲੱਗਣ ਨਾਲ ਉਹਦੀ ਡੈਥ ਹੋਈ ਆ, ਤੇ ਟਵਾਣਾ ਸਾਹਿਬ ਇਨਕੁਆਇਰੀ ਕਰਾਉਣ 'ਚ ਕਿੱਡੀ ਕੋ ਜਿਹੜੀ ਸੀਗੀ ਉਹ ਦੂਸਰਾ ਮਜਬੂਰੀ ਸੀਗੀ, ਚਾਹੇ ਉਹ ਉੱਤਰ ਪ੍ਰਦੇਸ਼ ਸਰਕਾਰ ਸੀ ਤੇ ਚਾਹੇ ਦਿੱਲੀ ਦੀ ਸਰਕਾਰ ਸੀ, ਕਿੱਡੀ ਕੋ ਉਹਨਾਂ ਦੀ ਮਜਬੂਰੀ ਸੀ। ਪਰ ਬਦਕਿਸਮਤੀ ਟਵਾਣਾ ਸਾਹਿਬ ਇਹ ਹਮੇਸ਼ਾ ਹੀ ਹੁੰਦਾ, ਅੱਜ ਪਹਿਲੀ ਵਾਰ ਨਹੀਂ ਹੋਇਆ, ਹਮੇਸ਼ਾ ਹੀ ਹੁੰਦਾ ਆਇਆ। ਪਰ ਇਹਨਾਂ ਕੇਸਾਂ 'ਚ ਟਵਾਣਾ ਸਾਹਿਬ ਕਦੀ ਕੁਝ ਬਹੁਤਾ ਕੁਝ ਨਿਕਲਦਾ ਨਹੀਂ ਹੈ। ਜੇ ਅੱਜ ਤੱਕ ਦੀ ਤੁਸੀਂ ਇਸ ਭਾਰਤ ਦੀ ਹਿਸਟਰੀ ਦੇਖ ਲਓ, ਇੰਦਰਾ ਗਾਂਧੀ ਦੇ ਟਾਈਮ 'ਚ ਆਇਆ ਸੀ, ਜਿਹੜੀ ਸਰਕਾਰ ਨੇ ਸਿਰ ਚੱਕਿਆ, ਚਾਹੇ ਉਹ ਜੰਮੂ ਕਸ਼ਮੀਰ ਦੀ ਸੀ ਚਾਹੇ ਪੰਜਾਬ ਦੀ, ਇੱਥੋਂ ਤੱਕ ਟਵਾਣਾ ਸਾਹਿਬ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਉਹ ਤੋੜ ਕੇ ਮਾਰੀਆਂ ਸੀ। CM ਕਿਹਨੂੰ ਬਣਾਉਂਦੇ ਸੀ? ਜਿਹਦੇ ਨਾਲ 5 MLA ਵੀ ਨਹੀਂ ਸੀ ਹੁੰਦੇ ਉਹਨੂੰ CM ਬਣਾ ਦਿੰਦੇ ਸੀਗੇ। ਸ਼ੇਖ ਅਬਦੁੱਲਾ ਦੀ ਤੋੜੀ, ਦੂਸਰਾ ਫਾਰਕ ਅਬਦੁੱਲਾ ਦੀ ਤੋੜੀ। ਪੰਜਾਬ 'ਚ ਅਕਾਲੀ ਦਲ ਦੀਆਂ ਕਿੰਨੀਆਂ ਸਰਕਾਰਾਂ, ਕਾਂਗਰਸ ਦੀ ਸਰਕਾਰ ਨੇ ਤੋੜੀਆਂ, ਇੱਥੋਂ ਤੱਕ ਕਿ ਆਂਧਰਾ ਪ੍ਰਦੇਸ਼ 'ਚ NT ਰਾਮਾ ਰਾਓ ਦੀਆਂ ਸਰਕਾਰਾਂ ਤੋੜੀਆਂ ਸੀ। ਟਵਾਣਾ ਸਾਹਿਬ ਉਸੇ ਹੀ ਰਸਤੇ ਤੇ ਮੌਜੂਦਾ ਕੇਂਦਰ ਸਰਕਾਰ ਚੱਲ ਪਈ ਆ, ਠੀਕ ਹੈ। ਇਸ ਕਰਕੇ ਇਹ ਮੰਦਭਾਗਾ ਜੋ ਕੁਝ ਹੋ ਰਿਹਾ ਗਲਤ ਆ। ਬਿਲਕੁਲ ਨਿਹਾਇਤ ਗਲਤ ਹੈ। ਸੁਰਿੰਦਰ ਜੀ ਹੋਲਡ ਰੱਖਣਾ 1 ਸੈਕਿੰਡ, ਆਪਾਂ ਕਾਲਰ ਲੈ ਲਈਏ ਪਲੀਜ਼। ਇਸ ਵਕਤ ਬਲਕਰਨ ਸਿੰਘ ਢਿੱਲੋਂ ਬਾਈ ਜੀ ਮਾਨਸਾ ਤੋਂ। ਬਲਕਰਨ ਢਿੱਲੋਂ ਜੀ ਸਵਾਗਤ ਹੈ ਤੁਹਾਡਾ ਮਾਨਸਾ ਤੋਂ। ਹਾਂਜੀ ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਰ ਸਭ ਤੋਂ ਪਹਿਲਾਂ ਤਾਂ ਟਵਾਣਾ ਸਾਹਿਬ ਤੁਹਾਨੂੰ ਇਸ ਗੱਲ ਦੀ ਮੈਂ ਵਧਾਈ ਦਿੰਦਾ ਵੀ ਉਹਦੇ ਵਿੱਚ ਨਾ ਜਿਹੜਾ ਆਪਣਾ
ਪੱਤਰਕਾਰੀ ਵਾਲਾ ਜਿਹੜਾ ਕਿੱਤਾ ਹੈ ਉਹਨੂੰ ਚੰਦ ਕੁ ਬੰਦੇ ਜਿਹੜੇ ਤਹਿ ਦਿਲੋਂ ਮਤਲਬ ਵੀ ਆਪਾਂ ਕਹਿ ਸਕਦੇ ਨਿਭਾ ਰਹੇ ਨੇ, ਉਹਨਾਂ ਵਿੱਚ ਜਿਹੜਾ ਤੁਹਾਡਾ ਨਾਂ ਗਾ ਮਿਹਰਬਾਨੀ ਮੇਰੇ ਦਿਲ ਦੇ ਵਿੱਚ ਪਹਿਲੇ ਨੰਬਰ ਤੇ। ਥੈਂਕ ਯੂ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਦੇਖੋ ਇਹ ਬਹੁਤ ਵੱਡੀ ਕੋਈ ਖੇਚਲ ਨਹੀਂ ਹੈ, ਥੋੜ੍ਹਾ ਜਿਹਾ ਨੁਕਸਾਨ ਤੁਹਾਡਾ ਫਾਈਨੈਂਸ਼ੀਅਲੀ ਫਿਜ਼ੀਕਲੀ ਹੁੰਦਾ, ਐਡੀ ਵੀ ਕਿਹੜੀ ਵਿਫਤਾ ਹੈ। ਇਹ ਤੁਹਾਡਾ ਧਰਮ ਹੈ, ਨਿਭਾਉਣਾ ਚਾਹੀਦਾ, ਨਿਰਪੱਖ ਹੋਣਾ ਚਾਹੀਦਾ। ਜੇ ਮੀਡੀਆ ਸਟਰੋਂਗ ਹੋਏਗਾ ਤਾਂ ਹੀ ਸਿਸਟਮ ਸੁਧਰੇਗਾ, ਜੇ ਮੀਡੀਆ ਕਰਪਟ ਹੋਏਗਾ ਤੇ ਫਿਰ ਹੋਣਾ ਕੀ ਹੈ ਜੀ। ਟਵਾਣਾ ਸਾਹਿਬ ਗੱਲ ਇਹ ਹੈ ਵੀ ਹਰੇਕ ਬੰਦੇ ਦਾ ਸਮਾਜ ਸੰਸਾਰ ਦੇ ਉੱਤੇ ਕੋਈ ਨਾ ਕੋਈ ਕਿੱਤਾ ਗਾ, ਪਰ ਕੁਛ ਚੰਦ ਕੁ ਬੰਦੇ ਉਸ ਕਿੱਤੇ ਨੂੰ ਆਪਣੇ ਇੱਕ ਆਤਮਾ ਦੀ ਆਵਾਜ਼ ਸੁਣ ਕੇ ਨਿਭਾ ਰਹੇ ਨੇ, ਤਾਂ ਇਸ ਗੱਲੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਨਹੀਂ ਕੋਈ ਵਿਸ਼ੇਸ਼ ਨਹੀਂ ਬਾਈ ਜੀ, ਜੋਬ ਹੈ ਕਰ ਰਹੇ ਹਾਂ, ਅੱਛਾ ਲੱਗਦਾ ਕਰਨਾ। ਥੈਂਕ ਯੂ। ਤੇ ਕਿੱਥੋਂ ਤੁਸੀਂ ਮਾਨਸਾ ਤੋਂ ਪ੍ਰੋਪਰ ਬੋਲ ਰਹੇ ਜਾਂ ਕਿਸੇ ਪਿੰਡ ਤੋਂ ਢੱਲੋਂ ਸਾਹਿਬ? ਹਾਂਜੀ ਮਾਨਸਾ ਤੋਂ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਪਿੰਡ ਤੋਂ ਬੋਲ ਰਹੇ ਹੋ? ਮਾਨਸਾ ਤੋਂ ਬੋਲ ਰਹੇ ਹਾਂ। ਅੱਛਾ ਹੋਰ ਕੀ ਕਹਿਣਾ ਚਾਹੁੰਦੇ? ਹੋਰ ਜੀ ਆਪਣਾ ਜਿਹੜਾ ਖਹਿਰਾ ਸਾਹਿਬ ਦਾ ਅੱਜ ਵਾਲਾ ਮੁੱਦਾ ਸੀਗਾ ਉਹਦੇ ਰਿਗਾਰਡਿੰਗ ਗੱਲ ਕਰ ਰਹੇ ਸੀ ਜੀ। ਅਸਲ ਦੇ ਵਿੱਚ ਟਵਾਣਾ ਸਾਹਿਬ ਇਸ ਤਰ੍ਹਾਂ ਨਾ ਮਹਿਸੂਸ ਹੁੰਦਾ ਵੀ ਜਿਹੜਾ ਵੀ ਕੋਈ ਵੀ ਬੰਦਾ, ਆਪਾਂ ਖਹਿਰਾ ਸਾਹਿਬ ਦੀ ਗੱਲ ਵੀ ਇਕੱਲੇ ਦੀ ਨਾ ਕਰੀਏ, ਵੀ ਸਾਰਿਆਂ ਦੀ ਗੱਲ ਕਰੀਏ, ਪੰਜਾਬ ਦੀ ਜਾਂ ਪੰਜਾਬੀਅਤ ਦੀ ਕਿਤੇ ਨਾ ਕਿਤੇ ਗੱਲ ਕਰਦਾ ਹੈ, ਲੰਬੇ ਸਮੇਂ ਤੋਂ ਉਹਨੂੰ ਟਾਰਗੇਟ ਕੀਤਾ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਾਰਟੀ 'ਚ ਵੀ ਜੇ ਪਾਰਟੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦਾ, ਭਾਵੇਂ ਜਗਮੀਤ ਬਰਾੜ ਹੈ, ਬੀਰ ਦਵਿੰਦਰ ਹੈ, ਜੇ ਤਾਂ ਦੇਖੋ ਜ਼ਮੀਰ ਮਾਰ ਕੇ ਪਾਰਟੀ 'ਚ ਬੈਠੇ ਰਹੋ ਫਿਰ ਤਾਂ ਠੀਕ ਹੈ। ਜੇ ਗਲਤ ਨੀਤੀਆਂ ਖਿਲਾਫ ਬੋਲੋਗੇ ਅਗਲੇ ਹਾਸ਼ੀ ਤੇ ਮਾਰਨਗੇ ਚੱਕ ਕੇ। ਇੱਦਾਂ ਹੀ ਮੀਡੀਆ 'ਚ ਹੁੰਦਾ। ਤੁਸੀਂ ਜਿਹੜੇ ਆਕਾ ਨੇ, ਆਪਣੇ ਮਾਲਕ ਨੇ, ਉਹਨਾਂ ਨੂੰ ਰੱਬ ਬਣਾਈ ਜਾਓ, ਉਹਨਾਂ ਨੂੰ ਅੰਨ ਦਾ ਤੇ ਕਹੀ ਜਾਓ, ਠੀਕ ਹੈ, ਉਹਨਾਂ ਦੇ ਮੁਤਾਬਕ ਚੱਲੋ। ਜੇ ਤੁਸੀਂ ਆਪਣੀ ਜ਼ਮੀਰ ਦੀ ਗੱਲ ਕਰੋਗੇ, ਜਰਨਲਿਜ਼ਮ ਦੀ ਗੱਲ ਕਰੋਗੇ, ਇੱਦਾਂ ਹੀ ਮੀਡੀਆ 'ਚ ਵੀ ਬਾਹਰ ਮਾਰਿਆ ਜਾਂਦਾ। ਇਹ ਹੁੰਦਾ ਬਾਈ ਜੀ, ਸਰਕਾਰਾਂ 'ਚ ਵੀ ਹੁੰਦਾ। ਆਪਣੇ ਪੰਜਾਬੀਆਂ ਦੀ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਵੀ ਇਹੀ ਤਰਾਸਦੀ ਰਹੂਗੀ ਵੀ ਆਪਾਂ ਨੂੰ ਕਿਤੇ ਨਾ ਕਿਤੇ ਹਾਸੀਏ ਤੇ ਆਪਾਂ ਨੂੰ ਮਹਿਸੂਸ ਕਰਾਇਆ ਜਾਂਦਾ ਵੀ ਤੁਸੀਂ ਨਹੀਂ, ਤੁਸੀਂ ਹਾਸੀਏ ਤੇ ਰਹੋ। ਪਰ ਫਿਰ ਵੀ ਆਪਾਂ ਸਲਾਮ ਕਰਦੇ ਜੀ ਖਹਿਰਾ ਸਾਹਿਬ ਨੂੰ ਵੀ, ਹੋਰ ਵੀ ਜਿਹੜੇ ਪੰਜਾਬੀ ਆ। ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਮੈਸੇਜ ਦੇਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਸੱਚਾਈ ਦਾ ਪੱਲਾ ਫੜ ਕੇ ਰੱਖਣਾ ਹੀ ਪੈਣਾ ਹੈ ਜੀ। ਆਪਾਂ ਦੇਖੋ, ਤੁਸੀਂ ਜਗਮੀਤ ਬਰਾੜ ਸਾਹਿਬ ਦੀ ਗੱਲ ਕਰੀ ਆ, ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਆ। ਮੈਂ ਉਹਨਾਂ ਦੀ ਵੀਡੀਓ ਸੁਣਦਾ ਨਾ, ਜਦੋਂ ਮੇਰੇ ਰੌਂਗਟੇ ਖੜੇ ਹੋ ਜਾਂਦੇ ਵੀ ਇੱਕ ਇੰਨਾ ਵਿਚਾਰਸ਼ੀਲ ਵਿਅਕਤੀ ਸਾਡੇ ਪੰਜਾਬ ਦੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ, ਪਾਰਟੀ ਨੋ ਆਪਾਂ ਕਹਿ ਸਕਦੇ ਨੋ, ਉਹਦਾ ਆਪਾਂ ਉਸ ਗਰੁੱਪ 'ਚ ਨਹੀਂ ਜਾਣਾ, ਪਰ ਉਹ ਪੰਜਾਬ ਦਾ ਇੱਕ ਇੰਨਾ ਵਿਕਾਸਸ਼ੀਲ, ਇੰਨੇ ਵਿਚਾਰਵਾਨ ਬੰਦੇ ਨੂੰ ਕਿਸੇ ਪਾਰਟੀ ਨੇ ਸੂੰਚੇ ਲਾਇਆ ਹੋਇਆ ਤੇ ਉਹਦੇ ਕੰਪੈਰੇਟਿਵਲੀ ਅਜਿਹੇ ਬੰਦੇ ਪੰਜਾਬ ਤੇ ਰਾਜ ਕਰਨ ਦੀਆਂ ਗੱਲਾਂ ਕਰ ਰਹੇ ਨੇ, ਜਿਨ੍ਹਾਂ ਦੇ ਸਿਆਸੀ ਸਮਝ ਉਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ। ਤਾਂ ਇਹ ਸਾਡੀ ਵੀ ਤਰਾਸਦੀ ਕਿਸੇ ਨਾ ਕਿਸੇ। ਅਸੀਂ ਵੀ ਕਿਤੇ ਸਮਝਣ 'ਚ ਕਿਤੇ ਨਾ ਕਿਤੇ ਮਤਲਬ ਆਪਾਂ ਪਿੱਛੇ ਰਹੇ ਆ ਵੀ ਕਿਹੜਾ ਬੰਦਾ ਸਾਡੀ ਸਾਡੀਆਂ ਮੰਗਾਂ ਨੂੰ ਦੇਖੋ। ਆਵਾਜ਼ ਏ ਪੰਜਾਬ, ਐਵੇਂ ਨਹੀਂ ਕਿਸੇ ਨੂੰ ਰੁਤਬਾ ਮਿਲਦਾ, ਆਵਾਜ਼ ਏ ਪੰਜਾਬ ਜੇ ਮਿਲਿਆ ਉਹ ਸ਼ਖਸ ਨੇ ਆਪਣੀ ਪਾਰਟੀ ਦੇ ਵਿੱਚ ਹੁੰਦੇ ਹੋਏ, ਐਡੀ ਵੱਡੀ ਪਾਰਟੀ ਦੇ ਵਿੱਚ ਹੁੰਦੇ ਹੋਏ, ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਤੇ ਆਪਣੇ ਆਕਾ ਨੂੰ ਚੈਲੰਜ ਕੀਤਾ। ਮੇਰੇ ਯਾਦ ਆ ਉਹਨਾਂ ਦਾ ਬਿਆਨ ਸੀ ਵੀ ਬਹੁਤ ਸਾਲ ਪਹਿਲਾਂ, ਮੇਰੀ 40 ਸਾਲ ਦੀ ਉਮਰ, ਅੱਜ ਤੋਂ 20 ਸਾਲ ਪਹਿਲਾਂ ਸ਼ਾਇਦ, ਉਹਨਾਂ ਦਾ ਬਿਆਨ ਸੀ ਵੀ ਕਾਂਗਰਸ ਹਾਈ ਕਮਾਂਡ ਨੂੰ ਮੰਨਣ ਦੀ ਲੋੜ ਹੈ ਜੀ। ਉਹ ਅੱਜ ਕੱਲ ਗੁਲਾਮ ਨਬੀ ਆਜ਼ਾਦ ਜਾਂ ਸੋ ਕਾਲਡ ਹੋਰ ਕਿੰਨੇ ਲੀਡਰ ਗੱਲ ਕਰ ਰਹੇ ਨੇ, ਹੁਣ ਕਹਿਣ ਲੱਗੇ ਨੇ ਤਾਂ ਹੀ ਕਾਂਗਰਸ ਹਾਸ਼ੀ ਤੇ ਆਈ ਹੈ। ਜੇ ਸੁਣੀ ਨਹੀਂ ਗਈ ਤਾਂ ਹੀ ਤਾਂ ਉਹ ਕਾਂਗਰਸ ਛੱਡ ਕੇ ਫਿਰ ਤੁਰਮੁਲ ਕਾਂਗਰਸ 'ਚ ਗਿਆ। ਹੁਣ ਇਹ ਕਰਦੇ ਨੇ, ਹਾਲਾਂਕਿ 40 ਸੀਟਾਂ ਤੇ ਆ ਗਈ ਉਹ ਕਾਂਗਰਸ ਜਿਹੜੀ ਕਦੇ ਐਡੀ ਬਹੁਮਤ 'ਚ ਹੁੰਦੀ ਸੀ। ਸੋ ਇਸ ਕਰਕੇ ਉੱਥੇ ਜਿਹੜੇ ਨੇ ਨਾ ਚਾਪਲੂਸੀ ਕਲਚਰ ਬਹੁਤ ਜ਼ਿਆਦਾ ਹੈ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਤੁਸੀਂ ਜੁੜਦੇ ਸਾਹਿਬ, ਇਸੇ ਤਰ੍ਹਾਂ ਡਟੇ ਰਹੋ, ਅਸੀਂ ਤੁਹਾਡੇ ਨਾਲ ਹਾਂ ਜੀ। ਥੈਂਕ ਯੂ ਧੰਨਵਾਦ। ਸੋ ਬਾਈ ਜੀ ਗਾਇਕ ਗੀਤਕਾਰ ਨੇ ਮਰ ਜਾਣਾ ਪਾਪੀ ਚੱਤੋਵਾਲੀਆ ਜੀ। ਚੱਤੋਵਾਲੀਆ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ ਟਵਾਣਾ ਸਾਹਿਬ ਤੇ ਸੁਰਿੰਦਰ ਬਾਈ ਦੋਵਾਂ ਵੀਰਾਂ ਨੂੰ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਮੈਂ ਬਾਈ ਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ ਤੇ ਬੜਾ ਆਨੰਦ ਆਉਂਦਾ ਸੁਣ ਕੇ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਉਦੋਂ ਪਹਿਲਾਂ ਮਾਫੀ ਪਹਿਲੇ ਮੰਗ ਲੈਣਾ ਕਿ ਕੋਈ ਨੀ ਮਾਫੀ ਵਾਲੀ ਕੋਈ ਗੱਲ ਨਹੀਂ।
ਬੜੇ ਸਕਾਲਰ ਆ, ਬੜੇ ਰਿਸਪੈਕਟਡ ਆ, ਪਰ ਇੱਕ ਥੋੜਾ ਜਿਹਾ ਕੰਸਰਨ ਜਿਹਾ ਬਣਦਾ ਕਿ ਜਦੋਂ ਤੁਸੀਂ ਨਾ ਦੋਨੇ ਵੀਰ ਡਿਸਕਸ਼ਨ ਦੇ ਰਹੇ ਹੁੰਦੇ ਆ, ਉਹਦੇ ਵਿੱਚ ਉਹ ਲਿੰਕ ਟੁੱਟ ਜਾਂਦਾ ਜਦੋਂ ਵਿਚਾਲਿਓਂ ਕਾਲ ਕਰ ਲੈਂਦੇ, ਜਾਂ ਤਾਂ ਅੱਗੇ ਪਿੱਛੇ ਕਰ ਲਿਆ ਕਰਨ, ਜਾਂ ਉਸ ਵੇਲੇ ਜਦੋਂ ਕਿ ਗੱਲਬਾਤ ਨਹੀਂ ਚੱਲਦੀ ਜਾਂ ਕਿੱਦਾਂ, ਕਿਉਂਕਿ ਉਹ ਥੋੜਾ ਜਿਹਾ ਨਾ ਤੇ ਮੇਰਾ ਖਿਆਲ ਹੈ ਤੁਸੀਂ ਵੀ ਇਹ ਮਹਿਸੂਸ ਕਰਦੇ ਹੋਵੋਗੇ ਕਿ ਨਾ ਤੇ ਤੁਹਾਨੂੰ ਉਹਨਾਂ ਮਜ਼ਾ ਆਉਂਦਾ ਹੋਣਾ ਤੇ ਨਾ ਸੁਣਨੇ ਵਾਲਿਆਂ ਨੂੰ, ਜਿਨ੍ਹਾਂ ਨੇ ਇੱਕ ਸਾਰ ਜਿਹੜੀ ਗੱਲ ਚੱਲਦੀ ਨਾ ਉਹਦੇ ਵਿੱਚ ਟੋਟੇ ਜਿਹੇ ਹੋ ਜਾਂਦੇ ਹੈਗੇ ਜੇ ਵੀਰ ਮੇਰੇ ਗੁੱਸਾ ਨਾ ਕਰਨ ਤੇ ਅੱਗੇ ਪਿੱਛੇ ਕਾਲ ਕਰ ਲੈਣ ਤੇ ਉਹਦੇ ਨਾਲ ਬੜਾ ਵਧੀਆ ਹੈ ਜੀ, ਕਿਉਂਕਿ ਪੂਰੀ ਗੱਲ ਦੀ ਮੈਸੇਜ ਰਿਲੇਟਡ ਕਾਲ ਹੁੰਦੀ ਹੈ ਸਬਜੈਕਟ ਨਾਲ, ਜਾਂ ਕਈ ਵਾਰੀ ਕੋਈ ਪੁੱਛਣਾ ਚਾਹੁੰਦਾ, ਆਪਣੇ ਕੋਲ ਟਾਈਮ ਖੁੱਲ੍ਹਾ ਹੁੰਦਾ। ਵੈਸੇ ਇਦਾਂ ਦੀ ਗੱਲ ਨਹੀਂ, ਆਪਾਂ ਸਾਰਾ ਜਿਹੜਾ ਖਜ਼ਾਨਾ ਤੁਹਾਡੇ ਅੱਗੇ ਲੈ ਕੇ ਰੱਖੀਦਾ, ਖੋਲ ਕੇ ਰੱਖੀਦਾ, ਜਿਹੜਾ ਸਾਰਾ ਕੁਛ ਡਿਸਕਸ਼ਨ, ਇਸੇ ਕਰਕੇ ਤਾਂ ਟਾਈਮ ਵੀ ਖੁੱਲ੍ਹਾ ਰੱਖਿਆ, ਕੋਈ ਗੱਲ ਨਹੀਂ, ਪਰ ਫਿਰ ਵੀ ਟਰਾਈ ਕਰਾਂਗੇ ਚੱਤੋਵਾਲੀ ਸਾਹਿਬ, ਕੋਈ ਨਹੀਂ। ਥੈਂਕ ਯੂ, ਮਿਹਰਬਾਨੀ। ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਚੱਤੋਵਾਲੀ ਸਾਹਿਬ, ਥੈਂਕ ਯੂ। ਸੋ ਬਿਲਕੁਲ, ਜੇ ਖਾਸ ਕਰਕੇ ਰਿਲੇਟਡ ਸਵਾਲ ਹੋਵੇ ਤਾਂ ਕੋਈ ਦਿੱਕਤ ਨਹੀਂ ਹੈ, ਪਰ ਇਹ ਹੈ ਵੀ ਸਵਾਲ ਪੁੱਛਣੇ ਵੀ ਤੁਹਾਡਾ ਅਧਿਕਾਰ ਹੈ। ਜੇ ਅਸੀਂ ਆਪੇ ਮਨ ਕੀ ਬਾਤ ਕਰਕੇ ਚਲੀ ਜਾਈਏ ਤਾਂ ਉਹ ਵੀ ਕੋਈ ਸਵਾਲ ਨਹੀਂ ਬਣਦਾ। ਸਾਨੂੰ ਵੀ ਰੌਚਕਤਾ ਜਦੋਂ ਬਣ ਜਾਂਦੀ ਹੈ, ਜਦੋਂ ਸਰੋਤੇ ਸਵਾਲ ਕਰਦੇ ਆ, ਸਾਨੂੰ ਵੀ ਲੱਗਦਾ ਹੈ ਜਿਵੇਂ ਹੁਣ ਬਾਈ ਜੀ ਢਿੱਲੋਂ ਸਾਹਿਬ ਦੀ ਮਾਨਸਾ ਤੋਂ ਆਈ, ਚੱਤੋਵਾਲੀ ਸਾਹਿਬ ਦੀ ਕੈਨੇਡਾ ਤੋਂ ਆਈ, ਮਹਿਪਲਾਂ ਦੇ ਦੇਸ਼ ਕਿਤੇ ਪਿੱਪਲਾਂ ਦੇ ਦੇਸ਼। ਸੋ ਸਾਨੂੰ ਵੀ ਅੱਛਾ ਲੱਗਦਾ ਕਿ ਹਾਂ ਪੂਰੀ ਦੁਨੀਆ 'ਚ ਲੋਕ ਸਾਡੇ ਨਾਲ ਜੁੜ ਰਹੇ ਨੇ। ਸੋ ਥੋੜ੍ਹੀ ਜਿਹੀ ਕੋਈ ਨਹੀਂ, ਵੀ ਵਿਲ ਟਰਾਈ ਕੰਟੀਨਿਊ। ਸੁਰਿੰਦਰ ਜੀ, ਆਪਣੀ ਗੱਲਬਾਤ ਚੱਲ ਰਹੀ ਸੀ, ਪਲੀਜ਼ ਕਰੋ ਕੰਟੀਨਿਊ ਜੀ। ਟਵਾਣਾ ਸਾਹਿਬ, ਮੈਂ ਗੱਲ ਕਰ ਰਿਹਾ ਸੀ ਕਿ ਕਾਂਗਰਸ ਦੀ ਸਰਕਾਰ, ਖਾਸ ਕਰ ਜਿੰਨੀ ਦੇਰ ਇੰਦਰਾ ਗਾਂਧੀ ਦੀ ਸਰਕਾਰ ਰਹੀ, ਉਹਦੇ 'ਚ ਚਾਹੇ ਪੰਜਾਬ ਦੀ ਸਰਕਾਰ ਸੀ, ਚਾਹੇ ਉਹਦੇ 'ਚ ਜੰਮੂ ਕਸ਼ਮੀਰ ਦੀ ਸੀ, ਇੱਥੋਂ ਤੱਕ ਕਿ ਐਨਟੀ ਰਾਮਾ ਰਾਓ ਦੀ ਆਂਧਰਾ ਪ੍ਰਦੇਸ਼ 'ਚ ਸਰਕਾਰ ਜਿਹੜੀ ਸੀ, ਉਹਨੂੰ ਵੀ ਤੋੜਨ ਦਾ ਜਿਹੜਾ ਉਹ ਨਿਰਣਾ ਲੈ ਲਿਆ ਸੀ। ਟਵਾਣਾ ਸਾਹਿਬ, ਵੱਡੀਆਂ ਹਾਲਾਤਾਂ ਕੀ ਨੇ ਕਿ ਕਾਂਗਰਸ ਦੀ ਜਿੱਥੇ ਪੈਰ ਨਹੀਂ ਸੀ ਲੱਗਦੇ, ਉੱਥੇ 5 MLA ਜਿਸ ਵਿਅਕਤੀ ਕੋਲ ਨਹੀਂ ਸੀ, ਐਨਟੀ ਰਾਮਾ ਰਾਓ ਦੇ ਬਰਾਬਰ ਉਹਨੂੰ ਖੜਾ ਕਰ ਦਿੱਤਾ। ਉਹਦਾ ਨਜ਼ਦੀਕੀ ਰਿਸ਼ਤੇਦਾਰ ਸੀ, ਉਹਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਿਫਾਰਿਸ਼ ਕਰਤੀ। ਐਨਟੀ ਰਾਮਾ ਰਾਓ ਸਾਰੇ ਦੇ ਸਾਰੇ MLA ਲੈ ਕੇ ਸਟੇਟ ਤੋਂ ਬਾਹਰ ਨਿਕਲ ਗਿਆ। ਜਿੱਧਰ ਬਹੁਮਤ ਸਾਬਤ ਕਰਨਾ ਸੀ, ਉਸ ਦਿਨ ਜਿਹੜਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਐਨਟੀ ਰਾਮਾ ਰਾਓ ਨੂੰ ਲਾ ਕੇ ਬਣਾਇਆ ਗਿਆ ਸੀ, ਟਵਾਣਾ ਸਾਹਿਬ, ਉਹ ਸਰੈਂਡਰ ਕਰਕੇ ਭੱਜ ਗਿਆ। ਇਹ ਹਾਲਾਤਾਂ ਨਹੀਂ, ਕੇਂਦਰ 'ਚ ਜਿਹੜੀ ਮਰਜ਼ੀ ਸਰਕਾਰ ਬੈਠ ਗਈ, ਅਸੀਂ ਕਹਿੰਦੇ ਹਾਂ ਕਾਂਗਰਸ ਕਰਦੀ ਸੀ ਬੜਾ ਕੁਛ, ਅੱਜ ਕਿਹੜਾ ਘੱਟ ਹੋ ਰਿਹਾ, ਉਹੀ ਕੁਛ ਆ। ਟਵਾਣਾ ਸਾਹਿਬ, ਜਦੋਂ ਕਾਂਗਰਸ ਦੀ ਡਾਕਟਰ ਮਨਮੋਹਨ ਸਿੰਘ ਵਾਲੀ ਸਰਕਾਰ ਸੀ, ਸੁਪਰੀਮ ਕੋਰਟ ਦੀ ਟਿੱਪਣੀ ਸੀ ਕਿ CBI ਪਿੰਜਰੇ ਦਾ ਤੋਤਾ ਹੈ, ਕਿਉਂਕਿ ਜਿਹੜਾ ਦਿੱਲੀ 'ਚ ਸਿੱਖ ਕਤਲੇਆਮ ਹੋਇਆ ਸੀ, ਉਹਦੇ ਅਗੇਂਸਟ ਜਿਸ ਤਰ੍ਹਾਂ 12 ਕਮਿਸ਼ਨ ਬੈਠ ਗਏ। ਟਵਾਣਾ ਸਾਹਿਬ, ਹਾਂਜੀ, ਤੁਹਾਡੀ ਗੱਲ ਵਿਚਾਲੇ ਆ, ਇਹ ਕਿਸੇ ਹੋਰ ਨੇ ਨਹੀਂ ਕਿਹਾ, CBI ਦਾ ਡਾਇਰੈਕਟਰ ਰਣਜੀਤ ਸਿਨਹਾ ਨੇ ਆਖਿਆ ਸੀ ਕਿ CBI ਪਿੰਜਰੇ ਦਾ ਤੋਤਾ ਹੈ ਨਾ, ਹੋਰ ਨੇ ਕਿਹਾ ਹੁੰਦਾ ਤਾਂ ਵੀ ਗੱਲ ਵੱਖਰੀ ਹੈ। ਨਹੀਂ, ਟਵਾਣਾ ਸਾਹਿਬ, ਉਹਨਾਂ ਤਾਂ ਕਿਹਾ ਸੀ। ਉਸ ਤੋਂ ਪਹਿਲਾਂ ਜਿਸ ਵੇਲੇ ਦਿੱਲੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਦਿੱਲੀ ਜਿਸ ਵੇਲੇ ਸੱਜਣ ਕੁਮਾਰ ਜਿਹੜਾ ਸੀ, ਉਹਨੂੰ ਸੈਸ਼ਨ ਕੋਰਟ ਵੱਲੋਂ ਬਰੀ ਕੀਤਾ ਗਿਆ ਸੀ, ਉਸ ਵੇਲੇ ਬੜਾ ਵੱਡਾ ਵਾਵੇਲਾ ਇਕੱਠਾ ਹੋਇਆ ਸੀ। ਉੱਥੇ ਬੜਾ ਵੱਡਾ ਅਕਾਲੀ ਦਲ ਨੇ, SGPC ਤੇ ਦਿੱਲੀ ਕਮੇਟੀ ਨੇ ਇਕੱਠ ਕੀਤਾ ਸੀ। ਉੱਥੇ ਬਕਾਇਦਾ ਉਸ ਵੇਲੇ, ਉਸੇ ਦਿਨ ਦਾ ਮੈਨੂੰ ਯਾਦ ਆ ਅੱਜ ਤੱਕ, ਸੁਪਰੀਮ ਕੋਰਟ ਦਾ ਵਰਡਿਕਟ ਸੀ। ਇਹ ਉਸ ਵੇਲੇ ਟਿੱਪਣੀ ਸੀ ਸੁਪਰੀਮ ਕੋਰਟ ਦੀ ਕਿ ਇਹ CBI ਜਿਹੜੀ ਪਿੰਜਰੇ ਦਾ ਤੋਤਾ, ਬਕਾਇਦਾ ਅਕਾਲੀ ਦਲ ਦੀ, SGPC ਦੀ ਤੇ ਦਿੱਲੀ ਕਮੇਟੀ ਦੀ ਉੱਥੇ ਜਿਹੜੀ ਚੱਲ ਰਹੀ ਸੀ ਉਸ ਵੇਲੇ ਕਾਨਫਰੰਸ, ਉਹਦੇ 'ਚ ਅਨਾਉਂਸ ਕੀਤਾ ਗਿਆ ਸੀ। ਕੀਤਾ ਵੀ ਵਿਕਰਮ ਮਜੀਠੀਏ ਵੱਲੋਂ ਗਿਆ ਸੀ। ਸਟੇਟ ਸਕੱਤਰ ਦੀ ਜ਼ਿੰਮੇਵਾਰੀ ਜਿਹੜੀ ਸੀ ਵਿਰਸਾ ਸਿੰਘ ਵਲਟੋਆ ਕੋਲੇ ਸੀ। ਉਸ ਵੇਲੇ ਕੀਤਾ ਗਿਆ ਸੀ ਕਿ CBI ਨੇ ਹੁਣੇ ਟਿੱਪਣੀ ਕੀਤੀ ਆ ਕਿ CBI ਜਿਹੜੀ ਆ ਉਹ ਦੂਸਰਾ ਪਿੰਜਰੇ ਦਾ ਤੋਤਾ ਵਾ। ਇਸ ਕਰਕੇ ਟਵਾਣਾ ਸਾਹਿਬ, ਅੱਜ ਦੇ ਹਾਲਾਤ ਵੀ ਉਹੀ ਹੈ ਟਵਾਣਾ ਸਾਹਿਬ, ਚਾਹੇ ਉਹਦੇ 'ਚ NIA ਹੋਵੇ, ਚਾਹੇ ਉਹਦੇ 'ਚ CBI ਹੋਵੇ, ਚਾਹੇ IB ਹੋਵੇ, ਤੇ ਚਾਹੇ ਉਹਦੇ 'ਚ ਦੂਸਰਾ ਇਨਕਮ ਟੈਕਸ ਹੋਵੇ, ਤੇ ਚਾਹੇ ED ਹੋਵੇ। ਟਵਾਣਾ ਸਾਹਿਬ, ਸਾਰਿਆਂ ਦਾ ਇੱਕੋ ਹੀ ਹਾਲ ਆ, ਕਿਉਂਕਿ ਕੇਂਦਰ ਦੇ ਇਸ਼ਾਰੇ ਤੋਂ ਬਗੈਰ ਚੱਲ ਨਹੀਂ ਸਕਣਾ। ਤੇ ਟਵਾਣਾ ਸਾਹਿਬ, ਇੰਨੀਆਂ ਏਜੰਸੀਆਂ ਤੁਸੀਂ ਜਿਹਦੇ ਮਗਰ ਮਰਜ਼ੀ ਪਾ ਦਿਓ, ਤੇ ਜਿਹਦੇ ਮਗਰ ਪਾ ਦੋਗੇ ਉਹਦਾ ਬਚੂਗਾ ਕੀ? ਇਹ ਵੀ ਆਪਾਂ ਨੂੰ ਪਤਾ, 5 ਸਾਲ 7 ਸਾਲ 10 ਸਾਲ ਕੇਸ ਲਟਕੂਗਾ, ਨਿਕਲਣਾ ਉਹਦੇ 'ਚੋਂ ਕੱਖ ਨਹੀਂ ਹੈ। ਠੀਕ ਹੈ, ਐਵੀਡੈਂਸ ਚਾਹੀਦਾ, ਐਵੀਡੈਂਸ ਤੁਹਾਡੇ ਕੋਲ ਹੋਏਗਾ ਨਹੀਂ। ਜਦੋਂ ਐਵੀਡੈਂਸ ਨਹੀਂ ਹੋਏਗਾ ਤਾਂ ਹੋਣਾ ਕੁਛ ਨਹੀਂ ਹੈ। ਠੀਕ ਹੈ, ਕੋਈ ਰੇਅਰ ਕੇਸ ਹੁੰਦਾ ਜਿੱਥੇ ਵਿਦਆਊਟ ਐਵੀਡੈਂਸ ਜਿਹੜਾ ਪਨਿਸ਼ਮੈਂਟ ਦੇ ਦਿੱਤੀ ਜਾਂਦੀ, ਨਹੀਂ ਤਾਂ ਮੋਸਟਲੀ ਟਵਾਣਾ ਸਾਹਿਬ ਨਹੀਂ ਹੋਇਆ ਕਰਦੀ। ਤੇ ਜਦੋਂ ਸਜ਼ਾ ਨਹੀਂ ਹੋਣੀ, ਤੁਸੀਂ ਠੀਕ ਆ ਬੰਦੇ ਨੂੰ ਹਰਾਸਤਾ ਕਰੋਗੇ ਨਾ। ਹੁਣ ਟਵਾਣਾ ਸਾਹਿਬ ਦੇਖੋ, ਜੋ ਮਰਜ਼ੀ ਸੀ, ਸੁਖਪਾਲ ਖਹਿਰਾ ਦੇ ਚੰਡੀਗੜ੍ਹ 5 ਸੈਕਟਰ ਉਹਦੀ ਕੋਠੀ ਤੇ ਦੂਸਰਾ ਰੇਡ ਕੀਤੀ ਗਈ ਆ। ਉਹਦੇ
ਘਰ ਕੀਤੀ ਗਈ ਹੈ, ਜਿਹੜਾ ਰਾਮਗੜ੍ਹ ਪਿੰਡ ਆ ਭਲੱਥ ਹਲਕੇ 'ਚ, ਉੱਥੇ ਕੀਤੀ ਗਈ। ਦਿੱਲੀ ਉਹਦੇ ਰਿਸ਼ਤੇਦਾਰਾਂ ਦੇ ਕੀਤੀ ਗਈ, ਉਹਦੀ ਧੀ ਦਾ ਘਰ ਆ, ਉਹਨਾਂ ਦੇ ਕੀਤੀ ਗਈ। ਉਹਦਾ ਜਿਹੜਾ PA ਦਾ ਉੱਥੇ। ਇਹ ਵੀ ਪਤਾ ਲੱਗਿਆ ਕਿ ਅਜੇ ਤੱਕ ਪੂਰੀ ਡਿਟੇਲ ਨਹੀਂ ਆਈ, ਪੰਜਾਬ 'ਚ ਤਕਰੀਬਨ 10 ਥਾਵਾਂ ਦੇ ਉੱਤੇ ED ਦੀ ਜਿਹੜੀ ਉਹ ਰੇਡ ਹੋਈ ਆ। ਕਿਹਦੇ ਹੋਰ ਹੋਈ ਆ ਪਤਾ ਨਹੀਂ ਅਜੇ ਤੱਕ। ਇੱਥੋਂ ਤੱਕ ਟਵਾਣਾ ਸਾਹਿਬ ਜਸਟਿਸ ਰਣਜੀਤ ਸਿੰਘ ਆ, ਸੁਖਪਾਲ ਖਹਿਰੇ ਦਾ ਸਕਾ ਭਣਵਈਆ ਸੀਗਾ, ਠੀਕ ਹੈ, ਅੱਜ ਕੱਲ ਰਿਟਾਇਰ। ਜਿਸ ਵੇਲੇ ਜਿਹੜਾ ਬਾਈਬਲ ਕਲਾਂ ਤੇ ਦੂਸਰਾ ਆਪਣੇ ਜਾਂਚ ਕਮੇਟੀ ਦੇ ਚੀਫ ਸੀਗੇ ਜਸਟਿਸ ਰਣਜੀਤ ਜੀ, ਕੋਟਕਪੂਰੇ ਵਾਲੇ 2 ਇੰਸੀਡੈਂਟ, ਉਸ ਜਾਂਚ ਕਮੇਟੀ ਦੇ ਉਹ ਦੂਸਰਾ ਚੇਅਰਮੈਨ ਸੀਗੇ ਉਸ ਪੂਰੀ ਦੀ। ਉਹ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਉੱਥੇ ਪਹੁੰਚੇ ਤੇ ਉਹਨਾਂ ਨੂੰ ਵੀ ਐਂਟਰ ਨਹੀਂ ਹੋਣ ਦਿੱਤਾ। ਉਹ ਵੱਖਰੀ ਗੱਲ ਆ ਕਿ ਸੁਖਪਾਲ ਖਹਿਰਾ ਸੋਸ਼ਲ ਮੀਡੀਆ ਤੇ ਆਉਣ ਦਾ ਬਹੁਤ ਸ਼ੌਕੀਨ ਹੁੰਦਾ, ਆਪਾਂ ਨੂੰ ਪਤਾ ਕਿ ਰੋਜ਼ਾਨਾ 1-2 ਵੀਡੀਓ ਨਾ ਪਾਵੇ ਤੇ ਉਹਨੂੰ ਵੀ ਚੈਨ ਨਹੀਂ ਆਉਂਦੀ, ਪਰ ਉਹਨੇ ਉਹਨਾਂ ਦੇ ਫੋਨ ਪਕੜਦਿਆਂ ਕਿਸੇ ਤਰੀਕੇ ਨਾਲ ਇੱਕ ਵਾਰੀ ਮੀਡੀਆ ਨੂੰ ਇਨਫੋਰਮ ਕਰ ਦਿੱਤਾ ਕਿ ਭਾਈ ਮੇਰੇ ਘਰੇ ED ਦੀ ਰੇਡ ਹੋ ਗਈ। ਟਵਾਣਾ ਸਾਹਿਬ ਆਪਾਂ ਲਾਈਵ ਸੀ ਸਵੇਰੇ, ਤੇ ਆਪਣੇ ਲਾਈਵ ਹੁੰਦਿਆਂ ਤੇ ਹੀ ਉਸ ਵੇਲੇ ਆਪਾਂ ਨੂੰ ਜਿਹੜੀ ਆ ਉਹ ਅਪਡੇਟ ਆ ਗਈ ਸੀ ਕਿ ਉਹਦੇ ਘਰੇ ਰੇਡ ਹੋ ਗਈ ਆ। ਆਪਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਰਾਤ ਦੀ ਹੋਈ ਆ ਕਿ ਹੁਣੇ ਹੋਈ ਆ। ਤੁਸੀਂ ਦੇਖੋ ਕਿ ਕਿੱਡੀ ਜਲਦੀ ਆਪਾਂ ਨੂੰ ਆਈ, ਆਪਾਂ ਲਾਈਵ ਹੋਏ ਉਸੇ ਵੇਲੇ 7:30 ਪੌਣੇ 8 ਆਈ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਆ ਗਈ ਹੈ ਗੱਲ। ਇਸ ਕਰਕੇ ਟਵਾਣਾ ਸਾਹਿਬ ਗੱਲ ਇਹ ਆ ਕਿ ਜਿੰਨੇ ਮਰਜ਼ੀ ਹੱਥ ਕੰਡੇ ਕੇਂਦਰ ਸਰਕਾਰ ਅਪਣਾ ਲੈ, ਜੋ ਕੁਛ ਮਰਜ਼ੀ ਕਰ ਲਵੇ, ਗੱਲ ਇਹ ਆ ਕਿ ਮੇਨ ਮੁੱਦਾ ਕਿਸਾਨੀ ਅੰਦੋਲਨ ਨੂੰ ਖਿਲਾਰਨ ਦਾ, ਠੀਕ ਹੈ, ਉਹਨੂੰ ਕਿਸ ਤਰੀਕੇ ਨਾਲ ਖਿਲਾਰਨਾ, ਉਹਦੇ ਲਈ ਸਾਰੇ ਹੱਥ ਕੰਡੇ ਅਪਣਾਏ ਜਾਂਦੇ ਆ। 26 ਵਾਲੀ ਘਟਨਾ OVSA ਨਾਲ ਸੰਬੰਧਿਤ ਸੀ, ਨਵਰੀਤ ਸਿੰਘ ਦੀ ਵਿਚਾਰੇ ਦੀ ਸ਼ਹਾਦਤ ਹੁੰਦੀ OVSA ਨਾਲ ਸੰਬੰਧਿਤ ਸੀ। ਜੀ ਸੁਰਿੰਦਰ, ਇਸ ਵਕਤ ਆਪਣੇ ਨਾਲ ਬਾਈ ਜੀ ਪਰਮਜੀਤ ਸਿੰਘ ਬਨਵੈਤ ਜੁੜੇ ਨੇ ਆਸਟ੍ਰੇਲੀਆ ਤੋਂ। ਬਨਵੈਤ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਆਪ ਜੀ ਨੂੰ, ਸੁਰਿੰਦਰ ਜੀ ਨੂੰ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿਣਾ ਚਾਹਾਂਗਾ ਟਵਾਣਾ ਸਾਹਿਬ, ਦੇਖੋ ਜਿਨ੍ਹਾਂ ਕੋਲ ਪਾਵਰ ਨੇ, ਜਿਸ ਤਰ੍ਹਾਂ ਸੁਰਿੰਦਰ ਜੀ ਦੱਸ ਰਹੇ ਨੇ, ਔਰ ਜੋ ਇਸ ਸਮੇਂ ਪ੍ਰੈਜ਼ੈਂਟ ਦੇ ਅੰਦਰ ਜੋ ਵੀ ਹੋ ਰਿਹਾ ਹੈਗਾ, ਮਿਸਯੂਜ਼ ਕਹਿ ਲਓ, ਯੂਜ਼ ਕਹਿ ਲਓ, ਉਸ ਪਾਵਰਸ ਦਾ, ਤੇ ਜਗ੍ਹਾ ਜਗ੍ਹਾ ਭਾਵੇਂ ਤਾਪਸੀ ਪੰਨੂ ਹੈ ਜਾਂ ਦੂਸਰਾ ਭਾਸਕਰ ਨੇ ਜਾਂ ਕੋਈ ਵੀ NIA ਦੇ ਨੋਟਿਸ ਨੇ ਵਗੈਰਾ ਵਗੈਰਾ, ਜੋ ਵੀ ਹੋ ਰਿਹਾ ਜੀ, ਕਿਆ ਇਹ ਸਿਰਫ ਆਪਣੇ ਆਪ ਨੂੰ ਸੱਤਾ ਦਾ ਮਿਸਯੂਜ਼ ਨਹੀਂ ਆਪਾਂ ਕਹਿ ਸਕਦੇ ਹੈਗੇ? ਇਹ ਲੋਕਤੰਤਰ ਹੈ ਜਾਂ ਰਾਜਿਆਂ ਦਾ ਕਿਸੇ ਦਾ ਤੰਤਰ ਹੈਗਾ ਕਿ ਜਿਹੜਾ ਵੀ ਕੋਈ ਮੇਰੇ ਖਿਲਾਫ ਬੋਲੇ ਤੇ ਉਸਨੂੰ ਕੁਚਲਣ ਲਈ ਕਿਸੇ ਵੀ ਡਿਪਾਰਟਮੈਂਟ ਨੂੰ ਯੂਜ਼ ਕਰਕੇ ਉਹਦੇ ਮਗਰ ਲਗਾ ਦਿਓ, ਜਦ ਕਿ ਜੇ ਕੋਈ ਫੇਵਰ ਚ ਬੋਲੇ ਤੇ ਉਸ ਨੂੰ ਉਹਦੇ ਪਿਛਲੇ ਸਾਰੇ ਕੁਕਰਮ ਜਿੰਨੇ ਵੀ ਸੀਗੇ ਉਹਨਾਂ ਨੂੰ ਸਾਫ਼ ਕਰਕੇ ਆਪਣੀ ਪਾਰਟੀ ਚ ਸ਼ਾਮਲ ਕਰ ਲਵੋ ਤੇ ਉਸਨੂੰ ਦੁੱਧ ਦਾ ਧਲਿਆ ਦੱਸਣਾ ਸ਼ੁਰੂ ਕਰ ਦਵੋ। ਇਹ ਕਿਹੋ ਜਿਹਾ ਤੰਤਰ ਬਣ ਗਿਆ ਜੇ ਭਾਰਤ ਦੇ ਅੰਦਰ? ਦੇਖ ਕੇ ਹੈਰਾਨੀ ਹੁੰਦੀ ਹੈ, ਸੁਣ ਕੇ ਹੈਰਾਨੀ ਹੁੰਦੀ ਹੈ ਵੀ ਇਹ ਮੁਲਕ ਕਿੱਧਰ ਨੂੰ ਜਾ ਰਿਹਾ, ਤੇ ਜਨਤਾ ਕਿਆ ਇੰਨੀ ਹੀ ਮਤਲਬ ਉਹ ਭੋਲੀ ਹੈ ਜਾਂ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਹੈਗੀ ਕਿ ਉਹ ਆਵਾਜ਼ ਚੱਕਣ, ਉਹ ਪ੍ਰੋਟੈਸਟ ਕਰਨ ਸਾਰੇ ਜਣੇ ਮਿਲ ਜੁਲ ਕੇ ਵੀ ਇਹ ਮੁਲਕ ਨੂੰ ਤੁਸੀਂ ਸਮਝ ਕੀ ਲਿੱਤਾ? ਜਿਹੜੀ ਆਜ਼ਾਦੀ ਵਾਸਤੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਤੇ ਜੇ ਅੱਜ ਫੇਰ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਅੱਗੇ ਜਨਤਾ ਨਹੀਂ ਆਏਗੀ ਤੇ ਮੁਲਕ ਤੇ ਹੋਰ ਪਿੱਛੇ ਚਲਾ ਜਾਏਗਾ। ਮੈਂ ਦੂਸਰਾ ਸਵਾਲ ਆਪ ਜੀ ਤੋਂ ਪੁੱਛਣਾ ਚਾਹਾਂਗਾ, ਸੁਰਿੰਦਰ ਜੀ ਤੋਂ ਵੀ, ਕਿ ਜੇ ਕੋਈ ਬੰਦਾ ਜਿਹੜਾ ਕਿ ਇੱਕ ਸਰਕਾਰੀ ਅਹੁਦੇ ਦੇ ਉੱਤੇ ਬੈਠਾ ਹੋਇਆ ਹੈਗਾ ਔਰ ਉਸ ਪਦ ਦਾ ਮਿਸਯੂਜ਼ ਕਰਦਾ ਹੋਵੇ, ਤੇ ਉਹਦੇ ਲਈ ਕਿਉਂ ਨਹੀਂ ਕਿਸੇ ਵੀ ਡਿਪਾਰਟਮੈਂਟ ਵੱਲੋਂ ਇਨਕੁਆਇਰੀ ਕੀਤੀ ਜਾਂਦੀ? ਜੇ ਬੰਗਾਲ 'ਚ ਜਾ ਕੇ ਮੋਦੀ ਸਾਹਿਬ ਪ੍ਰਚਾਰ ਕਰ ਸਕਦੇ ਨੇ, ਉਹ ਕਿਸ ਦਾ ਪ੍ਰਚਾਰ ਕਰ ਰਹੇ ਨੇ? ਇਲੈਕਸ਼ਨਾਂ ਦਾ, ਭਾਰਤੀ ਜਨਤਾ ਪਾਰਟੀ ਦਾ। ਤੇ ਜੇ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰਕ ਉੱਥੇ ਜਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਦਾ ਹੈਗਾ ਇਲੈਕਸ਼ਨਾਂ ਦੇ ਅੰਦਰ, ਤੇ ਉਹ ਸਰਕਾਰੀ ਅਹੁਦੇ ਦੇ ਕਿਉਂ ਫਿਰ ਮਿਸਯੂਜ਼ ਕਰੇ? 3 ਹੈਲੀਕਾਪਟਰ ਜਾਂਦੇ ਨੇ ਉਸ ਦੇ ਲਈ ਉੱਥੇ ਬੰਗਾਲ ਦੇ ਅੰਦਰ ਲੈ ਕੇ, ਤੇ ਉਹ ਖਰਚਾ ਕਿਹਦਾ ਚੱਲਦਾ ਜੇ? ਨਾਲੇ ਇੱਕ ਇੰਪ੍ਰੈਸ਼ਨ ਵੀ ਜਾਂਦਾ ਨਾ ਵੈਸੇ ਕਿ ਪ੍ਰਧਾਨ ਮੰਤਰੀ ਕੰਪੇਨ ਕਰਨ ਆਇਆ, ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹਦਾ ਇੱਕ ਸੰਵਿਧਾਨਕ ਅਹੁਦਾ ਹੈ, ਉਹ ਉੱਥੇ ਪਾਰਟੀ ਵਿਸ਼ੇਸ਼ ਹੋ ਕੇ ਇੱਕ ਸੂਬੇ ਦੀ ਮੁੱਖ ਮੰਤਰੀ ਨੂੰ ਦੀਦੀ ਕਹਿੰਦਾ, ਭੰਡਦਾ, ਉਹ ਪ੍ਰਭਾਵ ਤਾਂ ਪ੍ਰਧਾਨ ਮੰਤਰੀ ਦਾ ਜਾਂਦਾ ਨਾ। ਉਹ ਮਤਲਬ ਠੀਕ ਹੈ ਕਿ ਪਾਰਟੀ ਦਾ ਪ੍ਰਮੁੱਖ ਹੈ, ਤੇ ਇਹ ਮਤਲਬ ਪ੍ਰੋਬਲਮ ਤੇ ਆਏਗੀ ਰੂਲਿੰਗ ਪਾਰਟੀ ਜਾਂ ਜੋ ਵੀ ਹੈ। ਵੈਸੇ ਮਨਮੋਹਨ ਸਿੰਘ ਨੇ ਇੰਨਾ ਪ੍ਰਚਾਰ ਨਹੀਂ ਸੀ ਕੀਤਾ ਪਾਰਟੀ ਦੇ ਲਈ ਜਾ ਕੇ ਜਗ੍ਹਾ ਜਗ੍ਹਾ, ਕਿ ਹਰ ਇਲੈਕਸ਼ਨ, ਕਾਰਪੋਰੇਸ਼ਨ ਇਲੈਕਸ਼ਨ 'ਚ ਵੀ ਜਾ ਕੇ ਪ੍ਰਚਾਰ ਕਰਦੇ ਮੋਦੀ ਸਾਹਿਬ ਤਾਂ, ਤੇ ਪਰ ਮਨਮੋਹਨ ਸਿੰਘ ਨੇ ਇੰਨਾ ਪ੍ਰਚਾਰ ਕੀਤਾ ਸੀ ਆਪਣਾ ਜਦੋਂ PM ਸੀਗੇ? ਨਹੀਂ ਕੀਤਾ ਸੀ ਉਹਨਾਂ ਨੇ। ਜੀ ਟਿਵਾਣਾ ਸਾਹਿਬ, ਤਾਂ ਹੀ ਉਹਨਾਂ ਦਾ ਨਾਮ ਰੱਖ ਦਿੱਤਾ ਸੀ ਮਨਮੋਹਨ ਸਿੰਘ ਤੋਂ ਮੋਹਨ, ਵੀ ਮੋਹਨ ਹੀ ਰਹਿੰਦੇ ਨੇ।
ਇਹਨਾਂ ਨੂੰ ਇੰਨਾ ਨਹੀਂ ਸਮਝ ਆਈ ਜਿਹੜਾ ਬੰਦਾ ਘੱਟ ਬੋਲਦਾ ਉਹਦੇ ਕੰਮ ਬੋਲਦੇ ਸਨ। ਇੱਥੇ ਬੰਦਾ ਵੱਧ ਬੋਲਦਾ ਜੇ ਉਹਦੇ ਕੰਮ ਹੈ ਕੋਈ ਨਹੀਂ, ਉਹਦੇ ਕੰਮ ਇੰਨੇ ਨਹੀਂ, ਸਿਰਫ ਕੁਚਲ ਦੋ ਹਰੇਕ ਨੂੰ ਜਿਹੜਾ ਮੇਰੇ ਖਿਲਾਫ ਬੋਲੇ। ਨਾਲੇ ਉਹ ਤਾੜੀ ਮਾਰ ਗੱਲਾਂ ਕਰਦੇ ਨੇ, ਹਾਲਾਂਕਿ ਪਬਲਿਕ ਦੇ ਵਿੱਚ ਤਾੜੀ ਮਾਰ ਕੇ ਗੱਲ ਕਰਨਾ ਸਾਡੇ ਸੱਭਿਆਚਾਰ ਸਲੀਕੇ 'ਚ ਅੱਛਾ ਨਹੀਂ ਹੈ। ਤੁਸੀਂ ਧਾਰਮਿਕ ਸਥਾਨ 'ਚ ਤਾੜੀ ਮਾਰੋ ਵੈਸੇ ਹੀ ਬੁਰਾ ਲੱਗਦਾ ਹੈ, ਤੇ ਉਹ ਤਾੜੀ ਮਾਰ ਕੇ ਚੁਟਕੀ ਵਜਾ ਕੇ ਗੱਲ ਕਰਦੇ ਨੇ ਪਿੱਛੋਂ ਹਾ ਕਦੇ ਅੰਦੋਲਨ ਜੀਵੀ ਦੱਸਦੇ ਨੇ, ਕਦੇ ਕੁਛ ਦੱਸਦੇ ਨੇ ਪਿੱਛੋਂ, ਫਿਰ ਉਹਨੂੰ ਜਸਟੀਫਾਈ ਕਰੀ ਜਾਂਦੇ ਨੇ। ਜੀ ਬਿਲਕੁਲ ਟਿਵਾਣਾ ਸਾਹਿਬ, ਤੁਸੀਂ ਜਿਹੜੀ ਹੁਣ ਮੈਨੂੰ ਇੱਕ ਮਿੰਟ ਹੋਰ ਦਿਓ ਪਲੀਜ਼। ਤੇ ਹਾਂਜੀ ਮੈਂ ਗੱਲ ਕਰਨਾ ਚਾਹਾਂਗਾ, ਜਦੋਂ 3 ਹੈਲੀਕਾਪਟਰ ਉੱਥੇ ਜਾਂਦੇ ਨੇ ਉਹ ਸਰਕਾਰੀ ਖਰਚੇ ਤੇ ਜਾਂਦੇ ਨੇ, ਜਿਹੜੇ ਉੱਥੇ ਪੁਲਿਸ ਮਹਿਕਮੇ ਵਾਲੇ ਬੰਦੇ ਉੱਥੇ ਸਿਕਿਉਰਿਟੀ 'ਚ ਖੜਦੇ ਨੇ ਉਹ ਸਰਕਾਰੀ ਖਰਚਿਆਂ ਦੇ ਉੱਤੇ ਖੜਦੇ ਨੇ। ਤੇ ਜੇ ਨੱਡਾ ਸਾਹਿਬ ਜਾਣ ਜਿਹੜੇ ਕਿ ਬੀਜੇਪੀ ਦੇ ਪ੍ਰਚਾਰਕ ਨੇ, ਉਹ ਐਜ਼ ਏ ਬੀਜੇਪੀ ਦੇ ਪ੍ਰਚਾਰਕ ਤੇ ਪ੍ਰਧਾਨ ਹੋ ਕੇ ਜਾਣਗੇ। ਤੇ ਜੇ ਬੀਜੇਪੀ ਵਾਸਤੇ ਕੋਈ ਹੋਰ ਬੰਦਾ ਜਾਂਦਾ ਹੈਗਾ ਤੇ ਉਹਦੇ ਖਰਚੇ ਫਿਰ ਮੁਲਕ ਕਿਉਂ ਚੱਕੇ, ਪਾਰਟੀ ਚੱਕੇ, ਨਾ ਕਿ ਮੁਲਕ ਦੇ ਟੈਕਸ ਪੇਅਰ ਨੂੰ ਚੱਕਣਾ ਪਵੇ, ਭਾਵੇਂ ਉਹ ਸਿਕਿਉਰਿਟੀ ਦੇ ਹੋਣ, ਭਾਵੇਂ ਉਹ ਹੈਲੀਕਾਪਟਰਾਂ ਦੇ ਖਰਚੇ ਹੋਣ, ਭਾਵੇਂ ਉਹ ਕਿਸੇ ਕਿਸਮ ਦਾ ਵੀ ਖਰਚਾ ਹੋਣ। ਕਿਆ ਈਡੀ ਇਸ ਚੀਜ਼ ਦੀ ਇਨਕੁਆਇਰੀ ਨਹੀਂ ਕਰ ਸਕਦੀ? ਆਮ ਛੋਟੇ ਮੋਟੇ ਬੰਦਿਆਂ ਨੂੰ ਚਾਹ ਕੇ ਘੇਰ ਲੈਂਦੀ ਹੈਗੀ ਹੈ। ਕਿਆ ਹੱਥ ਇੱਥੇ ਨਹੀਂ ਪੈਂਦਾ ਹੈਗਾ ਵੀ ਖਰਚੇ ਜਿਹੜੇ ਇਹ ਹੋ ਰਹੇ ਨੇ, ਇਹ ਟੈਕਸ ਪੇਅਰ ਜਨਤਾ, ਆਮ ਜਿਹੜੀ ਜਨਤਾ ਟੈਕਸ ਪੇ ਕਰਦੀ ਹੈ, ਉਹਦੇ ਸਿਕਿਉਰਿਟੀ ਦੇ ਖਰਚੇ, ਉਹਦੇ ਹੈਲੀਕਾਪਟਰਾਂ ਦੇ ਖਰਚੇ, ਉਹਦੇ ਜਿੰਨੇ ਮਰਜ਼ੀ ਖਰਚੇ ਹੋ ਰਹੇ ਨੇ ਐਜ਼ ਏ ਪ੍ਰਧਾਨ ਮੰਤਰੀ ਹੋ ਰਹੇ ਨੇ ਜਾਂ ਬੀਜੇਪੀ ਦੇ ਪ੍ਰਚਾਰਕ ਹੋ ਰਹੇ ਨੇ। ਤੇ ਜੇ ਬੀਜੇਪੀ ਦੇ ਪ੍ਰਚਾਰਕ ਹੋ ਰਹੇ ਨੇ ਤੇ ਬੀਜੇਪੀ ਦੇ ਫੰਡ ਦੇ ਅੰਦਰੋਂ ਜਾ ਰਹੇ ਨੇ ਜਾਂ ਸਰਕਾਰੀ ਖਰਚਿਆਂ ਚੋਂ ਜਾ ਰਹੇ ਨੇ। ਤੇ ਜੇ ਬੀਜੇਪੀ ਦੇ ਫੰਡ ਦੇ ਚੋਂ ਜਾ ਰਹੇ ਨੇ, ਆਪਣੇ ਲਈ ਤੇ ਬੌਂਡ ਬਣਾ ਲਿੱਤੇ, ਜਿੰਨਾ ਮਰਜ਼ੀ ਬੌਂਡ ਦੇ ਰਾਹੀਂ ਪੈਸਾ ਆਣ ਦਿਓ, ਕੋਈ ਇਨਕੁਆਇਰੀ ਨਹੀਂ, ਕੋਈ RTI ਨਹੀਂ, ਕੋਈ ਕੁਛ ਨਹੀਂ। ਕੌਣ ਦੇ ਰਿਹਾ, ਕਿੰਨਾ ਦੇ ਰਿਹਾ ਹੈਗਾ, ਬੈਂਕਾਂ ਦੇ ਬੌਂਡ ਦੇ ਰਾਹੀਂ ਦਈ ਚੱਲੋ ਜਿੰਨਾ ਮਰਜ਼ੀ। ਤੇ ਕਿਆ ਗੱਲ ਇਹ ਕਿੱਧਰ ਨੂੰ ਹੋ ਰੱਖਿਆ ਜੇ? ਹਾਥੀ ਦੇ ਦੰਦ ਹੋਰ ਤੇ ਦੇਣ ਦੇ ਤੇ ਖਾਣ ਦੇ ਹੋਰ। ਜਦੋਂ ਸੁਪਰੀਮ ਕੋਰਟ ਦਾ ਚੀਫ ਜਸਟਿਸ ਬੈਦਵਾਨ ਸਾਹਿਬ, ਆਪਣਾ ਬਨਵੈਤ ਸਾਹਿਬ, ਚੀਫ ਜਸਟਿਸ ਆਫ ਇੰਡੀਆ ਗਗੋਈ ਸਾਹਿਬ ਰਿਟਾਇਰ ਹੋ ਕੇ ਬੀਜੇਪੀ ਦੇ MP ਬਣ ਜਾਣ, ਹੋਰ ਕੀ, ਹੋਰ ਇਦੋਂ ਵੱਧ ਕੀ ਹੈ? ਚੁੱਪ ਹੀ ਭਲੀ ਹੈ। ਥੈਂਕ ਯੂ ਜੀ। ਸੁਪਰੀਮ ਕੋਰਟ ਦੇ ਮੁੱਖ ਜੱਜ ਦਾ ਕਿੱਡਾ ਅਹੁਦਾ ਹੈ। ਹੁਣ ਮੈਂ ਕਹਿਣਾ ਹੁੰਦਾ ਕਿ ਕੋਈ ਵੀ ਪੱਤਰਕਾਰ, ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਪੱਤਰਕਾਰਾਂ ਨੂੰ ਸਿਆਸਤ 'ਚ ਨਹੀਂ ਜਾਣਾ ਚਾਹੀਦਾ। ਪੱਤਰਕਾਰ ਰਹਿਣ, ਬਹੁਤ ਨੋਬਲ ਪ੍ਰੋਫੈਸ਼ਨ ਹੈ, ਤੁਸੀਂ ਬਹੁਤ ਅੱਛਾ ਕਰ ਸਕਦੇ ਹੋ। ਪਰ ਪੱਤਰਕਾਰ ਜਿਹੜੇ ਹੈ ਪੋਲੀਟੀਕਲ ਕਾਨਫਰੰਸਾਂ ਤਾਂ ਛੱਡ, ਪੋਲੀਟੀਕਲ ਪਾਰਟੀਆਂ ਸ਼ਾਮਲ ਹੋ ਰਹੇ ਨੇ। ਜਿਹੜੇ ਰਿਟਾਇਰਡ ਜਸਟਿਸ ਨੇ, ਭਾਵੇਂ ਆ ਬਸੀ ਵਾਲੇ ਸੀ ਜਿਹੜੇ ਜਸਟਿਸ ਜੋਰਾ ਸਿੰਘ, ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ। ਰੰਜਨ ਗੋਗੋਈ ਚੀਫ ਜਸਟਿਸ ਆਫ ਇੰਡੀਆ, ਉਹ ਇਹਦੇ ਸ਼ਾਮਲ ਹੋ ਗਏ। ਪਰ ਜਦੋਂ ਕੋਈ ਰਿਟਾਇਰਡ ਜਸਟਿਸ ਰਿਟਾਇਰ ਹੋ ਕੇ ਕਿਸੇ ਪੋਲੀਟੀਕਲ ਪਾਰਟੀ ਦਾ ਮਾਤਹਿਤ ਬਣ ਜਾਂਦਾ ਹੈ ਤੇ ਉਹ ਮਤਲਬ ਫਿਰ ਰਹਿ ਕੀ ਗਿਆ? ਇਹਦਾ ਮਤਲਬ ਉਹਦਾ ਜਿਹੜਾ ਪਿਛਲਾ ਕੈਰੀਅਰ ਸੀਗਾ, ਉਹਦੀ ਜਿਹੜੀ ਜੱਜਮੈਂਟ ਸੀ, ਉਹ ਕਿਤੇ ਨਾ ਕਿਤੇ ਪ੍ਰਭਾਵਿਤ ਸੀਗੀ ਕਿਸੇ ਪਾਰਟੀ ਵਿਸ਼ੇਸ਼ ਤੋਂ। ਹੁਣ ਇੱਕ ਪੱਤਰਕਾਰ ਜੇ ਕਿਸੇ ਪੋਲੀਟੀਕਲ ਪਾਰਟੀ 'ਚ, ਸਪੋਜ਼ ਕਰੋ ਮੈਂ ਕਿਸੇ ਪਾਰਟੀ 'ਚ ਚਲਾ ਜਾਵਾਂ ਕੱਲ੍ਹ ਨੂੰ, ਤਾਂ ਇਹਦਾ ਮਤਲਬ ਮੈਂ ਕਲੀਅਰ ਹੀ ਹੈ ਕਿ ਮੈਂ ਆਪਣੇ ਪਿਛਲੇ ਸਮੇਂ 'ਚ ਕਿਸ ਪਾਸੇ ਭੁਗਤਦਾ ਰਿਹਾ। ਸੋ ਇਹ ਖਾਸ ਕਰਕੇ ਜਰਨਲਿਜ਼ਮ ਅਤੇ ਜੁਡੀਸ਼ਰੀ ਨੂੰ ਤਾਂ ਜਾਤ ਵਰਗ ਤੋਂ, ਧਰਮ ਵਿਸ਼ੇਸ਼ ਤੋਂ ਵੀ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਇਹਨਾਂ ਦੀ ਜਿਹੜੀ ਜੋਬ ਹੈ, ਇਹ ਨਹੀਂ ਕਿ ਮਤਲਬ ਜੇ ਕਾਲਾ ਬਾਂਦਰ ਦਿਸ ਗਿਆ ਉਹਨੂੰ ਵੇਖ ਕੇ ਅਯੁੱਧਿਆ ਮੰਦਰ ਦੇ ਦਰਵਾਜ਼ੇ ਖੋਲ੍ਹਦੇ ਜਿਵੇਂ ਜਸਟਿਸ ਮੋਹਨ ਪਾਂਡੇ ਨੇ ਖੋਲ੍ਹੇ ਨੇ। ਇਹ ਫਿਰ ਉਹ ਜੱਜਮੈਂਟ ਨਹੀਂ ਹੈ, ਇਹ ਪ੍ਰਭਾਵਿਤ ਹੈ। ਤੁਸੀਂ ਕਿਸੇ ਚੀਜ਼ ਤੋਂ ਪ੍ਰਭਾਵਿਤ ਚਾਹੁੰਦੇ ਹੋ, ਜਾਂ ਉਹ ਰਿਸ਼ਵਤ ਕਹਿ ਲਓ ਉਹਨੂੰ, ਜਾਂ ਇਮੋਸ਼ਨਲ ਕਹਿ ਲਓ। ਇਹ ਵੀ ਇਮੋਸ਼ਨਲ ਰਿਸ਼ਵਤ ਹੈ, ਜਜ਼ਬਾਤੀ ਰਿਸ਼ਵਤ ਹੈ ਜਿਹੜੀ ਜੁਡੀਸ਼ਰੀ ਦੇ ਭਾਰੂ ਪੈਂਦੀ ਹੈ। ਜੀ ਸੁਰਿੰਦਰ ਜੀ, ਕੰਟੀਨਿਊ ਪਲੀਜ਼। ਤੇ ਕੀ ਕੁਛ ਚੱਲ ਰਿਹਾ ਦੌਰੇ ਸਿਆਸਤ 'ਚ? ਕਿਸਾਨ ਅੰਦੋਲਨ ਦੀ ਵੀ ਆਪਾਂ ਗੱਲ ਕਰ ਲਈਏ ਪਲੀਜ਼ ਜੀ। ਟਵਾਣਾ ਸਾਹਿਬ, ਕਿਸਾਨ ਅੰਦੋਲਨ ਤੇ ਬਾਅਦ 'ਚ ਜਾਣੇ। ਤੁਸੀਂ ਜਿਹੜੀ ਗੱਲ ਕੀਤੀ ਬਨਵਾਇਤ ਸਾਹਿਬ ਕਰਕੇ ਗਏ, ਤੁਸੀਂ ਕੀਤੀ। ਦੇਖੋ ਗੱਲ ਇਹ ਆ, ਚਾਹੀਦਾ ਤੇ ਇਹ ਆ ਕਿ ਸੂਬੇ ਦਾ ਮੁੱਖ ਮੰਤਰੀ ਜੇ ਕੋਈ ਬਾਈ ਇਲੈਕਸ਼ਨ ਸਟੇਟ 'ਚ ਆਉਂਦੀ ਆ ਤੇ ਉਹਦੀ ਕੰਪੇਨ ਕਰਨ ਨਾ ਜਾਵੇ, ਠੀਕ ਹੈ। ਉਹਨਾਂ ਦੀ ਪਾਰਟੀ ਆ ਤੇ ਜਿਹੜੀ ਆਪੋਜੀਸ਼ਨ ਆ, ਉਹ ਭਾਵੇਂ ਆਪੋਜੀਸ਼ਨ 'ਚ 2 ਬੈਠੀਆਂ, 3 ਬੈਠੀਆਂ, 4 ਪਾਰਟੀਆਂ, ਉਹ ਆਪਸ 'ਚ ਚੋਣ ਲੜਨ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇ। ਸਰਕਾਰੀ ਮਸ਼ੀਨਰੀ ਜਿਹੜੀ ਉਹਦਾ ਦੁਰਉਪਯੋਗ ਨਾ ਹੋਵੇ। ਇਹੀ ਕੁਝ ਨੈਸ਼ਨਲ ਲੈਵਲ ਤੇ ਚਾਹੀਦਾ। ਜਿਹੜੀਆਂ ਏਦਾਂ ਚੋਣਾਂ ਆਉਂਦੀਆਂ ਨੇ, ਕਿਉਂਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ, ਜਿਹੜੇ ਕੇਂਦਰ 'ਚ ਵਜ਼ੀਰ ਨੇ ਪੂਰੇ ਦੇਸ਼ ਦੇ ਨੇ, ਉਹ ਨਾ ਜਾਣ। ਬੀਜੇਪੀ ਦਾ ਜਿਹੜਾ ਨੈਸ਼ਨਲ ਪ੍ਰੈਜ਼ੀਡੈਂਟ ਆ, ਪਲੱਸ ਉਹਨਾਂ ਦੀ ਪੂਰੀ ਪਾਰਟੀ ਜਿਹੜੀ ਆ, ਉਹ ਜਾ ਕੇ ਉਹ ਚੋਣ ਲੜੇ। ਉੱਥੇ ਉਹਨਾਂ ਦੇ ਜਿਹੜੇ ਸੂਬੇ ਦਾ ਮੁੱਖ ਮੰਤਰੀ ਆ, ਕਿਉਂਕਿ ਉੱਥੇ ਜਨਰਲ ਇਲੈਕਸ਼ਨ ਹੋ ਰਹੀ ਆ, ਬਾਈ ਇਲੈਕਸ਼ਨ 'ਚ ਸੂਬੇ ਦਾ ਮੁੱਖ ਮੰਤਰੀ ਤੇ ਉਹਦੇ ਮੰਤਰੀ ਨਾ ਜਾਣ। ਪਰ ਘੱਟੋ ਘੱਟ ਇਹ ਆ ਕਿ ਜਿਹੜੀ ਸਟੇਟ ਦੇ ਵਿੱਚ ਜਨਰਲ ਇਲੈਕਸ਼ਨ ਹੋ ਰਹੀ ਆ, ਉੱਥੇ ਉਹਨਾਂ ਦਾ CM ਵੀ ਤੇ ਬਾਕੀ ਵੀ ਉਹ ਪ੍ਰਚਾਰ ਕਰਨ ਤੇ ਨੈਸ਼ਨਲ ਹਾਈ ਕਮਾਂਡ ਜਿਹੜੀ ਉਹਨਾਂ ਦੀ ਉਹ ਸਾਰੀ ਕਰੇ, ਠੀਕ ਹੈ। ਹੁਣ ਟਵਾਣਾ ਸਾਹਿਬ, ਬਦਕਿਸਮਤੀ ਕੀ ਆ ਕਿ ਘਰ ਤੋਂ ਲੈ ਕੇ ਨਿਕਲਦੇ ਹੀ ਇੱਕੋ ਗੱਲ ਹੀ, ਚਾਹੇ ਉੱਥੇ PM ਆ ਤੇ ਚਾਹੇ CM ਆ, ਸਾਰੇ ਇੱਕੋ ਗੱਲ ਹੀ ਨਿਕਲਦੇ ਕਿ ਜਿਹੜੀ ਚੋਣ ਆ ਗਈ ਅਸੀਂ ਜਿੱਤਣੀ ਆ।
ਕਿਸ ਹਾਲਾਤ ਤੇ ਜਿੱਤਣੀ ਆ, ਗੱਲ ਖਤਮ ਆ। ਜਿਹਦੀ ਸਰਕਾਰ ਆ ਉਹਨੇ ਜਿੱਤਣੀ ਆ। ਇਸੇ ਦੇ ਤੁਰ ਪੈਨੇ ਆ, ਜਿਹੜੀ ਕਿ ਮੰਦਭਾਗੀ ਆ, ਜਿਹੜੀ ਨਹੀਂ ਹੋਣੀ ਚਾਹੀਦੀ। ਪਰ ਬਦਕਿਸਮਤੀ ਹਰ ਜਗ੍ਹਾ ਤੇ ਬਰਵੈਜ ਸਾਹਿਬ ਨੇ ਕਿਹਾ ਸਰਕਾਰੀ ਅਧਿਕਾਰੀ ਸਾਰੇ ਨਾਲ ਜਾਂਦੇ ਨੇ, ਜਿਹੜੀ ਫੋਰਸ ਆ ਉਹ ਜਾਂਦੀ ਆ, ਉਹ ਸਰਕਾਰ ਦੇ ਖਜ਼ਾਨੇ ਚੋਂ ਤਨਖਾਹ ਲੈ ਰਹੀ ਆ। ਤੇ ਫਿਰ ਟਵਾਣਾ ਸਾਹਿਬ ਜਿਹੜੀ ਅਸੀਂ ਕਹਿੰਦੇ ਸਿਆਸਤ, ਤੇ ਸਿਆਸਤ ਕਿੱਥੋਂ ਰੁਕੂ? ਫਿਰ ਸਿਆਸਤ ਤਾਂ ਹਰ ਗੱਲ 'ਚ ਹੋ ਰਹੀ ਆ। ਫਿਰ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ, ਡੈਮੋਕ੍ਰੇਸੀ ਕੀਤੀ? ਡੈਮੋਕ੍ਰੇਸੀ ਤਾਂ ਹੈ ਹੀ ਨਹੀਂ, ਕਿਉਂਕਿ ਸਾਰਾ ਕੁਝ ਇਹ ਆ। ਹੁਣ ਤੁਸੀਂ ਦੇਖੋ ਕਿ ਚਲੋ ਜਨਰਲ ਇਲੈਕਸ਼ਨਾਂ ਲਈ ਤੁਸੀਂ ਸਟੇਟਾਂ 'ਚ ਹੋ ਰਹੀਆਂ ਨੇ, ਪ੍ਰਾਈਮ ਮਿਨਿਸਟਰ ਚਲ ਗਿਆ, ਹੋਮ ਮਿਨਿਸਟਰ ਚਲ ਗਿਆ, ਉਹਦੇ ਮੰਤਰੀ ਮੰਡਲ ਸਾਰਾ ਚਲ ਗਿਆ। ਟਵਾਣਾ ਸਾਹਿਬ ਇੱਕ ਵੈਸਟ ਬੰਗਾਲ ਨੂੰ ਜਿੱਤਣ ਦੇ ਲਈ ਉਹਦੀ ਮਤਲਬ ਤੁਸੀਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਦੇਖੋ ਕਿ ਤੁਸੀਂ ਤਾਮਿਲਨਾਡੂ ਦੀ ਚੋਣ ਜਿਹੜੀ ਉਹ ਇੱਕ ਫੇਸ 'ਚ ਕਰਾ ਰਹੇ ਹੋ, ਅਸਾਮ ਵਾਲੀ ਤਿੰਨਾਂ ਦੇ ਵਿੱਚ ਕਰਵਾ ਰਹੇ ਹੋ, ਬਾਕੀ ਸਾਰਿਆਂ ਦੀ ਕੇਰਲ ਦੀ ਇੱਕ 'ਚ ਕਰਾ ਰਹੇ ਹੋ, ਤੁਸੀਂ ਪੌਂਡੀਚੇਰੀ ਦੀ ਇੱਕ 'ਚ ਕਰਾ ਰਹੇ ਹੋ, ਲੇਕਿਨ ਕੱਲੇ ਵੈਸਟ ਬੰਗਾਲ ਦੀ 8 ਫੇਸ 'ਚ ਕਰਾ ਰਹੇ ਤਾਂ ਕਿ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਕੱਲੇ ਕੱਲੇ ਹਲਕੇ 'ਚ ਜਾ ਸਕਣ। ਠੀਕ ਹੈ, ਮਤਲਬ ਕਿੱਡੀ ਰਣਨੀਤੀ ਬਣਾਈ ਗਈ ਆ। ਜਿਉਂ ਪ੍ਰੋਸੈਸ ਮਾਰਚ ਤੋਂ ਸ਼ੁਰੂ ਕੀਤਾ, ਪੂਰਾ ਅਪ੍ਰੈਲ ਦਾ ਮਹੀਨਾ ਇਸੇ 'ਚ ਲੰਘੂ, 2 ਮਈ ਨੂੰ ਰਿਜ਼ਲਟ ਆਉਣਗੇ। ਟਵਾਣਾ ਸਾਹਿਬ ਗੱਲ ਇਹ ਆ ਕਿ ਪਹਿਲੇ ਦਿਨ ਤੋਂ ਚੀਫ ਇਲੈਕਸ਼ਨ ਕਮਿਸ਼ਨ ਜਿਹੜਾ ਕੇਵਲ ਤੇ ਕੇਵਲ ਹੱਥ ਦਿਖਾਏ ਸੀ TN ਸ਼ੇਸ਼ਨ ਨੇ, ਜਦੋਂ ਚੀਫ ਮਿਨਿਸਟਰ ਦੂਸਰਾ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਣਿਆ ਸੀ, ਉਦੋਂ ਉਹਨੇ ਦੱਸਤਾ ਸੀ ਕਿ ਭਾਈ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੀ ਕੋਈ ਹੈਗਾ। ਉਹਦੇ ਬਾਅਦ ਡਾਕਟਰ ਮਨੋਹਰ ਸਿੰਘ ਗਿੱਲ ਨੇ ਵੀ ਦਿਖਾਏ। ਉਹਦੇ ਬਾਅਦ ਟਵਾਣਾ ਸਾਹਿਬ ਜਿਹੜੇ ਆਏ ਉਹ ਸਾਰੇ ਹੱਥ ਠੋਕੇ ਬਣ ਕੇ ਹੀ ਰਹਿ ਗਏ। ਬਿਲਕੁਲ ਆ ਜਿਹੜੇ ਗੁਜਰਾਤ ਦੇ IAS ਹੁੰਦੇ ਸੀ AK ਜੋਤੀ ਜਲੰਧਰ ਵਾਲੇ, ਉਹ ਤਾਂ ਮੋਦੀ ਸਾਹਿਬ ਦੇ ਖਾਸਮ ਖਾਸ ਸੀਗੇ। ਸੋ ਇਸ ਕਰਕੇ ਭਾਵੇਂ CBI ਹੈ, ਭਾਵੇਂ ED ਹੈ, ਇਹਨਾਂ ਦੇ ਪ੍ਰਮੁੱਖ ਲਾਏ ਹੀ ਉਹ ਲੋਕ ਜਾਂਦੇ ਨੇ ਜਿਹੜੇ ਸਰਕਾਰ ਦੇ ਮਾਤਹਿਤ ਹੋਣ। ਹੁਣ ਜਦੋਂ ਚੀਫ ਜਸਟਿਸ ਆਫ ਇੰਡੀਆ ਰਿਟਾਇਰ ਹੋ ਕੇ CM ਅਸਾਮ ਬਣਨ ਦੇ ਚੱਕਰਾਂ 'ਚ ਇੱਕ ਪੋਲੀਟੀਕਲ ਪਾਰਟੀ ਦੀ ਮੈਂਬਰਸ਼ਿਪ ਲੈ ਕੇ MP ਬਣ ਜਾਂਦਾ, ਤੁਸੀਂ ਵੇਖੋ ਚੀਫ ਜਸਟਿਸ ਆਫ ਇੰਡੀਆ, ਫਿਰ ਕਹਿੰਦੇ ਜੀ ਜੱਜਾਂ ਤੇ ਕਿੰਤੂ ਨਾ ਕਰੋ। ਖੈਰ, ਦਵਿੰਦਰ ਵੈਦਵਾਨ ਜੁੜੇ ਨੇ ਫੇਸਬੁੱਕ ਤੇ, ਪ੍ਰਗਟ ਸਿੰਘ ਬਲ ਥੈਂਕ ਯੂ ਜੀ, ਮਿਹਰਬਾਨੀ। ਮਿਸ਼ਰਾ ਸਿੰਘ ਬਾਈ ਜੀ BC ਤੋਂ, ਹਰਵਿੰਦਰ ਬੰਟੀ, ਸਾਦੀ ਸੁਭਾਸ਼ ਚੰਦਰ, ਚੰਨੀ ਚੰਬਰ ਸਾਹਿਬ ਬਾਈ ਜੀ ਥੈਂਕ ਯੂ, ਅਮਨ ਸਿੰਘ, ਗੋਬਿੰਦ ਸਿੰਘ, ਮਲੂਕ ਸਿੰਘ ਔਲਖ ਲਾਹੌਰੀਆ, ਭਾਊ ਲੱਗਦੇ ਲਾਹੌਰੀਏ, ਕਿਆ ਬਾਤ ਹੈ। ਹਰਵਿੰਦਰ ਜੌਲ ਭੈਣ ਰਾਣੀ ਥੈਂਕ ਯੂ। ਮੋਹਨ ਸਿੰਘ ਤੇ ਗੁਰਨਾਰ ਸਿੰਘ ਅਜਨੌਦਾ ਕਹਿੰਦੇ ਜੇ ਕਿਸਾਨ ਅੰਦੋਲਨ ਦੀ ਜੋ ਹਮਾਇਤ ਕਰਦਾ ਉਸ ਨੂੰ ਤੰਗ ਕਰਨ ਦੇ ਲਈ ED ਦੀ ਰੇਡ ਕਰਵਾਈ ਜਾਂਦੀ ਹੈ, ਜਦੋਂ ਕਿ ਅਡਾਨੀ ਅੰਬਾਨੀ ਸਭ ਤੋਂ ਵੱਡੇ ਟੈਕਸ ਚੋਰ ਨੇ। ਬਿਲਕੁਲ ਉਹਨਾਂ ਦੇ ਬਾਰੇ ਕੁਛ ਨਹੀਂ ਹੋ ਰਿਹਾ। ਤੇ ਨੈਕਸਨ ਔਜਲਾ ਕਹਿੰਦੇ BJP ਆਪਣਾ ਤੋਤਾ ਚਮਕਾ ਰਹੀ ਹੈ, ਹੋਰ ਕੁਝ ਨਹੀਂ, ਰੇਡ ਇੱਕ ਡਰਾਮਾ ਹੈ। ਤੇ ਇਸੇ ਦੌਰਾਨ ਬਾਈ ਜੀ ਦਲਵੀਰ ਸਿੰਘ ਰੰਧਾਵਾ ਕਹਿੰਦੇ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਗੁਰਫਤਿਹ। ਜਤਿੰਦਰ ਕੁਮਾਰ, ਮਨੀ ਕਣਕਸ ਤੇ ਮਾਵੀ ਜਸਪ੍ਰੀਤ ਸਿੰਘ ਆਸਟ੍ਰੇਲੀਆ ਤੋਂ, ਤੇਜਾ ਸਿੰਘ, ਤੇ ਨਾਲ ਨਾਲ YouTube ਤੇ ਕੁਝ ਸੁਨੇਹੇ ਵੀ ਆਏ ਨੇ, ਉਹ ਵੀ ਮੈਂ ਸਾਂਝੇ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਵਾਸਤੇ। ਗਜ਼ਲ ਸ਼ਰਮਾ ਜੀ ਥੈਂਕ ਯੂ, ਅਮਨਪ੍ਰੀਤ ਸਤਿ ਸ਼੍ਰੀ ਅਕਾਲ, ਸਰਬਜੀਤ ਕੌਰ ਭੈਣ ਜੀ ਥੈਂਕ ਯੂ, ਦਦਾਰ ਸਿੰਘ ਨਮਸਕਾਰ ਥੈਂਕ ਯੂ, ਤੇ ਫਰਾਂਸ ਤੋਂ ਮੱਖਣ ਪੁਰੇਵਾਲ ਜੁੜੇ ਨੇ, ਉਹਨਾਂ ਨੂੰ ਵੀ ਲੈਣੇ ਆ। ਤੇ ਇਸ ਦੇ ਨਾਲ ਨਾਲ ਆਪਣਾ ਪੁਰੇਵਾਲ ਸਾਹਿਬ ਤੁਸੀਂ ਆਨਰ ਹੋ, ਵੈਲਕਮ। ਹਾਂਜੀ ਰਾਣਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਮੱਖਣ ਬੋਲਦਾ ਫਰਾਂਸ ਤੋਂ। ਹਾਂਜੀ ਮੱਖਣ ਜੀ, ਸਵਾਗਤ ਹੈ ਤੁਹਾਡਾ। ਤੇ ਆਪਣੇ ਰਾਣਾ ਸਾਹਿਬ ਜੀ ਜਿੱਦਾਂ ਸਿਮਰਨ ਸਿੰਘ ਮਾਨ ਆਪਣੇ ਜਥਾ ਭੇਜਦਾ ਆ ਜੀ, ਅੱਜ ਫਿਰ ਗਿਆ 5 ਬੰਦਿਆਂ ਦਾ, ਤੇ ਇਹਨਾਂ ਦਾ ਜੀ ਜਿੱਦਾਂ ਵੱਖਰਾ ਹੀ ਆਪਣਾ ਕੋਈ ਭੇਜਦੇ ਆ ਕੀ ਇਹਨਾਂ ਦੇ, ਜਿੱਦਾਂ ਕੀ ਜਾਂ ਰਾਜਨੀਤੀ ਇਹਨਾਂ ਦੀ? ਇਹ ਆਪਣੇ ਤੌਰ ਤੇ ਕਰ ਰਹੇ ਨੇ, ਇਹ ਆਪਣੀ ਹਾਜ਼ਰੀ ਲਗਵਾ ਰਹੇ ਨੇ ਇਸ ਅੰਦੋਲਨ ਦੇ ਵਿੱਚ। ਥੈਂਕ ਯੂ। ਆਪਾਂ ਮੱਖਣ ਜੀ ਗੱਲਬਾਤ ਕਰਦੇ ਹਾਂ ਇਸ ਇਸ਼ੂ ਤੇ ਵੀ, ਥੈਂਕ ਯੂ। 5 ਮੈਂਬਰੀ ਜਥਾ ਭੇਜਿਆ ਜਾ ਰਿਹਾ ਸਿਮਰਜੀਤ ਸਿੰਘ ਮਾਨ ਹੋਰਾਂ ਵੱਲੋਂ। ਤੇ ਇਸ ਦੇ ਨਾਲ ਨਾਲ ਬਾਈ ਜੀ ਦੇਦਾਰ ਸਿੰਘ ਥੈਂਕ ਯੂ, ਮਨਜੀਤ ਚਾਲ ਜਰਮਨੀ ਤੋਂ, ਗੀਤ ਭਗਵਤ ਸਾਡੇ ਇੰਡੀਅਨ ਲੋਕਾਂ ਦਾ PM ਕਦੇ ਕਿਸਾਨ ਅੰਦੋਲਨ 'ਚ ਨਹੀਂ ਆਇਆ ਕਿਉਂਕਿ ਇਹ ਲੋਕਾਂ ਦਾ ਨਹੀਂ EVM ਦਾ PM ਹੈ। ਬਲਦੇਵ ਸਿੰਘ ਬਠਿੰਡਾ ਤੋਂ, ਅਸ਼ੋਕ ਕੁਮਾਰ ਨਹੀਂ ਕਹਿੰਦੇ RSS ਦਾ PM ਹੈ। ਹਰਦੇਪਾਲ ਸਿੰਘ, ਰਵਿੰਦਰ ਜੋਸ਼ਨ ਸਾਹਿਬ, ਰਣਵੀਰ ਸਿੰਘ, ਹਰਿੰਦਰ ਸਿੰਘ, ਬਲਦੇਵ ਸਿੰਘ ਕਹਿੰਦੇ ਖਹਿਰਾ ਬਿਲਕੁਲ ਕਾਨੂੰਨ ਨਾਲ ਬੋਲਦਾ ਹੈ, ਪਰਮਾਤਮਾ ਭਲੀ ਕਰੇ, ਫਰੋਮ ਬਠਿੰਡਾ। ਤੇ ਸੁਖਦੇਵ ਸਿੰਘ ਬੈਂਸ ਸਤਿ ਸ਼੍ਰੀ ਅਕਾਲ ਜੀ। ਤੇ RS ਢੀਂਡਸਾ ਸਾਹਿਬ ਕਹਿੰਦੇ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ ਨਿਰਭੈ ਸਿੰਘ ਗਿੱਲ ਨੇ ਆਰਡਰ ਕੀਤਾ ਕਨਵਿਕਸ਼ਨ ਦਾ। ਇਹ ਮੇਰੇ ਖਿਆਲ ਪਲਵਿੰਦਰ ਸਿੰਘ ਤਲਵਾੜਾ ਦੇ ਕੇਸ 'ਚ ਆ, ਫਤਿਹਗੜ੍ਹ ਡਿਸਟ੍ਰਿਕਟ ਪੈਂਦਾ ਇਹਨਾਂ ਨੂੰ, ਤਲਵਾੜਾ ਪਿੰਡ ਨੂੰ। ਐਂਡ ਮਨਮੋਹਨ ਸਿੰਘ ਤੇ ਅਮਨਪ੍ਰੀਤ ਕਹਿੰਦੇ ਉਸ ਵਿੱਚ ਉਹ ਕੁੜੀ ਵੀ ਬੋਲ ਰਹੀ, ਕੋਈ ਰਿਸ਼ਤੇ ਦੀ ਗੱਲ ਹੋ ਰਹੀ ਸੀਗੀ, ਸ਼ਾਇਦ ਕੋਈ ਪਰਿਵਾਰਕ ਮਸਲਾ ਸੀ ਉਹਨਾਂ ਦਾ, ਪਲਵਿੰਦਰ ਸਿੰਘ ਤਲਵਾੜਾ ਨੂੰ ਜੋ ਸਜ਼ਾ ਹੋਈ ਹੈ। ਦਵਿੰਦਰ ਸਿੰਘ ਮਾਨ, ਅੱਛਾ ਉਹ ਜਿਹੜਾ SSP ਮਨਦੀਪ ਗਿੱਲ ਵਾਲਾ, ਹਾਂ
ਹਰਮਨਵੀਰ ਗਿੱਲ ਵਾਲਾ ਉਹਦੇ 'ਚ ਕੋਈ ਲੜਕੀ ਵੀ ਸੀ ਨਾਲ ਉਹਨਾਂ ਦੇ, ਕੋਈ ਲੜਕੀ ਦਾ ਕੋਈ ਮਸਲਾ ਸੀਗਾ, ਕੋਈ ਰਿਸ਼ਤੇ ਦੀ ਗੱਲ ਸੀਗੀ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। CM ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ, ਦੇਖੋ CM ਸਾਹਿਬ ਕੀ ਕਹਿੰਦੇ। NPS ਭੁੱਲਰ ਮਨਦੀਪ ਸਿੰਘ ਕਹਿੰਦੇ ਸੁਰਿੰਦਰ ਵੀਰ ਜੀ ਦੀ ਗੱਲ ਪੂਰੀ ਹੋਣ 'ਤੇ ਕਾਲ ਲਿਆ ਕਰੋ ਪਲੀਜ਼, ਰਿਕੁਐਸਟ ਹੈ ਕਿ ਲਿੰਕ ਟੁੱਟ ਜਾਂਦਾ ਹੈ, ਕਾਲ ਹੋਰ ਮਸਲੇ 'ਤੇ ਹੁੰਦੀ ਹੈ ਕਈ ਵਾਰ। ਅਤੇ ਹਰਿੰਦਰ ਸਿੰਘ ਕਹਿੰਦੇ ਮਮਤਾ ਬੈਨਰਜੀ ਬਾਰੇ ਵੀ ਦੱਸੋ, ਬੰਗਾਲ ਇਲੈਕਸ਼ਨ ਬਾਰੇ ਵੀ ਦੱਸੋ। ਸੋ ਇੰਜੀਨੀਅਰ ਕੁਲਵੀਰ ਸਿੰਘ ਬੜੈਚ, ਗਿਆਨ ਸਿੰਘ ਅਤੇ ਪਰਮਿੰਦਰ ਸਿੰਘ ਲਹਿਲ ਬਾਈ ਜੀ ਕਹਿੰਦੇ ਟੌਪਿਕ ਨਾਲ ਸੰਬੰਧਿਤ ਕਾਲ ਵੀ ਟੌਪਿਕ ਖਤਮ ਹੋਣ 'ਤੇ ਲਿਆ ਕਰੋ ਤਾਂ ਕਿ ਹਰ ਪੱਖ ਤੋਂ ਜਾਣਕਾਰੀ ਦਿੱਤੀ ਜਾ ਚੁੱਕੀ ਹੋਵੇ। ਹੋ ਸਕਦਾ ਕਾਲਰ ਪਹਿਲਾਂ ਹੀ ਐਸੀ ਗੱਲ ਕਰੇ ਜੋ ਸੁਰਿੰਦਰ ਸਿੰਘ ਹੋਰਾਂ ਨੇ ਅਜੇ ਕਰਨੀ ਹੋਵੇ। ਸੋ ਕੁਲਦੀਪ ਸਿੰਘ ਥੈਂਕ ਯੂ, ਗਰੋਵਰ ਸਾਹਿਬ, NPS ਭੁੱਲਰ ਸਾਹਿਬ ਐਂਡ ਗੁਰਜੀਤ ਸਿੰਘ ਸੰਧੂ। ਕਮਲਦੀਪ ਸਿੰਘ ਕਹਿੰਦੇ ਜੀ ਇੱਕ ਵਕੀਲ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸੁਰਿੰਦਰ ਜੀ, ਅਤੇ ਰੈਸਟ ਆਫ ਆਲ ਸਲਾਮ ਟੂ ਯੂ ਆਲ ਪੀਪਲ। ਤੁਹਾਡੇ ਕਹਿੰਦੇ ਕੀਮਤੀ ਗੱਲਾਂ ਹੁੰਦੀਆਂ ਨੇ ਸੁਸਾਇਟੀ ਰਿਲੇਟਡ। ਥੈਂਕ ਯੂ ਕਮਲਦੀਪ ਸਿੰਘ ਜੀ। ਖੈਰੇ ਦੇ ਘਰ ਰੇਡ ਦਾ ਸੀਨ ਨਹੀਂ ਸਮਝ ਆਇਆ। ਸੀਨ ਬਾਈ ਜੀ ਉਹੀ ਹੈ, ED ਨੇ, ਸੈਂਟਰ ਨੇ ਤੰਗ ਕਰਨਾ, ਕਿਉਂਕਿ ਅਸਲ ਦੇ ਵਿੱਚ ਨਵਰੀਤ ਦੇ ਮਾਮਲੇ ਨੂੰ ਦੱਬਣਾ ਚਾਹੁੰਦੇ ਆ। ਇੱਕ ਇਨਸਾਨ ਦਾ ਕਤਲ ਹੋਇਆ, ਪੁਲਿਸ ਗੋਲੀ ਨਾਲ ਹੋਇਆ, ਕਿਸੇ ਨਿੱਜੀ ਬੰਦੇ ਦੀ ਗੋਲੀ ਨਾਲ ਹੋਇਆ, ਇਹ ਜਾਂਚ ਦਾ ਵਿਸ਼ਾ ਹੈ। ਜੇ ਨਿੱਜੀ ਨਾਲ ਹੋਇਆ ਤਾਂ ਵੀ ਉੱਥੇ ਧਾਰਾ 174 ਦੇ ਅਧੀਨ ਕਾਰਵਾਈ ਕਰਨੀ ਬਣਦੀ ਸੀ। ਕੇਜਰੀਵਾਲ ਸਰਕਾਰ ਨੂੰ ਚਾਹੀਦਾ ਕਿ ਆਪਣੇ ਤੌਰ 'ਤੇ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਸਕਦੇ ਸਨ। ਇਹ ਗੱਲ ਖਹਿਰਾ ਸਾਹਿਬ ਨੇ ਵੀ ਕਹੀ ਹੈ। ਵਿਧਾਨ ਸਭਾ ਹਲਕਾ ਦਿੱਲੀ ਆਉਂਦਾ ਹੈ ਅਤੇ ਉਹ ਵੀ ਉੱਥੇ ਕੁਛ ਨਹੀਂ ਕਰ ਰਹੇ। ਆਮ ਆਦਮੀ ਪਾਰਟੀ ਵੀ ਡਰਾਮੇ ਕਰ ਰਹੀ ਹੈ। ਸੋ ਜੇ ਨਵਰੀਤ ਦੇ ਕਤਲ ਦੇ ਨਾਲ ਤੁਸੀਂ ਵਾਕਿਆ ਹੀ ਹਮਦਰਦੀ ਰੱਖਦੇ ਹੋ ਤਾਂ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਪਹਿਲਾਂ ਇਹ ਲੱਗਦਾ ਸੀਗਾ, ਸਾਨੂੰ ਵੀ ਗਲਤੀ ਲੱਗੀ ਸੀ ਕਿ ਸ਼ਾਇਦ ਉਹ ਸਟੰਟ ਕਰਦਿਆਂ ਜਾਂ ਓਵਰ ਸਪੀਡ ਕਾਰਨ ਸੰਭਲ ਨਹੀਂ ਪਾਇਆ, ਅੱਗੇ ਬੈਰੀਕੇਡ ਆ ਗਏ। ਪਰ ਜਦੋਂ ਵੀਡੀਓ ਕਲੀਅਰ ਹੋ ਗਿਆ ਅਸੀਂ ਵੀ ਆਪਣੇ ਆਪ ਨੂੰ ਦਰੁਸਤ ਕੀਤਾ ਕਿ ਇਹ ਜਿਹੜਾ ਮਸਲਾ ਸੀਗਾ ਇਹ ਗੋਲੀ ਲੱਗਣ ਨਾਲ ਹਾਦਸਾ ਵਾਪਰਿਆ। ਸੋ ਬਰਮਿੰਘਮ ਤੋਂ ਬਾਈ ਜੀ ਪਰਮਜੀਤ ਸਿੰਘ ਅਤੇ ਬਲਜੀਤ ਸਿੰਘ ਸਿੱਧੂ ਕਹਿੰਦੇ EVM ਦਾ ਮਤਲਬ ਐਵਰੀ ਵੋਟ ਫਾਰ ਮੋਦੀ EVM ਜੀ। ਕਿਸਾਨ ਅੰਦੋਲਨ 'ਤੇ ਸੁਰਿੰਦਰ ਬਾਈ ਜੀ ਕੀ ਕੁਛ ਵਾਪਰ ਰਿਹਾ ਅਤੇ ਹੋਰ ਕਿਹੜੀਆਂ ਮਸਲਿਆਂ 'ਤੇ ਆਪਾਂ ਗੱਲ ਕਰਨੀ ਆ, ਅਤੇ ਨਾਲ ਫਿਰ ਤੁਸੀਂ ਦੱਸ ਦਿਓ, ਕਾਲ ਵੀ ਲੈਂਦੇ ਜਾਵਾਂਗੇ ਜੀ। ਵੈਲਕਮ ਸੁਰਿੰਦਰ ਬਾਈ ਜੀ। ਹਾਂ ਟਵਾਣਾ ਸਾਹਿਬ, ਪਹਿਲਾਂ ਕਿਸਾਨੀ ਅੰਦੋਲਨ ਲਵਾਂਗੇ ਫਿਰ ਵਿਧਾਨ ਸਭਾ 'ਚ ਆਵਾਂਗੇ ਜੀ। ਅੱਜ ਕੀ ਵਾਪਰਿਆ ਟਵਾਣਾ ਸਾਹਿਬ, ਜਿਹੜੀ ਪੰਜਾਬ ਦੀਆਂ ਕਿਸਾਨ ਯੂਨੀਅਨ ਦੇ ਨਾਲ ਸੰਬੰਧਿਤ 2 ਯੂਨੀਅਨ ਦੇ ਆਗੂ ਨੇ, ਉਹਨਾਂ 'ਚ ਸਰਜੀਤ ਸਿੰਘ ਫੂਲ ਔਰ ਇੱਕ ਰੋਲਦੂ ਸਿੰਘ ਮਾਨਸਾ ਖੁੰਡੇ ਵਾਲਾ ਬਾਬਾ, ਦੋਨਾਂ ਦੀ ਇੱਕ ਵੀਡੀਓ ਨੂੰ ਬਿਹਾਫ ਬਣਾ ਕੇ PTC ਨਿਊਜ਼ ਨੇ ਇੱਕ ਨਿਊਜ਼ ਜਿਹੜੀ ਸੀ ਉਹ ਚਲਾਤੀ ਸਪੈਸ਼ਲ ਕਿ ਦੇਖੋ ਜੀ ਕਿਸਾਨ ਆਗੂਆਂ ਦੀ ਹੁਣ ਗੱਲਬਾਤ ਕੇਂਦਰ ਨਾਲ ਹੋਣ ਲੱਗੀ ਆ ਤੇ ਉਹਨਾਂ ਨੇ ਇੱਕ 9 ਮੈਂਬਰੀ ਕਮੇਟੀ ਤਿਆਰ ਕਰ ਲਈ ਆ। ਟਵਾਣਾ ਸਾਹਿਬ ਪੂਰੀ ਖਿੱਲੀ ਉਡਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮਤਲਬ ਕਿਸਾਨ ਆਗੂਆਂ ਦੇ ਕੱਪੜੇ ਲਾਤੇ। ਕਿਸੇ ਨੇ ਸੋਸ਼ਲ ਮੀਡੀਆ ਤੇ ਕਹਿਤਾ ਦੇਖੋ ਜੀ ਹੁਣ ਵਿਕਣ ਚੱਲੇ ਆ ਜੀ, ਪਹਿਲਾਂ 40 ਜਿਹੜੇ ਖਰੀਦਣੇ ਔਖੇ ਸੀ ਹੁਣ 9 ਨੂੰ ਖਰੀਦਿਆ ਜਾਊ ਬੰਦ ਕਮਰੇ ਦੇ ਵਿੱਚ, ਦੇਖੋ ਜੀ ਨੋਟਾਂ ਦੀਆਂ ਪੰਡਾ ਬੰਨ ਕੇ ਲੈ ਗਏ ਜੀ ਫਲਾਨੇ ਜਗ੍ਹਾ ਪਹੁੰਚਾ ਤੇ, ਮਤਲਬ ਜੋ ਕੁਫਰ ਤੋਲਿਆ ਜਾ ਸਕਦਾ ਸੀ ਉਹ ਤੋਲ ਦਿੱਤਾ। ਟਵਾਣਾ ਸਾਹਿਬ ਅਸਲੀਅਤ ਸਾਹਮਣੇ ਕੀ ਆਈ ਕਿ ਨੈਸ਼ਨਲ ਲੈਵਲ ਤੇ ਪਹਿਲਾਂ ਇੱਕ ਜਿਹੜੀ ਸੀਗੀ ਉਹ 7 ਮੈਂਬਰੀ ਕਮੇਟੀ ਬਣੀ ਹੋਈ ਸੀ, ਠੀਕ ਹੈ ਜੀ। ਉਹ 7 ਮੈਂਬਰੀ ਕਮੇਟੀ ਜਿਹੜੀ ਸੀ ਉਹ ਕੰਮ ਕਰਦੀ ਆ ਰਹੀ ਸੀ ਕਿ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 7 ਮੈਂਬਰੀ ਕਮੇਟੀ ਕੋਲੇ ਸੀ। ਟਵਾਣਾ ਸਾਹਿਬ ਉਹਦੇ 'ਚ ਉਹਨਾਂ ਨੇ 2 ਮੈਂਬਰ, ਕਿਉਂਕਿ ਜਿਸ ਵੇਲੇ ਉਹਨਾਂ ਨੇ VM ਸਿੰਘ ਨੂੰ ਬਾਹਰ ਕੀਤਾ ਸੀ ਉਸ ਤੋਂ ਬਾਅਦ ਕੋਈ ਮੈਂਬਰ ਨਹੀਂ ਸੀ ਰਲਾਇਆ, ਤੇ 2 ਮੈਂਬਰ ਉਹਨਾਂ ਦੇ ਵਿੱਚ ਜਿਹੜੇ ਸੀ ਉਹਨਾਂ ਦੇ ਵਿੱਚ ਇੱਕ ਜੁੱਧਵੀਰ ਸਿੰਘ ਸੀਗਾ ਤੇ ਇੱਕ ਸ਼ਾਇਦ ਸ਼ੇਵਰਾਮ ਕੱਕਾ ਜਿਹੜੇ ਸੀ, ਇਹ 2 ਉਹਨਾਂ ਨੇ ਬਾਅਦ 'ਚ ਪਾਏ ਹੋਏ ਸੀਗੇ ਵੀ ਚਲੋ ਵੀ ਇਹਨਾਂ ਦੀ ਰਾਏ ਵਿੱਚ ਲਈ ਜਾਵੇ, ਕਿਉਂਕਿ ਇੱਕ ਵਿਅਕਤੀ ਤਾਂ ਇਹਨਾਂ ਨਾਲੋਂ ਮੱਧ ਪ੍ਰਦੇਸ਼ ਨੂੰ ਬਿਲੋਂਗ ਕਰਦਾ ਸੀ ਤੇ ਇੱਕ ਜਿਹੜਾ ਸੀਗਾ ਉਹ ਰਕੇਸ਼ ਟਕੈਤ ਦੀ ਯੂਨੀਅਨ ਨਾਲ ਸੰਬੰਧਿਤ ਸੀਗਾ, ਤਾਂ ਕਰਕੇ ਲਏ ਸੀ। ਟਵਾਣਾ ਸਾਹਿਬ ਉਹਨਾਂ ਨੇ ਇੱਕ 9 ਮੈਂਬਰੀ ਕਮੇਟੀ ਬਣਾ ਲਈ ਤੇ ਉਹਨਾਂ ਦੋਨਾਂ ਦੀ ਉਸ ਕਮੇਟੀ 'ਚ ਜਿਹੜੀ ਸ਼ਮੂਲੀਅਤ ਸੀ ਉਹ ਪੱਕੀ ਕਰ ਦਿੱਤੀ ਕਿ ਇਹ ਪੱਕੇ ਤੌਰ ਤੇ ਇਸ ਕਮੇਟੀ ਦੇ ਮੈਂਬਰ ਰਹਿਣਗੇ, ਤੇ ਜਿਹੜੀਆਂ ਪੰਜਾਬ ਵਾਲੀਆਂ ਜਥੇਬੰਦੀਆਂ ਉਹ ਆਪਣੀ ਅਲੱਗ ਮੀਟਿੰਗ ਕਰਦੀਆਂ, ਫਿਰ ਨੈਸ਼ਨਲ ਲੈਵਲ ਦੀਆਂ ਜਿਹੜੀਆਂ 574 ਦੇ ਲਗਭਗ ਜਥੇਬੰਦੀਆਂ ਉਹਨਾਂ ਦੀ ਇੱਕ ਸਾਂਝੀ ਮੀਟਿੰਗ ਹੁੰਦੀ ਆ। ਉਸ ਤੋਂ ਬਾਅਦ ਜਿਹੜਾ ਫੈਸਲਾ ਜਿਹੜੀ ਇਹ 7 ਮੈਂਬਰੀ ਕਮੇਟੀ ਸੀ ਉਹ ਕਰਦੀ ਸੀ, ਜਿਸ 'ਚ 2 ਮੈਂਬਰ ਜਿਹੜੇ ਸੀ ਉਹ ਟੈਂਪਰੇਰੀ ਬੈਠਦੇ ਸੀ, ਉਹ ਪੱਕੇ ਤੌਰ ਤੇ ਮੈਂਬਰ ਨਹੀਂ ਸੀ। ਹੁਣ ਉਹਨਾਂ ਨੂੰ ਪੱਕੇ ਤੌਰ ਤੇ ਲੈ ਲਿਆ। ਟਵਾਣਾ ਸਾਹਿਬ ਹੁਣ ਰੌਲਾ ਕੀ ਆ, ਦੇਖੋ ਤੁਸੀਂ ਇੱਕ ਚੈਨਲ ਆ ਉਹਦੇ ਉੱਤੇ ਆਪਾਂ ਨੂੰ ਪਤਾ ਰੋਲਦੂ ਸਿੰਘ ਮਾਨਸਾ ਬੜੇ ਸਾਫ਼ ਤੇ ਸਪਸ਼ਟ ਦਿਲ ਦੇ ਆ, ਉਹਨਾਂ ਨੇ ਕਦੀ ਮਨ 'ਚ ਨਹੀਂ ਰੱਖਿਆ, ਉਹਨਾਂ ਨੇ ਮੂੰਹ ਤੇ ਕਹਿ ਦਿੱਤਾ
ਹੁਣ ਉਹਨਾਂ ਦੇ ਕਹਿਣ ਦਾ ਅੰਦਾਜ਼ ਜਿਹੜਾ ਸੀ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰ ਦਿੱਤਾ ਗਿਆ ਕਿ ਦੇਖੋ ਜੀ ਕਿਸਾਨ ਆਗੂ ਹੀ ਵਿਕਣ ਚੱਲ, ਮਤਲਬ ਪੀਟੀਸੀ ਨੇ ਸਵੇਰ ਦੀ ਉਹਨਾਂ ਦੀ ਐਸੀ ਖਿੱਲੀ ਉਡਾਈ। ਉਹਦੇ ਬਾਅਦ ਸੋਸ਼ਲ ਮੀਡੀਆ ਨੇ ਮਤਲਬ ਕਿਸਾਨ ਆਗੂਆਂ ਦੇ ਕੱਪੜੇ ਉਤਾਰ ਕੇ ਜਿਹੜੇ ਰੱਖ ਦਿੱਤੇ। ਪਰ ਪੀਟੀਸੀ ਦਾ ਕੀ ਕੀਤਾ ਉਹ ਲੋਕਾਂ ਨੇ, ਇਹ ਵੀ ਵੇਖੋ ਨਾ। ਮੈਂ ਟਵਾਣਾ ਸਾਹਿਬ ਮੈਂ ਉਹੀ ਕਹਿਣ ਲੱਗਾ, ਦੇਖੋ ਉਹਦੇ ਬਾਅਦ ਕੀ ਹੋਇਆ, ਅਖੀਰ 3 ਮੈਂਬਰ ਜਿਹੜੇ ਸੀਗੇ ਇਸ ਸੰਯੁਕਤ ਕਿਸਾਨ ਮੋਰਚੇ ਦੇ, ਜਿਨ੍ਹਾਂ ਡਾਕਟਰ ਦਰਸ਼ਨਪਾਲ, ਜੋਗਿੰਦਰ ਜਾਦਵ ਤੇ ਨਾਲ ਬਲਵੀਰ ਸਿੰਘ ਰਾਜੇਵਾਲ ਬੜੀ ਦੇਰ ਬਾਅਦ ਮੀਡੀਆ ਦੇ ਸਾਹਮਣੇ ਆਏ ਤੇ ਟਵਾਣਾ ਸਾਹਿਬ ਉਹਨਾਂ ਨੇ ਕਲੀਅਰ ਕੀਤਾ ਕਿ ਇਹ 2 ਮੈਂਬਰ ਜਿਹੜੇ ਸੀ ਇਹ ਆਏ ਆ ਸਾਡੇ ਆਗੂਆਂ ਤੋਂ ਧੱਕੇ ਨਾਲ ਮੈਕ ਰੱਖ ਕੇ ਜੇ ਬੁਲਾਇਆ ਗਿਆ। ਕੱਲ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ, ਉਹਦੇ ਵਿੱਚ ਅਸੀਂ ਉਹਨਾਂ ਨੂੰ ਸਵਾਲ ਵੀ ਕਰਾਂਗੇ, ਜੇ ਉਹਨਾਂ ਤੋਂ ਗਲਤੀ ਵੀ ਹੋਈ ਆ ਅਸੀਂ ਮਾਫੀ ਅੱਜ ਹੀ ਤੁਹਾਡੇ ਤੋਂ ਮੰਗ ਲੈਣੀ। ਪਰ ਟਵਾਣਾ ਸਾਹਿਬ ਹੁਣ ਗੱਲ ਇਹ ਆ, ਮੀਡੀਆ ਨੂੰ ਤਾਂ ਕੋਈ ਨਾ ਕੋਈ ਮਸਾਲਾ ਚਾਹੀਦਾ, ਮਸਾਲੇ ਬਗੈਰ ਮੀਡੀਆ ਦਾ ਗੁਜ਼ਾਰਾ ਨਹੀਂ ਹੈ। ਤੇ ਜਿਹੜਾ ਆਉਂਦਾ ਕਿਸੇ ਨਾ ਕਿਸੇ ਦੇ ਵਿਚਾਰਿਆਂ ਦੇ ਮੂੰਹ 'ਚ ਮੈਕ ਜਿਹੜਾ ਉਹ ਠੂਸਦਾ ਤੁਰਿਆ ਜਾ ਰਿਹਾ, ਇਹ ਬੜੀ ਵੱਡੀ ਸਮੱਸਿਆ ਟਵਾਣਾ ਸਾਹਿਬ। ਔਰ ਤੁਸੀਂ ਦੇਖੋ ਵੀ ਤੁਸੀਂ ਘੱਟੋ ਘੱਟ ਖਬਰ ਚਲਾਉਣ ਲੱਗੇ ਹੋ, ਜੇ 2 ਆਗੂ ਜਿਹੜੇ ਆ, ਆਪਾਂ ਨੂੰ ਪਤਾ ਕਿ ਰੁਲਦੂ ਸਿੰਘ ਮਾਨਸਾ ਬਿਲਕੁਲ ਅਨਪੜ੍ਹ ਵਿਅਕਤੀ ਨੇ, ਪਰ ਇਹ ਆ ਕਿ ਗੱਲ ਬੜੀ ਦਲੀਲ ਨਾਲ ਕਰਦੇ ਆ। ਜੇ ਉਹਨਾਂ ਤੋਂ ਗੱਲ ਆ ਗਈ ਤੁਸੀਂ ਕਿਸੇ ਹੋਰ ਲੀਡਰ ਤੋਂ ਕਲੀਅਰ ਕਰ ਲਓ। ਤੁਸੀਂ ਆਪਣੀ TRP ਨੂੰ ਮੁੱਖ ਰੱਖ ਕੇ ਖਿੱਲੀ ਉਡਾਤੀ ਆ। ਜਿਸ ਦਿਨ ਟਵਾਣਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਨਾਂ ਬਿੱਲਾਂ ਦਾ ਸਮਰਥਨ ਕਰਦਾ ਸੀ, ਉਦੋਂ ਪੀਟੀਸੀ ਕਿਉਂ ਨਾ ਬੋਲਿਆ? ਉਦੋਂ ਤਾਂ ਉਹਨਾਂ ਦੀਆਂ ਵੀਡੀਓ ਵਾਇਰਲ ਕਰਦਾ ਸੀ, ਠੀਕ ਹੈ, ਉਦੋਂ ਕਿਉਂ ਨਾ ਵਿਰੋਧ ਕੀਤਾ? ਠੀਕ ਹੈ, ਮੁੜ ਕੇ ਜਦੋਂ ਉਹਨਾਂ ਨੇ ਕੇਂਦਰ ਤੋਂ ਅਸਤੀਫਾ ਦਿੱਤਾ, ਜਦੋਂ ਉਹਦੇ ਨਾਲ ਆਪਣਾ ਨਾਤਾ ਤੋੜਿਆ NDA ਨਾਲੋਂ, ਤੇ ਫੇਰ ਤੁਸੀਂ ਦੂਸਰੇ ਬੰਨੇ ਪਲਟ ਗਏ। ਉਸ ਵੇਲੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਸਵਾਲ ਕੀਤੇ ਕਿ ਭਾਈ ਪਹਿਲਾਂ ਤੁਹਾਡੀ ਕੀ ਰਾਏ ਸੀ ਤੇ ਹੁਣ ਕੀ ਆ? ਇਸ ਕਰਕੇ ਟਵਾਣਾ ਸਾਹਿਬ ਇਹ ਜਿਹੜੇ ਚੈਨਲ ਨੇ ਨਾ, ਮੈਂ ਪਹਿਲਾਂ ਕਿਹਾ ਕਿ ਬੋਧੀ ਮੀਡੀਆ ਤਾਂ ਹੈ ਹੀ ਸੀ, ਇਹ ਜਿਹੜਾ ਬੋਧੀ ਮੀਡੀਆ ਨਾ, ਬੋਧੀ ਮੀਡੀਆ ਨੇ ਵੀ ਬੜੀ ਜਾਨ ਖਾਧੀ ਇਸ ਕਿਸਾਨੀ ਅੰਦੋਲਨ ਦਾ ਮਤਲਬ ਸੱਤਿਆਨਾਸ਼ ਕਰਨ 'ਚ। ਇਸ ਬੋਧੀ ਮੀਡੀਆ ਨੇ ਵੀ ਕੋਈ ਕਸਰ ਨਹੀਂ ਛੱਡੀ। ਪਰ ਇਹ ਸੀ ਵੀ ਅੱਜ ਕਿਸਾਨੀ ਅੰਦੋਲਨ ਜਿਹੜਾ ਸੀ ਉਹਨੂੰ ਜਿਹੜੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਆਗੂਆਂ ਨੇ ਅੱਜ ਸ਼ਾਮ ਹੁੰਦੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਸਾਰੀ ਕਲੀਅਰ ਕਰ ਦਿੱਤੀ ਕਿ ਭਾਈ ਏਦਾਂ ਦੀ ਕੋਈ ਗੱਲ ਨਹੀਂ, ਨਾ ਹੀ ਇਹ 9 ਮੈਂਬਰੀ ਕਮੇਟੀ ਜਾਏਗੀ। ਜਦੋਂ ਗੱਲਬਾਤ ਹੋਏਗੀ, ਜਿਹੜੇ ਪਹਿਲਾਂ ਸਾਰੇ ਦੇ ਸਾਰੇ ਮੈਂਬਰ ਜਾਂਦੇ ਨੇ ਉਹ ਸਾਰੇ ਹੀ ਜਾਣਗੇ। ਹੁਣ ਤੁਸੀਂ ਦੇਖਿਓ ਸਵੇਰ ਨੂੰ ਅਖਬਾਰਾਂ ਤੇ ਜਿਹੜੀਆਂ ਉਹ ਤਾਂ ਤਕਰੀਬਨ ਇਹਦੀ ਕਲੈਰੀਫਿਕੇਸ਼ਨ ਜਿਹੜੀ ਉਹ ਮਿਲ ਗਈ ਆ, ਉਹ ਤਾਂ ਠੀਕ ਹੋ ਜੂ, ਪਰ ਸੋਸ਼ਲ ਮੀਡੀਆ 'ਚ ਅੱਜ ਦੀ ਰਾਤ ਤੇ ਕੱਲ ਪਰਸੋਂ ਤੱਕ ਦੇਖਿਓ ਵੀਡੀਓ ਪੈ ਕੇ ਟਵਾਣਾ ਸਾਹਿਬ ਕਿਸ ਤਰ੍ਹਾਂ ਉਹਨਾਂ ਦੀ ਕਿਸਾਨ ਆਗੂਆਂ ਦੀ ਜਿਹੜੀ ਉਹ ਖਿੱਲੀ ਉਡਾਈ ਜਾਂਦੀ, ਉਹਨਾਂ ਦਾ ਕੁਛ ਵੀ ਉਹਨਾਂ ਦੇ ਪੱਲੇ ਨਹੀਂ ਛੱਡਣਾ, ਇਹਨਾਂ ਨੇ ਕੱਪੜੇ ਉਤਾਰਨੇ ਆ। ਮਤਲਬ ਇਹ ਜਿਹੜਾ ਬੋਧੀ ਮੀਡੀਆ ਵੀ ਹੈ ਨਾ, ਇਹਨਾਂ ਨੇ ਕੁਛ ਵੀ ਜਿਹੜਾ ਉਹ ਨਹੀਂ ਛੱਡਣਾ। ਹਰ ਜੋ ਹੱਥ ਕੰਡਾ ਇਹਨਾਂ ਤੋਂ ਅਪਣਾਇਆ ਗਿਆ ਇਹਨਾਂ ਨੇ ਟਵਾਣਾ ਸਾਹਿਬ ਅਪਣਾਉਣਾ। ਪਰ ਕੁੱਲ ਮਿਲਾ ਕੇ ਟਵਾਣਾ ਸਾਹਿਬ ਇਹ ਆ ਕਿ ਕਿਸਾਨੀ ਅੰਦੋਲਨ ਜਿਸ ਤਰੀਕੇ ਦੇ ਨਾਲ ਚੱਲ ਰਿਹਾ, ਉਸ ਤਰੀਕੇ ਦੇ ਨਾਲ ਪੂਰੇ ਭਾਰਤ 'ਚ ਉਹਨਾਂ ਨੂੰ ਸਮਰਥਨ ਮਿਲ ਰਿਹਾ। ਹਰ ਸਟੇਟ ਦੇ ਵਿੱਚ ਉਹਨਾਂ ਦੇ ਵੱਡੇ ਆਗੂ ਜਾ ਰਹੇ ਨੇ ਤੇ ਉਹਨਾਂ ਦੀ ਇਸ ਵਕਤ ਜਿਹੜਾ ਅੰਦੋਲਨ ਆ ਉਹ ਪੂਰੇ ਪੀਕ ਤੇ ਜਾ ਰਿਹਾ। ਤੇ ਭਾਰਤ ਸਰਕਾਰ ਜਿਹੜੀ ਵਾਰ-ਵਾਰ ਚਿੰਤਤ ਆ ਕਿ ਇਸ ਅੰਦੋਲਨ ਜਿਹੜਾ ਇਹਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ ਤੇ ਇਹਦਾ ਹੱਲ ਕਿੱਦਾਂ ਕੱਢਿਆ ਜਾਵੇ। ਦੇਖੋ, ਮੈਂ ਇਸ ਮਾਮਲੇ 'ਚ ਬਹੁਤ ਸੈਂਸਿਟਿਵ ਹਾਂ ਕਿਉਂਕਿ ਸਾਡੀ ਜਿਹੜੀ ਇਮਾਨਦਾਰੀ ਆ ਉਹ ਇਸ ਖਿੱਤੇ ਦੀ ਜ਼ਮੀਨ ਪ੍ਰਤੀ ਹੋਣੀ ਚਾਹੀਦੀ ਆ, ਲੋਕਾਈ ਪ੍ਰਤੀ ਹੋਣੀ ਚਾਹੀਦੀ ਹੈ। ਪਰ ਅਫਸੋਸ ਕਿ ਸਾਡੀ ਜਿਹੜੀ ਪੱਤਰਕਾਰਾਂ ਦੀ ਜ਼ਮੀਰ ਹੈ ਉਹ ਆਪਣੇ ਦਮੜਿਆਂ 'ਤੇ ਮੁਨਸਰ ਕਰਦੀ ਹੈ ਕਿ ਮੈਂ ਵੱਡੇ ਚੈਨਲ 'ਚ ਜਾਵਾਂ, ਮੇਰਾ ਵੈਕਸ ਵੱਡਾ ਹੋਵੇ, ਮੈਨੂੰ ਜ਼ਿਆਦਾ ਲੋਕ ਵੇਖਣ। ਉੱਥੇ ਫਿਰ ਡੈਸਕ ਪਾਲਿਸੀਆਂ ਲਾਗੂ ਹੁੰਦੀਆਂ ਨੇ। ਹੁਣ ਤੱਕ ਮੈਨੂੰ ਕਿੰਨੀਆਂ ਆਫਰਾਂ ਆਈਆਂ ਨੇ, ਮੈਂ ਕਦੇ ਨਹੀਂ ਗਿਆ। ਅਤੇ ਕਿਹਦਾ ਨਾਂ ਲਵਾਂ, ਕਿਹਦੀ ਆਫਰ ਨਹੀਂ ਜਾਂਦਾ। ਆਮ ਲੋਕਾਂ ਦੇ ਜਿਹੜੇ ਛੋਟੇ ਮੋਟੇ ਅਦਾਰੇ ਨੇ ਹਮੇਸ਼ਾ ਉਹਨਾਂ ਨੂੰ ਤਵੱਜੋ ਦਿੱਤੀ ਹੈ ਅਤੇ ਇਹ ਵੀ ਆਖਿਆ ਕਿ ਭਾਈ ਤੁਹਾਡੀ ਪਾਲਿਸੀ ਮੇਰੇ 'ਤੇ ਲਾਗੂ ਨਹੀਂ ਹੋਵੇਗੀ। ਜਿੰਨੀ ਦੇਰ ਜਿੱਥੇ ਵੀ ਰਿਹਾ ਰਿਸਪੈਕਟ ਨਾਲ ਆਪਣੀ ਪੱਤਰਕਾਰੀ ਦੇ ਉੱਤੇ ਕਿਸੇ ਨੂੰ ਭਾਰੂ ਨਹੀਂ ਪੈਣ ਦਿੱਤਾ। ਇਹ ਠੀਕ ਆ, ਵਾਧੇ ਘਾਟੇ ਹੁੰਦੇ ਨੇ, ਗੁੱਸੇ ਗਿੱਲੇ ਝੱਲਣੇ ਪੈਂਦੇ ਨੇ, ਲੋਕਾਂ ਦੇ ਜੋਖਮ ਉਠਾਉਣੇ ਪੈਂਦੇ ਨੇ, ਪਰ ਐਡੀਆਂ ਵੀ ਕਾਹਦੀਆਂ ਮਜਬੂਰੀਆਂ। ਇਹ ਜਿਹੜਾ ਸਾਰਾ ਸਿਲਸਿਲਾ ਚੱਲਦਾ ਨਾ, ਅਸਲ ਸਾਰੀ ਦਮੜਿਆਂ ਦੀ ਅਤੇ ਜ਼ਮੀਰ ਨੂੰ ਵੇਚਣ ਦੀ ਸੌਦੇਦਾਰੀ ਹੁੰਦੀ ਹੈ। ਹੁਣ ਇਹ ਕਿਸਾਨ ਆਗੂ ਨੇ, ਇਹ ਠੀਕ ਹੈ ਕਿ ਛੋਟੇ ਸੰਘਰਸ਼ ਕਰਦੇ ਰਹੇ ਨੇ, ਇਹਨਾਂ ਨੇ ਇਹ ਚੀਜ਼ਾਂ ਨਹੀਂ ਵੇਖੀਆਂ। ਵੇਖ ਕੇ ਕੁਛ ਜਿਹੜੇ ਨੇਤਾ ਨੇ ਉਹ ਗੱਲ ਕਹਿ ਬੈਠਦੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਸਿਆਸਤ ਕੀ ਹੈ। ਹੁਣ ਇਹ ਜਿਹੜੇ ਸਾਰੇ ਗਰੁੱਪ ਨੇ, ਅਕਾਲੀ ਦਲ ਦਾ ਚੈਨਲ ਹੈ PTC, ਜ਼ੀ ਨਿਊਜ਼ ਹੈ ਉਹ ਸੁਭਾਸ਼ ਚੰਦਰਾ ਦਾ, ਚੰਦਰਾ TV ਵਾਲਿਆਂ ਦਾ, ਅਤੇ ਆਹ ਜਿਹੜਾ ਅੰਬਾਨੀਆਂ ਦਾ ਜਿਹੜਾ ਨਿਊਜ਼ 18, ਇਹ ਪੰਜਾਬ ਵਾਲਾ ਤਾਂ ਪੰਜਾਬ ਦੀ ਗੱਲ ਕਰਦਾ,
ਪਰ ਸ਼ੰਭੂ ਤੋਂ ਪਾਰ ਜਾ ਕੇ ਧੱਜੀਆਂ ਉਡਾਤੀਆਂ ਇਹਨਾਂ ਨੇ ਕਿਸਾਨ ਅੰਦੋਲਨ ਦੀਆਂ। ਪੰਜਾਬ ਵਾਲਾ ਵੀ ਪੰਜਾਬ ਦੀ ਤਾਂ ਗੱਲ ਕਰਦਾ ਕਿ ਇੱਥੇ ਹੂਰੇ ਪੈਂਦੇ ਨੇ, ਇੱਥੇ ਇਹਨਾਂ ਨੇ ਦੂਸਰੇ ਮੀਡੀਆ ਨੂੰ ਖ਼ਤਮ ਕਰਨਾ ਹੈ। ਪਹਿਲਾਂ ਇਸ ਨਿਊਜ਼ 18 ਦਾ ਇੱਕੋ ਹੀ ਮਕਸਦ ਸੀ, ਇੱਥੇ ਇੱਕ ਪੱਤਰਕਾਰ ਹੁੰਦਾ ਸੀ ਜਿਹਨੇ ਅੱਜ ਕੱਲ੍ਹ ਆਪਣਾ ਚੈਨਲ ਖੋਲ੍ਹ ਲਿਆ, ਉਹਦਾ ਇਕਲੌਤਾ ਮੈਸੇਜ ਜਿਹੜਾ ਮੋਟਿਵ ਹੁੰਦਾ ਸੀਗਾ ਕਿ ਕਿਵੇਂ ਨਾ ਕਿਵੇਂ ਅਕਾਲੀ ਦਲ ਨੂੰ ਕਿਵੇਂ ਖ਼ਤਮ ਕਰਨਾ। ਅਕਾਲੀ ਦਲ ਦੇ ਖਿਲਾਫ ਡੇਰੇ ਵਾਲੇ ਲਿਆਂਦੇ, ਸਭ ਕੁਛ ਲਿਆਂਦਾ, ਸਭ ਕੁਛ ਕੀਤਾ। ਕਾਂਗਰਸ ਦੀ ਉਹ ਗੱਲ ਨਹੀਂ ਕਰਦਾ ਕਿਉਂਕਿ ਕਾਂਗਰਸ ਨਾਲ ਸਾਂਢ ਗਾਂਢ ਰੱਖਣੀ ਸੀਗੀ। ਅਤੇ ਫਿਰ ਅਕਾਲੀਆਂ ਨੇ ਉਹਦੇ 'ਤੇ ਕੇਸ ਕਰਨ ਦੀ ਗੱਲ ਆਖੀ ਜਦੋਂ ਇੱਕ ਡੇਰੇਦਾਰ ਨੂੰ ਲੈ ਕੇ ਆਇਆ, ਅਤੇ ਫਿਰ ਉਹ ਚੈਨਲ ਨੇ ਉਹਨੂੰ ਕਹਿ ਦਿੱਤਾ ਕਿ ਭਾਈ ਕੇਸ ਹੁੰਦਾ ਸਾਡੇ 'ਤੇ, ਤੂੰ ਜਾ। ਚਲੋ ਉਹਨੇ ਆਪਣਾ ਸ਼ੁਰੂ ਕਰ ਲਿਆ, ਜਿਹਦੇ ਨਾਲ ਵੀ ਕੀਤਾ ਉਹ ਵੱਖਰੀ ਗੱਲ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਹੁਣ ਜਿੰਨੇ ਵੀ ਨਿੱਜੀ ਚੈਨਲ ਚੱਲਦੇ ਨੇ, ਜਿਹੜਿਆਂ ਨੇ YouTube ਚੈਨਲ ਨੇ ਬੇਸਿਕਲੀ, ਇਹ ਸਾਰੇ ਜਿਹੜੇ 2-4 ਬਣੇ ਨੇ, ਪਤਾ ਹੀ ਲੱਗ ਗਿਆ ਕੌਣ ਕਿਹਦਾ, ਕਿਹੜਾ ਦੀਪ ਸਿੱਧੂ ਦਾ ਅਤੇ ਕਿਹੜਾ ਨਵਜੋਤ ਸਿੱਧੂ ਦਾ। ਕਿਹਨੂੰ ਨਹੀਂ ਪਤਾ ਇਨਵੈਸਟਮੈਂਟ ਕਿਹਦੀ ਹੈ। ਇੰਨੇ ਜੋਗੇ ਕੀ ਤੁਸੀਂ ਹੈਗੇ ਸੀ ਕਿ ਇੰਨੇ ਪੈਸੇ ਲਾ ਸਕਦੇ ਹੋ? ਇਹ ਪਤਾ ਹੀ ਹੈ ਕਿ ਪਿੱਛੇ ਦਮੜੇ ਕਿਹਦੇ ਨੇ। ਜੇ PTC ਅਕਾਲੀਆਂ ਦਾ, ਬਾਦਲ ਪਰਿਵਾਰ ਦਾ ਹੈ, ਅਤੇ ਕਾਂਗਰਸ ਦੇ ਕਿਹੜੇ ਨੇ ਫਿਰ? ਕਾਮਰੇਡਾਂ ਦੇ ਨਵੇਂ ਜ਼ਮਾਨੇ ਵਾਲੇ ਅਖਬਾਰ ਕਿਹੜੇ ਨੇ ਜਿਨ੍ਹਾਂ ਦੇ ਪਾਲਿਸੀ ਕਾਮਰੇਡਾਂ ਦੀ ਲਾਗੂ ਹੁੰਦੀ ਹੈ ਨਾ? ਇਸੇ ਤਰ੍ਹਾਂ ਜਗਬਾਣੀ ਹੈ, ਇਸੇ ਤਰ੍ਹਾਂ ਦੂਸਰੇ ਨੇ। ਇਹ ਰਾਜ ਸਭਾ ਦੇ MP ਬਣਦੇ ਨੇ, ਭਾਵੇਂ ਬਰਜਿੰਦਰ ਸਿੰਘ ਹਮਦਰਦ ਬਣੇ। ਕਿਹੜੀ ਪਾਰਟੀ ਹੈ ਕਿ ਚੱਕ ਕੇ ਲਾ ਦੂ? ਉਹਨਾਂ ਨੇ ਆਪਣਾ ਏਜੰਡਾ ਸੈੱਟ ਕਰਾਉਣਾ। ਫਿਰ ਆਮ ਆਦਮੀ ਪਾਰਟੀ ਆਈ, ਮੇਜਰ ਸਿੰਘ ਪੱਤਰਕਾਰ ਮਰਹੂਮ, ਚਲੋ ਡੈਥ ਹੋ ਗਈ ਉਹਨਾਂ ਦੀ, ਮੌਲਾ ਨਵਾਜ਼ ਬਖਸ਼ੇ ਉਹਨਾਂ ਨੂੰ ਆਪਣੇ ਚਰਨਾਂ 'ਚ। ਉਹ ਜਿਹੜਾ ਜਦੋਂ ਸ਼ਰੂਤੀ ਸਚਦੇਵਾ ਕਾਂਡ ਵਾਪਰਿਆ ਫਰੀਦਕੋਟ 'ਚ ਪਰਮਰਾਜ ਉਮਰਾ ਨੰਗਲ ਦੇ ਵੇਲੇ, ਉਹਦੇ 'ਚ ਉਹਨਾਂ ਦੀ ਕੀ ਰਿਪੋਰਟਿੰਗ ਸੀ? ਉਸ ਕੇਸ ਨੂੰ ਉਹਨਾਂ ਨੇ ਲਵ ਮੈਰਿਜ ਬਣਾਇਆ। ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਬਣੇ, ਜਲੰਧਰ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਸੀ, ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਬੁਲਾਰੇ ਵੀ ਸੀਗੇ। ਕਮਰ ਸੰਧੂ ਤਾਂ ਚਲੋ ਛੱਡ ਕੇ ਆ ਹੀ ਗਏ ਸੀ ਸਿੱਧੇ ਹੀ ਆਮ ਆਦਮੀ ਪਾਰਟੀ 'ਚ, ਪਰ ਉਹ ਹੁਣ ਵੀ ਜਰਨਲਿਸਟ ਨੇ। ਅਤੇ ਕੁਛ ਤਾਂ ਚਲੋ ਐਲਾਨੀਆਂ ਨੇ ਕਿ ਅਸੀਂ ਹਾਂ ਇਸ ਪਾਰਟੀ ਦੇ ਬੁਲਾ ਰਹੇ ਹਾਂ। ਕੁਛ ਜਿਹੜੇ ਹਿਡਨ ਨੇ ਉਦੋਂ ਵੀ ਮਾੜੇ ਨੇ। ਹੁਣ ਕਿਸਾਨ, ਆਮ ਭੋਲੇ ਭਾਲੇ ਕਿਸਾਨ ਨੇ ਯਾਰ, ਉਹ ਆਪਣੀ ਜ਼ਮੀਨ ਦੀ ਲੜਾਈ ਲੜਦੇ ਨੇ। ਮੈਂ ਪਹਿਲੇ ਦਿਨ ਤੋਂ ਆਖਿਆ ਸੀ ਕਿ ਇਹ ਸਿੱਖੀ 'ਤੇ ਬਹੁਤ ਵੱਡਾ RSS ਦਾ ਹਮਲਾ ਹੈ। ਉਹ ਸਮਝੋ, ਉਹ ਖਾਲਿਸਤਾਨੀ, ਉਹ ਖਾਲਿਸਤਾਨ ਫੇਰ ਲੈ ਲਓ, ਪਹਿਲਾਂ ਜ਼ਮੀਨ ਬਚਾ ਲਓ। ਪਰ ਜਿਹੜੇ ਅਸਲ ਖਾਲਿਸਤਾਨੀ ਨੇ ਚੁੱਪ ਨੇ। ਜਿਹੜੇ ਏਜੰਸੀਆਂ ਦੇ ਜਾਂ ਦੂਸਰਿਆਂ ਦੇ ਢਹੇ ਚੜੇ ਹੋਏ ਨੇ, ਉਹਨਾਂ ਨੇ ਆਪਣਾ ਰਾਗ ਲਾਪਿਆ ਹੋਇਆ ਕਿ ਅੰਦੋਲਨ ਹੋਵੇ ਤਾਂ ਕਿਵੇਂ ਖਤਮ ਹੋਵੇ। ਹਾਈਜੈਕ, ਕਾਂਗਰਸ ਕਹਿੰਦੀ ਅਸੀਂ ਹਾਈਜੈਕ ਕਰ ਲਈ ਕਿਸਾਨ ਅੰਦੋਲਨ ਨੂੰ, ਕਿਸਾਨ ਸਾਨੂੰ ਹੀ ਸਿਰੇ ਬੰਨਣ। ਅਕਾਲੀ ਕਹਿੰਦੇ ਸਾਨੂੰ ਸਿਰੇ ਬੰਨਣ। ਆਮ ਆਦਮੀ ਪਾਰਟੀ ਵਾਲੇ ਭਗਵੰਤ ਕਹਿੰਦੇ ਸਾਨੂੰ ਹੀ ਸਿਰੇ ਬੰਨਣ। ਉਹ ਭਾਈ ਤੁਹਾਡਾ ਜਿਹੜਾ ਵੱਖ-ਵੱਖ ਪਾਰਟੀਆਂ ਦਾ ਨਜ਼ਰੀਆ ਕੀ ਹੈ ਕਿਸਾਨੀ ਪ੍ਰਤੀ? ਗੇਮ ਸਾਰੇ ਲਾਉਣ ਨੂੰ ਫਿਰਦੇ ਆ। ਸੋ ਇਸ ਅੰਦੋਲਨ ਨੂੰ ਹਾਈਜੈਕ ਸਾਰੇ ਕਰਨ ਨੂੰ ਫਿਰਦੀ ਹੈ। ਸੋ ਕਿਸਾਨ ਭੋਲੇ ਭਾਲੇ ਨੇ, ਓਵਰ ਕੌਨਫੀਡੈਂਸ ਹੋ ਕੇ ਕੋਈ ਗੱਲ ਕਹਿ ਦਿੰਦੇ ਨੇ ਅਤੇ ਉਹ ਮੁੱਦਾ ਬਣਾ ਕੇ TRP ਖਿਲਾਰ ਲੈਂਦੇ ਨੇ ਇਹ ਲੋਕ। ਸੋ ਬਹੁਤ ਤਲਵਾਰ ਦੀ ਧਾਰ 'ਤੇ ਬੈਠੇ ਨੇ ਉਹ ਲੋਕ। ਸੋ ਸਮਝਣਾ ਚਾਹੀਦਾ। ਅਤੇ ਜਦੋਂ ਉਹਨਾਂ ਦੇ ਪ੍ਰਾਪਤੀਆਂ ਹੁੰਦੀਆਂ ਨੇ, ਹੁਣ ਅਕਲੀਅਤ ਤਲਵੰਡੀ ਵਾਲਿਆਂ ਦੀ ਪ੍ਰਾਪਤੀ ਹੋਈ, ਉਹਨਾਂ ਨੂੰ ਟਾਈਮ ਮੈਗਜ਼ੀਨ ਨੇ ਛਾਪਿਆ, ਅਤੇ ਰਵੀ ਸਿੰਘ ਖਾਲਸਾ ਨੂੰ ਜਦੇ ਅਕਲੀਆ ਪਿੰਡ ਯਾਦ ਆ ਗਿਆ। ਉਹ ਭਾਈ ਇਹੀ ਰੁਲਦੂ ਸਿੰਘ ਮਾਨਸਾ ਦੇ ਵਰਕਰ ਨੇ, ਉਹ ਸਾਦੇ ਮੁਰਾਦੇ ਲੋਕ ਨੇ। ਹੁਣ ਤੁਸੀਂ ਉਹਨਾਂ ਨੂੰ ਖਾਲਸਾ ਏਡ ਦਾ ਜਿਹੜਾ ਹੈਗਾ ਆਪਣਾ ਉਹ ਪੇਸ਼ ਕਰ ਦਿਓ ਕਿ ਮੈਂ ਉਹਨਾਂ ਦੀ ਸਾਰ ਲਈ, ਹੁਣ ਦੱਸੋ ਜੀ ਤੁਹਾਨੂੰ ਕੀ ਲੋੜ ਹੈ। ਉਹ ਭਾਈ ਉਦੋਂ ਪੁੱਛੋ ਜਦੋਂ ਉਹਨਾਂ ਨੂੰ ਲੋੜ ਸੀ, ਉਦੋਂ ਕਰੋ। ਇਸ ਕਰਕੇ ਇਸ ਅੰਦੋਲਨ ਨੂੰ ਨਾ ਸੁਰਿੰਦਰ ਭਾਜੀ ਹਰ ਬੰਦਾ ਹਾਈਜੈਕ ਕਰਨ ਨੂੰ ਫਿਰਦਾ। ਆ ਸਾਡੇ ਪੱਤਰਕਾਰ ਨੇ 4-5 ਜੋ ਵੀ ਹੈਗੇ ਨੇ, ਇਹ ਮਤਲਬ ਆਸਾਨ ਕਰਦੇ ਨੇ ਕਿ ਅਸੀਂ ਤੁਹਾਡੇ 'ਤੇ ਖਬਰਾਂ ਲਾਈਆਂ, ਪਰ ਤੁਸੀਂ ਆਪਣੀ TRP ਵੀ ਚਲਾਈਏ, ਲਾਈਆਂ, ਤੁਹਾਡੀ ਜੋਬ ਕੀਤੀ ਹੈ ਕੋਈ। ਤੁਸੀਂ ਮਤਲਬ ਉਹਨਾਂ ਨੂੰ, ਉਹਨਾਂ ਦੇ ਕਮੇਟੀ ਮੈਂਬਰ ਬਣ ਗਏ ਨੇ। ਕਿੰਨੇ ਪੱਤਰਕਾਰ ਤਾਂ ਸ਼ੰਭੂ ਮੋਰਚੇ 'ਚ ਸੀਗੇ ਜਾਂ ਹੋਰ ਕੀ, ਉੱਥੇ ਕਮੇਟੀਆਂ ਦੇ ਮੈਂਬਰ ਬਣੇ ਹੋਏ ਨੇ, ਨਾ 3 'ਚ ਨਾ 13 'ਚ। ਇੱਦਾਂ ਹੀ ਆਮ ਆਦਮੀ ਪਾਰਟੀ ਵੇਲੇ ਸੀ, ਉਹ ਧਿਰ ਬਣ ਗਏ ਸੀ ਉਹਨਾਂ ਦੀ, ਉਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਬਣੇ ਹੋਏ ਨੇ। ਹੁਣ ਵੀ ਕਈ ਪੱਤਰਕਾਰ ਕਿਸਾਨਾਂ ਦੇ ਐਡਵਾਈਜ਼ਰ ਬਣੇ ਹੋਏ ਨੇ। ਤੁਸੀਂ ਐਡਵਾਈਜ਼ਰ ਕਿਉਂ ਬਣਦੇ ਹੋ? ਤੁਸੀਂ ਮੂਵਮੈਂਟ ਦਾ ਆਪਣੇ ਆਪ ਨੂੰ ਰਹਿਨੁਮਾ ਕਿਵੇਂ ਸਮਝਦੇ ਹੋ? ਤੁਸੀਂ ਰਿਪੋਰਟਿੰਗ ਕਰੋ, ਜੋ ਸੈਂਟਰ ਦੀ ਗਲਤ ਹੈ ਉਹ ਵੀ ਕਰੋ, ਜੋ ਕੇਂਦਰ ਦੀ ਇਹਨਾਂ ਦੀ ਕਿਸਾਨਾਂ ਦੀ ਗਲਤ ਹੈ ਉਹ ਵੀ ਕਰੋ। ਤੁਸੀਂ ਪੱਤਰਕਾਰ ਹੋ, ਪੱਤਰਕਾਰ ਰਹੋ, ਧਿਰ ਨਾ ਬਣੋ ਕਿਸੇ ਦੇ ਨਾਲ। ਤੁਹਾਡੀ ਇਮਾਨਦਾਰੀ ਇਸ ਜ਼ਮੀਨ ਪ੍ਰਤੀ ਅਤੇ ਆਵਾਮ ਪ੍ਰਤੀ ਅਤੇ ਪੂਰੀ ਦੁਨੀਆ ਪ੍ਰਤੀ ਹੋਣੀ ਚਾਹੀਦੀ ਹੈ, ਪਰ ਉਹ ਚੀਜ਼ਾਂ ਤਾਂ ਹੈ ਨਹੀਂ ਇਹਨਾਂ ਕੋਲ। ਚੱਕਵੀਆਂ ਖਬਰਾਂ ਲਾਉਂਦੇ ਨੇ, ਅਤੇ ਲੋਕ ਵੀ ਵੀਰ ਮੇਰਿਆ ਗੱਲ ਇਹ ਹੈ ਕਿ ਚੱਕਵਾਂ ਮਾਲ ਵੇਖਣਾ ਚਾਹੁੰਦੇ ਨੇ ਕਿ ਫਲਾਣੇ ਨੇ ਕੀ ਕਿਹਾ। ਇੱਕ ਦੂਸਰੇ ਦੇ ਮੂੰਹ ਤੋਂ ਗੱਲ ਕਢਾ ਕੇ ਅਤੇ ਫਿਰ ਉਹਨੂੰ ਆਪਣੇ ਲਾਈਕਸ ਅਤੇ ਉਹ YouTube 'ਤੇ ਜਿਹੜੇ $4 ਮਿਲਦੇ ਨੇ, ਉਹਨਾਂ ਦਮੜਿਆਂ ਦੇ ਪਿੱਛੇ ਇਸ ਤਰ੍ਹਾਂ ਦੇ ਚੱਕਵੇਂ ਟਾਈਟਲ ਪਾ ਕੇ ਗੁੰਮਰਾਹ ਕਰਦੇ ਆ ਲੋਕਾਂ ਨੂੰ, ਅਤੇ ਲੋਕ ਗੁੰਮਰਾਹ ਹੋਈ ਜਾਂਦੇ ਨੇ। ਆਪ ਦਾ ਸਵਾਗਤ ਦਿਦਾਰ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। 2 ਸਵਾਲ ਸੀਗੇ ਜੀ। ਇੱਕ ਤਾਂ ਜਿੱਦਾਂ ਕਪਤਾਨ ਸਾਹਿਬ ਦੇ ਉੱਪਰ AD ਦਾ ਆਪਣਾ ਗਲਬਾ ਪਿਆ ਹੋਇਆ ਹੈ,
ਤੇ ਉਸ 'ਚ ਉਹਨਾਂ ਦੇ ਜਿਹੜੇ ਜਵਾਈ ਸਾਹਿਬ ਨੇ ਉਹਨਾਂ ਨੂੰ ਵੀ ਆਏ ਹੋਏ ਨੇ ਗੁਰਪਾਲ ਸਿੰਘ ਹੋਰਾਂ ਨੂੰ ਵੀ ਆਏ ਨੇ, ਕੈਪਟਨ ਸਾਹਿਬ ਨੂੰ ਵੀ ਈਡੀ ਦਾ ਗੱਲਬਾ ਪਿਆ। ਹਾਂਜੀ ਹਾਂਜੀ, ਹੁਣ ਸੇਮ ਉਹੀ ਜਿਹੜਾ ਕ੍ਰਾਈਟੇਰੀਆ ਇਹ ਆਪਣਾ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਉੱਪਰ ਹੋ ਗਿਆ ਜੀ। ਤੇ ਤੁਹਾਨੂੰ ਲੱਗਦਾ ਕਿ ਜਿੱਦਾਂ ਕਪਤਾਨ ਸਾਹਿਬ ਡਿਫੈਂਸਿਵ ਹੋ ਗਏ ਹੁਣ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਧੀ ਉੱਥੇ ਬਈ ਹੁੰਦੀ ਹੈ, ਬੰਦਾ ਅੰਡਰ ਪ੍ਰੈਸ਼ਰ ਹੁੰਦੀ ਹੈ ਜੀ। ਪ੍ਰੈਸ਼ਰ ਤਾਂ ਹੈ ਹੀ ਹੈ ਜਦੋਂ ਧੀ ਦੇ ਘਰੇ ਛਾਪੇ ਪੈਣਗੇ ਤੇ ਬੰਦਾ ਕਿਤੇ ਨਾ ਕਿਤੇ, ਪਰ ਨਹੀਂ ਹੋਣਾ ਚਾਹੀਦਾ। ਕੋਈ ਗੱਲ ਨਹੀਂ, ਜੇ ਧੀ ਨੇ ਖਹਿਰੇ ਕਰਕੇ ਸੁੱਖ ਵੀ ਮਾਣਿਆ, ਜੇ ਆਪਣੇ ਪਿਤਾ ਲਈ ਇੰਨੀ ਕੁ ਝੱਲਣੀ ਪੈਣੀ ਆ, ਠੀਕ ਹੈ। ਕੁੜਮਾਂ ਨੂੰ ਤਕਲੀਫ ਹੁੰਦੀ ਹੈ ਕਿ ਇਹਦੇ ਕਰਕੇ ਅਸੀਂ ਵੀ ਬਦਨਾਮ ਹੋ ਗਏ ਹਾਂ, ਪਰ ਖਹਿਰੇ ਕਰਕੇ ਇੱਕ ਲਾਹਾ ਵੀ ਲਿਆ ਹੀ ਹੋਣਾ ਅਗਲਿਆਂ ਨੇ। ਇੱਕ ਨਾਂ ਆ, ਦੁੱਖ ਆਉਂਦੇ ਜਾਂਦੇ ਨੇ, ਝੱਲਣੇ ਚਾਹੀਦੇ ਨੇ। ਹੁਣ ਇਹ 'ਚ ਸੁਖਪਾਲ ਖਹਿਰਾ ਦਾ ਕੀ ਦੋਸ਼ ਹੈ ਜੇ ਈਡੀ ਨੇ ਮਤਲਬ ਜਵਾਈ ਨੂੰ ਵੀ ਤੰਗ ਕਰਨ ਲੱਗੇ ਜਾ ਕੇ? ਦੂਜੀ ਗੱਲ ਜਿਹੜੀ ਜੀ ਆਪਣਾ ਸਿੱਧੂ ਸਾਹਿਬ ਨੇ ਅੱਜ EVM ਬਾਰੇ ਜਿਹੜਾ ਕਿਹਾ ਜੀ, ਉਹਦੇ ਬਾਰੇ ਮਤਲਬ ਕਲੀਅਰ ਰਿਹਾ ਜੀ। ਹਾਂਜੀ, ਜਿਹੜਾ ਸਿੱਧੂ ਸਾਹਿਬ ਨੇ ਅੱਜ ਕਿਹਾ EVM ਬਾਰੇ ਵੀ EVM ਨੂੰ ਹੁਣ ਚੇਂਜ ਕਰਕੇ ਬੈਲਟ ਪੇਪਰ ਲੈ ਕੇ ਆਓ, ਕਿਉਂਕਿ ਅੱਜ ਕੱਲ੍ਹ ਤਾਂ ਵੀਡੀਓਗ੍ਰਾਫੀ ਹੁੰਦੀ ਹੈ ਜੀ, ਹਰ ਬੰਦੇ ਕੋਲ ਫੋਨ ਹੈ, ਬੈਲਟ ਪੇਪਰ ਤੇ ਕਰਾਉਣਾ ਇੰਨਾ ਔਖਾ ਥੋੜ੍ਹਾ ਜੀ। ਚਲੋ ਉਹਦੇ ਤੇ ਵੀ ਗੱਲ ਕਰਦੇ ਹਾਂ। ਥੈਂਕ ਯੂ ਦਿਦਾਰ ਜੀ, ਥੈਂਕ ਯੂ। ਹੁਣ ਆਪਾਂ ਗੱਲ ਕਰਦੇ ਹਾਂ ਕਿ ਦੇਖੋ ਖਹਿਰਾ ਸਾਹਿਬ ਦੀ ਬੇਟੀ ਦੇ ਘਰੇ ਉਹਦੀ ਧਿਆਣੀ ਦੇ ਛਾਪਾ ਪਿਆ। ਮਾਯੂਸੀ ਤਾਂ ਹੁੰਦੀ ਹੋਆ ਨਾ ਸਹੁਰਾ ਘਰ 'ਚ, ਅਗਲਾ ਕਹੂ ਭਾਈ ਤੇਰੇ ਪਿਓ ਕਰਕੇ ਇਹ ਚੀਜ਼ ਚੱਲ ਰਹੇ ਆ, ਪਰ ਉਹ ਤਾਂ ਚਲੋ ਸਰਕਾਰ ਨੇ ਮਾਰਿਆ, ਤੇ ਅਸੀਂ ਲੋਕ ਕੀ ਕਰਦੇ ਹਾਂ? ਹੁਣ ਮਨਜੀਤ ਸਿੰਘ ਧਨੇਰ ਨੇ ਕੀ ਮਾੜਾ ਕਹਿ ਦਿੱਤਾ ਸੀ? ਉਹਦੀ ਧੀ ਵਿਡੋ ਹੋ ਗਈ, ਮੁਟਿਆਰ ਧੀ ਵਿਧਵਾ ਹੋ ਗਈ, ਤੇ ਆ ਜਿਹੜੇ ਸਿਰਫਰੇਸੀ ਸਾਡੇ ਕਹਿੰਦੇ ਫਿਕਰ ਨਾ ਕਰ ਅਸੀਂ ਤੇਰੀ ਧੀ 'ਤੇ ਚਾਦਰ ਪਾਵਾਂਗੇ। ਇਹ ਤਾਂ ਸਾਡੀ ਔਕਾਤ ਹੈ। ਅਸੀਂ ਈਡੀ ਨੂੰ ਕੀ ਨਿੰਦਦੇ ਹਾਂ? ਜਿਹੜਾ ਆ ਸਾਡੇ ਵਾਲਾ ਲਾਣਾ ਤੇ ਇਹ ਕਰਦਾ ਕੀ ਹੈ? ਮਨਜੀਤ ਧਨੇਰ ਨੇ ਕੋਈ ਗੁਨਾਹ ਕਰ ਦਿੱਤਾ? ਆ ਕਿਰਨਦੀਪ ਸੀਗੀ ਮਹਿਲ ਕਲਾਂ ਵਾਲੀ ਕੁੜੀ, ਉਹਨੂੰ ਇਨਸਾਫ ਦਵਾਇਆ, ਜੇਲ੍ਹ ਕੱਟੀ, ਸਿਰਫ ਇੱਕ ਧੀ ਦਾ ਮਸਲਾ ਸੀ। ਇਸੇ ਤਰ੍ਹਾਂ ਆ ਫਰੀਦਕੋਟ ਦੇ ਵਿੱਚ ਆ ਗੁਰਦਿੱਤ ਸਿੰਘ ਸੇਖੋਂ ਆਮ ਆਦਮੀ ਪਾਰਟੀ 'ਚ ਆ ਗਏ, ਉਹਨਾਂ ਨੇ ਸ਼ਰੂਤੀ ਕੇਸ ਦੇ ਵਿੱਚ ਇਨਸਾਫ ਦਵਾਇਆ। ਜਿਹੜੇ ਉਹ ਨਿਸ਼ਾਨ ਸਿੰਘ ਹੋਰੀ ਸੀ ਜਾਂ ਉਹ ਸਾਰਾ ਜਿਹੜਾ ਟੋਲਾ ਸੀ ਉਹ ਅੰਦਰ ਗਿਆ। ਅਸੀਂ ਪੰਜਾਬੀ, ਸਾਡੀ ਇਹ ਗੁਰੂਆਂ ਦੀ ਵਿਰਾਸਤ ਹੈ ਕਿ ਕਿਸੇ ਦੀ ਧੀ ਧਿਆਣੀ ਦੇ ਨਾਲ ਕਿਸੇ ਗਊ ਗਰੀਬ ਨਾਲ ਮਾੜਾ ਵਾਪਰਦਾ ਸੀ ਉਹਦੇ ਹੱਕ 'ਚ ਖੜੀ, ਇਹ ਸਾਡਾ ਧਰਮ ਹੈ। ਪਰ ਹੁਣ ਅਸੀਂ ਕੀ ਕਰਦੇ ਹਾਂ? ਅਸੀਂ ਧੀਆਂ ਦੀਆਂ ਗਾਲਾਂ ਮਾਂ ਭੈਣ ਇੱਕ ਕਰਨ ਤੁੱਲ ਪੈਂਦੇ। ਤੁਹਾਡੀ ਟੱਕਰ ਹੈ ਸਿੱਧੀ ਬੰਦੇ ਨਾਲ ਲਾਓ, ਅਤੇ ਤੁਸੀਂ ਉਹਦੀਆਂ ਧੀਆਂ ਪੁੱਤਰਾਂ ਨੂੰ ਪੁਣਦੇ ਹੋ। ਅਸੀਂ ਈਡੀ ਨੂੰ ਕੀ ਨਿੰਦਦੇ ਹਾਂ? ਅਸੀਂ ਕੀ ਕਰਦੇ ਹਾਂ? ਤੁਸੀਂ ਵੇਖੋ ਕਿ ਸੋਸ਼ਲ ਸਾਈਟਸ 'ਤੇ ਪੰਜਾਬੀਆਂ ਦਾ ਹਾਲ ਕੀ ਹੋ ਗਿਆ। ਇਹ ਅੰਦੋਲਨ ਕਾਹਦਾ ਚੱਲਿਆ? ਕੋਈ ਦੀਪ ਦਾ ਫੈਨ ਹੋ ਗਿਆ, ਕੋਈ ਲੱਖੇ ਦਾ ਹੋ ਗਿਆ, ਕੋਈ ਗੁਰਾਹਾਂ ਦਾ ਹੋ ਗਿਆ, ਕੋਈ ਰਜਿੰਦਰਦੀਪ ਦਾ ਹੋ ਗਿਆ, ਅਤੇ ਮਾਵਾਂ ਭੈਣਾਂ ਸੀ ਆਪਣੀਆਂ ਪੁਣ ਦਿੱਤੀਆਂ ਇੱਕ ਦੂਜੇ ਦੀਆਂ। ਇਹ ਸਾਡੀ ਔਕਾਤ ਹੈ? ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਸੀ ਜੀ। ਸੁਰਿੰਦਰ ਜੀ ਕੰਟੀਨਿਊ। ਬਾਈ ਜੀ ਹੋਰਾਂ ਨੇ ਗੱਲ ਕੀਤੀ ਹੈ EVM ਦੇ ਬਾਰੇ, ਅਤੇ ਪਾਰਲੀਮੈਂਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਫਿਰ ਫਸਲਾਂ ਦੀ ਅਦਾਇਗੀ ਦਾ ਮੁੱਦਾ ਚੁੱਕਿਆ। ਪਾਰਲੀਮੈਂਟ 'ਤੇ ਚਰਚਾ ਕਰੀਏ ਨਾਲ ਪਲੀਜ਼ ਜੀ। ਟਵਾਣਾ ਸਾਹਿਬ, ਹੁਣ ਪਾਰਲੀਮੈਂਟ 'ਚ ਤੇ ਪੰਜਾਬ ਵਿਧਾਨ ਸਭਾ ਦੋਨਾਂ ਤੇ ਕਰਾਂਗੇ, ਦੋਨਾਂ 'ਚ ਕੀ ਹੋਇਆ ਉਹ ਸਾਰਾ ਲਵਾਂਗੇ। ਟਵਾਣਾ ਸਾਹਿਬ, ਕਿਸਾਨੀ ਮੁੱਦਾ ਜਿਹੜਾ ਉਹ ਕੱਲ ਵੀ ਚੱਕਿਆ ਗਿਆ ਸੀ ਤੇ ਅੱਜ ਵੀ ਦੋਨੋਂ ਦਿਨ ਲਗਾਤਾਰ ਜਿਹੜਾ ਉਹ ਪਾਰਲੀਮੈਂਟ 'ਚ ਚੱਕਿਆ ਗਿਆ ਵਾ। ਪਰ ਹੁਣ ਬਦਕਿਸਮਤੀ ਟਵਾਣਾ ਸਾਹਿਬ, ਪੂਰੀ ਪਾਰਲੀਮੈਂਟ 'ਚ ਆਪੋਜੀਸ਼ਨ ਦਿਖਾਈ ਹੀ ਨਹੀਂ ਦਿੰਦੀ। ਇੱਕ ਦੇ ਮੁੱਦਾ ਚੱਕਣ ਨਾਲ ਕੁਛ ਨਹੀਂ ਬਣਨਾ। ਦੂਸਰੀ ਗੱਲ ਟਵਾਣਾ ਸਾਹਿਬ, ਉੱਥੇ ਜਿਹੜਾ ਚੈਨਲ ਉਹ ਤੋਂ ਲਾਈਵ ਕਰ ਰਿਹਾ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨੂੰ, ਟਵਾਣਾ ਸਾਹਿਬ, ਜਦੋਂ ਆਪੋਜੀਸ਼ਨ ਦਾ ਕੋਈ ਵੀ ਉੱਥੇ ਬੁਲਾਰਾ ਜਿਹੜਾ ਉਹ ਬੋਲਦਾ, ਉਸ ਵੇਲੇ ਉੱਥੇ ਬਲੈਕ ਆਊਟ ਕਰ ਦਿੱਤਾ ਜਾਂਦਾ। ਇਹ ਬੜੀ ਵੱਡੀ ਗੱਲ ਆ। ਉਹਦੇ ਤੇ ਗੱਲ ਹੀ ਨਹੀਂ ਜਾਣ ਦਿੱਤੀ। CEO ਲਾਇਆ ਇੱਕ ਰਿਟਾਇਰਡ ਅਧਿਕਾਰੀ ਨੂੰ ਨਾ, ਸੁਰਿੰਦਰ ਬਾਈ ਜੀ, ਪਹਿਲਾਂ ਤੇ ਲੋਕ ਸਭਾ ਰਾਜ ਸਭਾ ਚੈਨਲ ਇੱਕ ਕਰ ਦਿੱਤੇ, ਪਿਛਲੇ ਹਫ਼ਤੇ ਨੋਟੀਫਿਕੇਸ਼ਨ ਹੋ ਗਈ। ਇੱਕ ਰਿਟਾਇਰਡ IAS ਅਫਸਰ ਨੂੰ ਇਹਨਾਂ ਦੋਨਾਂ ਚੈਨਲਾਂ ਦਾ ਹੈੱਡ ਲਾਇਆ। ਹੁਣ ਰਿਟਾਇਰਡ ਬਿਊਰੋਕ੍ਰੇਸੀ ਨੇ ਇਹੀ ਕੰਮ ਕਰਨਾ। ਹੁਣ ਜਿਹੜਾ ਰਿਟਾਇਰ ਹੋ ਕੇ ਦਿਹਾੜੀ 'ਤੇ ਰੱਖਿਆ, ਜਿਹਨੂੰ ਐਕਸਟੈਂਸ਼ਨ ਮਿਲੀ ਹੈ, ਤੁਸੀਂ ਵੇਖੋ ਕਿ ਇੱਕ ਐਡੇ ਵੱਡੇ 2 ਚੈਨਲ ਇੰਡੀਆ ਦੇ ਸਰਕਾਰੀ ਚੈਨਲ, ਹੁਣ ਰਾਜ ਸਭਾ ਅਤੇ ਲੋਕ ਸਭਾ, ਇਹਨਾਂ ਦੋਨਾਂ ਨੂੰ ਪਹਿਲਾਂ ਤਾਂ ਜੁਆਇੰਟ ਕਰ ਦਿੱਤਾ ਕਿ ਸਟਾਫ ਬਚੂਗਾ, ਪੈਸੇ ਬਚਣਗੇ। ਤੇਰੇ ਫਿਰ ਇੱਕ ਰਿਟਾਇਰਡ ਹੋਏ ਬੰਦੇ ਨੂੰ, ਨਕਾਰਾ ਹੋਏ ਬੰਦੇ ਨੂੰ, ਜਿਹੜਾ ਕਾਨੂੰਨ ਹੈ ਕਿ ਹੁਣ ਕੰਮ ਨਹੀਂ ਕਰ ਸਕਦਾ, ਭਾਰਤ ਦਾ ਸੰਵਿਧਾਨ ਹੈ, ਇਹਨੂੰ ਰਿਟਾਇਰ ਕਰ ਦਿਓ, ਉਹਨੂੰ ਇਹਨਾਂ ਦੋਨਾਂ ਚੈਨਲਾਂ ਦਾ ਹੈੱਡ ਬਣਾਇਆ। ਅੱਗੇ ਦੇਖੋ, ਜਦੋਂ ਭਾਵੇਂ ਸੱਤਾਧਾਰੀ BJP ਪਾਰਟੀ ਸੀ, ਹਰਸਿਮਰਤ ਕੌਰ ਬਾਦਲ ਚੀਫ ਜਿਹੜੇ ਨੇ ਸੈਂਟਰਲ ਪਾਰਲੀਮੈਂਟ ਮੈਂਬਰ ਸੀਗੇ, ਹੈ ਨਾ, ਕੇਂਦਰੀ ਮਿਨਿਸਟਰ ਸੀ, ਅਤੇ ਜਦੋਂ ਭਗਵੰਤ ਮਾਨ ਕਿਤੇ ਟਾਰਗੇਟ ਕਰਦਾ ਸੀ ਅਕਾਲੀ ਦਲ ਬਾਦਲ ਨੂੰ, ਹਰਸਿਮਰਤ ਨੂੰ, ਤਾਂ ਕੈਮਰਾ ਬਿਲਕੁਲ ਹਰਸਿਮਰਤ ਦੇ ਫੇਸ ਇੰਪ੍ਰੈਸ਼ਨ ਦਿਖਾਉਂਦਾ ਸੀਗਾ। ਉਹ ਥੋੜ੍ਹੀ ਅਥੈਂਟਿਸਿਟੀ ਹੈਗੀ ਸੀ ਮੀਡੀਆ ਦੀ ਉਦੋਂ, ਕਿ ਜਦੋਂ ਆਪੋਜੀਸ਼ਨ ਵੀ ਸੱਤਾਧਾਰੀ ਨੂੰ ਨਿੰਦਦੀ ਸੀ ਤਾਂ ਮੋਦੀ ਸਾਹਿਬ ਦੇ ਜਾਂ ਸੁਸ਼ਮਾ ਸਵਰਾਜ ਦੇ ਫੇਸ ਇੰਪ੍ਰੈਸ਼ਨ ਦਿਖਾਏ ਜਾਂਦੇ ਸੀਗੇ। ਪਰ ਹੁਣ ਹਾਲਾਤ ਇਹ ਹੋ ਗਏ ਨੇ ਕਿ ਹੁਣ ਜਦੋਂ ਅਗਲਿਆਂ ਨੇ ਗੋਦੀ ਮੀਡੀਆ ਬਣਾ ਹੀ ਦਿੱਤਾ ਰਾਜ ਸਭਾ ਤੇ ਲੋਕ ਸਭਾ ਨੂੰ, ਫਿਰ ਇਹੀ ਕੁਛ ਹੋਣਾ ਵੀਰ। ਇਦੋਂ ਬਾਅਦ ਅਜੇ ਤਾਂ ਦੇਖਿਓ ਕੀ ਹੋਣਾ ਉੱਥੇ ਜੀ।
ਟਵਾਣਾ ਸਾਹਿਬ ਬਿਲਕੁਲ ਪਤਾ ਕੀ ਹੈ, ਦੇਖੋ ਪਾਰਲੀਮੈਂਟ ਤੋਂ ਅਸੀਂ ਤਾਂ ਬਹੁਤੀ ਉਮੀਦ ਕਰ ਸਕਦੇ ਹਾਂ ਜੇ ਉੱਥੇ ਆਪੋਜੀਸ਼ਨ ਕੋਈ ਦਿਖਾਈ ਦੇ। ਆਪੋਜੀਸ਼ਨ ਹੈ ਨਹੀਂ, ਕੱਲਾ ਕਾਰਾ ਉੱਥੇ ਮੈਂਬਰ ਪਾਰਲੀਮੈਂਟ ਬੋਲਦਾ, ਉਹਦੀ ਕੋਈ ਏਡੀ ਵਕਤ ਨਹੀਂ ਹੈ। ਗੱਲ ਇਹ ਆ ਕਿ ਜਦੋਂ ਉਸ ਚੈਨਲ ਦੇ ਉੱਤੇ ਉਹਨੂੰ ਬਹੁਤਾ ਦਿਖਾਇਆ ਹੀ ਨਹੀਂ ਜਾਣਾ, ਠੀਕ ਆ, ਉਹਦੀ ਉਸ ਵੇਲੇ ਉਹਦੀ ਆਵਾਜ਼ ਜਿਹੜੀ ਉਹ ਬੰਦ ਕਰ ਦਿੱਤੀ ਜਾਣੀ ਆ ਤੇ ਉਹ ਬਲੈਕ ਆਊਟ ਹੋ ਗਿਆ, ਗੱਲ ਖਤਮ ਹੋ ਗਈ, ਉੱਥੇ ਹੀ ਕੰਮ ਨਿਪਟਾ ਦਿੱਤਾ ਜਾਂਦਾ। ਇਸ ਕਰਕੇ ਅਸੀਂ ਪਾਰਲੀਮੈਂਟ ਨੂੰ ਕਹੀਏ ਉੱਥੋਂ ਬਹੁਤ ਕੁਝ ਨਿਕਲ ਕੇ ਆ ਜਾਣਾ। ਟਵਾਣਾ ਸਾਹਿਬ ਸਵਾਏ ਰਾਜਸੀ ਲੋਕਾਂ ਦੀਆਂ ਉੱਥੇ ਰੋਟੀਆਂ ਸੇਕਣ ਤੋਂ ਹੋਰ ਉੱਥੋਂ ਕੁਝ ਵੀ ਜਿਹੜਾ ਉਹ ਨਿਕਲ ਕੇ ਨਹੀਂ ਆਉਣਾ। ਇੱਥੋਂ ਤੱਕ ਆ ਕੇ ਗੱਲ ਜਿਹੜੀ ਉਹ ਪਾਰਲੀਮੈਂਟ ਦੀ ਸੀਮਤ ਹੋ ਜਾਣੀ। ਹੁਣ ਟਵਾਣਾ ਸਾਹਿਬ ਆ ਗਈ ਗੱਲ EVM ਦੀ। ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਤਕਰੀਬਨ ਸਾਰੀਆਂ ਪਾਰਟੀਆਂ ਨੇ ਇੱਕ ਸੁਰ ਦੇ ਵਿੱਚ ਇਹ ਮੰਗ ਕੀਤੀ ਆ ਕਿ EVM ਜਿਹੜੀ ਉਹ ਬੈਨ ਹੋਣੀ ਚਾਹੀਦੀ ਆ ਤੇ ਇੱਥੇ ਜਿਹੜੀ ਆ ਬੈਲਟ ਪੇਪਰ ਦੇ ਨਾਲ ਜਿਹੜਾ ਵਾ ਉਹ ਚੋਣ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਮਹਾਰਾਸ਼ਟਰ ਸਰਕਾਰ ਨੇ ਵੀ ਇੱਕ ਕਮੇਟੀ ਬਣਾ ਦਿੱਤੀ ਹੈ, ਸ਼ਾਇਦ ਮੇਰਾ ਇਹ ਵਿਧਾਨ ਸਭਾ ਦੇ ਵਿੱਚ ਅੱਜ ਬਕਾਇਦਾ ਗੱਲ ਕੀਤੀ ਗਈ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਸਰਕਾਰ ਨੇ ਬਣਾਈ ਕਮੇਟੀ ਬਣਾਓ, ਕਮੇਟੀ ਬਣਾ ਕੇ ਉਹ ਕਮੇਟੀ ਇਹ ਫੈਸਲਾ ਕਰੇ ਔਰ ਵਿਧਾਨ ਸਭਾ 'ਚ ਪਾਸ ਹੋਵੇ ਕਿ ਸਾਡੀ ਅਗਲੀ ਚੋਣ ਜਿਹੜੀ ਆ ਉਹ ਬੈਲਟ ਪੇਪਰ ਤੇ ਹੋਏਗੀ, ਨਾ ਕਿ EVM ਤੇ ਹੋਏਗੀ। ਟਵਾਣਾ ਸਾਹਿਬ ਗੱਲ ਇਹ ਆ ਕਿ ਜਦੋਂ ਬਾਕੀ ਵੱਡੇ ਕੰਟਰੀ ਨੇ ਉਹਨਾਂ ਸਾਰੇ ਕੰਟਰੀਆਂ 'ਚ ਬੈਲਟ ਪੇਪਰ ਹੁੰਦੀ ਆ ਤੇ ਫਿਰ EVM ਦਾ ਜਦੋਂ ਇਹਦਾ ਰੌਲਾ ਕਿ ਹੈਕ ਹੁੰਦੀ ਆ ਤੇ ਫਿਰ ਉਹਦੇ ਉੱਤੇ ਚੋਣ ਜਿਹੜੀ ਉਹ ਕਿਉਂ ਕਰਾਈ ਜਾਂਦੀ ਆ। ਇਹ ਸਵਾਲ ਤਾਂ ਟਵਾਣਾ ਸਾਹਿਬ ਆਉਣ ਵਾਲੇ ਸਮੇਂ 'ਚ ਜਿਹੜੇ ਉਹ ਖੜੇ ਹੋਣਗੇ ਹੀ ਹੋਣਗੇ ਕਿ ਇਹ ਜਿਹੜੀ ਆ EVM ਬੈਨ ਹੋਣੀ ਚਾਹੀਦੀ ਆ। ਹੁਣ ਟਵਾਣਾ ਸਾਹਿਬ ਇਹਦੇ ਨਾਲ ਹੀ ਰਲਦਾ ਜਿਹੜਾ ਦੂਸਰਾ ਮਸਲਾ ਹੈ ਉਹ ਵੀ ਬੜਾ ਸੀਰੀਅਸ ਆ ਕਿ ਦੇਖੋ ਤੇ ਵਾਪਰੇ। ਸੁਰਿੰਦਰ ਜੀ ਤੁਹਾਡੀ ਸੁਰਿੰਦਰ ਵੀਰ ਆਵਾਜ਼ ਘੱਟ ਰਹੀ ਹੈ ਥੋੜੀ। 1 ਸੈਕਿੰਡ ਹੋਲਡ ਰੱਖਣਾ ਪਲੀਜ਼। ਚਲੋ ਆਪਾਂ ਕਾਲ ਵੀ ਲੈ ਲਈਏ, ਹੋਲਡ ਰੱਖਣਾ ਪਲੀਜ਼। ਹਾਂਜੀ ਪਰਮਜੀਤ ਜੀ ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਂ ਬਫਲੋ ਨਿਊਯਾਰਕ ਤੋਂ ਬੋਲ ਰਿਹਾ ਹਾਂ, ਅਮਰੀਕਾ ਤੋਂ। ਤੇ ਸਵਾਲ ਮੇਰਾ ਇਹ ਹੈ ਵੀ ਜਿਸ ਦਿਨ ਮਹਾਰਾਜ ਇਕੱਠ ਹੋਇਆ ਸੀਗਾ ਉੱਥੇ ਇੱਕ ਭਾਈ ਸਾਹਿਬ ਨੇ ਇਹ ਕਿਹਾ ਸੀਗਾ ਵੀ ਜੇ ਕਿਸਾਨ ਜਿਹੜੇ ਹੈਗੇ ਆ ਵੀ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਿਨਾਂ ਜਾਂ ਆਹ ਕਰਨ ਤੋਂ ਬਿਨਾਂ ਆਏ ਤਾਂ ਫਿਰ ਲੌਂਗੋਵਾਲ ਵਾਲੀ ਹੋਊਗੀ। ਤੇ ਮੈਂ ਅੱਜ ਇਹਨਾਂ ਦੇ ਇੱਕ ਜਿਹੜਾ ਪੰਥਕ ਧਿਰਾਂ ਜਿਹਨੂੰ ਸੋ ਕਾਲਡ ਕਹਿ ਸਕਦੇ ਆ ਉਹ ਯਾਨੀ ਇਕੱਠ ਕਰ ਰਹੇ ਆ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਪੋਸਟਰ ਛਾਪੇ ਆ ਉਹਦੇ 'ਚ ਮੁੱਦਾ ਹੀ ਹੈ ਨਹੀਂ ਕਿਸਾਨਾਂ ਦੇ ਇਹਨਾਂ ਮਸਲਿਆਂ ਦਾ, ਤਾਂ ਉਹਦਾ ਮੁੱਦਾ ਹੀ ਦੋ ਹੈ। ਇੱਕ ਤਾਂ ਹੈਗਾ ਵੀ ਵੀ ਕੇਸ ਵਾਪਸ ਕਰਾਉਣੇ ਤੇ ਦੂਜਾ ਮਸਲਾ ਹੈਗਾ ਵੀ ਜਿਹੜੇ ਰਿਹਾ ਕਰਾਉਣੇ। ਤੇ ਰਿਹਾ ਕਰਾਉਣ ਵਾਲਾ ਜੋ 135 ਦਾ ਹੋ ਗਏ, 15 ਰਹਿ ਗਏ। ਹੁਣ ਇਹਨਾਂ ਨੂੰ ਪੁੱਛੇ ਵੀ ਤੁਸੀਂ ਕਿਸਾਨਾਂ ਨੂੰ ਤਾਂ ਕਹਿੰਦੇ ਸੀਗੇ ਭਾਈ ਵੀ ਅਸੀਂ ਤਾਂ ਜਿਹੜਾ ਹੈਗਾ ਵੀ ਆਪਣਾ ਜੇ ਆਏ ਤਾਂ ਲੌਂਗੋਵਾਲ ਵਾਲੀ ਹੋਊਗੀ, ਹੁਣ ਤੁਸੀਂ ਉਹ ਮੁੱਦੇ ਨੂੰ ਛੱਡ ਕੇ ਤੇ ਤੁਹਾਡੇ ਨਾਲ ਕੀ ਹੋਣਾ ਚਾਹੀਦਾ ਹੈ ਜੀ ਕੋਈ ਨਹੀਂ ਗੱਲ ਕਰ ਲੈਣੇ ਆਪਾਂ ਬਾਈ ਜੀ ਸੁਰਿੰਦਰ ਨਾਲ ਗੱਲ ਕਰ ਲੈਣੇ। ਥੈਂਕ ਯੂ ਬਾਈ ਜੀ, ਮਿਹਰਬਾਨੀ। ਦੇਖੋ ਮੈਂ ਪਹਿਲਾਂ ਵੀ ਆਖਿਆ ਸੀ ਕਿ RSS ਦਾ ਬਹੁਤ ਤਿੱਖਾ ਵਾਰ ਹੈ, BJP ਦਾ ਬਹੁਤ ਤਿੱਖਾ ਵਾਰ ਹੈ ਇਹ ਜਿਹੜੇ 3 ਕਾਨੂੰਨ ਨੇ। ਤੇ ਇਸ ਕਰਕੇ ਪੰਜਾਬ ਨੂੰ ਸਮਝਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਜਿਹੜੀ ਸਿੱਖੀ ਵਸੋਂ ਹੈ ਉਹ ਆਰਥਿਕਤਾ ਉਹਨਾਂ ਦੀ ਜ਼ਮੀਨ ਨਾਲ ਖੇਤੀ ਨਾਲ ਜੁੜੀ ਹੈ। ਇਹ ਕਾਨੂੰਨਾਂ ਦਾ ਲਾਗੂ ਹੋਣਾ ਤੇ ਸਿੱਖਾਂ ਤੇ ਬਹੁਤ ਵੱਡਾ ਆਰਥਿਕ ਹਮਲਾ ਹੈ। ਸੁਰਿੰਦਰ ਜੀ ਆਵਾਜ਼ ਆ ਰਹੀ ਹੈ? ਹੈਲੋ ਸੁਰਿੰਦਰ ਭਾਜੀ ਸਵਾਗਤ ਹੈ ਇੱਕ ਵਾਰੀ ਫਿਰ ਤੋਂ। ਹੈਲੋ ਹਾਂਜੀ ਟਵਾਣਾ ਸਾਹਿਬ ਆਵਾਜ਼ ਆ ਰਹੀ ਹੈ? ਹਾਂ ਆ ਰਹੀ ਹੈ, ਕਾਲ ਕੱਟ ਗਈ ਸੀ। ਅੱਛਾ ਇੱਕ ਨਾਲ ਪਰਮਜੀਤ ਸਿੰਘ ਹੋਰਾਂ ਦਾ US ਤੋਂ ਸਵਾਲ ਵੀ ਆਇਆ, ਕਹਿੰਦੇ ਜਦੋਂ ਮਹਾਰਾਜ ਇਕੱਠ ਹੋਇਆ ਸੀਗਾ ਤਾਂ ਉਦੋਂ ਇੱਕ ਗੱਲ ਚੱਲੀ ਸੀ ਕਿ ਜਿਹੜੀ ਵੀ ਧਿਰ ਸਮਝੌਤਾ ਕਰਕੇ ਜਾਂ ਬਿਨਾਂ ਕਿਸਾਨੀ ਮੰਗਾਂ ਨੂੰ ਪੂਰੇ ਕੀਤਿਆਂ ਵਾਪਸ ਆ ਗਈ ਉਹਦਾ ਹਾਲ ਸਮਝੌਤੇ ਵਾਲੇ ਦਾ ਸੰਤ ਲੌਂਗੋਵਾਲ ਵਰਗਾ ਹੋਣਾ ਜਿਵੇਂ ਲੌਂਗੋਵਾਲ ਰਾਜੀਵ ਸਮਝੌਤਾ ਸੀਗਾ। ਪਰ ਕਹਿੰਦੇ ਹੁਣ ਇਹਨਾਂ ਪੰਥਕ ਧਿਰਾਂ ਵੱਲੋਂ ਇੱਕ ਪੋਸਟਰ ਜਾਰੀ ਹੋਇਆ ਜਿਸ ਦੇ ਵਿੱਚ ਜਿਹੜੇ ਨੌਜਵਾਨ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਾਉਣਾ ਤੇ ਉਹਨਾਂ ਦੇ ਪਰਚੇ ਕੇਸ ਕਤਲ ਜਿਹੜੇ ਉਹਨਾਂ ਦੇ ਕੇਸ ਸੀਗੇ ਉਹ ਜਿਹੜੇ ਦਰਜ ਮੁਕੱਦਮੇ ਸੀ ਉਹ ਕੈਂਸਲ ਕਰਾਉਣਾ। ਇਹ 2 ਹੀ ਮੰਗਾਂ ਰਹਿ ਗਈਆਂ। ਕਹਿੰਦੇ ਕਿਸਾਨੀ ਮੰਗਾਂ ਤਾਂ ਹੁਣ ਇਹਨਾਂ ਦੇ ਪੋਸਟਰਾਂ 'ਚੋਂ ਗਾਇਬ ਹੋ ਗਈਆਂ ਪੰਥਕ ਧਿਰਾਂ ਦੇ। ਇਹਦੇ ਬਾਰੇ ਇਹਨਾਂ ਨੇ ਪੁੱਛਿਆ ਜੀ। ਕੰਟੀਨਿਊ ਤੇ ਪਾਰਲੀਮੈਂਟ ਦੀ ਗੱਲ ਕੰਟੀਨਿਊ ਪਲੀਜ਼। ਹਾਂ ਟਵਾਣਾ ਸਾਹਿਬ ਦੇਖੋ ਜਿਹੜੇ ਇਹਨਾਂ ਦੇ ਉਹ ਪੋਸਟਰ ਟਵਾਣਾ ਸੀ ਇੱਕ ਨਹੀਂ 6-7 ਤਰ੍ਹਾਂ ਦੇ ਆਏ, ਅਲੱਗ-ਅਲੱਗ ਧਿਰਾਂ ਨੇ ਇਹਨਾਂ ਦੀਆਂ। ਕਿਹੜੀਆਂ ਚਲੋ ਦੱਸ ਦਿਓ ਕੀ ਪੋਸਟਰਾਂ 'ਚ ਉਹਨਾਂ 'ਚ ਕਿਸਾਨੀ ਮੰਗਾਂ ਦਾ ਜ਼ਿਕਰ ਨਹੀਂ ਹੈ ਜੀ?
ਨਹੀਂ ਟਵਾਣਾ ਸਾਹਿਬ ਕਿਸੇ 'ਚ ਵੀ ਕਿਸਾਨੀ ਮੰਗਾਂ ਦਾ ਜ਼ਿਕਰ ਨਹੀਂ ਹੈ, ਸਵਾਏ ਇੱਕ ਤੋਂ ਜਿਹੜੀ ਫਤਿਹਗੜ੍ਹ ਸਾਹਿਬ ਵਾਲੀ 21 ਤਰੀਕ ਵਾਲੀ ਆ, 21 ਮਾਰਚ ਵਾਲੀ, ਉਹਦੇ ਨਾ ਸੌਰੀ 17 ਵਾਲੀ, ਉਹਦੇ 'ਚ ਹੈਗਾ। ਜਿਹੜੀ 14 ਵਾਲੀ ਮਸਤੂਆਣਾ ਸਾਹਿਬ ਵਾਲੀ ਆ, ਉਹਦੇ 'ਚ ਕਿਸੇ 'ਚ 2 ਬੁਲਾਰੇ ਦਿੱਤੇ ਹੋਏ, ਕਿਸੇ 'ਚ 7, ਕਿਸੇ 'ਚ 8, ਕਿਸੇ 'ਚ 9 ਤੇ ਕਿਸੇ 'ਚ 10। ਮਤਲਬ ਅਲੱਗ-ਅਲੱਗ ਪੋਸਟਰ ਆ, ਉੱਪਰ ਪੋਸਟਰ ਇੱਕੋ ਹੀ ਆ, ਲੇਕਿਨ ਉਹਨੂੰ ਜਾਰੀ ਕਰਨ ਵਾਲੇ ਅਲੱਗ ਆ ਔਰ ਉਹਦੇ 'ਚ ਬੁਲਾਰੇ ਅਲੱਗ ਆ, ਮਤਲਬ ਉਹ ਸਾਰਾ ਕੁਝ ਅਲੱਗ ਆ। ਹੁਣ ਟਵਾਣਾ ਸਾਹਿਬ ਜਿਹੜੇ ਨੌਜਵਾਨਾਂ ਨੂੰ ਰਿਹਾ ਕਰਾਉਣ ਦੀ ਗੱਲ ਹੋ ਰਹੀ ਆ, ਦੇਖੋ ਮੈਂ ਪਹਿਲਾਂ ਕਿਹਾ ਕੱਲ ਸ਼ਾਮ ਤੱਕ, ਅੱਜ ਵਾਲੀ ਅਜੇ ਅਪਡੇਟ ਆਈ ਨਹੀਂ ਕਿ ਕਿੰਨੀਆਂ ਜ਼ਮਾਨਤਾਂ ਹੋਈਆਂ ਨੇ, ਕੱਲ ਸ਼ਾਮ ਤੱਕ 135 ਕਿਸਾਨ ਆਗੂ। ਹਾਂਜੀ ਟਵਾਣਾ ਸਾਹਿਬ, ਸੁਰਿੰਦਰ ਜੀ ਗੱਲ ਕਰੋ ਪਲੀਜ਼, ਗੱਲ ਕਰੋ। ਹਾਂਜੀ ਟਵਾਣਾ ਸਾਹਿਬ, ਗੱਲ ਇਹ ਆ ਕਿ ਦੇਖੋ 135 ਕਿਸਾਨ ਤੇ ਨੌਜਵਾਨ ਜਿਹੜੇ ਉਹ ਰਿਹਾ ਹੋ ਚੁੱਕੇ, ਕੇਵਲ 17 ਰਹਿ ਗਏ ਜੇਲ੍ਹ 'ਚ। ਟਵਾਣਾ ਸਾਹਿਬ ਹੁਣ 17 ਦੇ ਲਈ ਸਿਮਰਨਜੀਤ ਸਿੰਘ ਮਾਨ ਵੀ ਆਪਣੇ ਜਥੇ ਭੇਜ ਰਿਹਾ। ਹਾਂ, ਬਲਵੀਰ ਸਿੰਘ ਹੋਰਾਂ ਦਾ ਵੀ ਸਵਾਲ ਸੀਗਾ, ਸੱਚ ਨਾਲੇ ਜੋੜ ਦਿਓ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ 5 ਮੈਂਬਰੀ ਜਥੇ ਭੇਜਦੇ ਨੇ, ਪਿਛਲੇ ਦਿਨ ਕੁਝ ਬੀਬੀਆਂ ਭੇਜੀਆਂ ਸੀ, ਉਹਨਾਂ ਦੇ ਉੱਤੇ ਵੀ ਜਿਹੜਾ ਕਾਨੂੰਨਨ ਗਲਤ ਸੀ ਕਿ ਉਹਨਾਂ ਦੀ ਲੇਟ ਨਾਈਟ ਗ੍ਰਿਫਤਾਰੀ ਹੋਈ, ਤੇ ਉਹ ਮਸਲੇ ਨੂੰ ਕਿੱਦਾਂ ਵੇਖਦੇ ਹੋ ਕਿ ਉਹ ਹੁਣ ਮੰਗਾਂ ਕੀ ਉਹ ਕਿਸਾਨੀ ਮੰਗਾਂ ਤੱਕ ਸੀਮਤ ਹੋ ਗਈਆਂ ਜਾਂ ਇਮੋਸ਼ਨਲ ਮੰਗਾਂ ਕਿ ਬੰਦੀ ਸਿੰਘ ਰਿਹਾ ਕਰੋ, ਕਿਉਂਕਿ ਇੱਕ ਕਾਨੂੰਨ ਹੈ, ਤੁਸੀਂ ਦੂਜੀ ਸਟੇਟ 'ਚੋਂ ਰਿਹਾ ਉਹਨੂੰ ਟਾਈਮ ਤਾਂ ਲੱਗੇਗਾ ਹੀ ਜੀ। ਟਵਾਣਾ ਸਾਹਿਬ ਮੈਂ ਪਹਿਲਾਂ ਕਿਹਾ ਕਿ ਦੇਖੋ 152 ਦੇ ਵਿੱਚੋਂ 135 ਰਿਹਾ ਹੋ ਚੁੱਕੇ ਨੇ ਤੇ ਕੇਵਲ ਟਵਾਣਾ ਸਾਹਿਬ 17 ਰਹਿ ਚੁੱਕੇ ਨੇ, ਉਹ 1-2 ਦਿਨਾਂ 'ਚ ਰਿਹਾ ਹੋ ਜਾਣੇ ਨੇ, ਜ਼ਮਾਨਤਾਂ ਹੋ ਜਾਣੀਆਂ। ਕੁਝ ਟੇਢੇ ਤਰੀਕੇ ਦੇ ਕੇਸ ਨੇ, ਉਹ ਸਾਰਾ ਕੁਝ ਕਰ ਰਹੀ ਹੈ ਜਿਹੜੀ ਟੈਕਨੀਕਲ ਟੀਮ ਆ, ਜਿਹੜੀ ਲੀਗਲ ਟੀਮ ਆ, ਉਹ ਸਾਰਾ ਕੁਝ ਕਰ ਰਹੀ ਹੈ, ਕਿਉਂਕਿ ਬਾਰ ਕੌਂਸਲ ਆਫ ਇੰਡੀਆ ਨਾਲ ਖੜੀ ਆ। 160 ਮੈਂਬਰੀ ਪੈਨਲ ਬਣਿਆ ਹੋਇਆ ਟਵਾਣਾ ਸਾਹਿਬ, ਉਹ ਆਪਣੇ ਹਿਸਾਬ ਨਾਲ ਕਰ ਰਹੇ ਨੇ ਕਿਸੇ ਤੋਂ ਵੀ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ ਜਦੋਂ ਪੇਮੈਂਟ ਕਰਨ ਦੀ ਗੱਲ ਕੀਤੀ ਕਿ ਅਸੀਂ ਪੇਮੈਂਟ ਦਿੰਨੇ ਆ, ਲੇਕਿਨ ਬਾਰ ਕੌਂਸਲ ਆਫ ਇੰਡੀਆ ਨੇ ਜਿਹੜਾ ਪੈਨਲ ਬਣਾਇਆ ਉਹਨਾਂ ਨੇ ਪੇਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਕੋਈ ਪੇਮੈਂਟ ਨਹੀਂ ਲੈਣੀ, ਅਸੀਂ ਫ੍ਰੀ 'ਚ ਕੇਸ ਲੜਾਂਗੇ। ਟਵਾਣਾ ਸਾਹਿਬ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੇ ਅੰਦਰ ਉਸ ਵੇਲੇ ਕਿਸਾਨ ਤੇ ਨੌਜਵਾਨ ਸੀ ਜੇਲ੍ਹ 'ਚ, ਉਹਨਾਂ ਨੂੰ ਕੱਪੜੇ ਮੁਹੱਈਆ ਕਰਵਾਏ ਆ ਜਾਂ ਉਹਨਾਂ ਦੇ ਅੰਦਰ ਖਾਣ ਪੀਣ ਦਾ ਜਿਹੜਾ ਪ੍ਰਬੰਧ ਕੀਤਾ, ਉਹਨਾਂ ਦੇ ਸਾਰਿਆਂ ਦੇ ਅੰਦਰ ਜਿਹੜੇ ਅਕਾਊਂਟ ਸੀ ਉਹਦੇ 'ਚ ਪੈਸੇ ਜਮ੍ਹਾਂ ਕਰਾਏ, ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਾਏ ਗਏ। ਇੱਕ ਗੱਲ ਹੋਰ ਦੱਸੋ ਸਰ, ਐਚ.ਐਸ. ਫੂਲਕਾ ਵੀ ਪਦਮ ਸ਼੍ਰੀ ਅਵਾਰਡ ਉਹਨਾਂ ਨੂੰ ਵੀ ਮਿਲਿਆ ਹਾਲ ਹੀ ਸਰਕਾਰ ਵੱਲੋਂ, ਜਿਵੇਂ ਢੀਂਡਸਾ ਸਾਹਿਬ ਨੂੰ ਮਿਲਿਆ। ਇਸ ਅੰਦੋਲਨ ਦੇ ਪਹਿਲਾਂ ਤੋਂ ਸਰਗਰਮ ਸੀਗੇ ਐਚ.ਐਸ. ਫੂਲਕਾ ਸਾਹਿਬ, ਕਿਉਂਕਿ ਸਿੱਖ ਸੈਂਟੀਮੈਂਟਸ ਨਾਲ ਜੁੜੇ ਨੇ। ਉਹ ਅੱਜ ਕੱਲ੍ਹ ਕੀ ਉਹਨਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ ਜਾਂ ਐਜ਼ ਏ ਵਕੀਲ ਉਹਨਾਂ ਦਾ ਵੀ ਇੱਕ ਪੈਨਲ ਹੈ, ਉਹਨਾਂ ਦੀ ਇਸ ਬੰਦੀ ਹੋਏ ਸਿੱਖਾਂ ਜਾਂ ਇਸ ਸਿੱਖ ਸਿਆਸਤ 'ਤੇ ਜਾਂ ਇਸ ਕਿਸਾਨ ਅੰਦੋਲਨ 'ਤੇ ਕੀ ਉਹਨਾਂ ਦਾ ਨਜ਼ਰੀਆ ਜਾਂ ਉਹਨਾਂ ਦੀ ਗੈਰ ਹਾਜ਼ਰੀ ਜਾਂ ਹਾਜ਼ਰੀ ਕੀ ਕਹਿੰਦੀ ਹੈ, ਉਹਨਾਂ 'ਤੇ ਵੀ ਚਰਚਾ ਪਾਓ। ਐਚ.ਐਸ. ਫੂਲਕਾ, ਹਰਵਿੰਦਰਪਾਲ ਸਿੰਘ ਫੂਲਕਾ ਜੀ। ਹਾਂ ਟਵਾਣਾ ਸਾਹਿਬ, ਉਹਦੇ ਤੇ ਮੈਂ ਆਉਣ ਲੱਗਾ। ਦੇਖੋ ਗੱਲ ਇਹ ਆ, ਇੱਕ ਉੱਥੇ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹਦਾ ਪ੍ਰਧਾਨ ਹੈ ਇਸ ਵੇਲੇ ਮਨਜਿੰਦਰ ਸਿੰਘ ਸਿਰਸਾ, ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੜਾ ਵਾ। ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਹੈੱਡ ਆਫਿਸ ਬਣਾਇਆ ਜਿਹੜਾ ਲੀਗਲ ਟੀਮ ਦਾ, ਤੇ ਉਹਦੇ 'ਚ 160 ਮੈਂਬਰ ਨੇ। ਉਹਦੇ 'ਚ ਕੁਝ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਜਿਹੜੇ ਐਡਵੋਕੇਟ ਨੇ ਉਹ ਨੇ, ਬਾਕੀ ਬਾਰ ਕੌਂਸਲ ਆਫ ਇੰਡੀਆ ਨੇ ਦਿੱਤੇ ਨੇ, ਤੇ 8 ਵਕੀਲ ਜਿਹੜੇ ਨੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦਿੱਤੇ ਨੇ। ਇਸ ਕਰਕੇ ਇੱਕ ਬੰਨੇ ਉਹ ਨੇ, ਦੂਸਰੇ ਬੰਨੇ ਟਵਾਣਾ ਸਾਹਿਬ ਜਿਹੜਾ ਲੀਗਲੀ ਐਕਸਪਰਟ ਨੇ, ਉਹ ਸਾਰਾ ਮੈਂ ਤੁਹਾਨੂੰ ਕਲੀਅਰ ਕਰਤਾ। ਰਹਿ ਗਈ ਗੱਲ ਹਰਵਿੰਦਰ ਸਿੰਘ ਫੂਲਕਾ ਦੀ। ਟਵਾਣਾ ਸਾਹਿਬ ਹਰਵਿੰਦਰ ਸਿੰਘ ਫੂਲਕਾ ਦੀ ਪਹਿਲੇ ਦਿਨੋਂ ਅਟੈਚਮੈਂਟ ਜਿਹੜੀ ਆ, ਉਹ ਜਿਹੜਾ ਉੱਥੇ ਗਰੁੱਪ ਖੜਾ ਵਾ ਮਨਜੀਤ ਸਿੰਘ ਜੀਕੇ ਵਾਲਾ, ਜਿਹੜੀ ਜਾਗੋ ਪਾਰਟੀ ਨਵੀਂ ਬਣੀ, ਜਿਹੜੀ ਕਿ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਜਿਹਨੇ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਨੇ। ਬੇਸਿਕਲੀ ਉਹ ਗਰੁੱਪ ਉਧਰ ਖੜਾ, ਤੇ ਇਸ ਕਰਕੇ ਉਹ ਗਰੁੱਪ ਦੀ ਕੁਛ ਨਾ ਕੁਛ ਜਿਹੜੀ ਕੇਂਦਰ 'ਚ ਸੱਤਾਧਾਰੀ ਧਿਰ ਆ ਉਹਨਾਂ ਦੇ ਨਾਲ ਨੇੜਤਾ ਵੀ ਆ, ਕਿਉਂਕਿ ਪਹਿਲਾਂ ਨੇੜਤਾ ਅਕਾਲੀ ਦਲ ਨਾਲ ਸੀ, ਅਕਾਲੀ ਦਲ ਤੋਂ ਉਹਨਾਂ ਦਾ ਤੋੜ ਵਿਛੋੜਾ ਹੋ ਗਿਆ ਤੇ ਮਨਜਿੰਦਰ ਸਿੰਘ ਸਿਰਸਾ ਕੱਲਾ ਪੈ ਗਿਆ, ਤੇ ਹੁਣ ਉਸ ਜਿਹੜਾ ਮਨਜੀਤ ਸਿੰਘ ਜੀਕੇ ਵਾਲਾ ਤੇ ਹਰਵਿੰਦਰ ਸਿੰਘ ਫੂਲਕਾ ਵਾਲਾ, ਉਹਨਾਂ ਦੇ ਪਿੱਛੇ ਕੇਂਦਰ ਸਰਕਾਰ ਦਾ ਹੱਥ ਆ, ਤੇ ਇਸ ਕਰਕੇ ਉਹਨਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਨਹੀਂ ਸੀ ਜਾਣਾ। ਦੂਜੀ ਗੱਲ, ਜਿਹੜੀ ਬਾਰ ਕੌਂਸਲ ਆਫ ਇੰਡੀਆ, ਜ਼ਰੂਰੀ ਨਹੀਂ ਸੀ ਕਿ ਉਹਦੇ ਵਿੱਚ ਜਿਹੜੀ ਆ ਹਰਵਿੰਦਰ ਸਿੰਘ ਫੂਲਕਾ ਦੀ ਚੱਲੇ, ਕਿਉਂਕਿ ਬਾਰ ਕੌਂਸਲ ਆਫ ਇੰਡੀਆ ਇੱਕ ਚੁਣੀ ਹੋਈ ਬੋਡੀ ਸੀ। ਉਹਨਾਂ ਨੇ ਪਹਿਲੇ ਦਿਨੋਂ ਹੀ, ਕਿਉਂਕਿ ਟਵਾਣਾ ਸਾਹਿਬ ਜਦੋਂ ਦਾ ਭਾਰਤ ਆਜ਼ਾਦ ਹੋਇਆ, ਇਸ 70-72 ਸਾਲ 'ਚ ਜੋ ਕੁਛ ਅੱਜ ਤੱਕ ਹੋਇਆ, ਉਹਦੇ ਵਿੱਚ ਪਹਿਲੀ ਵਾਰ ਆ
ਕਿ ਬਾਰ ਕੌਂਸਲ ਆਫ ਇੰਡੀਆ ਨੇ ਕਿਸੇ ਵੀ ਅੰਦੋਲਨ ਦੀ ਮਦਦ ਕੀਤੀ ਆ ਓਪਨਲੀ ਆ ਕੇ ਕਿ ਅਸੀਂ ਤੁਹਾਡੇ ਨਾਲ ਹਰ ਪੱਖੋਂ ਖੜੇ ਆ। ਉਹਨਾਂ ਨੇ ਫਾਈਨੈਂਸ਼ੀਅਲੀ ਵੀ ਮਦਦ ਕੀਤੀ ਆ, ਉਹਨਾਂ ਨੇ ਬਾਕੀ ਵੀ ਜਿਹੜੀ ਮਦਦ ਕਰ ਸਕਦੇ ਸੀ ਉਹਨਾਂ ਨੇ ਕੀਤੀ। ਈਵਨ ਕਿ ਲੀਗਲੀ ਏਡ ਜਿਹੜੀ ਆ ਉਹ ਵੀ ਸਾਰੀ ਦੀ ਸਾਰੀ ਉਹਨਾਂ ਨੇ ਮੁਹੱਈਆ ਕਰਵਾਈ ਆ। ਇਸ ਕਰਕੇ ਟਵਾਣਾ ਸਾਹਿਬ ਹਰਵਿੰਦਰ ਸਿੰਘ ਫੂਲਕਾ ਇਸ ਪੂਰੇ ਦੇ ਪੂਰੇ ਐਪੀਸੋਡ ਦੇ ਵਿੱਚ ਜਿੰਨਾ ਵੀ ਹੁਣ ਤੱਕ ਚੱਲਿਆ ਸ਼ੁਰੂ 'ਚ ਦਿਖਾਈ ਦਿੱਤੇ, ਲੇਕਿਨ ਬਾਅਦ ਦੇ ਵਿੱਚ ਉਹ ਦਿਖਾਈ ਨਹੀਂ ਦਿੱਤੇ। ਹੁਣ ਟਵਾਣਾ ਸਾਹਿਬ ਆ ਜਾਈਏ ਸਿਮਰਨਜੀਤ ਸਿੰਘ ਮਾਨ ਵੱਲ। ਸਿਮਰਨਜੀਤ ਸਿੰਘ ਮਾਨ ਨੇ 3 ਜਥੇ ਗਏ ਨੇ। ਪਹਿਲਾ ਜਥਾ ਉਹਨਾਂ ਦਾ ਜਿਹੜਾ ਸੀ ਉਹ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਭੇਜਿਆ ਗਿਆ ਸੀ। ਉਹ ਉਸ ਵੇਲੇ ਉਹ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ 'ਚ ਭੇਜਿਆ ਗਿਆ ਸੀਗਾ। ਦੂਸਰਾ ਜਥਾ ਜਿਹੜਾ ਸੀ ਉਹ ਬੀਬੀਆਂ ਦਾ ਭੇਜਿਆ ਗਿਆ ਸੀ ਗੁਰੂ ਕੀ ਕਾਂਸੀ ਤਲਵੰਡੀ ਸਾਬੋ ਤੋਂ, ਤੇ ਤੀਸਰਾ ਜਥਾ ਹੁਣ ਆਨੰਦਪੁਰ ਸਾਹਿਬ ਤੋਂ ਅੱਜ ਜਿਹੜਾ ਉਹ ਭੇਜਿਆ ਗਿਆ। ਟਵਾਣਾ ਸਾਹਿਬ ਮੇਰੇ ਹਿਸਾਬ ਨਾਲ ਚਲੋ ਇਹ ਸਿਆਸਤ ਆ, ਸਿਆਸਤ ਕਰਦੇ ਰਹਿਣਾ ਚਾਹੀਦਾ, ਪਰ ਜਦੋਂ ਗੱਲ ਤਾਂ ਇਹ ਆ ਤੁਸੀਂ ਕਹਿੰਦੇ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ, ਟਵਾਣਾ ਸਾਹਿਬ ਉਹਦੇ ਚੋਂ 135 ਰਿਹਾ ਹੋ ਚੁੱਕੇ ਨੇ, ਭਾਵੇਂ ਜ਼ਮਾਨਤ ਤੇ ਹੋਏ ਨੇ। ਦੂਸਰੇ 17 ਰਹਿ ਗਏ, 1-2 ਦਿਨ 'ਚ ਉਹ ਰਿਹਾ ਹੋ ਜਾਣੇ ਨੇ। ਹੁਣ ਟਵਾਣਾ ਸਾਹਿਬ ਵੱਡੀ ਗੱਲ ਤੇ ਇਹ ਸੀ ਕਿ ਇਸ ਨਾ ਸਿਮਰਨਜੀਤ ਸਿੰਘ ਮਾਨ ਦੇ ਦਲ ਤੋਂ ਇਹ ਵਾਪਸ ਹੋਣੇ ਨੇ, ਨਾ ਹੀ ਜਿਹੜੀ ਪਹਿਲਾਂ ਮਹਿਰਾਜ ਰੈਲੀ ਹੋਈ ਉਹਨਾਂ ਤੋਂ ਹੋਣੇ ਨੇ, ਨਾ ਹੀ ਉਸ ਤੋਂ ਪਹਿਲਾਂ ਚਾਹੇ ਅੰਮ੍ਰਿਤਸਰ ਮਾਰਚ ਕੱਢੇ ਗਏ, ਚਾਹੇ ਦਸੂਹਾ ਕੱਢੇ ਗਏ, ਚਾਹੇ ਉਹਦੇ ਕਾਰਨ ਪਿੰਡ 'ਚ ਕੱਢਿਆ ਗਿਆ, ਤੇ ਚਾਹੇ ਹੁਣ ਮਸਤੂਆਣਾ ਸਾਹਿਬ ਹੋ ਰਿਹਾ, ਤੇ ਚਾਹੇ ਉਹ ਫਤਿਹਗੜ੍ਹ ਸਾਹਿਬ ਹੋ ਰਿਹਾ। ਟਵਾਣਾ ਸਾਹਿਬ ਕਿਸੇ ਤੋਂ ਨਹੀਂ ਹੋਣੇ। ਇਹ ਕੇਸ ਕਿੱਦਣ ਵਾਪਸ ਹੋਣਗੇ? ਜਿਸ ਦਿਨ ਸੰਯੁਕਤ ਕਿਸਾਨ ਮੋਰਚੇ ਨਾਲ ਕੇਂਦਰ ਸਰਕਾਰ ਦੀ ਗੱਲਬਾਤ ਸਿਰੇ ਚੜੇਗੀ। ਉਹ 'ਚ ਪਹਿਲੀ ਮੰਗ ਹੋਏਗੀ ਕਿ ਜਿੰਨੇ ਕੇਸ ਪਾਏ ਗਏ ਇਹ ਵਾਪਸ ਲਓ। ਇਹ ਟਵਾਣਾ ਸਾਹਿਬ ਫੈਸਲਾ ਉੱਥੇ ਹੋਣਾ, ਇਹ ਪੋਲੀਟੀਕਲ ਫੈਸਲਾ ਹੋਣਾ, ਤੇ ਪੋਲੀਟੀਕਲੀ ਹੀ ਇਹ ਕੇਸ ਵਾਪਸ ਲਏ ਜਾਣਗੇ। ਬਾਕੀ ਲੋਕ ਕਿਉਂਕਿ 2021 ਦੀ ਐਸਜੀਪੀਸੀ ਚੋਣ ਤੇ 2022 ਦੀ ਵਿਧਾਨ ਸਭਾ ਚੋਣ ਆ, ਉਹਨੂੰ ਮੁੱਖ ਰੱਖ ਕੇ ਬਾਕੀ ਸਾਰਿਆਂ ਵਿਚਾਰਿਆਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਨੇ। ਇਸ ਕਰਕੇ ਟਵਾਣਾ ਸਾਹਿਬ ਉਹ ਸੇਕਦੇ ਚਲੇ ਆ ਰਿਹਾ। ਹੁਣ ਟਵਾਣਾ ਸਾਹਿਬ ਇਸ ਤੋਂ ਅੱਗੇ ਆ ਜਾਈਏ ਵਿਧਾਨ ਸਭਾ 'ਚ। ਪੰਜਾਬ ਵਿਧਾਨ ਸਭਾ 'ਚ ਤਕਰੀਬਨ ਸਾਰੀਆਂ ਪਾਰਟੀਆਂ ਨੇ ਇੱਕਮਤ ਹੋ ਕੇ ਅੱਜ ਈਵੀਐਮ ਬੈਨ ਦੀ ਗੱਲ ਕੀਤੀ ਆ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਸਰਕਾਰ ਨੇ ਕਿਹਾ ਕਿ ਈਵੀਐਮ ਬੈਨ ਹੋਣੀ ਚਾਹੀਦੀ ਆ, ਇੱਥੇ ਵੀ ਮਤਾ ਲਿਆਓ ਤੇ ਇੱਥੇ ਕਮੇਟੀ ਬਣਾਓ, ਬਕਾਇਦਾ ਕਮੇਟੀ ਦੀ ਰਿਪੋਰਟ ਆਵੇ ਤੇ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਿਆ ਜਾਵੇ ਤੇ ਈਵੀਐਮ ਬੈਨ ਕਰੋ ਤੇ 2022 ਦੀ ਚੋਣ ਜਿਹੜੀ ਬੈਲਟ ਪੇਪਰ ਤੇ ਹੋਣੀ ਚਾਹੀਦੀ। ਇਹ ਟਵਾਣਾ ਸਾਹਿਬ ਜਨਾਨੀ ਮਸਲੀ ਅੱਜ ਸਾਰੇ ਨੇ ਮਤਲਬ ਅਜੇ ਮਤਾ ਪਾਸ ਤਾਂ ਨਹੀਂ ਹੋਇਆ, ਪਰ ਇਹ ਅੱਜ ਮੰਗ ਜਿਹੜੀ ਆ ਵਿਧਾਨ ਸਭਾ 'ਚ ਚੱਕੀ ਗਈ ਆ। ਹੁਣ ਟਵਾਣਾ ਸਾਹਿਬ ਇਹਦੇ ਬਾਅਦ ਆ ਗਈ ਗੱਲ ਜਿਹੜੀ ਅੱਜ ਈਡੀ ਨੇ ਰੇਡ ਕੀਤੀ ਆ ਸੁਖਪਾਲ ਖਹਿਰੇ ਦੇ ਘਰੇ। ਉਹਦੇ ਤੇ ਲੋਕ ਇਨਸਾਫ ਪਾਰਟੀ, ਆਮ ਆਦਮੀ ਪਾਰਟੀ ਦਾ ਬਾਗੀ ਧੜਾ ਤੇ ਕਾਂਗਰਸ ਵੱਲੋਂ ਸਾਰਿਆਂ ਨੇ ਉਹਦਾ ਵਿਰੋਧ ਕੀਤਾ ਕਿ ਗਲਤ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ। ਹਮੇਸ਼ਾ ਹੀ ਕੇਂਦਰ ਸਰਕਾਰ ਤੇ ਉਹਦੀਆਂ ਏਜੰਸੀਆਂ ਜਿਹੜਾ ਕਿਸਾਨੀ ਅੰਦੋਲਨ ਨਾਲ ਖੜਾ ਹੁੰਦਾ ਉਸੇ ਨੂੰ ਇਸੇ ਤਰ੍ਹਾਂ ਪਰੇਸ਼ਾਨ ਜਿਹੜਾ ਉਹ ਕਰਦੀਆਂ ਨੇ। ਹੁਣ ਟਵਾਣਾ ਸਾਹਿਬ ਦੂਸਰੀ ਗੱਲ ਜਿਹੜਾ ਵਿਧਾਨ ਸਭਾ 'ਚ ਮੁੱਦਾ ਚੱਕਿਆ ਗਿਆ ਉਹ ਜਾਇਜ਼ ਵੀ ਸੀ, ਕਿਉਂਕਿ ਉਹ ਇਸ ਵੇਲੇ ਮੌਜੂਦਾ ਵਿਧਾਨ ਸਭਾ ਦਾ ਮੈਂਬਰ ਸੀ। ਤੇ ਟਵਾਣਾ ਸਾਹਿਬ ਜੇ ਉਹਦੇ ਘਰ ਤੇ ਰੇਡ ਹੋਣੀ ਸੀ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਆ ਉਹਨੂੰ ਕੌਨਫੀਡੈਂਸ 'ਚ ਲੈਣਾ ਜ਼ਰੂਰੀ ਸੀ ਕਿ ਜਿਹੜਾ ਤੁਹਾਡਾ ਵਿਧਾਨ ਸਭਾ ਦਾ ਮੈਂਬਰ ਆ ਅਸੀਂ ਉਹਦੇ ਘਰੇ ਰੇਡ ਕਰਨੀ ਆ ਤੇ ਉਹਨੂੰ ਇਨਫੋਰਮ ਕਰਨਾ ਲੀਗਲੀ ਬਣਦਾ ਸੀ, ਪਰ ਟਵਾਣਾ ਸਾਹਿਬ ਨਹੀਂ ਕੀਤਾ ਗਿਆ। ਟਵਾਣਾ ਸਾਹਿਬ ਇੱਥੇ ਇੱਕ ਪਾਰਟੀ ਇੱਕ ਮਿੰਟ ਲਵਾਂਗਾ ਟਵਾਣਾ ਸਾਹਿਬ, ਇੱਥੇ ਆਮ ਆਦਮੀ ਪਾਰਟੀ ਜਿਹੜੀ ਉਹਨਾਂ ਨੇ ਸੁਖਪਾਲ ਖਹਿਰੇ ਵਾਲੇ ਮੁੱਦੇ ਤੋਂ ਪੱਲਾ ਝਾੜ ਲਿਆ। ਆਪੋਜੀਸ਼ਨ ਲੀਡਰ ਨੇ ਪੰਜਾਬ ਵਿਧਾਨ ਸਭਾ 'ਚ ਹਰਪਾਲ ਸਿੰਘ ਚੀਮਾ, ਉਹ ਕਹਿੰਦੇ ਜੀ ਦੇਖੋ ਸਾਨੂੰ ਨਹੀਂ ਪਤਾ ਉਹਨੇ ਕੀ ਦੂਸਰਾ ਮਨੀ ਲਾਂਡਰਿੰਗ ਕੀਤੀ ਕੀ ਨਹੀਂ ਕੀਤੀ, ਅਸੀਂ ਨਹੀਂ ਅਜੇ ਉਹਦੇ ਵਿਰੁੱਧ ਕੁਝ ਉਹਦੇ ਹੱਕ 'ਚ ਕੁਝ ਵੀ ਬੋਲ ਸਕਦੇ। ਜਦੋਂ ਵੀ ਸਾਰੇ ਡਾਕੂਮੈਂਟ ਸਾਹਮਣੇ ਆਉਣਗੇ ਅਸੀਂ ਤੇ ਫੇਰ ਸਟੇਟਮੈਂਟ ਦਿਆਂਗੇ। ਜੇ ਈਡੀ ਨੇ ਉਹਦੇ ਘਰੇ ਰੇਡ ਕੀਤੀ ਇਹਦਾ ਮਤਲਬ ਉੱਥੇ ਕੁਛ ਨਾ ਕੁਛ ਹੈਗਾ। ਮਤਲਬ ਕਿਉਂਕਿ ਜਦੋਂ ਕੇਜਰੀਵਾਲ ਤੇ ਈਡੀ ਦੀ ਰੇਡ ਹੁੰਦੀ ਹੈ ਫਿਰ ਕਿਉਂ ਤੜਫਦੇ ਆ? ਜਦੋਂ ਉੱਥੇ ਜਿਹੜੇ ਦਿੱਲੀ 'ਚ ਕੋਈ ਰੇਡ ਹੋਈ ਸੀ ਉਦੋਂ ਬੜੇ ਤੜਫਦੇ ਸੀ ਸਾਡੇ ਤੇ ਰੇਡ ਹੁੰਦੀ ਹੈ, ਇਹ ਗਲਤ ਹੈ ਹਨਾ। ਖੈਰ ਇੱਕ ਕਾਲਰ ਲੈ ਲਈਏ ਆਪਾਂ ਪਲੀਜ਼। ਹਾਂਜੀ ਲਓ ਜੀ। ਜੀ 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 ਗੱਲ ਉਹੀ ਹੈ ਨਾ ਕਿ ਹੁਣ ਹਰਪਾਲ ਚੀਮਾ ਕਦੋਂ ਕਹਿਣਗੇ ਖਹਿਰੇ ਦੇ ਰੇਡ? ਉਹਦਾ ਵਿਰੋਧੀ ਤਾਂ ਕਹਿੰਦੇ ਹੁੰਦੇ ਇੱਕ ਸਿਰੇ ਬਣ ਕੇ ਨਹੀਂ ਢੁਕਦਾ, ਕਸਰ ਥੋੜ੍ਹੀ ਛੱਡਦਾ, ਸ਼ਰੀਕ ਲਾਵੇ ਲੀਕ ਜਿੱਥੋਂ ਤੀਕ। ਅਮਿਤ ਸ਼ਰਮਾ ਸਵਾਗਤ ਹੈ ਬਾਈ ਤੁਹਾਡਾ। ਹਾਂਜੀ ਟਵਾਣਾ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ, ਨਮਸਕਾਰ ਵੀਰ। ਹਾਂਜੀ 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 ਮੈਂ ਸੀ ਸੁਰਿੰਦਰ ਹੁਣਾਂ ਨੂੰ ਜੀ ਪੁੱਛਣਾ ਚਾਹੁੰਦਾ ਜੀ, ਜਿੱਦਾਂ ਈਵੀਐਮ ਦਾ ਜਿਹੜਾ ਇਹਨਾਂ ਨੇ ਗੱਲ ਕੀਤੀ ਜਿਹੜੀਆਂ ਪਾਰਟੀਆਂ ਵੀ ਚੱਕ ਰਹੀਆਂ ਇਹਨਾਂ ਨੇ ਵੀ ਵਿੱਚ ਜ਼ਿਕਰ ਕੀਤਾ ਵੀ ਉਹ ਹੈਕ ਜਿਹੜੀ ਹੁੰਦੀ ਆ
ਤੇ ਇਹ ਪੋਸੀਬਲ ਮੈਨੂੰ ਲੱਗਦਾ ਕਿ ਗੱਲ ਉਡਾਈ ਗਈ ਆ ਆਪੋਜੀਸ਼ਨ ਵੱਲੋਂ। ਹੁਣ ਇੱਥੇ ਅਮਰੀਕਾ 'ਚ ਦੇਖੋ ਟਰੰਪ ਨੇ ਕਿਹਾ ਸਾਡੇ ਵੈਲਟ ਚੋਰੀ ਹੋ ਗਏ, ਇੱਥੇ ਵੈਲਟ ਦੇ ਵਿੱਚ ਕਿੱਡੀ ਵੱਡੀ ਉਹਨੂੰ ਮੈਨੂੰ ਲੱਗਦਾ 70 ਮਿਲੀਅਨ ਵੋਟਾਂ ਪਈਆਂ ਜਿਹੜੀ ਆਪਾਂ ਕੱਟੜ ਗੋਰੇ ਕਹਿ ਲੈਂਦੇ ਆ, ਤੇ ਉਹਨਾਂ ਨੇ ਉਲਟਾ ਦੋਸ਼ ਲਾਤਾ ਵੀ ਵੈਲਟ ਪੇਪਰ ਚੋਰੀ ਹੁੰਦੇ ਆ, ਵੀ ਸਾਡੇ ਜਿਹੜੇ ਉਹ ਚੋਰੀ ਕਰਕੇ ਦਾ ਉਹ ਜਿਹੜਾ ਬਾਈਡਨ ਦੇ ਹੱਕ ਦੇ ਵਿੱਚ ਉਹ ਜਿਹੜੇ ਪਾਏ ਗਏ ਆ ਝੂਠੇ, ਕੋਈ ਮਰੇ ਬੰਦਿਆਂ ਦੇ, ਕੋਈ ਦੂਸਰੇ ਹੋਰ, ਉਹ ਫਿਰ ਗੱਲ ਐਡੀ ਵੱਡੀ ਕੰਟਰੀ ਉਹ ਬੈਲਟ ਪੇਪਰ ਨੂੰ ਨਕਾਰ ਰਹੀ ਹੈ, ਜਿੱਥੇ ਦਾ ਸਿਸਟਮ ਆਪਣੇ ਨਾਲੋਂ ਕਿਤੇ ਬਿਹਤਰ ਆ। ਫਿਰ ਤੁਸੀਂ EVM ਨੂੰ ਉਹ ਲਿਆ ਕੇ ਬੈਲਟ ਪੇਪਰ, ਤੇ ਮੈਨੂੰ ਤਾਂ ਲੱਗਦਾ ਹਰ ਜਿਹੜਾ ਵੀ ਕੋਈ ਪੋਲੀਟੀਸ਼ੀਅਨ ਆਪਣੇ ਮੁਤਾਬਕ ਜਦੋਂ ਹਾਰਦਾ ਵਾ ਤੇ ਉਹ ਫਿਰ ਉਹਨੂੰ ਇੱਕ ਝੂਠਾ ਪ੍ਰੋਪੋਗੈਂਡਾ ਜਿਹੜਾ ਅੱਜ ਕੱਲ੍ਹ, ਕਿਉਂਕਿ ਸੋਸ਼ਲ ਮੀਡੀਆ ਥਰੂ ਬੜੀ ਜਲਦੀ ਪਹੁੰਚ ਜਾਂਦਾ ਲੋਕਾਂ ਦੇ ਦਿਮਾਗ 'ਚ ਇਹ ਗੱਲ। ਉਹ ਦੇਖੋ ਉਹਨੇ ਕਿੱਦਾਂ ਟਰੰਪ ਨੇ ਦਿਮਾਗ ਦੇ ਵਿੱਚ ਪਾਤੀ। ਉਹ ਲੋਕ ਜਿਹੜੇ ਪਰ ਅਮਰੀਕਾ ਦੇ ਵਿੱਚ ਜਿਹੜੇ ਵਿਕਸਿਤ ਦੇਸ਼ ਨੇ ਜਿਨ੍ਹਾਂ ਨੇ ਐਵੇਂ ਤੇ ਤਕਨੀਕਾਂ ਚਲਾਈਆਂ, ਉਹ ਸਾਰੇ ਕਿਉਂ ਛੱਡ ਗਏ? ਠੀਕ ਹੈ, ਟਰੰਪ ਵੀ ਰੋਣ ਇੱਦਾਂ ਦੀ ਪਾ ਲੈਂਦਾ। ਹੁਣ ਟਰੰਪ ਦੇ ਸਮਰਥਕਾਂ ਨੇ ਵੀ ਪਾਰਲੀਮੈਂਟ ਘੇਰੀ ਹੈ, ਉਹਨਾਂ 'ਚ ਵੀ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ। ਪਰ ਵਿਕਸਿਤ ਦੇਸ਼ਾਂ ਨੇ, ਤੁਸੀਂ ਇਹ ਗੱਲ ਤਾਂ ਮੰਨਦੇ ਹੋ ਕਿ ਇੰਡੀਆ ਦੇ ਵਿੱਚ ਹੈਕਿੰਗ ਕਿੰਨੀ ਹੁੰਦੀ ਹੈ? ਕੈਪਟਨ ਸਾਹਿਬ ਦੇ ਘਰੋਂ ਪ੍ਰਨੀਤ ਕੌਰ ਹੈ, ਉਹਨਾਂ ਦਾ ਖਾਤਾ ਹੈਕ ਹੋਇਆ। ਹੋ ਹੀ ਨਹੀਂ ਸਕਦੀ ਟਵਾਣਾ ਸਾਹਿਬ। ਇਹਨਾਂ ਨੇ ਬੈਲਟ ਪੇਪਰ, ਤੁਸੀਂ ਕਸ਼ਮੀਰ ਦਾ ਦੇਖੋ, ਇਹਨਾਂ ਨੇ ਜਿਹਦਾ ਬੁਰਾ ਹਾਲ ਕੀਤਾ ਸੀ ਉਹ ਕਾਂਗਰਸ ਨੇ ਬੈਲਟ ਪੇਪਰ ਚੱਕ ਕੇ ਜਿਹੜਾ 89-90 ਦੇ ਵਿੱਚ ਉੱਥੇ ਸਾਰੀ ਸਰਕਾਰ ਜਿਹੜੀ ਨੈਸ਼ਨਲ ਇਹਨਾਂ ਨੇ ਕਾਂਗਰਸ ਦੇ ਨਾਲ ਮਿਲ ਕੇ ਜੋ ਕੀਤੀ ਸੀ ਉਹ ਸ਼ੇਖ ਅਬਦੁੱਲਾ ਨਾਲ ਮਿਲ ਕੇ, ਤੇ ਜੇ ਜਿਹੜਾ ਕਾਂਗਰਸ ਵੀ ਗਲਤ ਕਰਦੀ ਰਹੀ ਹੈ। ਕਾਂਗਰਸ ਕਿਹੜਾ ਦੁੱਧ ਧੋਤੀ ਹੈ? ਜਿਵੇਂ ਮੋਦੀ ਸਾਹਿਬ ਨੇ ਦੁੱਧ ਧੋਤੇ, ਉਹ ਵੀ ਨਹੀਂ ਦੁੱਧ ਧੋਤੀ। ਬੈਲਟ ਪੇਪਰ ਨਾਲ ਤਾਂ ਟਵਾਣਾ ਸਾਹਿਬ ਕਿੱਥੋਂ ਤੁਸੀਂ ਇੰਨੀ ਜਿਹੜੀ 1.2 ਬਿਲੀਅਨ ਜਿਹੜਾ 130-35 ਕਰੋੜ ਮੁਲਕ ਜਿਹੜਾ ਹੋਵੇ, ਉਹ ਤੁਸੀਂ ਬੈਲਟ ਪੇਪਰ ਦੇ ਨਾਲ ਕਿੱਥੋਂ ਪਹੁੰਚਾਉਣਾ? ਉਹਦੀਆਂ ਜੇ ਬੰਦੇ ਜ਼ਿਆਦੇ ਨੇ ਵੀਰਿਆ, ਵੋਟਿੰਗ ਕਾਊਂਟ ਕਰਨ ਵਾਲੇ ਵੀ ਜ਼ਿਆਦਾ ਹੋ ਸਕਦੇ ਨੇ। ਪਹਿਲਾਂ ਵੀ ਬੰਦੇ ਇੰਨੇ ਸੀ ਤੇ ਕਾਊਂਟਿੰਗ ਕਰਨ ਵਾਲੇ 20 ਦਿਨ ਲੱਗ ਜਾਣਗੇ ਚੋਣਾਂ ਨੂੰ। ਮੈਂ ਕਹਿੰਦਾ ਜਿਹੜੇ ਪੋਲੀਟੀਸ਼ੀਅਨ ਨੇ ਉਹ ਵਰਤ ਰਹੇ ਨੇ ਇਹਨੂੰ। ਜਿੱਧਰ ਟਰੰਪ ਨੇ ਦੇਖੋ ਬੈਲਟ ਪੇਪਰ ਨੂੰ ਨਕਾਰ ਦਿੱਤਾ, ਤੇ ਇੱਧਰ ਤੁਸੀਂ EVM ਨੂੰ ਨਕਾਰ ਰਹੇ ਪੋਲੀਟੀਸ਼ੀਅਨ ਲੋਕਾਂ ਦੇ ਨਾਲ ਪਲੇ ਕਰਦੇ ਨੇ। ਜਿਹੜੇ ਪੱਤਰਕਾਰ ਵੀ ਨੇ ਜਾਂ ਜਿਹੜੇ ਮੀਡੀਆ ਵਾਲੇ, ਉਹ ਵੀ ਉਹ ਵੀ ਫਿਰ ਉਸ ਤਰੀਕੇ ਨਾਲ ਖਬਰ ਨੂੰ ਜਿੱਧਰ ਨੂੰ ਪੱਖ ਨੂੰ ਚੱਲਦੀ ਉਹ ਚਲਾ ਲੈਂਦੇ। ਮੈਨੂੰ ਨਹੀਂ ਲੱਗਦਾ, ਜਾਂ ਤਾਂ ਹੋਵੇ ਵੀ ਪ੍ਰੂਫ ਹੋ ਗਿਆ ਹੋਵੇ ਕਿਤੇ ਇਲੈਕਸ਼ਨ ਕਮਿਸ਼ਨ ਬਾਰ-ਬਾਰ ਸੱਦ ਕੇ ਕਹਿੰਦਾ। ਹੁਣ ਇਹ ਤਾਂ ਹੈ ਨਹੀਂ ਵੀ ਜਿਹੜੇ ਹੈਕ ਕਰਨ ਵਾਲੇ ਨੇ ਜਾਂ ਇੰਜੀਨੀਅਰ ਨੇ ਉਹ ਇਕੱਲੇ BJP ਕੋਲ ਹੀ ਆ, ਉਹ ਪੂਰੇ ਇੰਡੀਆ 'ਚ ਪੂਰੇ ਵਰਲਡ ਦੇ ਵਿੱਚ। ਉਹ ਤਾਂ ਤੁਹਾਡੀ ਗੱਲ ਵਾਜਬ ਹੈ, ਮੈਂ ਉਹਦੇ ਨਾਲ ਵੀ ਸਹਿਮਤ ਹਾਂ। ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਬੁਲਾਇਆ ਸੀਗਾ ਇਹਨਾਂ ਨੂੰ। ਜੀ ਮਕੈਨਿਕ ਹੈਗੇ ਆ, ਤੁਸੀਂ ਜਾ ਕੇ ਇੱਕ ਵਾਰੀ ਕਰਕੇ ਦਿਖਾ ਦਿਓ, ਅਪਰੂਵ ਕਰ ਦਿਓ, ਅਗਲੇ ਚੇਂਜ ਕਰ ਦੇਣਗੇ ਵਰਲਡ ਦੇ ਸਾਹਮਣੇ, ਨਾਲੇ ਪੂਰੀ ਵਰਲਡ ਦੇ ਸਾਹਮਣੇ, ਪੂਰੇ ਇੰਡੀਆ ਸਾਹਮਣੇ ਆ ਜਾਊਗਾ। ਥੈਂਕ ਯੂ ਟਵਾਣਾ ਜੀ, ਥੈਂਕ ਯੂ। ਮਿਹਰਬਾਨੀ। ਆਹ ਦੇਖੋ, ਠੀਕ ਹੈ, ਉਦੋਂ ਇਲੈਕਸ਼ਨ ਕਮਿਸ਼ਨ ਨੇ ਆਮ ਆਦਮੀ ਪਾਰਟੀ, ਮਾਇਆਵਤੀ ਇਹਨਾਂ ਨੂੰ ਸੱਦਿਆ ਸੀ ਕਿ ਹੈਕ ਕਰਕੇ ਦਿਖਾਓ, ਪਰ ਇਹ ਨਹੀਂ ਸੀ ਗਏ। ਹਾਲਾਂਕਿ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਡੈਮੋ ਕੇਜਰੀਵਾਲ ਨੇ ਲਾਇਆ ਸੀ। ਇਹ ਚੀਜ਼ਾਂ ਹੈਗੀਆਂ ਨੇ। ਖੈਰ ਸੁਰਿੰਦਰ ਜੀ, ਕੀ ਲੱਗਦਾ ਫਿਰ ਪਾਰਲੀਮੈਂਟ 'ਚ ਜਿਸ ਤਰ੍ਹਾਂ ਮੁੱਦੇ ਹਰਸਿਮਰਤ ਨੇ ਆੜ੍ਹਤੀਆਂ ਦੇ ਉਠਾਏ ਨੇ ਜਾਂ ਹੋਰ ਮੁੱਦੇ EVM ਦੇ ਉੱਠ ਰਹੇ ਨੇ, ਇੱਧਰ ਬਜਟ ਸੈਸ਼ਨ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਗਰਜ ਰਿਹਾ, ਅਕਾਲੀਆਂ ਤੋਂ ਸਵਾਲ ਪੁੱਛ ਰਿਹਾ, ਕੀ ਇਹਨਾਂ ਨੂੰ ਕਰੋ ਫਿਰ ਬਾਈਂਡ ਅਪ? ਬਾਦਲ ਪਰਿਵਾਰ ਦੀ ਪ੍ਰਾਈਵੇਟ ਬੱਸ ਕੰਪਨੀ ਨੂੰ ਵੀ ਘੇਰਿਆ ਹੈ ਨਾ ਚੰਨੀ ਨੇ, ਪੈਚਾਂ ਵਾਲੇ ਚੰਨੀ ਸਾਹਿਬ, ਤੇ ਕੀ ਕੁਛ ਚਰਚਾ ਰਹੀ ਪਾਰਲੀਮੈਂਟ ਤੇ ਵਿਧਾਨ ਸਭਾ ਦੇ ਵਿੱਚ? ਥੋੜਾ ਕਰੋ ਫਿਰ ਬਾਈਂਡ। ਇੱਕ ਕਾਲ ਹੋਰ ਲੈ ਲਾਂ ਪਲੀਜ਼, ਹੁਣ ਤੁਸੀਂ ਹੋਲਡ ਦਿਓ 1 ਸੈਕਿੰਡ ਖੈਰ, ਤੇ ਇਸ ਤੋਂ ਬਾਅਦ ਫਿਰ ਕਾਲ ਨਹੀਂ ਲਵਾਂਗੇ। ਸਵਾਗਤ ਸਰ, ਤੁਸੀਂ ਔਨ 에ਅਰ ਹੋ। ਹੈਲੋ, ਹਾਂਜੀ ਤੁਸੀਂ ਔਨ 에ਅਰ ਹੋ ਜੀ, ਗੱਲ ਕਰੋ ਪਲੀਜ਼। ਹਾਂਜੀ, ਮੈਂ ਨਾ ਥੋੜੀ ਜਿਹੀ ਇਨਪੁਟ ਪਾਉਣੀ ਚਾਹੁੰਦਾ ਸੀ। ਜਿਹੜੀ ਨਾ EVM ਦੀ ਤੇ ਦੂਜੀ ਮਸ਼ੀਨਾਂ ਦੀ ਗੱਲ ਚੱਲਦੀ ਸੀ ਤੇ ਅਮਰੀਕਾ ਨਾਲ ਕੰਪੈਰੀਜ਼ਨ ਕੀਤਾ ਗਿਆ ਸੀ ਬੈਲਟ ਪੇਪਰ ਦਾ, ਮੈਂ ਉਹ ਸਾਫ਼ ਕਰਨਾ ਚਾਹੁੰਦਾ। ਮੈਂ ਨਿਊਯਾਰਕ ਦੇ ਵਿੱਚ ਰਹਿਣਾ ਹੈ ਤੇ ਨਿਊਯਾਰਕ ਜੀ ਬਾਈ ਜੀ ਆਵਾਜ਼ ਕੱਟ ਰਹੀ ਤੁਹਾਡੀ, ਪਲੀਜ਼ ਕੰਟੀਨਿਊ। ਹੈਲੋ ਸੌਰੀ ਬਾਈ ਜੀ, ਤੁਹਾਡੀ ਆਵਾਜ਼ ਕੱਟ ਰਹੀ ਹੈ। ਚਲੋ ਮੈਂ ਤੁਹਾਡਾ ਸਵਾਲ ਸੁਣ ਕੇ ਗੱਲ ਕਰਾਂਗਾ, ਕੋਸ਼ਿਸ਼ ਕਰਨ ਦੀ। ਸੁਰਿੰਦਰ ਵੀਰ, ਪਾਰਲੀਮੈਂਟ ਤੇ ਵਿਧਾਨ ਸਭਾ ਦੇ ਵਿੱਚ ਕੀ ਕੁਛ ਨਿਬੜਿਆ? ਕਰੋ ਕਰਾਂ ਕੰਪਲੀਟ, ਫਿਰ ਆਪਾਂ ਕਰੀਏ ਸਮਾਪਤੀ। ਕੰਟੀਨਿਊ ਪਲੀਜ਼। ਹਾਂ ਟਵਾਣਾ ਸਾਹਿਬ, ਪਹਿਲਾਂ ਆ ਜਾਈਏ ਵਿਧਾਨ ਸਭਾ, ਫਿਰ ਪਾਰਲੀਮੈਂਟ ਵੱਲ ਨੂੰ ਚੱਲਦੇ। ਦੇਖੋ ਟਵਾਣਾ ਸਾਹਿਬ, ਸੁਰਿੰਦਰ ਜੀ ਗੱਲ ਕੰਪਲੀਟ ਕਰੋ। ਹੈਲੋ, ਹਾਂਜੀ ਟਵਾਣਾ ਸਾਹਿਬ, ਆਵਾਜ਼ ਆ ਰਹੀ ਹੈ? ਸੁਰਿੰਦਰ ਜੀ ਗੱਲ ਕੰਪਲੀਟ ਕਰੋ। ਬਾਈ ਜੀ ਉਹਨਾਂ ਦੀ ਗੱਲ ਮੈਂ ਸੁਣ ਕੇ ਸਵਾਲ ਕਰ ਲੈਣਾ ਤੁਹਾਨੂੰ, ਤੁਸੀਂ ਗੱਲ ਕੰਪਲੀਟ ਕਰੋ। ਹਾਂਜੀ ਟਵਾਣਾ ਸਾਹਿਬ, ਜਿਹੜੀ ਵਿਧਾਨ ਸਭਾ 'ਚ ਅੱਜ ਆ, ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਸਿਰਾਂ ਦੇ ਉੱਤੇ ਜਿਹੜੀ ਸੀਗੀਆਂ ਉਹ ਪੰਡਾਂ ਚੱਕੀ ਜਾਂਦੇ ਸੀ। ਉਹ ਕਰਜ਼ੇ ਦੀਆਂ ਵੀ ਸੀ, ਉਹ ਜਿਹੜੀਆਂ ਹੱਕੀ ਮੰਗਾਂ ਸੀ,
ਜਿਹੜੀਆਂ ਲੋਕਾਂ ਨਾਲ ਵਾਅਦੇ ਕੀਤੇ ਹੋਏ ਸੀ ਉਹ ਸਾਰਾ ਕੁਝ ਸੀ ਜੋ ਕੁਝ ਪਿਛਲੇ 4 ਸਾਲਾਂ 'ਚ ਹੋਇਆ, ਜਾਂ ਉਸ ਤੋਂ ਪਹਿਲੀ ਸਰਕਾਰ ਵੇਲੇ ਜੋ ਕੁਝ ਵਾਪਰੇ, ਜਿਹੜੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਸੀ। ਮਤਲਬ ਉਹ ਸਿਰਾਂ ਦੇ ਉੱਤੇ ਝੱਕ ਕੇ ਵਿਧਾਨ ਸਭਾ 'ਚ ਪਹੁੰਚਿਆ। ਹੁਣ ਟਵਾਣਾ ਸਾਹਿਬ ਗੱਲ ਤਾਂ ਇਹ ਸੀ ਕਿ ਦੇਖੋ ਨਵਜੋਤ ਸਿੱਧੂ ਗਰਜਣਾ ਬਣਦਾ ਸੀਗਾ, ਚੰਗੀ ਗੱਲ ਸੀਗੀ। ਗੱਲ ਤੇ ਇਹ ਆ ਕਿ ਦੇਖੋ ਤੁਸੀਂ ਵਾਅਦੇ ਕਰਕੇ ਆਏ ਹੋ, ਜਦੋਂ ਤੁਸੀਂ ਵਾਅਦੇ ਕਰਕੇ ਆਏ ਹੋ ਤਾਂ ਟਵਾਣਾ ਸਾਹਿਬ ਜੇ ਉਹ 4 ਸਾਲਾਂ 'ਚ ਤੁਸੀਂ ਪੂਰੇ ਨਹੀਂ ਕਰ ਸਕੇ ਤੇ 5ਵੇਂ ਸਾਲ 'ਚ ਤੁਸੀਂ ਕਿੱਦਾਂ ਕਰੋਗੇ? ਟਵਾਣਾ ਸਾਹਿਬ ਗੱਲ ਇਹ ਸੀ ਕਿ ਜੇ ਤੁਸੀਂ ਸਾਰਾ ਕੁਝ ਪ੍ਰਾਈਵੇਟ ਸੈਕਟਰ ਨੂੰ ਦੇ ਦਿਓਗੇ ਤੇ ਜਿਹੜਾ ਸਰਕਾਰੀ ਸੈਕਟਰ ਆ ਟਵਾਣਾ ਸਾਹਿਬ ਉਹ ਤੇ ਸਾਰੇ ਦਾ ਸਾਰਾ ਫਲੋਪ ਹੋ ਜਾਏਗਾ। ਹੁਣ ਇਹੀ ਕੁਝ ਹੋ ਰਿਹਾ ਉੱਥੇ। ਜੇ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਖਾਸ ਕਰ ਬਾਦਲ ਪਰਿਵਾਰ ਦੀ ਆ ਉਹਨੂੰ ਜੇ ਟਾਰਗੇਟ ਕੀਤਾ ਗਿਆ ਤੇ ਉਹ ਕਰਨਾ ਬਣਦਾ ਸੀ ਟਵਾਣਾ ਸਾਹਿਬ। ਗੱਲ ਤਾਂ ਇਹ ਆ ਕਿ ਦੇਖੋ ਸਰਕਾਰੀ ਟਰਾਂਸਪੋਰਟ ਸਾਰੇ ਦੀ ਸਾਰੀ ਜਿਹੜੀ ਆ ਉਹਦਾ ਪੱਠਾ ਬੈਠ ਚੁੱਕਿਆ ਤੇ ਤੁਸੀਂ ਕਿੰਨੀ ਦੇਰ ਤੁਸੀਂ ਇਹ ਵੀ ਕਹਿਤਾ ਕਿ ਔਰਤਾਂ ਨੂੰ ਅਸੀਂ ਫ੍ਰੀ ਕਰ ਦਾਂਗੇ, ਲੇਕਿਨ ਡੇਟ ਹੁਣ ਤੱਕ ਨਹੀਂ ਤੁਸੀਂ ਦਿੱਤੀ। ਕਿਹੜੇ 'ਚ ਜਾਣਾ? ਬੱਚਿਆਂ ਨੂੰ ਖਾਸ ਕਰ ਸਟੂਡੈਂਟ ਜਿਹੜੇ ਉਹਨਾਂ ਸਾਰਿਆਂ ਨੂੰ ਫ੍ਰੀ ਕਰ ਦਿੱਤਾ। ਮਤਲਬ ਇਹ ਆ ਕਿ ਜੰਮਦੇ ਬੱਚੇ ਤੋਂ ਲੈ ਕੇ ਔਰਤਾਂ ਸਾਰੀਆਂ ਫ੍ਰੀ ਨੇ ਤੇ ਜਿਹੜੇ ਸਟੂਡੈਂਟ ਨੇ ਉਹ ਵੀ ਫ੍ਰੀ ਕਰ ਦਿੱਤੇ ਕਿ ਪਾਸ ਦੀ ਸੁਵਿਧਾ ਜਿਹੜੀ ਉਹ ਖਤਮ ਕਰ ਦਿੱਤੀ। ਖਾਸ ਕਰਕੇ ਇੱਥੋਂ ਤੱਕ ਕਿ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਉਹਨਾਂ ਨੂੰ ਵੀ ਕਹਿਤਾ ਟਰਾਂਸਪੋਰਟ ਦੇ ਵਿੱਚ ਸਕੂਲ ਪਹੁੰਚਾਇਆ ਜਾਊਗਾ। ਹੁਣ ਟਵਾਣਾ ਸਾਹਿਬ ਤੁਸੀਂ ਗੱਲ ਤੇ ਇਹ ਆ ਕਿ ਪ੍ਰਾਈਵੇਟ ਸੈਕਟਰ ਜਿਹੜਾ ਉਹਨੂੰ ਉਭਾਰਦੇ ਤੁਰੇ ਜਾਂਦੇ ਹੋ ਤੇ ਸਰਕਾਰੀ ਨੂੰ ਦਬਾਉਂਦੇ ਤੁਰੇ ਜਾਂਦੇ ਹੋ। ਕਿੰਨੀ ਦੇਰ ਚੱਲੂਗਾ? ਜੋ ਕੁਝ ਵਿਧਾਨ ਸਭਾ 'ਚ ਹੋਇਆ ਹੋਣਾ ਸੀ, ਕਿਉਂਕਿ ਟਵਾਣਾ ਸਾਹਿਬ ਅੱਜ ਨਿਪਟ ਗਿਆ, ਕੱਲ ਦਾ ਦਿਨ ਇੱਕ ਬਾਕੀ ਉਹ 'ਚ ਵਾਵੇਲਾ ਹੋ ਕੇ ਸ਼ਾਮ ਨੂੰ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੇ ਤੇ ਵੋਟਿੰਗ ਹੋਣੀ ਆ। ਸੱਤਾਧਾਰੀ ਤੇਰੇ ਕੋਲੇ ਪਾਵਰ ਆ ਤੇ ਉਹ ਜਿਹੜਾ ਉਹ ਪਾਸ ਕਰ ਦਿੱਤਾ ਜਾਣਾ, ਗੱਲ ਖਤਮ ਹੋ ਗਈ। ਇਹਦੇ ਤੇ ਵਾਵੇਲਾ ਖਤਮ। ਤਾਂ ਜਿਹੜੀ 2022 'ਚ ਸਰਕਾਰ ਆਏਗੀ ਉਹ ਬਜਟ ਲਿਆਊਗੀ, ਹੋਰ ਉਹਦੇ 'ਚ ਕੁਝ ਨਹੀਂ ਹੋਣਾ। ਜੀ ਆਪਣੇ ਨਾਲ ਇਸ ਵਕਤ ਸ਼ੇਰਗਿੱਲ ਸਾਹਿਬ ਯੂਐਸ ਤੋਂ ਜੁੜੇ ਨੇ। ਸ਼ੇਰਗਿੱਲ ਸਾਹਿਬ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਮੇਰੇ ਤਾਂ ਕੋਈ ਕੁਐਸਚਨ ਨਹੀਂ ਆ ਬਾਈ ਜੀ। ਜਿਹੜੇ ਅੱਜ ਕੱਲ ਦੂਜੇ 'ਚ ਸੱਤਾ ਦੇ ਵਿੱਚ ਹੈ ਕੁਝ ਕੁ ਲੋਕ ਆ ਜਿਹੜੇ ਮੈਂ ਕਹਿੰਦਾ ਬੇਵਾਕੀ ਨਾਲ ਹੀ ਬੋਲਦੇ, ਚਲੋ ਠੀਕ ਹੈ। ਵਾਲਿਆਂ ਦੇ ਤਾਂ ਪੁਰਖਿਆਂ ਨੇ ਜਿਹੜੇ ਸੱਤਾ 'ਚ ਰਹੇ ਆ ਇਹਨਾਂ ਦੇ ਉਹੀ ਆਉਂਦੇ ਆ। ਉਹਨਾਂ ਨੇ ਵੀ ਕਿਵੇਂ ਠੱਗੀਆਂ ਮਾਰ ਕੇ ਜਾਂ ਜੁਮਲੇਬਾਜ਼ੀ ਕਰਕੇ ਤੇ ਆਹ ਘਪਲੇਬਾਜ਼ੀ ਕਰਕੇ ਪੈਸੇ ਬਣਾਏ ਤੇ ਉਹਨਾਂ ਦੇ ਪੈਸੇ ਤੇ ਇਹ ਸਾਰੀ ਸੱਤਾ ਲੜਦੇ ਆ ਬਾਈ। ਕੁਝ ਕੁ ਬੇਬਾਕੀ ਵੀ ਮੇਰੇ ਖਿਆਲ ਇਹਨਾਂ ਨੂੰ ਬੇਈਮਾਨੀ ਕਰਨ ਦੀ ਲੋੜ ਨਹੀਂ, ਕਿਉਂਕਿ ਇੰਨਾ ਇਕੱਠਾ ਕਰਕੇ ਦੇਤਾ। ਕੁਝ ਕੁ ਆਪਣੇ ਸੱਤਾਧਾਰੀ ਹੈਗੇ ਜਿਨ੍ਹਾਂ ਦੇ ਪੇਰੈਂਟਸ ਨੇ ਟੋਡੀ ਬਣ ਕੇ ਅੰਗਰੇਜ਼ਾਂ ਦੇ ਕਈਆਂ ਜਾਇਦਾਦਾਂ ਬਣਾਈਆਂ ਤੇ ਉਹ ਵੀ ਸੱਤਾ ਜਾਂਦੇ ਪੈਸੇ ਨਾਲ ਧੱਕੇ ਨਾਲ ਚਲਾਈ ਫਿਰਦੇ ਆ, ਕਿਉਂਕਿ ਪੈਸਾ ਹੈ, ਪੈਸੇ ਨਾਲ ਜਿੱਤੀਆਂ ਜਾਂਦੀਆਂ। ਤੇ ਇਹਨਾਂ ਦਾ ਬਾਈ ਜੀ ਸੁਰਿੰਦਰ ਨੂੰ ਪੁੱਛੋ, ਇਹਨਾਂ ਦਾ ਵੀ ਹਿਸਾਬ ਕਿਤਾਬ ਬਾਈ ਜੀ ਹੋਣਾ ਚਾਹੀਦਾ। ਕਿਉਂ ਨਾ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹਨੀਆਂ ਬਣਾਈਆਂ ਹੋਈਆਂ ਪਬਲਿਕ ਨੂੰ ਦਿੱਤੀਆਂ ਜਾਣ। ਇਹਨਾਂ ਨੂੰ ਜੇ ਕਹੋ ਤਾਂ ਜੇ ਆਪਦੀ ਤੁਸੀਂ ਪੋਲੀਟਿਕਸ ਸ਼ੁਰੂ ਕਰਨੀ ਹੈ ਤਾਂ ਗਰਾਊਂਡ ਤੋਂ ਕਰੋ, ਬਿਲਕੁਲ ਸਧਾਰਨ ਵਿਅਕਤੀ ਬਣ ਕੇ ਆ ਕੇ ਪੁਰਖਿਆਂ ਦੇ ਬਣਾਏ। ਬਾਈ ਜੀ ਇਹਦੇ ਬਾਰੇ ਵੀ ਜ਼ਰੂਰ ਗੱਲ ਕਰੋ। ਥੈਂਕ ਯੂ। ਗੱਲ ਇਹ ਆ ਵੀਰਿਆ, ਜਿਹੜੀਆਂ ਪਹਿਲਾਂ ਜਗੀਰਾਂ ਮਿਲੀਆਂ ਨੇ ਕੌਣ ਉਹਦਾ ਕਰੇਗਾ ਲੇਖਾ ਜੋਖਾ। ਗੱਲ ਤਾਂ ਇਹ ਆ ਜਿਹੜੇ ਹੁਣ ਠੱਗੀਆਂ ਮਾਰ ਜਾਂਦੇ ਨੇ ਉਹ ਨਹੀਂ ਵਾਪਸ ਆਉਂਦੇ। ਆ ਮਾਲੀਆ ਹੋਰੀ ਕਿੰਨੇ ਭੱਜ ਗਏ ਬੈਂਕਾਂ ਦਾ NPA ਕਰਕੇ, ਉਹ ਨਹੀਂ ਆਉਂਦੇ। ਤੇ ਪਿਛਲੀਆਂ ਜਿਹੜੀਆਂ ਜਗੀਰਾਂ ਨੇ ਕਿਵੇਂ ਉਹ ਚੀਜ਼ਾਂ ਹੋ ਸਕਣਗੀਆਂ? ਉਹ ਨਹੀਂ ਹੋ ਸਕਣਗੀਆਂ। ਤਾਂ ਲੋਕਾਂ ਨੂੰ ਚਾਹੀਦਾ ਕਿ ਇੱਦਾਂ ਦੇ ਜਿਹੜੇ ਲੋਕ ਨੇ ਉਹ ਸਿਆਸਤ 'ਚ ਨਕਾਰੇ ਜਾਣ ਜੋ ਤੁਹਾਨੂੰ ਲੱਗਦਾ ਗਲਤ ਨੇ। ਸਭ ਨੂੰ ਪਤਾ ਕਿ ਕੌਣ ਕੀ ਹੈ, ਕਿਹਦੇ ਕੋਲ ਕਿੰਨਾ ਪੈਸਾ, ਕਿੰਨਾ ਰਿਕਾਰਡ ਹੈ। ਪਰ ਫਿਰ ਅਸੀਂ ਗੱਲ ਉਹੀ ਹੈ ਨਾ, ਆਪਣਾ ਜਾਤ ਧਰਮ ਵਰਗ ਦੇ ਆਧਾਰ 'ਤੇ ਮਜ਼ਹਬ ਦੇ ਨਾਂ 'ਤੇ ਅਸੀਂ ਵੋਟਾਂ ਪਾਉਂਦੇ ਹਾਂ ਤੇ ਲੋਕ ਨਕਾਰ ਸਕਦੇ ਆ ਇਹਨਾਂ ਸਿਆਸਤਦਾਨਾਂ ਨੂੰ, ਕਿਉਂਕਿ ਜਦੋਂ ਸਿਆਸਤ 'ਚੋਂ ਵੱਡਾ ਬੰਦਾ ਨਕਾਰਿਆ ਜਾਂਦਾ ਤਾਂ ਜ਼ੀਰੋ ਰਹਿ ਜਾਂਦਾ। ਪਰ ਇਹ ਲੋਕ ਨਕਾਰ ਸਕਦੇ ਆ, ਲੋਕ ਨਕਾਰਦੇ ਨਹੀਂ, ਉਹਨਾਂ ਨੂੰ ਜਿਤਾਉਂਦੇ ਆ। ਕਦੇ ਕੈਪਟਨ ਕਿਆਂ ਨੂੰ ਜਿਤਾਉਂਦੇ ਆ, ਕਦੇ ਬਾਦਲ ਕਿਆਂ ਨੂੰ ਜਿਤਾਉਂਦੇ ਆ, ਕਦੇ ਆਪ ਵਾਲਿਆਂ ਨੂੰ ਜਿਤਾਉਂਦੇ ਆ। ਸੋ ਜਿਤਾਉਣ ਵਾਲੇ ਲੋਕ ਹੀ ਆ ਵੀਰਿਆ। ਤੇ ਸੁਰਿੰਦਰ ਜੀ ਹੋਰ ਕੀ ਅਪਡੇਟ ਹੈ ਇਹਨਾਂ ਦੋਨਾਂ ਮਸਲਿਆਂ 'ਤੇ? ਇੱਕ ਪਰਮਜੀਤ ਸਿੰਘ ਬਾਈ ਜੀ ਹੋਰਾਂ ਨੇ US ਤੋਂ ਬਹੁਤ ਵਧੀਆ ਸਵਾਲ ਆਖਿਆ ਸੀਗਾ, ਜਿਵੇਂ ਅਮਿਤ ਹੋਰਾਂ ਨੇ ਆਖਿਆ ਸੀ ਕਿ ਬੈਲਟ ਪੇਪਰਾਂ 'ਤੇ ਵੀ ਸਵਾਲ ਖੜੇ ਹੋਏ ਨੇ। ਉਹ ਕਹਿੰਦੇ ਅਮਰੀਕਾ 'ਚ ਜਿਹੜੇ ਬੈਲਟ ਪੇਪਰ ਹੁੰਦੇ ਨਾ, ਪੋਸਟਲ ਵੋਟ ਜਿਹੜੀ ਹੁੰਦੀ ਹੈ ਉਹਦੇ 'ਚ ਬੈਲਟ ਪੇਪਰ ਵੀ ਸਕੈਨ ਕੀਤਾ ਜਾਂਦਾ। ਇਹ ਨਹੀਂ ਕਿ ਬੈਲਟ ਪੇਪਰ ਇੱਦਾਂ, ਉਹਦਾ ਵੀ ਇੱਕ ਜਿਵੇਂ VVPAT ਨਿਕਲਦਾ ਨਾ EVM ਦੇ ਵਿੱਚੋਂ, ਇੱਕ ਪਰਚੀ ਨਾਲ ਕਾਊਂਟ ਹੁੰਦੀ ਹੈ। ਅਤੇ ਇਸ ਕਰਕੇ ਇੰਡੀਆ ਦੇ ਬੈਲਟ ਪੇਪਰ ਅਤੇ ਉਹਨਾਂ ਬੈਲਟ ਪੇਪਰਾਂ ਦੇ ਵਿੱਚ ਫਰਕ ਹੈ। ਸੋ ਵਿਕਸਿਤ ਮੁਲਕ ਸਾਰੇ ਹੀ ਇਹਨਾਂ ਨੂੰ ਛੱਡ ਚੁੱਕੇ ਨੇ। ਸੋ ਦੂਰ ਦਰਾਡੇ ਦੇ ਇਲਾਕਿਆਂ ਦੇ ਵਿੱਚ EVM ਜਾਂ ਇਹ ਸਾਰਾ ਸਿਲਸਿਲਾ ਮਾਸ ਪੱਧਰ 'ਤੇ ਵੱਡੇ ਪੱਧਰ 'ਤੇ ਇਹ ਚੀਜ਼ਾਂ ਹੈਕ ਹੁੰਦੀਆਂ ਨੇ, ਇਹਦੇ 'ਚ ਕੋਈ ਦੋਰਾਵਾ ਨਹੀਂ ਹੈ। ਪਰ ਅਫਸੋਸ ਕਿ ਜਦੋਂ ਕਪਤਾਨ ਸਾਹਿਬ ਵਰਗੇ ਪੰਜਾਬ 'ਚ ਜਿੱਤ ਜਾਂਦੇ ਨੇ ਇਹ ਕਹਿੰਦੇ ਨੇ EVM ਸਹੀ ਹੈ, ਜਦੋਂ ਸੈਂਟਰ 'ਚ ਹਾਰ ਜਾਂਦੇ ਨੇ ਤਾਂ ਫਿਰ EVM ਦੇ ਖਿਲਾਫ ਰੌਲਾ। ਈਵਨ ਮਨੋਹਰ ਸਿੰਘ ਗਿੱਲ ਜਿਹੜੇ ਨੇ ਕਾਂਗਰਸ ਪਾਰਟੀ ਦੀ ਚੋਣ ਕਮਿਸ਼ਨਰ ਰਹੇ ਨੇ, ਸਾਬਕਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹ ਇਸ EVM ਨੂੰ ਸਹੀ ਠਹਿਰਾ ਰਹੇ ਨੇ। ਅਤੇ ਇਸ ਕਰਕੇ ਭੰਬਲ ਭੂਸਾ ਬਣਿਆ ਹੋਇਆ। ਅਤੇ ਸੁਰਿੰਦਰ ਬਾਈ ਜੀ ਕਰੋ ਕਿਹੜਾ ਫਿਰ ਬਾਈਂਡ ਅਪ, ਕੀ ਕੁਛ ਆ ਹੋਰ ਪਲੀਜ਼? ਹੁਣ ਕਾਲ ਨਹੀਂ ਲਵਾਂਗੇ, ਤੁਸੀਂ ਬਾਈਂਡ ਅਪ ਕਰੋ, ਟਾਈਮ ਲਓ ਪੂਰਾ ਜੀ। ਹਾਂਜੀ
ਟਵਾਣਾ ਸਾਹਿਬ ਗੱਲ ਇਹ ਆ ਕਿ ਜਿਹੜਾ ਅੱਜ ਪਾਰਲੀਮੈਂਟ 'ਚ ਮੁੱਦਾ ਚੱਕਿਆ ਗਿਆ ਉਹ ਸਭ ਤੋਂ ਗੰਭੀਰ ਆ। ਉਹ ਮੁੱਦਾ ਚੱਕਣਾ ਬਣਦਾ ਵੀ ਸੀਗਾ, ਭਾਵੇਂ ਕਿ ਉਸ ਮੁੱਦੇ ਦਾ ਕੋਈ ਹੱਲ ਨਹੀਂ ਨਿਕਲਣਾ ਇਹ ਆਪਾਂ ਨੂੰ ਦਿਖ ਰਿਹਾ। ਉਹ ਇਹ ਆ ਕਿ ਦੇਖੋ ਕਿਸਾਨ ਦੇ ਖਾਤੇ 'ਚ ਡਾਇਰੈਕਟ ਪੇਮੈਂਟ ਆਉਣੀ ਆ, ਟਵਾਣਾ ਸਾਹਿਬ ਆਵੇ। ਪਹਿਲੀ ਗੱਲ ਤੇ ਆ ਉਹ ਇਸ ਕਰਕੇ ਹੁਣ ਮੁੱਦਾ ਚੱਕਿਆ ਗਿਆ ਕਿ ਕਿਸਾਨਾਂ ਨੂੰ ਤੇ ਆੜਤੀਆਂ ਨੂੰ ਅਲੱਗ-ਅਲੱਗ ਕਰਨਾ। ਪਹਿਲਾਂ ਆੜਤੀਆਂ ਦੇ ਉੱਤੇ ਇਨਕਮ ਟੈਕਸ ਦੇ ਛਾਪੇ, ਉਹ ਟਵਾਣਾ ਸਾਹਿਬ ਹੁਣ ਆੜਤੀਆਂ ਨੂੰ ਸਾਰੇ ਸਬਸਿਡੀ ਤੋਂ ਵੱਖ ਕਰਨਾ। ਇਹ ਮੁੱਦਾ ਕੇਂਦਰ ਸਰਕਾਰ ਨੇ ਜਿਹੜਾ FCI ਆ ਉਹਨੇ ਸਟੇਟ ਦਾ ਜਿਹੜਾ ਸਿਵਲ ਸਪਲਾਈ ਡਿਪਾਰਟਮੈਂਟ ਆ ਉਹਨੂੰ ਇੱਕ ਲੈਟਰ ਜਿਹੜੀ ਉਹ ਪਿਛਲੇ ਦਿਨ 'ਚ ਲਿਖ ਦਿੱਤੀ। ਦੂਸਰਾ ਉਹਦੇ ਵਿੱਚ ਟਵਾਣਾ ਸਾਹਿਬ ਇਹ ਆ ਕਿਸਾਨਾਂ ਨੂੰ ਟਾਰਗੇਟ ਕੀਤਾ ਗਿਆ ਕਿ ਜਿਹੜਾ ਕਿਸਾਨ ਫਸਲ ਲੈ ਕੇ ਆਵੇਗਾ ਟਵਾਣਾ ਸਾਹਿਬ ਉਹ ਕਿਸਾਨ ਨੂੰ ਆਪਣੀ ਜਿਹੜੀ ਜ਼ਮੀਨ ਆ ਉਹਦੀ ਮਾਲਕੀ ਜਿਹੜੀ ਉਹ ਦਿਖਾਉਣੀ ਪਵੇਗੀ। ਯਾਨੀ ਕਿ ਜਿਹੜਾ ਬੰਦਾ ਠੇਕੇ ਤੇ ਲੈ ਕੇ ਜ਼ਮੀਨ ਵਾਹ ਰਿਹਾ ਉਹ ਬੰਦਾ ਜਿਹੜਾ ਉਹਨੂੰ ਚੈੱਕ ਉਹਦੇ ਨਾਂ ਤੇ ਨਹੀਂ ਕੱਟਿਆ ਜਾਏਗਾ। ਟਵਾਣਾ ਸਾਹਿਬ ਇਹ ਮੁੱਦੇ ਜਿਹੜੇ ਕੇਂਦਰ ਪਾਰਲੀਮੈਂਟ 'ਚ ਚੱਕਣੇ ਬਣਦੇ ਸੀ ਤੇ ਉਹ ਅੱਜ ਚੱਕੇ ਗਏ ਆ। ਇਹ ਗਲਤ ਆ। ਆਪਾਂ ਨੂੰ ਪਤਾ 40% ਤੋਂ ਵੱਧ ਜ਼ਮੀਨ ਉਹ ਠੇਕੇ ਤੇ ਚੱਲ ਰਹੀ ਆ। ਹੁਣ ਟਵਾਣਾ ਸਾਹਿਬ ਜਿਹੜਾ ਠੇਕੇ ਵਾਲੇ ਨੂੰ ਠੇਕਾ ਦੇ ਦਿੱਤਾ, ਠੀਕ ਹੈ, ਹੁਣ ਗੱਲ ਤੇ ਆ ਵੀ ਜਿਹੜਾ ਮੌਜੂਦਾ ਲੈ ਕੇ ਆਇਆ ਉਹਦੇ ਨਾਲ ਚੈੱਕ ਮਿਲਣਾ ਚਾਹੀਦਾ। ਠੀਕ ਆ, ਆੜਤੀਆਂ ਨੂੰ ਨਹੀਂ ਦੇਣਾ ਉਹ ਵੱਖਰੀ ਗੱਲ, ਪਰ ਉਹਦੇ ਨਾਂ ਤੇ ਤਾਂ ਚੈੱਕ ਦਿਓ। ਪਰ ਬਦਕਿਸਮਤੀ ਟਵਾਣਾ ਸਾਹਿਬ ਇਹ ਕੁਝ ਚੱਲ ਰਿਹਾ। ਹੁਣ ਟਵਾਣਾ ਸਾਹਿਬ ਹਾਲਾਤ ਕੀ ਬਣੇ ਇਹਦੇ ਨਾਲ? ਇਸ ਵਕਤ ਜਿਹੜੀਆਂ ਜ਼ਮੀਨਾਂ ਪਿਛਲੇ ਸਾਲ ਟਵਾਣਾ ਸਾਹਿਬ 6-6, 8-8, 10-10 ਮਹੀਨੇ ਐਡਵਾਂਸ ਚੜ ਜਾਂਦੀਆਂ ਸੀ, ਜਿਹੜੀ 55 ਜਾਂ 60 ਹਜ਼ਾਰ ਨੂੰ ਸੀ 40 ਹਜ਼ਾਰ ਨੂੰ ਕੋਈ ਲੈਣ ਦੇ ਲਈ ਤਿਆਰ ਨਹੀਂ। ਯਾਨੀ ਕਿ 15 ਜਾਂ 16 ਹਜ਼ਾਰ ਤੋਂ ਲੈ ਕੇ 20 ਹਜ਼ਾਰ ਤੱਕ ਠੇਕਾ ਗਿਰ ਗਿਆ। ਇਸ ਵਾਰ ਇਹ ਹਾਲਾਤ ਬਣ ਗਈ ਆ ਤੇ ਟਵਾਣਾ ਸਾਹਿਬ ਆਉਣ ਵਾਲੇ ਦਿਨਾਂ ਤੇ 40 ਤੋਂ ਵੀ ਰੇਟ ਥੱਲੇ ਆ ਜਾਣਾ। ਜਦੋਂ ਇੰਨਾ ਰੇਟ ਗਿਰ ਜੂਗਾ ਫਿਰ ਕਿਸਾਨ ਜਾਊ ਤੇ ਕਿੱਥੇ ਜਾਊਗਾ? ਟਵਾਣਾ ਸਾਹਿਬ ਕਿਸਾਨ ਦਾ ਬਚੂਗਾ ਕੀ? ਕਿਸਾਨ ਕਿਹੜੇ ਖੂਹ 'ਚ ਜਾਊ? ਮਤਲਬ ਇਹ ਜਿਹੜੇ 3 ਕਾਨੂੰਨ ਲਿਆਂਦੇ, ਏਡੇ ਟੇਢੇ ਕਾਨੂੰਨ ਲਿਆਂਦੇ, ਕਾਨੂੰਨ ਅਜੇ ਲਾਗੂ ਨਹੀਂ ਹੋਏ। ਲਾਗੂ ਹੋਣ ਤੋਂ ਪਹਿਲਾਂ ਹੀ ਟਵਾਣਾ ਸਾਹਿਬ ਸਾਰਾ ਕੁਝ ਮਲੀਆ ਮੀਟ ਜਿਹੜਾ ਉਹ ਕਰਕੇ ਰੱਖ ਦਿੱਤਾ ਗਿਆ ਤੇ ਇਸ ਕਰਕੇ ਅੱਜ ਜਿਹੜਾ ਪਾਰਲੀਮੈਂਟ 'ਚ ਇਹ ਮੁੱਦਾ ਚੱਕਿਆ ਗਿਆ, ਠੀਕ ਹੈ, ਸਾਨੂੰ ਪਤਾ ਉੱਥੇ ਹੋਣਾ ਕੁਝ ਨਹੀਂ। ਜਾਣ ਬੁੱਝ ਕੇ ਬੀਜੇਪੀ ਦੀ ਕੇਂਦਰ ਸਰਕਾਰ ਨੇ ਪਰੇਸ਼ਾਨ ਕਰਨਾ। ਤੇ ਕੱਲ 10 ਤਰੀਕ ਤੋਂ ਟਵਾਣਾ ਸਾਹਿਬ ਪੰਜਾਬ ਦੇ ਜਿਹੜੇ ਆੜਤੀ ਨੇ ਉਹ ਅਗਲੇ 10 ਦਿਨਾਂ ਦੇ ਲਈ ਹੜਤਾਲ ਤੇ ਚਲੇ ਗਏ ਨੇ। ਯਾਨੀ ਕਿ ਉਹਨਾਂ ਮੰਡੀਆਂ ਬੰਦ ਕਰਨ ਦਾ ਐਲਾਨ ਕਰਤਾ। ਟਵਾਣਾ ਸਾਹਿਬ ਮੰਡੀਆਂ ਬੰਦ ਰਹਿਣਗੀਆਂ ਤੇ ਆਪਾਂ ਨੂੰ ਪਤਾ ਕਿ ਮਾਰਚ ਦੇ ਆਖਰੀ ਹਫ਼ਤੇ ਪੰਜਾਬ ਦੀ ਕਣਕ ਤਿਆਰ ਹੋ ਜਾਂਦੀ। ਟਵਾਣਾ ਸਾਹਿਬ ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਹੁੰਦੀ ਸੀ ਕਿ ਵਿਸਾਖੀ ਵਾਲੇ ਦਿਨ ਭਾਵੇਂ ਇੱਕ ਦਾਤੀ ਨਾਲ ਮੁੱਠੀ ਵੱਢ ਦੋ, ਵੱਢ ਕੇ ਰੱਖ ਦੋ, ਇਹ ਜ਼ਰੂਰੀ ਹੁੰਦਾ ਸੀ ਕਿ ਵੱਢਣੀ ਆ ਵਿਸਾਖੀ ਵਾਲਾ ਦਿਨ। ਪਰ ਟਵਾਣਾ ਸਾਹਿਬ ਉਸ ਵੇਲੇ ਮਈ ਦੇ ਮਹੀਨੇ ਤੱਕ ਕਣਕ ਚੱਲਦੀ ਹੁੰਦੀ ਸੀ। ਕੋਈ ਟਾਈਮ ਹੁੰਦਾ ਸੀ ਜਦੋਂ ਜੂਨ ਦੇ ਮਹੀਨੇ ਤੱਕ ਕੱਢੀ ਜਾਂਦੀ ਸੀ ਕਣਕ, ਬਾਰਿਸ਼ ਹੋ ਜਾਂਦੀ ਸੀ, ਕਣਕ ਗਿੱਲੀ ਹੋ ਜਾਂਦੀ ਸੀ, ਇੱਕ ਜਗ੍ਹਾ ਇਕੱਠੀ ਕੀਤੀ ਹੁੰਦੀ ਸੀ, ਲੰਬਾ ਚੱਲਦਾ ਸੀ। ਪਰ ਟਵਾਣਾ ਸਾਹਿਬ ਜਿਹੜਾ ਸਾਡੇ ਵਾਲਾ ਏਰੀਆ ਇਹ ਤਾਂ ਮੋਸਟਲੀ 5-7 ਅਪ੍ਰੈਲ ਤੱਕ ਸਾਰਾ ਖਾਲੀ ਹੋ ਜਾਂਦਾ, ਠੀਕ ਹੈ। ਹੁਣ ਟਵਾਣਾ ਸਾਹਿਬ ਉਹ ਖਾਲੀ ਹੋਣਾ, ਕਣਕ ਵੱਢੀ ਜਾਣੀ, ਘਰੇ ਰੱਖੀ ਨਹੀਂ ਜਾ ਸਕਦੀ, ਮੰਡੀ 'ਚ ਲਿਆ ਕੇ ਸੁੱਟਣੀ ਆ ਤੇ ਮਤਲਬ ਉਹਦੇ ਲਈ ਜੇ ਅੱਗੇ ਆੜਤੀਏ ਨਹੀਂ ਹੋਣਗੇ ਤੇ ਕਣਕ ਵਿਕੇਗੀ ਕਿੱਥੇ? ਠੀਕ ਹੈ। ਆਮ ਕਰਕੇ ਪਿੰਡਾਂ 'ਚ ਕਹਾਵਤ ਹੁੰਦੀ ਹੈ, ਕਿੱਥੇ ਚੱਲੇ? ਕਹਿੰਦੇ ਮੰਡੀ ਕਣਕ ਸੁੱਟਣ ਚੱਲੇ ਆ। ਜੇ ਝੋਨਾ ਵੀ ਸੁੱਟਣ ਹੀ ਕਹਿੰਦੇ ਆ, ਕੋਈ ਨਹੀਂ ਕਹਿੰਦਾ ਵੇਚਣ ਚੱਲਿਆ, ਉਹਨੂੰ ਪਤਾ ਵੀ ਵਿਕਣ ਵਾਲੀ ਤੇ ਕੰਡੀਸ਼ਨ ਨਹੀਂ, ਮੂੰਹ 'ਚ ਸੁੱਟਣ ਹੀ ਨਿਕਲਦਾ। ਹੁਣ ਟਵਾਣਾ ਸਾਹਿਬ ਇਸ ਵਾਰ ਇਹ ਸਾਰਾ ਕੁਝ ਸੁੱਟਣ ਦੀ ਨੌਬਤ ਆ ਗਈ ਆ ਤੇ ਟਵਾਣਾ ਸਾਹਿਬ ਜਦੋਂ ਸੁੱਟਣ ਦੀ ਨੌਬਤ ਆ ਗਈ ਤੇ ਉਹ ਮੁੱਦਾ ਜਿਹੜਾ ਉਹ ਪਾਰਲੀਮੈਂਟ 'ਚ ਚੱਕਣਾ ਜਾਇਜ਼ ਸੀ, ਭਾਵੇਂ ਕਿ ਉਹਦਾ ਹੱਲ ਨਹੀਂ ਨਿਕਲਣਾ ਸਾਨੂੰ ਪਤਾ। ਜਦੋਂ ਨੱਕਦਮ ਹੋਇਆ ਕੇਂਦਰ ਸਰਕਾਰ ਦਾ ਤੇ ਫਿਰ ਸਰਕਾਰ ਉਹਦੇ ਤੇ ਆਊਗੀ। ਅੱਜ ਤਾਂ ਕੇਂਦਰ ਪਾਰਲੀਮੈਂਟ 'ਚ ਕਹਿ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਕਿ ਜਿਹੜੀ MSP ਆ ਤੇ ਜਾਂ ਜਿਹੜਾ ਨਵਾਂ ਅਸੀਂ ਕਾਨੂੰਨ ਲਿਆਂਦਾ, ਹੁਣ ਜਿਹੜਾ ਅਸੀਂ ਕਿਹਾ ਕਿ FCI ਜਿਹੜੀ ਆ ਉਹਨੇ ਜਿਹੜਾ ਲੈਟਰ ਲਿਖਿਆ ਪੰਜਾਬ ਸਰਕਾਰ ਦੇ ਸਿਵਲ ਸਪਲਾਈ ਡਿਪਾਰਟਮੈਂਟ ਨੂੰ, ਕਹਿੰਦੇ ਇਹਦੇ ਤੋਂ ਕੱਲਾ ਪੰਜਾਬ ਨੂੰ ਹੀ ਪ੍ਰੋਬਲਮ ਆ, ਬਾਕੀ ਪੂਰੇ ਭਾਰਤ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ। ਉਹ ਭਲੇ ਮਾਨਸੋ ਬਾਕੀ ਪੂਰੇ ਭਾਰਤ ਦੇ ਵਿੱਚ ਸਰਕਾਰੀ ਖਰੀਦ ਹੀ ਨਹੀਂ ਆਏਗੀ। ਜੇ ਸਰਕਾਰੀ ਖਰੀਦ ਹੋਏਗੀ ਤਾਂ ਹੀ ਪ੍ਰੋਬਲਮ ਹੋਏਗੀ। ਉਹ ਤਾਂ ਸਰਕਾਰੀ ਖਰੀਦ ਮੰਗ ਰਿਹਾ। ਕਰਨਾਟਕ ਦੇ ਵਿੱਚ ਟਵਾਣਾ ਸਾਹਿਬ 1000 ਰੁਪਏ ਘਾਟੇ ਦੇ ਵਿੱਚ ਕਣਕ ਵਿਕ ਰਹੀ ਆ। ਇਹ ਹਾਲਾਤ ਬਣਾਈ ਪਈ ਹੈ ਸਰਕਾਰ ਨੇ। ਇਸ ਕਰਕੇ ਟਵਾਣਾ ਸਾਹਿਬ ਜੋ ਕੁਝ ਪਾਰਲੀਮੈਂਟ 'ਚ ਅੱਜ ਚੱਕਿਆ ਉਹ ਚੱਕਣਾ ਬਣਦਾ ਸੀ। ਉਹਦਾ ਹੱਲ ਨਿਕਲੇ ਭਾਵੇਂ ਨਾ ਨਿਕਲੇ ਉਹ ਵੱਖਰੀ ਗੱਲ, ਪਰ ਚੱਕਣਾ ਅੱਜ ਜਿਹਨੇ ਵੀ ਚੱਕਿਆ, ਜਿਸ ਤਰ੍ਹਾਂ ਅਕਾਲੀ ਦਲ ਨੇ ਉੱਥੇ ਬੋਲਿਆ, ਉਹ ਚੱਕਣਾ ਬਣਦਾ ਸੀ। ਜੀ ਜੀ। ਤੇ ਪੰਜਾਬ ਦੇ ਕਈ ਬੋਧੀ ਚੈਨਲਾਂ 'ਤੇ ਖਬਰ ਚੱਲ ਰਹੀ ਹੈ ਕਿ ਨਾਲ ਹੀ ਤਾਂਤਰਿਕ ਬਾਬਿਆਂ ਦੀ ਐਡ ਚੱਲ ਰਹੀ, ਤੁਹਾਡੀ ਹਰ ਸਮੱਸਿਆ ਦਾ ਹੱਲ। ਉਹ ਚੈਨਲਾਂ ਨੇ ਉਹ ਕਿਸਾਨੀ ਅੰਦੋਲਨ ਨੂੰ ਹੱਲ ਕਰਵਾਉਣ ਲਈ ਜਾਂ ਐਡਾਂ ਬੰਦ ਕਰਨ ਜੀ। ਮੇਰਾ ਸਵਾਲ ਹੈ ਦਲਬੀਰ ਸਿੰਘ ਰੰਧਾਵਾ ਸਾਹਿਬ
ਕਹਿੰਦੇ ਬਾਈ ਜੀ ਸਾਰੇ ਕਾਲ ਕਰਨ ਵਾਲੇ ਸਰੋਤਿਆਂ ਨੂੰ ਬੇਲੋੜੀ ਤੇ ਬੇਵਕਤੀ ਕਾਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਗੱਡੀਆਂ ਰੋਕਣ ਨਾਲ ਬ੍ਰੇਕਾਂ ਗਰਮ ਹੋ ਜਾਣੀਆਂ। ਖੈਰ ਇੱਦਾਂ ਦੀ ਗੱਲ ਨਹੀਂ ਹੈ। ਅਤੇ ਮੋਹਨ ਸਿੰਘ ਬਾਈ ਜੀ ਜੁੜੇ ਨੇ, ਇਹਨਾਂ ਦਾ ਵੀ ਧੰਨਵਾਦ ਹੈ। ਅਤੇ ਇਸ ਦੌਰਾਨ ਗੁਰਮੀਤ ਕਾਹਲੋਂ ਭੈਣ ਜੀ ਥੈਂਕ ਯੂ। ਐਂਡ EVM ਨਾਲ ਵੋਟਾਂ ਕਰਾਉਣ ਨੂੰ ਵੀ 1 ਮਹੀਨੇ ਤੋਂ ਸਮਾਂ ਵੱਧ ਕਿਉਂ ਲੱਗ ਜਾਂਦਾ ਹੈ? ਉਹ ਅੱਡ ਅੱਡ ਗੇੜਾਂ ਦੀ ਵੋਟ ਹੁੰਦੀ ਹੈ ਜੀ, ਕਾਊਂਟਿੰਗ ਉਹਦੇ 'ਚ ਹੁੰਦੀ ਰਹਿੰਦੀ ਹੈ। ਅਤੇ ਕੁਝ ਇੱਕ ਹੋਰ ਜਿਹੜੇ ਸਵਾਲ ਨੇ ਮੈਂ ਉਹ ਵੀ ਸਾਂਝੇ ਕਰਦਾ। ਪਰਮਿੰਦਰ ਲਹਿਲ ਸਾਹਿਬ ਕਿਉਂਕਿ ਟੈਕਨੀਕਲ ਚੀਜ਼ ਨਾਲ ਜੁੜੇ ਨੇ, ਇਹ ਕਹਿੰਦੇ ਕਿਹੜੀ ਚੀਜ਼ ਹੈ ਜਿਹੜੀ ਹੈਕ ਨਹੀਂ ਹੋ ਸਕਦੀ? ਕਦੇ ਵੀ EVM ਜਾਂਚ ਲਈ ਮਾਹਰਾਂ ਨੂੰ ਖੁੱਲ੍ਹੇ ਤੌਰ 'ਤੇ ਨਹੀਂ ਦਿੱਤੀ ਗਈ। ਲਹਿਲ ਸਾਹਿਬ ਨੇ ਇਹ ਗੱਲ ਆਖੀ ਹੈ, ਕੈਨੇਡਾ ਤੋਂ ਨੇ, ਟੈਕਨੀਕਲ ਮਾਹਰ ਨੇ। ਅਤੇ ਪੰਜਾਬੀਆਂ ਦਾ ਹਾਲ ਇਹੀ ਰਿਹਾ ਕਹਿੰਦੇ ਹਮੇਸ਼ਾ ਹੀ। ਖੈਰ ਸੋ ਹੋਰ ਬਹੁਤ ਸਾਰੇ ਕਮੈਂਟ ਮਨਦੀਪ ਸਿੰਘ ਹੋਰਾਂ ਦਾ, ਨਿਰਮਲਜੀਤ ਸਿੰਘ ਸਿੱਧੂ ਥੈਂਕ ਯੂ। EVM ਦਾ ਮਤਲਬ ਐਨੀ ਵੋਟ ਫਾਰ ਮੋਦੀ। ਮੱਖਣ ਸਿੰਘ ਥੈਂਕ ਯੂ। ਅਤੇ ਸੁਰਿੰਦਰ ਜੀ ਹੋਰ ਕੀ ਸਾਂਝ ਸੁਨੇਹਾ ਜਾਂਦੇ ਜਾਂਦੇ ਫਿਰ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਅਤੇ ਪਾਰਲੀਮੈਂਟ ਮੇਰੇ ਖਿਆਲ ਹੈ ਕਾਫੀ ਗਰਮੈਸ਼ ਵਾਲੇ ਰਹਿਣਗੇ। ਕੀ ਹੈ ਸੰਭਾਵਨਾਵਾਂ ਕੱਲ੍ਹ ਦੇ ਪ੍ਰੋਗਰਾਮ ਦੀ? ਅਤੇ ਕੱਲ੍ਹ ਫਿਰ ਜੀ ਕੱਲ ਆਖਰੀ ਦਿਨ ਪੰਜਾਬ ਵਿਧਾਨ ਸਭਾ ਦਾ ਆਖਰੀ ਇਸ ਸੈਸ਼ਨ ਦਾ ਆਖਰੀ ਦਿਨ ਆ। ਤੇ ਪਰਸੋਂ 11 ਤਰੀਕ ਨੂੰ ਕੈਪਟਨ ਸਾਹਿਬ ਦਾ ਜਨਮ ਦਿਨ ਆ। ਠੀਕ ਹੈ, ਤੇ ਉਹ ਕੈਪਟਨ ਸਾਹਿਬ ਨੇ ਜਨਮ ਦਿਨ ਮਨਾਉਣ ਬਾਹਰ ਜਾਣਾ, ਪਰ ਅਜੇ ਤੱਕ ਇਹ ਨਹੀਂ ਦੱਸਿਆ ਕਿੱਥੇ ਜਾਣਾ ਵਾ। ਠੀਕ ਹੈ, ਰਹਿ ਗਈ ਪਾਰਲੀਮੈਂਟ 'ਚ ਗਰਮਾ ਗਰਮੀ ਹੁੰਦੀ ਰਹਿਣੀ ਆ। ਪਰ ਟਵਾਣਾ ਸਾਹਿਬ ਬਦਕਿਸਮਤੀ ਉੱਥੇ ਗਰਮੀ ਦਾ ਵੀ ਕੁਛ ਨਹੀਂ ਨਿਕਲਦਾ, ਕਿਉਂਕਿ ਜਿੰਨੀ ਵਿਧਾਨ ਸਭਾ ਦਾ ਜਿਹੜਾ ਡਿਪਟੀ ਚੇਅਰਮੈਨ ਤੇ ਰਾਜ ਸਭਾ ਦਾ ਡਿਪਟੀ ਚੇਅਰਮੈਨ ਤੇ ਜਿੱਦਾਂ ਲੋਕ ਸਭਾ ਦਾ ਸਪੀਕਰ ਇਸ ਪੂਰੇ ਦੇ ਪੂਰੇ ਕਾਰਜਕਾਲ ਦੇ ਵਿੱਚ 2019 ਤੋਂ ਲੈ ਕੇ ਜਿੱਦਾਂ ਪੱਖਪਾਤ ਚੱਲ ਰਿਹਾ, ਇਹ ਟਵਾਣਾ ਸਾਹਿਬ ਲੋਕਤੰਤਰ ਲਈ ਬਹੁਤ ਹੀ ਮਾੜਾ ਵਾ, ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ। ਪਰ ਬਦਕਿਸਮਤੀ ਇਹ ਚੱਲ ਰਿਹਾ, ਨਿਰੰਤਰ ਚੱਲਦਾ ਜਾ ਰਿਹਾ। ਥੈਂਕ ਯੂ ਬਾਈ ਜੀ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਵੇਰੇ ਫਿਰ ਮਿਲਦੇ ਹਾਂ 8 ਤੋਂ 10। ਥੈਂਕ ਯੂ, ਮਿਹਰਬਾਨੀ, ਬੜੀ ਤਫਸੀਲ ਨਾਲ ਤੁਸੀਂ ਗੱਲ ਕੀਤੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਮਿਹਰਬਾਨੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਸ ਤਰ੍ਹਾਂ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ। ਤੇ ਵੇਲਾ ਤੁਹਾਡੇ ਤੋਂ ਵੱਖ ਹੋਣ ਦਾ ਤੇ ਕੁਝ ਕਾਲ ਰਹਿ ਗਈਆਂ, ਕੁਝ ਕਮੈਂਟ ਵੀ ਰਹਿ ਗਏ, ਉਹਨਾਂ ਦੇ ਲਈ ਮਾਫੀ। ਸੋ ਸਵੇਰੇ ਫਿਰ ਭਾਰਤੀ ਸਮਾਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਨਾਲ ਜੁੜਾਂਗੇ। ਸੋ ਬੇਨਤੀ ਹੈ ਕਿ ਸਾਡੇ ਉਹਨਾਂ ਪ੍ਰੋਗਰਾਮਾਂ ਨੂੰ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਅੱਗੇ ਵੱਧ ਤੋਂ ਵੱਧ ਦੋਸਤਾਂ ਨੂੰ ਸ਼ੇਅਰ ਕਰੋ। ਸਾਡੀਆਂ ਐਪਸ ਨੇ ਜਿਹੜੀਆਂ ਤੁਹਾਨੂੰ ਸਾਡੇ ਟਿਵਾਣਾ ਰੇਡੀਓ ਦੇ YouTube ਪੇਜ 'ਤੇ ਜਾਓ, ਵੈਬਸਾਈਟ 'ਤੇ ਵੀ ਪ੍ਰੋਗਰਾਮ ਸੁਣ ਸਕਦੇ ਹੋ। ਅਤੇ ਇਸ ਦੇ ਨਾਲ ਆਈਫੋਨ 'ਤੇ ਐਂਡਰਾਇਡ ਐਪਸ ਨੇ, ਤੁਸੀਂ ਉੱਥੇ ਡਾਊਨਲੋਡ ਕਰ ਸਕਦੇ ਹੋ। ਸਬਸਕ੍ਰਿਪਸ਼ਨ ਦੀ ਇੱਛਾ ਰੱਖਦੇ ਹੋ ਤਾਂ ਲੈ ਸਕਦੇ ਹੋ, ਜੇ ਤੁਹਾਨੂੰ ਲੱਗਦਾ ਅਸੀਂ ਬਿਹਤਰ ਕਰ ਰਹੇ ਹਾਂ ਤਾਂ, ਅਦਰਵਾਈਜ਼ ਨਹੀਂ। ਅਤੇ ਆਪਣੇ ਕਿਸੇ ਵਪਾਰ ਕਾਰੋਬਾਰ ਦੀ ਐਡਵਰਟਾਈਜ਼ ਕਰਨ ਦੀ ਇੱਛਾ ਹੋਵੇ ਤਾਂ ਵੀ ਆਪ ਦਾ ਸਵਾਗਤ ਹੈ। ਹਾਂ, ਜੋਤਿਸ਼ ਵਗੈਰਾ ਦੀਆਂ ਐਡਾਂ ਅਸੀਂ ਨਹੀਂ ਲੈਂਦੇ, ਉਸ ਗੱਲ ਤੋਂ ਮਾਫੀ। ਕਿਸੇ ਵੀ ਵਿਚਾਰਧਾਰਾ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ, ਨਿਰਪੱਖ ਜਰਨਲਿਜ਼ਮ ਕੀਤੀ ਜਾਂਦੀ ਹੈ ਅਤੇ ਕਰਾਂਗੇ। ਅਤੇ ਤੁਸੀਂ ਕੋਈ ਵਿਚਾਰ ਮਤਭੇਦ ਕੋਈ ਵੀ ਹੋਵੇ ਤਾਂ ਮੇਰੇ ਨਾਲ ਕਦੇ ਵੀ ਗੱਲ ਔਨ ਦੀ ਏਅਰ ਆਫ ਦੀ ਏਅਰ ਕਰ ਸਕਦੇ ਹੋ। 98 763 09655 ਆਪਣਾ ਸਟੂਡੀਓ ਲਾਈਨ ਨੰਬਰ ਹੈ। ਅਤੇ ਇਸ ਦੌਰਾਨ ਉਸ 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਸ ਸਿਲਸਿਲੇ ਵਿੱਚ ਸਾਡੇ ਜਿਹੜੇ ਰਿਪੀਟ ਪ੍ਰੋਗਰਾਮ ਨੇ ਉਹਨਾਂ ਨੂੰ ਸੁਣਨ ਵਾਸਤੇ ਟਿਵਾਣਾ ਰੇਡੀਓ ਦੇ YouTube ਪੇਜ 'ਤੇ ਜਾਇਆ ਜਾ ਸਕਦਾ ਹੈ। ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ 667 930 92 60 'ਤੇ ਵੀ ਸੁਣ ਸਕਦੇ ਹੋ। ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਬਾਈ ਜੀ ਸੁਖੀ ਘੁੰਮਣ, ਉਹਨਾਂ ਦਾ ਵੀ ਧੰਨਵਾਦੀ ਹਾਂ। ਸੋ ਬੇਕਰਸਫੀਲਡ ਵਿਖੇ ਯੂਨੀਅਨ ਟਰੱਕ ਸਟਾਪ ਹੈ, ਉਹਨਾਂ ਦਾ ਕਾਰੋਬਾਰ ਹੈ, ਉਹਦੀ ਐਡਵਰਟਾਈਜ਼ ਵੀ ਅੱਗੇ ਚੱਲ ਕੇ ਸੁਣਾਵਾਂਗੇ ਤੁਹਾਨੂੰ। ਅਤੇ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਆ ਗਿਆ। ਧੰਨਵਾਦ ਆਪ ਸਭ ਸੱਜਣਾਂ ਦਾ। ਸਤਿ ਸ਼੍ਰੀ ਅਕਾਲ। 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 ਸਤਿ ਸ਼੍ਰੀ ਅਕਾਲ।